ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਕਬਿਤ ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ, ਰੁਕਤ ਅਪਾਰਥ ਕੀ ਸਮਝ ਨ ਆਵਈ। ਵੈਰ ਦੇਸ਼ ਕਾਲ ਗਨ ਆਗਨ ਨ ਮੋਹੀ ਰਸ, ਬਿਬਥਾ ਲੰਕਾਰ ਹੂੰ ਕੇ ਭੇਦ ਹੂੰ ਨ ਪਾਵਈ। ਕੋ ਗੁਣ ਹੈ ਨਾ ਮੈਂ ਪਨੀਤ ਮਦ ਜਾਨੋ, ਮਨ ਗੁਨੀਅਨ ਹਾਸ ਜੋਗ ਅਟ ਪਟੀ ਜਾਵਈ। ਏਕ ਗੁਣ या ਮੈਂ ਸੋ ਬਿਦਤ ਸ਼ਰੁਤ ਸੰਤ ਸੁਨੋ, ਸਤ ਗੁਰੂ ਕੀਰਤ ਸੋ ਨਿਰਮਲ ਭਾਵਈ। ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ, ਰੁਕਤ ਅਪਾਰਥ ਕੀ ਸਮਝ ਨ ਆਵਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ 550 ਸਾਲਾ ਮਹਾਰਾਜ ਦਾ ਬੇਅੰਤ ਖੁਸ਼ੀਆਂ ਵੀ ਲਈਆਂ ਆਪ ਜੀ ਨੇ। ਪਿਛਲੇ ਦਿਨ ਚੱਲ ਰਹੀ ਲੜੀਵਾਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਮੰਗਲਵਾਰ ਵਾਲੇ ਦਿਨ ਪ੍ਰਕਾਸ਼ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਸੀ। ਉਹ ਤੀਜਾ ਅਧਿਆਇ ਸੀਗਾ, ਅੱਜ ਅਧਿਆਇ ਚੌਥਾ। ਉੱਥੇ ਅਵਤਾਰ ਦਾ ਸੀ, ਇੱਥੇ ਅਵਤਾਰ ਉਸਤਤ ਤੇ ਨਾਮ ਧਰਨਾ ਗੁਰੂ ਨਾਨਕ ਪਾਤਸ਼ਾਹ ਦਾ। ਫਿਰ ਇੱਧਰ ਕਵੀ ਜੀ ਵੀ ਬਹੁਤ ਪ੍ਰੇਮ ਦੇ ਵਿੱਚ ਨਿਮਰਤਾ ਸਹਿਤ ਪਹਿਲਾਂ ਕੁਛ ਆਪ ਜੀ ਦੇ ਬੇਨਤੀ ਕਰਨੀ, ਅੱਗੇ ਉਹਨਾਂ ਨੇ ਕਵਿਤਾ ਰਾਹੀਂ ਜੋ ਪੜ੍ਹ ਰਿਹਾ ਸੀ ਦਾਸ, ਤੇ ਜਿਹੜੇ ਨਿੰਦਿਆ ਕਰਨ ਵਾਲੇ ਬਾਰੇ ਵੀ ਸੋਚ ਰਿਹਾ ਸੀ ਵੀ ਇੰਨੇ ਪਿਆਰੇ ਕਵੀ ਨੇ। ਕਵੀ ਜੀ ਨੇ ਤਾਂ ਪਹਿਲਾਂ ਹੀ ਲਿਖ ਦਿੱਤਾ, ਆਹ ਕਵਿਤਾ ਆਪ ਜੀ ਨੇ ਹੁਣ ਸਰਵਣ ਕਰਨਾ। ਉਹਦੇ ਵਿੱਚ ਉਹਨਾਂ ਨੇ ਬਹੁਤ ਪ੍ਰੇਮ ਤੇ ਨਿਮਰਤਾ ਵਿੱਚ ਸਾਰੇ ਆਪਦੇ ਪਹਿਲਾਂ ਹੀ ਕਹਿ ਦੇਣੇ, ਭਾਈ ਮੇਰੇ ਵਿੱਚ ਤਾਂ ਸਾਰੇ ਔਗਣ ਨੇ, ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ। ਪਰ ਫਿਰ ਕਹਿਣਗੇ ਇੱਕ ਗੁਣ ਹੈ, ਉਹ ਕਿਹੜਾ ਕਿਹੜਾ? ਆਪ ਜੀ ਬਣਾਓ ਇਕਾਗਰ। ਤਾਂ ਆਪਾਂ ਪਹਿਲਾਂ ਮਹਾਰਾਜ ਦੀ ਅਵਤਾਰ ਉਸਤਤ ਪਾਤਸ਼ਾਹ ਦੇ ਆਉਣ ਦੀ ਵਡਿਆਈ, ਮਹਾਰਾਜ ਦੇ ਚੇਣ, ਬਹੁਤ ਤਰ੍ਹਾਂ ਦੇ ਲੱਛਣ ਗੁਣ ਹੁੰਦੇ ਸਾਧ ਸੰਗਤ ਸਰੀਰਾਂ ਵਿੱਚ। 10 ਗੁਰਮੁਖਾਂ ਨੂੰ ਕਾਫੀ ਚੀਜ਼ਾਂ, ਜਿਹੜੇ ਸਿੰਘ ਨੌਜਵਾਨ ਕਥਾ ਸਿੱਖ ਰਹੇ ਨੇ ਉਹਨਾਂ ਨੂੰ ਕਾਫੀ ਚੀਜ਼ਾਂ ਲਿਖਾਈਆਂ। ਗੁਣਾਂ ਤੋਂ ਬੰਦੇ ਦੀ ਰਹਿਣੀ ਬਹਿਣੀ ਕਹਿਣੀ ਕਥਨੀ ਦਾ ਪਤਾ ਲੱਗਦਾ, ਉਹਦੇ ਬੈਠਣ ਤੋਂ, ਉਹਦੇ ਗੱਲ ਕਰਨ ਤੋਂ, ਉਹਦੇ ਵਿਚਾਰ ਤੋਂ, ਉਹਦੇ ਪਿੱਛੇ ਖਾਨਦਾਨੀ ਦਾ ਪਤਾ ਲੱਗਦਾ। ਅੱਜ ਵੀ 2-3 ਚੀਜ਼ਾਂ ਸੁਖਪ੍ਰੀਤ ਸਿੰਘ ਲਿਖਾਈਆਂ ਵੀ ਕਿਵੇਂ ਜਿਹੜਾ ਐਂ ਬਹਿੰਦਾ ਤੇ ਭਾਈ ਉਹ ਆਏ ਆ। ਕਾਫੀ ਸਾਰੇ ਭੇਤ ਆ ਜਿਹੜੇ ਕਿ ਐਂ ਮਾਈਕ ਤੋਂ ਦੱਸੇ ਨਹੀਂ ਜਾ ਸਕਦੇ। ਸਿੰਘਾਂ ਨੇ ਬਹੁਤ ਸਾਰੀਆਂ ਚੀਜ਼ਾਂ ਲਿਖਾਈ ਦੀਆਂ ਕਿ ਆਉਣ ਵਾਲੇ ਦਿਨਾਂ ਵਿੱਚ ਗੁਰਮੁਖਾਂ ਨੇ ਵੱਡੀਆਂ ਸੇਵਾ ਕਰਨੀਆਂ। ਉਹ ਹੁਣ ਇਹਦੇ ਵਿੱਚ ਅੱਜ ਸਾਰੇ ਅੱਗੇ ਕਥਾ ਵਿੱਚ ਜਿੰਨੇ ਮਹਾਰਾਜ ਕੋ ਤਕਰੀਬਨ ਅਸੀਂ ਗਿਣੇ ਸੀ 72 ਕੁ ਸੀ ਬੰਦ ਨੇ, 72 ਕੇ ਬੰਦ ਨੇ। ਤਾਂ ਤਕਰੀਬਨ ਮੈਨੂੰ ਲੱਗਦਾ ਕਿ 2.5-3 ਘੰਟੇ ਲੱਗਣੇ ਚਾਹੀਦੇ, 3 ਘੰਟੇ ਘੱਟ ਤੋਂ ਘੱਟ, ਜੇ ਬਿਨਾਂ ਕੋਈ ਸਾਖੀ ਲਾਏ। ਆਪ ਜੀ ਆਪ ਅਸੀਸ ਬਖਸ਼ੋ, ਮਾਰੇ ਵਡਿਆਈ ਕਰਾਉਣ। ਕਿ ਇਹਦੇ ਵਿੱਚ ਬਹੁਤ ਸਾਰੇ, ਇਸੇ ਕਥਾ ਵਿੱਚ ਬਹੁਤ ਸਾਰੇ ਭੇਤ ਨੇ ਜਿੰਨੇ ਕੁ ਲਿਖ ਸਕੇ ਨੋਟ ਕਰ ਰਹੇ ਸੀਗੇ। ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਪੁਰਾਣੇ ਬਜ਼ੁਰਗਾਂ ਕੋਲ ਸਨ ਉਹ ਅਸੀਂ ਗਵਾ ਬੈਠੇ ਹਾਂ, ਉਹਨਾਂ ਦੇ ਇਸ਼ਾਰੇ ਅੱਜ ਇਸ ਕਥਾ ਵਿੱਚ ਆਉਣੇ ਆ। ਕਥਾ
ਜਿੱਥੇ ਰਸ ਵੀ ਦੇਣਾ, ਉਹਦੇ ਵਿੱਚ ਬਹੁਤ ਸਾਰੇ ਨੁਕਤੇ ਲਿਖਣ ਵਾਲੇ, ਨੋਟ ਕਰਨ ਵਾਲੇ ਵੀ ਗੁਰਮੁਖਾਂ, ਨੌਜਵਾਨਾਂ, ਸਿੰਘਾਂ ਵਾਸਤੇ, ਜਿਹੜੇ ਕਥਾ ਵਾਲੇ ਉਹਨਾਂ ਵਾਸਤੇ ਆਉਣਗੇ। ਜਦੋਂ ਕਵੀ ਜੀ ਨੇ ਆਪਦੇ ਬਾਰੇ ਮਾੜੇ ਸ਼ਬਦ ਵੀ ਕਹਿਣੇ ਨੇ, ਪਰ ਦੂਜਾ ਪੱਖ ਜਦੋਂ ਦਾਸ ਨੇ ਤਾਂ ਸਿਰਫ ਇੱਕ ਪੰਡਤ ਦੇ ਬਾਰੇ ਉੱਥੇ ਮਾਰਕ ਕਰਨ ਲੱਗਿਆ ਗ੍ਰੰਥ ਤੇ, ਬੇਅੰਤ ਤਰ੍ਹਾਂ ਦੇ ਨਾਂ ਤਾਂ ਸਿਰਫ ਇਕੱਲੇ ਇੱਕ ਪੰਡਤ ਦੇ ਲਏ ਹੋਏ ਨੇ ਕਵੀ ਜੀ ਨੇ। ਬੰਦਾ ਹੈਰਾਨ ਹੋ ਜਾਂਦਾ, ਇੰਨੇ ਨਾਂ ਇੱਕ ਹੀ ਪੰਡਤ ਦੇ। ਤੇ ਉਹ ਕਿਵੇਂ ਕਿਵੇਂ ਅੱਗੇ ਆਉਣੇ, ਨਾਲ ਨਾਲ ਆਪ ਜੀ ਨੇ ਥੋੜੀ ਨਿਗਾਹ ਵੀ ਰੱਖਣੀ ਹੈ, ਕਥਾ ਵਾਲੇ ਸਿੰਘਾਂ ਨੇ ਵੀ ਥੋੜੇ ਨਾਲ ਖਿਆਲ ਰੱਖਣਾ। ਆਪ ਜੀ ਬਣਾਓ ਇਕਾਗਰਤਾ ਤੇ ਕਰੋ ਸਰਵਣ ਜੀ। ਕਬਿਤ ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ। ਕਹਿੰਦੇ ਮੇਰੀ ਜਿਹੜੀ ਕਥਾ ਮੈਂ ਕਰ ਰਿਹਾ ਅੰਨੀ ਆ, ਭਾਵ ਕੋਈ ਚੀਜ਼ ਦਿਖ ਨਹੀਂ ਰਹੀ ਜੀ। ਬਦਰ ਬਦਰ ਭਾਵ ਬੋਲੀ ਆ। ਬੋਲੀ ਭਾਵ ਕੀ ਹੈ? ਜਿਹੜੇ ਪਿਛਲਿਆਂ ਦੇ ਛੰਦਾਂ ਦੇ ਨਾਲ ਛੰਦ ਜਿਹੜੇ ਨਾ ਮਿਲਣ ਜੀ। ਪਿੰਗ ਪਿੰਗ ਭਾਵ ਪਿੰਗਲੀ ਆ, ਜਿਹਦੇ ਨਾਲ ਕੀ ਹੋ ਰਿਹਾ, ਸਾਧ ਸੰਗਤ ਜਿਹੜੇ ਪਿੰਗਲ ਰਲ ਨਹੀਂ ਰਹੇ ਉਹਦੇ, ਕਿ ਉਹ ਲਿਖਣ ਦੇ ਇੱਕ ਚਾਲ ਹੁੰਦੀ ਹੈ ਸਾਧ ਸੰਗਤ, ਥੋੜਾ ਜਿਹਾ ਫਰਕ ਪੈ ਜਾਏ ਤੇ ਅਰਥਾਂ ਦੇ ਅਨਰਥ ਹੋ ਜਾਂਦੇ ਆ। ਤੇ ਉਹ ਪਿੰਗਲਾਂ ਨੇ ਹੁਣ ਅੱਗੇ ਥੋੜਾ ਉਹਦਾ ਜ਼ਿਕਰ ਅੱਗੇ ਆਊਗਾ ਜੀ। ਨਗਨ ਨਗਨ ਭਾਵ ਕਹਿੰਦੇ ਉਹਦੇ ਵਿੱਚ ਕੋਈ ਅਲੰਕਾਰ ਨਹੀਂ ਆ ਰਿਹਾ। ਅਲੰਕਾਰ ਲਾਉਣਾ ਭਾਵ ਵਡਿਆਈ ਬਹੁਤ ਸ੍ਰੇਸ਼ਟ ਬਣਾ ਕੇ ਚੀਜ਼ ਨੂੰ ਦੱਸਣਾ ਵੀ ਸ਼ਿੰਗਾਰ ਕੇ, ਬਈ ਕੋਈ ਦਰਖਤ ਆ ਉਹਨੂੰ ਇੰਨੇ ਪੱਤੇ ਲੱਗੇ ਆ, ਫਲ ਲੱਗੇ ਆ, ਉਹਨੂੰ ਚਿੜੀਆਂ ਤੇ ਆਲਣੇ ਪਾਏ ਆ, ਤੇ ਆਦਿਕ ਬਹੁਤ ਸੋਭਾਵਾਨ ਕਰਕੇ ਦੱਸਣਾ, ਜਾਂ ਉਹਨੂੰ ਜਣਾਉਣਾ ਕਿ ਜਿਵੇਂ ਉਹਦੇ ਵਰਗਾ ਕੋਈ ਹੋਰ ਦਰਖਤ ਨਾ ਹੋਵੇ। ਜਿਵੇਂ ਆਪ ਜੀ ਨੇ ਇੱਕ ਕਥਾ ਸਰਵਣ ਕੀਤੀ ਸੀਗੀ, ਜਿਹਦੇ ਵਿੱਚ ਜ਼ਿਕਰ ਆਇਆ ਸੀਗਾ ਜਦੋਂ ਮਹਾਰਾਜ ਠੱਗਾਂ ਦੇ ਦੇਸ਼ ਗਏ ਸਨ, ਗੁਰੂ ਨਾਨਕ ਪਾਤਸ਼ਾਹ ਤੇ ਬਾਲਾ ਮਰਦਾਨਾ ਜੀ ਨਾਲ ਸਨ। ਜਿਸ ਸਮੇਂ ਉੱਥੇ ਗਏ ਤੇ ਆਪ ਜੀ ਨੇ ਬੇਅੰਤ ਦਰਖਤਾਂ ਦਾ ਨਾਂ ਸੁਣਿਆ ਸੀ। ਆਪ ਜੀ ਨੇ ਇਹ ਵੀ ਸੁਣਿਆ ਸੀ ਜਿਹੜੇ ਕਦਲੀ ਦੇ ਦਰਖਤ ਨੇ ਉਹਨਾਂ ਨੂੰ ਕੇਲੇ ਕਹੇ ਜੇ ਲੱਗੇ ਹੋਏ ਆ, ਨਾਲ ਆੜੂ, ਚੀਕੂਆਂ, ਬੇਅੰਤ ਉਹਨਾਂ ਫਲਾਂ ਦੀ ਗੱਲ ਕੀਤੀ। ਇੰਨੇ ਸੋਭਨੀਕ ਦੱਸੇ ਸਨ। ਤੇ ਜਾਂ ਆਪ ਜੀ ਨੇ ਜਦੋਂ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਕਥਾ ਪਟਨਾ ਸਾਹਿਬ ਦੀ ਸਰਵਣ ਕੀਤੀ ਸੀ, ਉਹਦੇ ਵਿੱਚ ਵੀ ਜ਼ਿਕਰ ਆਇਆ ਸੀ ਕਿ ਟਾਹਣੀਆਂ ਨੂੰ ਫਲ ਇੰਨੇ ਲੱਗੇ ਕਿ ਝੁੱਪੀਆਂ ਪਈਆਂ, ਕਿ ਧਰਤੀ ਦੇ ਨਾਲ ਆ ਕੇ ਲੱਗੀਆਂ ਪਈਆਂ, ਭਾਵ ਕਿਸੇ ਚੀਜ਼ ਦਾ ਸ਼ਿੰਗਾਰ ਕਰਨਾ। ਹਾਂਜੀ, ਫੇਰ ਪੜੋ ਜੀ। ਮ੍ਰਿਤਕ ਛੰਦ। ਤੇ ਹਾਂ, ਮੇਰੀ ਜਿਹੜੀ ਕਥਾ ਹੈਗੀ ਆ ਮਰੀ ਹੋਈ ਆ ਜੀ। ਰੁਕਤ ਅਪਾਰਥ ਕੀ ਸਮਝ ਨ ਆਵਈ। ਹਾਂ, ਰੁਕਤ ਹੁੰਦਾ ਸਾਧ ਸੰਗਤ ਕਿਸੇ ਚੀਜ਼ ਨੂੰ ਬਾਰ-ਬਾਰ ਦੁਹਰਾਉਣਾ ਭਾਵ ਕੋਈ ਵੀ ਇੱਕ ਗੱਲ, ਇੱਕ ਸ਼ਬਦ ਜਿਹੜਾ ਹੈਗਾ ਉਸੇ ਅੱਗੇ ਕਥਾ ਦੇ ਵਿੱਚ ਬਾਰ-ਬਾਰ ਹੀ ਆ ਜਾਣਾ, ਭਾਵ ਜੇ ਨਾ ਰਸ ਨਾ ਬਣਨਾ। ਪਰ ਜਿਵੇਂ ਆਪਾਂ ਕਹਿੰਦੇ ਗੁਰਸਿੱਖਾਂ ਮਨ ਵਧਾਈਆਂ, ਜਿਨ੍ਹਾਂ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਫਿਰ ਆਪਾਂ ਵਧਾਈਆਂ ਪੜ੍ਹਦੇ ਸੀ। ਜਾਂ ਕਿਸੇ ਦਾ ਆਪਾਂ ਅਫਸੋਸ ਕਰਨ ਜਾਣਾ, ਬਾਰ-ਬਾਰ ਦੁੱਖ ਦੇ ਸ਼ਬਦ, ਇਹਨਾਂ ਵਿੱਚ ਰਸ ਆ। ਪਰ ਕਈ ਸ਼ਬਦ ਹੁੰਦੇ ਜਿਹਦੇ ਵਿੱਚ ਰਸ ਟੁੱਟ ਜਾਂਦਾ। ਜਾਂ ਕਿਸੇ ਦਾ ਪਤਾ ਲੈਣ ਜਾਂਦੇ ਆਪਾਂ, ਉਹਦੇ ਦੋ ਪੱਖ ਹੁੰਦੇ ਆ ਸਾਧ ਸੰਗਤ। ਪਤਾ ਲੈਣ ਗਏ ਤੇ ਪਤਾ ਲਿਆ, ਤੇ ਪਤਾ ਲੈਂਦਿਆਂ ਜਿਵੇਂ ਪਿਛਲੇ ਦਿਨੀ ਕੱਲ੍ਹ ਵੀ ਗੱਲ ਚੱਲ ਰਹੀ ਸੀ ਕਿਸੇ ਗੁਰਮੁਖ ਨਾਲ, ਮੈਂ ਕਿਹਾ ਵੀ ਪਿੰਡਾਂ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ ਜਿਹੜੇ ਪਤਾ ਲੈਣ ਵਾਲੇ। ਕਹਿੰਦੇ ਦੋ ਤਰ੍ਹਾਂ ਦੇ ਕਿਹੜੇ? ਮੈਂ ਕਿਹਾ ਵੀ ਇੱਕ ਤਾਂ ਉਹ ਹੁੰਦੇ, ਕਹਿੰਦੇ ਵੀ ਬੱਖੀ 'ਚੋਂ ਫਲਾਣੇ ਬੰਦੇ ਚੀਜ਼ ਉੱਠੀ ਸੀ, ਕੱਛ ਤੱਕ ਗਈ ਸੀ, ਉਹ ਬਚਿਆ ਨਹੀਂ ਬਈ। ਸੁਣਨ ਵਾਲਾ ਬੰਦਾ ਕਹਿੰਦਾ ਵੀ ਹਾਂ, ਮੈਨੂੰ ਲੱਗਦਾ ਮੇਰਾ ਵੀ ਇਹੀ ਕੰਮ ਹੀ ਹੋ ਜਾਣਾ। ਉਹ ਬੰਦੇ ਦੀ ਉਹਦੀ ਉਹ ਹਾਲਤ ਕਰ ਦੇਣੀ ਕਿ ਮਰਨ ਵਾਲਾ ਕਰ ਦੇਣਾ। ਤੇ ਦੂਜੇ ਉਹ ਕਿ ਪਤਾ ਲੈਣਾ, ਦੱਸਣਾ ਬੱਖੀ ਤੋਂ ਕੱਛ ਤੱਕ ਗਈ ਪੀੜ, ਪਰ ਬਈ ਕੋਈ ਗੱਲ ਨਹੀਂ, ਮਹਾਰਾਜ ਦੇ ਘਰ ਵਿੱਚ ਗਿਆ, ਬਾਣੀ ਪੜ੍ਹੀ, ਸੇਵਾ ਕੀਤੀ ਤੇ ਮਹਾਰਾਜ ਨੇ ਬਰਕਤ ਪਾਈ, ਦਵਾਈ ਲਈ ਬੂਟੀ ਤੇ ਠੀਕ ਹੋ ਗਿਆ। ਤੇ ਇੱਥੇ ਕੀ ਕਹਿੰਦੇ? ਕਹਿੰਦੇ ਮੇਰੇ ਉਹ ਗੱਲਾਂ ਨੇ ਜਿਹੜੀਆਂ ਮੈਂ ਬਾਰ-ਬਾਰ ਦੁਹਰਾ ਰਿਹਾ, ਜਿਹਦੇ ਵਿੱਚ ਰਸ ਨਹੀਂ ਬਣਦਾ ਜੀ। ਵੈਰ ਦੇਸ਼ ਕਾਲ ਗਨ ਅਗਨ ਨਵੋ ਹੀ ਰਸ। ਇੱਥੋਂ ਫੇਰ ਪੜੋ ਜੀ। ਅਪਾਰਥ ਕੀ ਸਮਝ ਨ ਆਵਈ। ਹਾਂ, ਕਈ ਸ਼ਬਦ ਮੇਰੇ ਇਹੋ ਜਿਹੇ ਨੇ, ਅਕਪਟ ਭਾਵ ਵੱਧ ਘੱਟ ਸ਼ਬਦ ਲਾਏ ਨੇ, ਜਿਹਦੇ ਕਰਕੇ ਕੋਈ ਅਰਥ ਵੀ ਸਮਝ ਨਹੀਂ ਆਉਂਦੇ ਜੀ। ਕਵੀ ਦੇਖੋ ਆਪ ਜੀ, ਕਿਤੇ ਅੰਨੀ ਕਹਿ ਰਹੇ ਆ, ਕਿਤੇ ਡੁੱਡੀ ਪਿੰਗਲੀ ਕਹਿ ਰਹੇ ਆ, ਕਿਤੇ ਬੋਲੀ ਕਹਿ ਰਹੇ ਆ। ਦੇਖੋ ਸਾਧ ਸੰਗਤ ਕਿੰਨੀ ਨਿਮਰਤਾ, ਪੜ੍ਹਦਿਆਂ ਕਿੰਨਾ ਰਸ ਬਣਦਾ,
ਪਰ ਹਾਂ ਇਹ ਉਹ ਕਹਿ ਸਕਦੇ ਆ, ਮਾਫੀ ਚਾਹੁੰਦਾ ਜਿਨ੍ਹਾਂ ਦੇ ਇਹਦੇ ਅਰਥਾਂ ਦੇ ਭੇਦ ਸਾਧ ਸੰਗਤ ਨਾ ਆਉਂਦੇ ਹੋਣ, ਸਿੱਧੇ ਨਿੰਦੇ ਜਾਂਦੇ ਆ। ਇੰਨਾ ਪਿਆਰਾ ਗ੍ਰੰਥ ਅੱਗੇ ਆਪ ਜੀ ਨੇ ਜਦੋਂ ਆ ਪ੍ਰਕਰਣ ਚੱਲਣਾ ਨਾ ਅੱਗੇ ਪਾਤਸ਼ਾਹ, ਤੇ ਇਉਂ ਲੱਗਣਾ ਸਾਧ ਸੰਗਤ ਜਿਵੇਂ ਅੱਖਾਂ ਮੂਹਰੇ ਫਿਲਮ ਚੱਲਦੀ ਹੈ। ਅੱਜ ਆਪ ਜੀ ਨੇ ਆਪ ਕਹਿਣਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਾਨੂੰ ਦਰਸ਼ਨ ਹੋ ਰਹੇ ਨੇ। ਮਹਾਰਾਜ ਦੇ ਮੱਥੇ ਤੋਂ ਲੈ ਕੇ, ਨੇਤਰਾਂ ਤੋਂ ਲੈ ਕੇ, ਕੰਨਾਂ ਤੋਂ ਲੈ ਕੇ, ਗੱਲਾਂ ਤੋਂ ਲੈ ਕੇ, ਪਾਤਸ਼ਾਹ ਦੇ ਹੱਥਾਂ ਤੋਂ, ਛਾਤੀ ਤੋਂ, ਚਰਨ ਤੋਂ ਲੈ ਕੇ ਸਾਰੇ ਦਰਸ਼ਨ ਕਰਾਉਣੇ ਕਵੀ ਜੀ ਨੇ। ਐਨ ਉਹ ਸਮਾਂ ਬਣ ਜਾਣਾ। ਇੰਨੀ ਰਸ ਵਾਲੀ ਕਥਾ ਕਰਨ ਵਾਲੇ, ਪਰ ਦੇਖੋ ਪ੍ਰੇਮ ਤੇ ਨਿਮਰਤਾ ਵਿੱਚ ਕੀ ਕਹਿੰਦੇ ਨੇ ਜੀ, ਵੈਰ ਦੇਸ਼ ਕਾਲ। ਵੈਰ ਦੇਸ਼ ਭਾਵ ਜਿਹੜੇ ਕਿਸੇ ਦੇਸ਼ ਵਿੱਚ ਉਹ ਚੀਜ਼ ਹੁੰਦੀ ਨਾ ਹੋਵੇ। ਜਿਵੇਂ ਆਪਾਂ ਕਹਿ ਦਈਏ ਨਿਊਜ਼ੀਲੈਂਡ ਵਿੱਚ, ਜਿਵੇਂ ਆਪਾਂ ਸੱਪ ਦੀ ਉਦਾਹਰਨ ਦੇ ਦਈਏ, ਸ਼ੇਰਾਂ ਵੱਡਿਆਂ ਦੇ ਦੇ ਦਈਏ ਵੀ ਇੱਥੇ ਜੰਗਲਾਂ 'ਚ ਬੜੇ ਰਹਿੰਦੇ, ਜਾਂ ਕਹੀਏ ਜੀ ਇੱਥੇ ਦਾ ਪਹਿਲਾਂ ਹਾਥੀ ਸੀਗੇ, ਅਤੇ ਆਦ ਕੋਈ ਵੀ ਕਿਸੇ, ਜਾਂ ਕਹੀਏ ਇੱਥੇ ਕੇਸਰ ਬੜਾ ਹੁੰਦਾ ਜੀ ਇੱਥੇ, ਜਾਂ ਉਹੋ ਜਿਹੀ ਕੋਈ ਫਸਲ ਦੀ ਉਦਾਹਰਨ ਦੇਣੀ ਜਿਹੜੀ ਉਸ ਦੇਸ਼ 'ਤੇ ਲਾਗੂ ਨਾ ਹੁੰਦੀ ਹੋਵੇ। ਜਾਂ ਕਿਸੇ ਦੇਸ਼ ਦੀ ਆਪਾਂ ਉਦਾਹਰਨ ਦੇ ਦਈਏ ਤੇ ਉਦਾਹਰਨ ਦਿੰਦੇ ਗੱਲ ਕਰੀਏ ਜੀ ਉੱਥੇ ਸਮੁੰਦਰ ਬੜਾ ਆਏ ਤੇ ਸਮੁੰਦਰ ਉੱਥੇ ਨੇੜੇ ਵੀ ਨਾ ਹੋਵੇ। ਜਾਂ ਕੋਈ ਵੀ ਉਹੋ ਜਿਹੀ ਉਦਾਹਰਨ ਦੇਣੀ ਜਿਹੜੀ ਉਸ ਦੇਸ਼ ਦੇ ਨਾਲ ਲਾਗੂ ਨਾ ਹੁੰਦੀ ਹੋਵੇ। ਕਵੀ ਜੀ ਕਹਿੰਦੇ ਮੈਂ ਉਹੋ ਜਿਹੀ ਵੀ ਕਥਾ ਕਰ ਲੈਣਾ, ਕੋਈ ਦੇਸ਼ ਨਾਲ ਲਾਗੂ ਨਾ ਹੁੰਦੀ ਹੋਵੇ ਤੇ ਮੇਰੇ ਤੋਂ ਗਲਤੀ ਨਾਲ ਲੱਗ ਜਾਂਦੀਆਂ। ਭਾਵ ਆਪਾਂ ਬੇਅੰਤ ਪਿਛਲੇ ਦਿਨੀ ਕਥਾ, ਆਪਾਂ ਪਿਛਲੇ ਮੈਨੂੰ ਤਕਰੀਬਨ ਹੁਣ ਕਾਫੀ ਸਮਾਂ ਹੀ ਹੋ ਗਿਆ ਕਥਾ ਚੱਲਦੀ ਨੂੰ, ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਦੀ। ਹੁਣ ਤਾਂ ਕੋਈ ਵੀ ਇਹੋ ਜਿਹਾ ਨਹੀਂ, ਮਹਾਰਾਜ ਮੈਨੂੰ ਮਾਫ ਕਰ ਦੇਣ, ਬਹੁਤ ਸਤਿਕਾਰਯੋਗ ਨੇ ਕਵੀ ਜੀ, ਕੋਈ ਇਕੱਲੀ ਸੁੱਕੀ ਵਡਿਆਈ ਵਾਸਤੇ ਨਹੀਂ। ਹਾਲੇ ਤੱਕ ਕੋਈ ਵੀ ਉਹੋ ਜਿਹਾ ਨਹੀਂ ਪ੍ਰਕਰਣ ਹੈ ਜਿਹਦੇ 'ਚ ਵੈਰ ਦੇਸ਼ ਲੱਗਦਾ ਹੋਵੇ, ਜਿਹਦੇ ਵਿੱਚ ਉਹ ਦੇਸ਼ ਦੇ ਵਿੱਚ ਉਹ ਚੀਜ਼ ਹੁੰਦੀ ਨਾ ਹੋਵੇ। ਜਗ੍ਹਾ ਜਗ੍ਹਾ 'ਤੇ ਇਹੀ ਜੇਕਰ ਆਉਂਦਾ ਰਿਹਾ ਕਿ ਮੈਂ ਭਾਈ ਆਪ ਜਾ ਕੇ ਉੱਥੇ ਦੇਖ ਕੇ ਆਇਆ, ਜਿੱਥੇ ਜਿੱਥੇ ਕੋਈ ਮਹਾਰਾਜ ਨੇ ਵਰ ਦਿੱਤੇ ਨੇ, ਕੋਈ ਉਹੋ ਜਿਹੇ ਕਿਸੇ ਨੇ ਗਲਤੀ ਕੀਤੀ, ਕੋਈ ਸ਼ਰਾਪ ਹੋਇਆ, ਜਿੱਥੇ ਜਿੱਥੇ ਕੋਈ ਮਹਾਰਾਜ ਨੇ ਘੋੜੇ ਬੰਨੇ ਤੇ ਉਹ ਜਿਹੜੇ ਕਿੱਲੇ ਹਰੇ ਹੋਏ ਆ, ਕਹਿੰਦੇ ਮੈਂ ਆਪ ਦੇਖ ਕੇ ਆਇਆ ਜੀ, ਉੱਥੇ 3-3 ਖੜੇ ਨੇ ਅਤੇ ਆਦਿਕ। ਇਹ ਜਿਹੜੀ ਹੈ, ਪਰ ਇਹ ਜਿਹੜੇ ਬਚਨ ਨੇ ਉਹਨਾਂ ਦੇ ਨਿਮਰਤਾ ਦੇ ਨੇ ਜੀ। ਵੈਰ ਦੇਸ਼ ਕਾਲ। ਕਾਲਗਨ, ਹਾਂਜੀ, ਭਾਵ ਕਿ ਉਸ ਕਾਲ ਵਿੱਚ ਉਹ ਗੱਲ ਨਾ ਹੋਈ ਹੋਵੇ। ਉਹ ਸਮਾਂ ਮਤਲਬ ਜਿਵੇਂ ਇੱਕ ਗਿਆਨੀ ਜੀ ਸਨ, ਗਿਆਨੀ ਗੁਰਮੁਖ ਸਿੰਘ ਜੀ, SGPC ਦੇ, ਕਣਕ ਕਹਿੰਦੇ ਸਨ, ਪਿੰਡ ਦਾ ਨਾਂ ਵੀ ਕਣਕ ਸੀ ਉਹਨਾਂ ਦਾ। ਕਥਾ ਕਰਿਆ ਕਰਦੇ, ਬੜੇ ਸ਼੍ਰੋਮਣੀ ਗਿਆਨੀ। ਤੇ ਫਿਰ ਅਖੀਰਲਾ ਬਜ਼ੁਰਗੀ ਦਾ ਸਮਾਂ ਆਇਆ ਸਾਧ ਸੰਗਤ, ਤੇ ਜਦੋਂ ਬਜ਼ੁਰਗੀ ਦਾ ਸਮਾਂ ਆਇਆ ਤੇ ਸਾਧ ਸੰਗਤ ਸਰੀਰ ਬਜ਼ੁਰਗ ਹੋਣ ਲੱਗਾ ਤੇ ਕੁਛ ਗੱਲਬਾਤ ਫਿਰ ਐਂ ਹੋਣ ਲੱਗ ਗਈ। ਕਈ ਵਾਰ ਤਾਰ ਜੀ ਹਿੱਲ ਜਾਣੀ, ਕਈ ਵਾਰ ਇੱਧਰ ਮਾਲਵੇ 'ਚ ਕਥਾ ਕਰਦੇ ਸਨ ਤੇ ਕਥਾ ਚੱਲਦੀ ਸੀ, ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦੀ ਕਥਾ ਚੱਲੇ, ਵਿਆਹ ਦਾ ਦਿਹਾੜਾ, ਤੇ ਸੰਗਤਾਂ ਨੇ ਬੇਨਤੀ ਕੀਤੀ ਮਾਲਵੇ ਦੇ ਨੇ ਵੀ ਗਿਆਨੀ ਜੀ ਆਪ ਜੀ ਸੁਣਾਓ ਮਹਾਰਾਜ ਦੀ ਵਿਆਹ ਦੀ ਕਥਾ। ਤੇ ਵਿਆਹ ਦੀ ਕਥਾ ਕਰਦਿਆਂ ਕਰਦਿਆਂ ਕਈ ਜਾਣ ਜੀ ਔਰ ਬੜੀਆਂ ਮੋਟਰ ਗੱਡੀਆਂ ਸਜਾਈਆਂ ਮਹਾਰਾਜ ਦੇ ਵਿਆਹ 'ਚ, ਬੱਸਾਂ ਬੜੀਆਂ ਸ਼ਿੰਗਾਰੀਆਂ, ਟਰੱਕ ਭਰ ਭਰ ਕੇ ਆਏ ਉੱਥੇ ਬਰਾਤ ਦੇ। ਸੰਗਤ ਹੱਸੀ ਜਾਵੇ, ਗਿਆਨੀ ਜੀ ਕੀ ਕਹੀ ਜਾਂਦੇ ਤੁਸੀਂ ਇਹ? ਕਹਿੰਦੇ ਕੋਈ ਗੱਲ ਨਹੀਂ, ਕਈ ਵਾਰ ਲਾ ਵੀ ਦਈਦਾ, ਕਹਿੰਦੇ ਮਾੜਾ ਮੋਟਾ ਤਾਰ ਜੀ ਹਿੱਲ ਗਈ ਕਿਤੇ ਬਚਨ ਕਰਦੇ। ਭਾਵ ਇਹ ਕਈ ਚੀਜ਼ਾਂ ਜਿਹੜੇ ਉਸ ਕਾਲ ਵਿੱਚ ਹੋਈਆਂ ਨਾ ਹੋਣ। ਜਿਵੇਂ ਕੋਈ ਕਹਿ ਦੇਵੇ ਕਿ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਸਨ ਪਾਤਸ਼ਾਹ, ਤੇ ਉਹ ਸਮੇਂ 22 ਸਾਲ ਦਾ, ਉਹ ਜਿਹੜਾ 22 ਸਾਲ ਦਾ ਸਮਾਂ ਸੀ ਮਹਾਰਾਜ ਦਾ, ਤੇ ਉਸ ਦੌਰਾਨ ਬੜੀਆਂ ਮਰਗਾਂ ਹੋਈਆਂ, ਮੰਨੀਆਂ ਨਹੀਂ ਜਾ ਸਕਦੀਆਂ, ਕਿਉਂ ਉਹ ਸਮਾਂ ਸੀਗਾ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਸਜੇ ਹੋਏ ਸਨ ਗੋਇੰਦਵਾਲ ਸਾਹਿਬ, ਬੇਅੰਤ ਸੰਗਤਾਂ ਨੂੰ ਤਾਰ ਰਹੇ ਸਨ। ਤੇ ਉਹ ਸਮੇਂ ਸਾਧ ਸੰਗਤ ਸਮਾਂ ਬਣਿਆ ਕਿ ਅੰਮ੍ਰਿਤ ਵੇਲੇ ਦਾ ਸਮਾਂ, ਪਾਤਸ਼ਾਹ ਦਾ ਚੌਕੜਾ ਲੱਗਿਆ ਹੋਇਆ ਤੇ ਆਪਦੇ ਉਸ ਰਸ ਵਿੱਚ ਬੈਠੇ ਨੇ, ਜਿਵੇਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਿਆ ਕਰਦੇ, ਪਿਛਲਖੋਰੀ ਜਾਇਆ ਕਰਦੇ, ਕਿਉਂ ਉਹਨਾਂ ਨੇ ਉਹ ਵੀ ਰਸ ਦੇਖਿਆ ਸੀ ਸਮਾਂ। ਜਿਵੇਂ ਆਪ ਜੀ ਨੇ ਪਿਛਲੇ ਦਿਨ ਸਰਵਣ ਵੀ ਕੀਤਾ ਸੀ, ਜਦੋਂ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਧਿਆਨ ਧਰ ਕੇ ਤੇ ਸੁਰਤ ਲੱਗ ਜਾ ਕਰਦੀ, ਬਹੁਤ ਵਿਰਾਗ ਵਿੱਚ ਚਲਿਆ ਜਾ ਕਰਦੇ। ਤੇ ਇੱਧਰੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਯਾਦ ਕਰ ਰਹੇ ਨੇ, ਪ੍ਰੇਮ ਵਿੱਚ ਬੈਠੇ ਨੇ, ਤੇ ਇੱਕ ਬੀਬੀ ਸਾਧ ਸੰਗਤ ਆ ਕੇ ਉੱਥੇ ਰੋਣ ਪਿੱਟਣ ਬਹਿ ਗਈ। ਰੋਣ ਪਿੱਟਣ ਬੈਠੀ ਆ ਤੇ ਰੋਂਦਿਆਂ ਪਿੱਟਦਿਆਂ ਮਹਾਰਾਜ ਕਹਿੰਦੇ ਭਾਈ ਜਾਓ, ਕੌਣ ਰੋ ਰਹੀ ਹੈ, ਬੀਬੀ ਨੂੰ ਰੋਕੋ। ਤੁਸੀਂ ਜਾ ਕੇ ਰੋਕਿਆ ਵੀ ਤੇ ਰੁਕੀ ਨਾ, ਕਹਿੰਦੇ ਮੇਰਾ ਪੁੱਤ ਮਰ ਗਿਆ ਤੇ ਜਿਉਂਦਾ ਕਰੋ।
ਮਹਾਰਾਜ ਨੇ ਫੇਰ ਬਚਨ ਕਰਕੇ ਕਿਹਾ ਹੋਵੇ ਕਿ ਭਾਈ ਭਾਣੇ ਵਿੱਚ ਰਹੇ ਤੇ ਚੁੱਪ ਰਹੇ। ਉਹ ਕਹਿੰਦੇ ਜੇ ਰੱਬ ਕੋਲੇ ਵੀ ਆ ਕੇ ਭਾਣਾ ਮੰਨਣਾ ਤੇ ਰੱਬ ਕੋਲੇ ਆ ਕੇ ਵੀ ਜੇ ਨਹੀਂ ਰੋਏ ਪਿੱਟੇ ਤੇ ਫਿਰ ਹੋਰ ਰੋਣਾ ਪਿੱਟਣਾ ਕਿੱਥੇ। ਬੀਬੀ ਸਿੱਖ ਸੀਗੀ, ਸਿਆਣੀ ਸੀ, ਪਤਾ ਸੀਗਾ ਉਹ ਸਾਡੇ ਵਰਗੀ ਨਹੀਂ ਕਿ ਹੋਰ ਬੂਹਿਆਂ ਤੇ ਤੁਰੀ ਫਿਰਦੀ ਹੋਵੇ, ਹੋਰ ਬੂਹਿਆਂ ਤੇ ਜਾ ਕੇ ਮੰਗਦੀ ਹੋਵੇ ਸਤਿਗੁਰਾਂ ਤੋਂ ਬਗੈਰ। ਜਿਹਨੂੰ ਗੁਰੂ ਦਾ ਭਰੋਸਾ ਸਾਧ ਸੰਗਤ ਬਣ ਜਾਂਦਾ ਉਹ ਕਿਤੇ ਜਾ ਕੇ ਡਿੱਗਦਾ ਨਹੀਂ। ਉਹਨੂੰ ਤਾਂ ਇੱਕ ਦੀ ਓਟ ਹੁੰਦੀ ਆ, ਕੋਈ ਜੱਬ ਪੈ ਗਿਆ ਤੇ ਮਾਰੇ ਮੂਰੇ ਸਿੱਧੀਆਂ ਹੀ ਗੱਲਾਂ ਕਰ ਲੈਣੀਆਂ। ਮਹਾਰਾਜ ਜੀ ਆਹ ਪੰਗਾ ਪੈ ਗਿਆ, ਮੈਨੂੰ ਨਹੀਂ ਪਤਾ, ਹੁਣ ਤੁਸੀਂ ਸੂਤਰ ਕਰਨਾ ਹੈ ਕੰਮ, ਤੇ ਕਹਿ ਕੇ ਤੇ ਆਰਾਮ ਨਾਲ ਫਤਿਹ ਬੁਲਾ ਕੇ ਘਰ ਵਿੱਚ ਜਾ ਵੜਨਾ। ਕਿਉਂ? ਪਤਾ ਕਿ ਹੁਣ ਮੈਂ ਘਰ ਨੂੰ ਚੱਲਿਆ ਤੇ ਮੇਰੇ ਮਗਰੋਂ ਆਪੇ ਖੁਸ਼ੀ ਦੀ ਖਬਰ ਆ ਜਾਣੀ, ਕੰਮ ਬਣ ਜਾਣਾ। ਅੱਜ ਇੱਕ ਬੀਬੀਆਂ ਦੋ ਆ ਗਈਆਂ, ਸੁਖਪ੍ਰੀਤ ਸਿੰਘ ਕੁਦਰਤੀ ਘਰੇ ਸੀ, ਆ ਵਿਚਾਰੀ ਕ੍ਰਿਸਚੈਨਿਟੀ ਦੀਆਂ ਸੀਗੀਆਂ। ਕਿਹੜਾ ਸੀਗਾ ਉਹ ਦੱਸਦੇ ਸੀ ਗਰੁੱਪ ਜਿਹਾ, ਭਲੀ ਇਹਨਾਂ ਵਿੱਚ ਕ੍ਰਿਸਚੈਨਿਟੀ ਵਿੱਚ ਹੀ ਹੈਗਾ। ਤੇ ਉਹ ਆ ਗਈਆਂ ਤੇ ਲੱਗੀਆਂ ਇੱਧਰ ਉੱਧਰ ਦੀਆਂ ਗੱਲਾਂ ਜਿਹੀਆਂ ਕਰਨ ਸਾਡੇ ਨਾਲ, ਤੇ ਯਹੋਵਾ ਵਿਟਨੈਸ ਵਾਲੀਆਂ ਸੀ ਬੀਬੀਆਂ, ਤੇ ਲੱਗੀਆਂ ਇੱਧਰ ਉੱਧਰ ਗੱਲਾਂ ਕਰਨ। ਮੈਂ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਓ। ਮੈਂ ਸਾਡੇ ਗੁਰਾਂ ਦੀ ਕਲਾ ਕਹਿੰਦੇ ਨਹੀਂ, ਇਹ ਸਾਡੇ ਕੋਲ ਬਾਈਬਲ ਆ। ਮੈਂ ਕਿਹਾ ਬਾਈਬਲ ਤਾਂ ਤੁਹਾਡੀ ਬਦਲਦੀ ਰਹਿੰਦੀ ਆ ਨਾ, ਤੁਹਾਡੀ ਆਹ ਸ਼ਾਮਾਂ ਦੀ ਗੱਲ, ਕਥਾ ਤੋਂ ਆਉਣ ਤੋਂ ਪਹਿਲਾਂ ਦੀ ਗੱਲ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਪੜ੍ਹਿਓ। ਤੇ ਖੇਡ ਅੱਜ ਵੀ ਸਾਡੇ ਬਾਪੂ ਦੀ ਵਰਤ ਰਹੀ ਹੈ। ਕਿਉਂ? ਸਾਧ ਸੰਗਤ ਜਦੋਂ ਤੁਹਾਡਾ ਉਸ ਬਾਪੂ ਨਾਲ ਪ੍ਰੇਮ ਪੈ ਜਾਂਦਾ ਤੇ ਜਿਉਂ-ਜਿਉਂ ਤੁਸੀਂ ਉਹਦਾ ਇਤਿਹਾਸ ਪੜ੍ਹਦੇ ਹੋ, ਜਿਹੜਾ ਇਤਿਹਾਸ ਪੜ੍ਹਨ ਦੇ ਨਾਲ ਜਿਹੜਾ ਰਸ ਬਣਦਾ ਸਾਧ ਸੰਗਤ, ਉਹ ਤੋਂ ਬਾਅਦ ਜਿਹੜੀ ਗੁਰਬਾਣੀ ਪੜ੍ਹਨੀ ਹੈ, ਫਿਰ ਗੁਰਬਾਣੀ ਤੋਂ ਬਾਅਦ ਜਿਹੜਾ ਸਿਮਰਨ ਅਭਿਆਸ ਕਰਨਾ ਜਾਂ ਲੰਮਾ ਟਾਈਮ ਜਿਹੜਾ ਅਭਿਆਸ ਕਰਨਾ, ਉਹਦੇ ਵਿੱਚ ਜਿਹੜਾ ਆਨੰਦ ਰਸ ਵਿਰਾਗ ਬਣਦਾ ਨਾ, ਉਹ ਖੇਡ ਹੀ ਵੱਖਰੀ ਹੁੰਦੀ। ਹੁਣ ਮਹਾਰਾਜ ਗੋਇੰਦਵਾਲ ਸਜੇ ਤੇ ਬੀਬੀ ਸਿਆਣੀ ਹੈ, ਤੇ ਉਹਨੂੰ ਪਤਾ ਵੀ ਇਸੇ ਦਾਤੇ ਦੇ ਦਰ ਤੋਂ ਝੋਲੀ ਭਰਨੀ ਹੈ, ਤੇ ਹਟੀ ਨਾ। ਸਾਧ ਸੰਗਤ ਰੋਈ ਜਾਂਦੀ ਹੈ, ਤੇ ਰੋਂਦਿਆਂ ਤੋਂ ਮਹਾਰਾਜ ਆਪ ਉੱਠ ਕੇ ਆ ਗਏ। ਬਾਈ ਬੀਬੀ ਕੀ ਗੱਲ ਤੂੰ ਚੁੱਪ ਨਹੀਂ ਕਰਦੀ? ਕਹਿੰਦੇ ਮਹਾਰਾਜ ਜਵਾਨ ਪੁੱਤ ਮਰ ਗਿਆ, ਤੇ ਪਾਤਸ਼ਾਹ ਜੀ ਇਸ ਦਾਤੇ ਦੇ ਦਰ ਤੇ ਉੱਤੇ ਆ ਕੇ ਮੈਂ ਖਾਲੀ ਮੁੜ ਗਈ ਤੇ ਮਹਾਰਾਜ ਫੇਰ ਲੋਕ ਲਾਂਭੇ ਦੇਣਗੇ। ਤੇ ਸਾਧ ਸੰਗਤ ਜਦੋਂ ਪ੍ਰੇਮ ਨਾਲ ਕੀਤੀ ਨਾ ਬੇਨਤੀ ਉਹਨੇ, ਤੇ ਢਹਿ ਕੇ ਜਦੋਂ ਕੀਤੀ ਬੇਨਤੀ, ਤੇ ਮਹਾਰਾਜ ਨੇ ਕਹਿਤਾ ਬਈ ਜਾ ਤੇਰਾ ਪੁੱਤ ਜਿਉਂਦਾ ਹੋਇਆ। ਮਹਾਰਾਜ ਨੇ ਟੁੱਟ ਕੇ ਇਹ ਵੀ ਵਚਨ ਕਰ ਦਿੱਤਾ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਮੌਤ ਨਹੀਂ ਆਊਗੀ, ਕਿ ਗੋਇੰਦਵਾਲ ਸਾਹਿਬ ਦੇ ਵਿੱਚ ਕਿਤੇ ਕਾਲ ਨਹੀਂ ਆਊਗਾ। ਹੁਣ ਸਾਰਿਆਂ ਸੱਤ ਕਰ ਲਿਆ, ਅੱਖਾਂ ਭਰ ਗਈਆਂ, ਤੇ ਸਾਧ ਸੰਗਤ ਇੰਨੇ ਵਿੱਚ ਚਰਚੇ ਵਿੱਚ ਹੀ ਕਈ ਸਿਆਣੇ ਵੀ ਵਿੱਚ ਬਹੁਤੇ ਬੈਠੇ ਹੁੰਦੇ। ਉਹ ਜਿਹੜਾ ਬਹੁਤਾ ਸਿਆਣਾ ਸੀ ਉੱਠ ਕੇ ਬੋਲ ਪਿਆ, ਪਾਤਸ਼ਾਹ ਕਿੰਨਾ ਚਿਰ ਇੱਥੇ ਕੋਈ ਕਾਲ ਨਹੀਂ ਆਊਗਾ? ਭਾਵ ਕੋਈ ਮਨੁੱਖ ਹੋਵੇ, ਕੋਈ ਜੀ ਜੰਤ ਪਸ਼ੂ ਕੋਈ ਵੀ ਹੋਵੇ, ਮਰੂਗਾ ਹੀ ਨਹੀਂ, ਮੌਤ ਹੀ ਨਹੀਂ ਆਊਗੀ। ਤੇ ਪੁੱਛ ਲਿਆ ਪਾਤਸ਼ਾਹ ਕਿੰਨਾ ਸਮਾਂ ਨਹੀਂ ਆਊਗੀ? ਮਹਾਰਾਜ ਕਹਿੰਦੇ ਜਿਹੜਾ ਅਸੀਂ ਵਾਰ ਦਿੱਤਾ ਸੀ ਨਾ ਭਾਈ, ਇਹ ਸਦਾ ਵਾਸਤੇ ਸੀ ਗੋਇੰਦਵਾਲ ਸਾਹਿਬ ਵਿੱਚ, ਕਿਤੇ ਵੀ ਮਰਗ ਨਹੀਂ ਹੋਣੀ ਸੀ ਇੱਥੇ। ਪਰ ਹੁਣ ਤੂੰ ਪੁੱਛ ਲਿਆ, ਜਿੰਨਾ ਚਿਰ ਅਸੀਂ ਸਰੀਰ ਤੌਰ ਤੇ ਇੱਥੇ ਹੈਗੇ ਹਾਂ ਉਨਾ ਚਿਰ ਨਹੀਂ ਹੋਊਗੀ। 22 ਸਾਲ ਸਾਧ ਸੰਗਤ ਮਹਾਰਾਜ ਨੇ ਉੱਥੇ ਬਖਸ਼ਿਸ਼ ਕੀਤੀ ਹੈ। 22 ਸਾਲ ਕੋਈ ਚਿੜੀ ਪਰਿੰਦਾ ਕੁਛ ਮਰਿਆ ਨਹੀਂ। ਇਹੋ ਜਿਹੇ ਕਿਤੇ ਸਤਿਗੁਰ ਮਿਲਣੇ ਆ। ਦਾਸ ਨੇ ਫਿਰ ਉਹ ਦੋ ਜਿਹੜੀਆਂ ਗੁੱਡੀਆਂ ਬੀਬੀਆਂ ਆਈਆਂ, ਉਹਨਾਂ ਨੂੰ ਕਹਿ ਦਿੱਤਾ, ਮੈਂ ਕਿਹਾ ਉਹ ਮੂਰਖ ਮੱਤ ਵਾਲੇ ਨੇ ਜਿਹੜੇ ਤੁਹਾਡੇ ਕੋਲੇ ਆਉਂਦੇ ਨੇ ਛੱਡ ਕੇ ਆਪਦਾ ਧਰਮ। ਮੈਂ ਕਿਹਾ ਤੁਹਾਡੀ ਐਂਜਲਾ ਰਾਇਨ ਸੀਗੀ, ਮੈਂ ਕਿਹਾ ਗੁਰਬਾਣੀ ਪੜ੍ਹੀ ਤੇ ਸਿੱਖਣੀ ਬਣ ਗਈ। ਕਹਿੰਦੇ ਸਾਡੇ ਵਿੱਚੋਂ ਨਹੀਂ ਹੋਊਗੀ, ਜਿਹੜੀ ਬਦਲ ਗਈ ਹੋਊਗੀ। ਮੈਂ ਕਿਹਾ ਤੁਹਾਡੀ ਭੂਆ ਸੀ ਉਹ ਵੀ, ਪਰ ਪੰਥ ਖਾਲਸੇ ਦੀਆਂ ਆਈਆਂ ਗੱਲਾਂ। ਪਰ ਦਿਖਾਣ ਤੇ ਇਹ ਆ, ਮਹਾਰਾਜ ਕਿਰਪਾ ਕਰਨਾ ਤੁਹਾਡੇ ਗੁਰੂ ਘਰ ਦਾ ਕਾਰਜ ਹੋ ਜਾਏ। ਤੇ ਦੱਸ ਦਾ ਤਾਂ ਇਹ ਇਰਾਦਾ ਵੀ ਘਰ ਘਰ ਜਾ ਜਾ ਕੇ ਦੱਸਣੀ ਮਹਾਰਾਜ ਘਰ ਦੀ ਗੱਲ। ਗੋਰਿਆਂ ਨੂੰ ਫੜ ਫੜ ਕੇ ਪੜ੍ਹੋ ਤੁਸੀਂ ਸਾਡੇ ਬਾਪੂ ਦੀਆਂ ਗੱਲਾਂ, ਦੱਸੋ ਤੁਹਾਡੇ ਬਾਪੂ 'ਚ ਕਿਹੜੀ ਖੇਡ। ਆਪ ਪਿਛਲੇ ਨੇ ਉੱਥੇ ਬੈਠੇ ਮੁੜ ਕੇ ਵਿਚਾਰ ਚੱਲ ਪਈ ਤੇ ਸੁਖਪ੍ਰੀਤ ਸਿੰਘ ਦੱਸਣ ਲੱਗ ਗਿਆ, ਕਹਿੰਦੇ ਸਾਡੇ ਕੋਲੇ ਆ ਗਈਆਂ ਘਰੇ ਬੀਬੀਆਂ, ਕਹਿੰਦੇ ਮੈਨੂੰ ਕਹਿਣ ਲੱਗ ਗਏ ਕ੍ਰਿਸਚੈਨਿਟੀ ਬਾਰੇ। ਮੈਂ ਕਿਹਾ ਅੱਛਾ ਫੇਰ? ਕਹਿੰਦੇ ਮੈਂ ਉਹਨਾਂ ਨੂੰ ਆਖਿਆ ਵੀ ਤੁਹਾਡੇ ਤਾਂ ਆਹ ਦੇਖੋ ਤੁਹਾਡੇ ਲਿਖਿਆ ਹੋਇਆ ਮੀਟ ਖਾਣਾ ਤੁਹਾਡੇ ਮਨਾਹੀ ਹੈ। ਕਹਿੰਦੇ ਜਦੋਂ ਮੈਂ ਕਿਹਾ ਤੇ ਮੂਹਰਲੀ ਜਿਹੜੀ ਬੀਬੀ ਖੜੀ ਉਹਨੂੰ ਪਸੀਨਾ ਆ ਗਿਆ ਵੀ ਬਾਈਬਲ 'ਚ ਤਾਂ ਲਿਖਿਆ ਮੀਟ ਖਾਣੇ ਮਨਾਹੀ ਆ। ਤੇ ਕਹਿੰਦੇ ਉਹਨੇ 3-4 ਚੈਪਟਰ ਗਾਂਹ ਕਰਕੇ ਲਿਖਿਆ ਵੀ ਆਹ ਦੇਖੋ ਜੀ ਇੱਥੇ ਲਿਖਿਆ ਹੋਇਆ ਮੀਟ ਖਾ ਸਕਦੇ। ਸੁਖਪ੍ਰੀਤ ਸਿੰਘ ਕਹਿੰਦੇ ਗਾਂਹ ਵਾਲੀਆਂ ਪੰਕਤੀਆਂ ਪੜ੍ਹੋ। ਗਾਂਹ ਲਿਖਿਆ ਸੀ ਵੀ ਜੇ ਬਹੁਤ ਮਜਬੂਰੀ ਹੋ ਜੇ, ਜੇ ਕੋਈ ਤੁਹਾਨੂੰ ਘਾਹ ਕੋਈ ਫਲ ਬੂਟਾ ਕੋਈ ਮਿਲੇ ਨਾ ਤਾਂ ਖਾਣਾ। ਤੇ ਸੁਖਪ੍ਰੀਤ ਸਿੰਘ ਕਹਿੰਦੇ ਤੇ ਫਸਲਾਂ ਨਹੀਂ ਹੁੰਦੀਆਂ ਤੁਹਾਡੇ। ਮੁੜ ਕੇ ਪੱਤਰੇ ਹੀ ਬਚ ਗਏ।
ਮਾਰੇ ਕਿਰਪਾ ਕਰਨਗੇ। ਆਉਣ ਵਾਲੇ ਦਿਨਾਂ 'ਚ ਇਹ ਵੀ ਤਿਆਰੀ ਕਰਾਉਣੀ ਹੈ ਤੁਹਾਨੂੰ ਮਾਰੇ ਕਿਰਪਾ ਨਾਲ। ਜਿਹੜਾ ਆਉਂਦਾ ਬਾਈਬਲ ਦਾਸ ਕੋਲ ਪਈ ਆ ਗੁਰਮੁਖੀ 'ਚ, ਪੰਜਾਬੀ ਦੇ ਵਿੱਚ ਪਈ ਹੈ, ਉਹਦੇ 'ਤੇ ਆਪਾਂ ਸਾਰਾ ਉਹਦੇ 'ਤੇ ਤੁਹਾਨੂੰ ਆਪ ਜੇ ਬਣਾ ਕੇ ਦੇਵਾਂਗੇ। ਲਿਖੋ, ਇਹਨਾਂ ਨੂੰ ਆਇਆਂ ਨੂੰ ਠੋਕ ਕੇ ਮਿਲਣਗੇ ਜਵਾਬ, ਤੇ ਤਾਂ ਇਹਨਾਂ ਨੇ ਹਟਣਾ। ਆਹ ਗਿਸਮਨ ਵਾਲੇ ਪਾਸੇ ਦਾ ਦੇਖਿਆ, ਦਾਸ ਸੁਣ ਕੇ ਹੈਰਾਨ ਹੋ ਗਿਆ। ਆਹ ਦੱਸਦੇ ਸਾਨੂੰ ਗੁਰਮੁਖ ਪਿਆਰੇ ਕਿ $100 ਦੀ ਗਰੋਸਰੀ ਲੈ ਕੇ ਦੇ ਰਹੇ ਸਿੱਖਾਂ ਨੇ ਘਰਾਂ ਨੂੰ। ਤੇ ਤੁਸੀਂ ਸੋਚੋ ਕਰਨਾ ਕੀ ਚਾਹੁੰਦੇ ਆ ਤੁਹਾਨੂੰ। ਭਾਵੇਂ ਦੇ ਫਾਹੇ ਲਾ ਲੈਣ ਦਾਸ ਨੂੰ ਕੋਈ ਪਰਵਾਹ ਨਹੀਂ। ਮੇਰੀ ਆਹ ਦਾਸ ਦੀ ਸਾਰੀਆਂ ਕਥਾ ਰਿਕਾਰਡ ਕਰਕੇ ਭੇਜ ਦੇ ਜਿਵੇਂ। ਪਰ ਸਾਨੂੰ ਆਪਦੇ ਧਰਮ ਨੂੰ ਨਿਭਾਉਣ ਦਾ, ਪਾਲਣ ਦਾ ਪੂਰਾ ਹੱਕ ਆ। ਇਹ ਨਹੀਂ ਮਹਾਰਾਜ ਦਲੀਪ ਸਿੰਘ ਵਾਂਗੂ ਤੁਸੀਂ ਲੈ ਗਏ ਉੱਥੇ ਤੇ ਤੁਸੀਂ ਜ਼ੁਲਮ ਕਰਕੇ ਜਾਂ ਧੱਕਾ ਕਰਕੇ ਤੇ ਤੁਸੀਂ ਉਹਨੂੰ ਸਿੱਖੀ ਤੋਂ ਮੁਨਕਰ ਕਰਵਾ ਦਿੱਤਾ। ਪਰ ਗੱਲ ਇਹ ਵੀ ਆ, ਜਦੋਂ ਮਹਾਰਾਣੀ ਜਿੰਦਾ ਨੇ ਜਦੋਂ ਮੁੱਖ ਤੇ ਹੱਥ ਫੇਰਿਆ ਸੀ ਤੇ ਦਾੜਾ ਨਹੀਂ ਸੀਗਾ, ਡਿੱਗ ਪਈ ਸੀ ਥੱਲੇ, ਤੇ ਕਿਹਾ ਸੀ ਪੁੱਤਰਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਤੇਰੇ ਤੋਂ ਸਿੱਖੀ ਚਾਹੀਦੀ। ਉਹਦੀਆਂ ਜੇ ਤੁਹਾਨੂੰ ਸਮਾਂ ਲੱਗਿਆ ਕਿਤੇ ਆਨਲਾਈਨ ਜਾ ਕੇ ਪੜ੍ਹਿਓ, ਮਹਾਰਾਜ ਦਲੀਪ ਸਿੰਘ ਦੀਆਂ ਧੀਆਂ ਦੀਆਂ ਚਿੱਠੀਆਂ ਪੜ੍ਹਿਓ ਆਪ ਜੀ। ਮਹਾਰਾਜ ਦਲੀਪ ਸਿੰਘ ਦੇ ਪੜ੍ਹੋ ਕੀ ਕੀ ਲਿਖਿਆ, ਕਿਵੇਂ ਕਿਵੇਂ ਇਹਨਾਂ ਨੇ ਕੀਤਾ, ਕਿਵੇਂ ਤਸ਼ੱਦਦ ਕਰਦੇ ਸਨ। ਮਹਾਰਾਣੀ ਜਿੰਦਾ ਨੇ ਕੀ ਕੀ ਕੀਤਾ ਇਹਨਾਂ ਲੋਕਾਂ ਨੇ। ਸਾਨੂੰ ਪੜ੍ਹਨਾ ਪੈਣਾ। ਨਹੀਂ ਪੜਾਂਗੇ ਤੇ ਆਉਣ ਵਾਲੇ ਆੜੇ ਨਿੱਕੇ ਨਿੱਕੇ ਫਿਰਦੇ ਨਾ ਭੱਜੇ ਜਵਾਕ ਛੋਟੇ, ਇਹਨਾਂ ਨੇ ਆ ਕੇ ਦੱਬ ਲੈਣਾ। ਇਹਨਾਂ ਨੇ ਉਹ ਆਪਦੇ ਧਰਮ ਵਿੱਚ ਪੱਕੇ ਰਹਿਣ ਤੇ ਅਸੀਂ ਆਪਦੇ ਵਿੱਚ ਰਹੀਏ। ਤੇ ਇਹ ਗੱਲ ਚੱਲੀ ਕਾਲ ਦੀ। ਹਾਂਜੀ, ਵੈਰ ਦੇਸ਼ ਕਾਲ ਗਣ ਅਗਨ। ਹਾਂ, ਗਣ ਅਗਣ ਹੁੰਦੇ ਸਾਧ ਸੰਗਤ, ਜਿਵੇਂ ਉਹਦੇ ਵਿੱਚ 9 ਤਰ੍ਹਾਂ ਦੇ ਜਿਵੇਂ ਸ਼ੁਭ ਗੁਣ ਵੀ ਹੁੰਦੇ ਆ। ਗਣ ਅਗਣ ਪਿੰਗਲਾਂ ਵਿੱਚ ਆਉਂਦਾ ਸਾਧ ਸੰਗਤ, ਜਿਸ ਵਿੱਚ ਮਗਣ, ਭਗਣ, ਜਗਣ, ਨਗਣ, ਯਗਣ, ਰਗਣ, ਤਗਣ ਸਾਧ ਸੰਗਤ ਇਹ ਹੁੰਦੇ ਨੇ, ਜਿਹਦੇ ਵਿੱਚ 8 ਤਰ੍ਹਾਂ ਦੇ ਪਿੰਗਲ ਹੁੰਦੇ, ਜਿਵੇਂ ਮਹਾਰਾਜ ਨੇ ਵੀ ਪਾਤਸ਼ਾਹ ਨੇ ਵਰਤੇ ਨੇ। ਇੱਕ ਸਾਧ ਸੰਗਤ ਪਿੰਗਲ ਰਿਸ਼ੀ ਵੀ ਹੋਇਆ, ਜਿਹਨੇ ਇਹ ਗ੍ਰੰਥ ਲਿਖਿਆ। ਕਈਆਂ ਦਾਸ ਦੇ ਪਿਛਲੇ ਦਿਨ ਵੀ ਗੁਰਮੁਖ ਪਿਆਰਿਆਂ ਨਾਲ ਗੱਲ ਹੋ ਰਹੀ ਸੀ। ਵੈਸੇ ਟਕਸਾਲ ਦੇ ਵਿੱਚ ਇਹ ਨਹੀਂ ਪੜ੍ਹਾਉਂਦੇ, ਬੇਅੰਤ ਹੋਰ ਜਥੇਬੰਦੀਆਂ ਵਿੱਚ ਇਹਨਾਂ ਨੂੰ ਪਿੰਗਲਾਂ ਨੂੰ ਨਹੀਂ ਪੜ੍ਹਾਇਆ ਜਾਂਦਾ। ਕਿਉਂ? ਜੇ ਕਈ ਵਾਰ ਇਹਨਾਂ ਪਿੰਗਲਾਂ ਨੂੰ ਪੜ੍ਹ ਕੇ ਤੇ ਬੰਦਾ ਮਾਰ ਖਾ ਜਾਂਦਾ। ਗੁਰਬਾਣੀ ਪੜ੍ਹਦਾ ਵੀ ਕਈ ਵਾਰ ਉਹ ਚੱਕਰ ਖਾ ਜਾਂਦਾ, ਉਹ ਗੁਰਬਾਣੀ ਤੋਂ ਪਿੰਗਲ ਇਸ ਗ੍ਰੰਥ ਨੂੰ ਉੱਪਰ ਲੈ ਜਾਂਦਾ। ਕਈ ਵਾਰ ਆ ਪਿਛਲੇ ਦਿਨ ਗੁਰਮੁਖ ਪਿਆਰੇ ਦੀ ਗੱਲ ਸੁਣਦਾ ਸੀ ਦਾਸ, ਤੇ ਸੁਣ ਕੇ ਹੈਰਾਨ ਹੋ ਗਿਆ। ਦਾਸ ਨੇ ਉਹਨੂੰ ਪਹਿਲਾਂ ਵੀ ਕਿਹਾ ਸੀ, ਬਹੁਤੀ ਇਹੋ ਜਿਹੀ ਮੱਤ ਨਹੀਂ ਲੈਣੀ ਕਿ ਤੁਸੀਂ ਮੁੜ ਕੇ ਗੁਰੂ ਘਰ ਤੋਂ ਵੀ ਨਾ ਮੁਨਕਰ ਹੋ ਜਾਓ। ਤੇ ਪੜ੍ਹਦਿਆਂ ਗਿਆਨੀ ਗਿਆਨ ਸਿੰਘ ਦੀ ਕੋਈ ਰਚਨਾ ਆ ਰਹੀ ਸੀ ਲਿਖੀ ਹੋਈ, ਤੇ ਪੜ੍ਹਦਾ ਪਿੰਗਲਾ ਮੁਤਾਬਕ ਕਹਿੰਦੇ ਜੀ ਆਹ ਦੇਖੋ ਇੱਥੇ ਗਲਤੀ, ਇੱਥੇ ਸਿਹਾਰੀਆਂ ਬਿਹਾਰੀਆਂ ਫਰਕ ਪੈ ਗਈਆਂ। ਭਾਵ ਇਹ ਗੁਰੂ ਸਾਹਿਬਾਂ ਨੇ ਪਿੰਗਲਾਂ ਦੀਆਂ ਲੱਤਾਂ ਬਾਹਾਂ ਭੰਨੀਆਂ ਹੋਈਆਂ, ਉਹਦੇ ਵਿੱਚ ਵੀ ਰਹਿ ਕੇ ਦਿਖਾਇਆ ਤੇ ਉਹ ਤੋਂ ਬਾਹਰ ਵੀ, ਜਿਵੇਂ ਸਰਵਲੋਕ ਗ੍ਰੰਥ ਵਿੱਚ। ਤੇ ਉੱਥੇ ਛਪੇ ਵੀ ਤੇ ਸੋਈਏ, ਛਪੇ ਦੇ ਵਿੱਚ ਉਹਦੇ 6 ਪਹਿਰੇ ਬਣਦੇ ਨੇ, ਤੇ ਉੱਥੇ ਪਾਤਸ਼ਾਹ ਨੇ ਛਪੇ ਤੇ ਸੋਈਆਂ ਨੂੰ ਇਕੱਠਿਆਂ ਕਰਕੇ ਸਰਵਲੋਕ 'ਚ 10ਵੇਂ ਪਾਤਸ਼ਾਹ ਨੇ ਲਿਖਿਆ। ਮਹਾਰਾਜ ਨੇ ਉਹ ਖੇਡ ਵਰਤਾ ਕੇ ਵੀ ਦਿਖਾਈ ਤੇ ਲੱਤਾਂ ਬਾਹਾਂ ਭੰਨ ਕੇ ਵੀ ਦਿਖਾਈਆਂ ਉਹਨਾਂ ਦੀਆਂ। ਭਾਵ ਅਸੀਂ ਉਹਦੇ ਵਿੱਚ ਰਹਿ ਕੇ ਵੀ ਕਰ ਸਕਦੇ ਹਾਂ। ਆਤਰਾਣੰਗ ਛੰਦ ਪੜ੍ਹ ਲਓ ਕਿਤੇ, ਉਹਨਾਂ ਕੋਲ ਲਿਆ ਕੇ ਪੜ੍ਹ ਕੇ ਸਾਨੂੰ ਬਣਾ ਕੇ ਦਿਖਾ ਦਿਓ ਤੁਸੀਂ। ਰਵਿੰਦਰ ਨਾਥ ਟੈਗੋਰ ਸਾਧ ਸੰਗਤ ਕਿੱਡਾ ਕਹਿੰਦਾ ਕਹਾਉਂਦੇ ਹਿੰਦੂ ਧਰਮ ਦਾ। ਆਪਣੇ ਸੰਤ ਸਿੰਘ ਮਸ਼ਕੀਨ ਜੀ ਗਏ ਸਨ, ਇੱਕ ਵਾਰੀ ਸਮਾਂ ਬਣਿਆ ਤੇ 10ਵੇਂ ਪਾਤਸ਼ਾਹ ਦੀ ਬਾਣੀ ਉੱਥੇ ਬਾਹਰ ਕੰਧਾਂ ਤੇ ਲਾਈ ਹੋਈ ਉਹਨਾਂ ਲਿਖ ਲਿਖ। ਸੰਤ ਸਿੰਘ ਮਸ਼ਕੀਨ ਜੀ ਨੇ ਪੁੱਛ ਲਿਆ ਵੀ ਆਹ ਸਾਡੇ 10ਵੇਂ ਪਾਤਸ਼ਾਹ ਦੀ ਬਾਣੀ ਆ ਤੇ ਤੁਸੀਂ ਆ ਲਾਈ ਹੈ। ਉਹ ਕਹਿੰਦੇ ਇਹ ਤੋਂ ਉੱਪਰ ਕੋਈ ਬੈਸਟ ਰਾਈਟਰ ਹੀ ਹੈ ਨਹੀਂ ਦੁਨੀਆ ਦਾ। ਜਿਹੜੀ ਖੇਡ ਇੱਥੇ ਆ ਕਿਤੇ ਹੈ ਹੀ ਨਹੀਂ ਹੈਗੀ। ਤੇ ਆਪਾਂ ਹੁਣ ਥੋੜੇ ਅੱਗੇ ਵਿਚਾਰ ਚੱਲੀਏ ਜੀ। ਨਮੋ ਹੀ ਰਸ। ਹਾਂ, 9 ਰਸ ਹੁੰਦੇ ਸਾਧ ਸੰਗਤ। ਇੱਕ ਸ਼ਿੰਗਾਰ ਰਸ ਹੋਇਆ, ਵੀਰ ਰਸ ਹੋਇਆ, ਜਿਹਦੇ ਵਿੱਚ ਪੜ੍ਹਨ ਦੇ ਨਾਲ ਵੀਰ ਰਸ ਆ ਜਾਂਦਾ, ਸ਼ਿੰਗਾਰ ਨਾ ਕਿਸੇ ਗੱਲ ਨੂੰ। ਫਿਰ ਸਾਧ ਸੰਗ ਹਾਸ ਰਸ ਹੁੰਦਾ, ਗੱਲ ਸੁਣਾਉਂਦੇ ਆ ਕੋਈ ਨਾ ਕੋਈ ਗੱਲ ਸੁਣਾ ਦੇਣੀ ਹਾਸ ਰਸ ਵਾਲੀ ਤੇ ਰਸ ਬਣਦਾ। ਫਿਰ ਸਾਧ ਸੰਗ ਰੁਦਰ ਰਸ ਹੁੰਦਾ, ਜਿਹਦੇ ਵਿੱਚ ਸਿੱਧਾ ਕਟਾਬੜੀ ਵਾਲੀਆਂ ਗੱਲਾਂ, ਜਿਵੇਂ ਆਪ ਜੀ ਨੇ ਚਮਕੌਰ ਦੀ ਜੰਗ, ਆਏ ਸਾਧ ਸੰਗ ਅਨੰਦਪੁਰ ਸਾਹਿਬ ਦੇ, ਤੇ ਹੋਰ ਬੇਅੰਤ ਜੰਗਾਂ ਦਾ ਆਪ ਜੀ ਨੇ ਜ਼ਿਕਰ, ਜਿਵੇਂ ਆਪ ਜੀ ਨੇ ਪਿਛਲੇ ਦਿਨੀ ਸਰਵਣ ਕੀਤਾ। ਬਾਬਾ ਦੀਪ ਸਿੰਘ ਜਿਵੇਂ ਅੱਜ ਉਹਨਾਂ ਦਿਹਾੜਾ ਵੀ ਸ਼ਹੀਦੀ ਦਿਹਾੜਾ, ਤੇ ਆਪ ਜੀ ਨੇ ਪਿਛਲੇ ਦਿਨੀ ਉਹ ਵੀ ਸਰਵਣ ਕੀਤੇ। ਕਿਵੇਂ ਸੀਸ ਤਲੀ ਦੇ ਉੱਤੇ ਰੱਖ ਕੇ ਲੜੇ, ਕਿਵੇਂ ਕਿਵੇਂ ਕੱਟ ਵੱਢ ਹੋਈ, ਉਸ ਸਮੇਂ ਖੂਨ ਵਹਿ ਰਿਹਾ। ਉਹ ਸਾਧ ਸੰਗ ਦਾ ਰੁਦਰ ਰਸ ਆ ਜਾਂਦਾ, ਇੱਕ ਭਿਆਨਕ ਹੋ ਜਾਂਦਾ, ਭਿਆਨਕ ਰਸ, ਜਿਹਦੇ ਵਿੱਚ ਬਹੁਤ ਕਿਸੇ ਜਗਿਆਸੂ ਨੂੰ ਉਹ ਸੁਣਾ ਕੇ ਤੇ ਹਿਰਦੇ ਵਿੱਚ ਡਰ ਭੈ ਭਰਨਾ। ਫਿਰ ਕਰਨਾ ਰਸ,
ਉਹ ਜਿਹਾ ਰਸ ਆਉਂਦਾ। ਸਾਧ ਸੰਗਤ ਪੜ੍ਹਦੇ ਆ ਤੇ ਸੁਣਨ ਵਾਲੇ ਵੀ ਤੇ ਬਖਤਾ ਦੋਨੇ ਬਹੁਤ ਵਿਰਾਗ ਵਿੱਚ ਚਲੇ ਜਾਣ। ਉਹ ਸਾਧ ਸੰਗਤ ਕਰਨਾ ਰਸ ਆਉਂਦਾ ਮੱਧ। ਤੇ ਸਾਧ ਸੰਗਤ ਇਹ ਮੱਧ ਬੁੱਧ ਹੁੰਦੇ ਕਈ ਤਰ੍ਹਾਂ ਦੇ, ਜਿਹੜੇ ਬੜੇ ਹੈਰਾਨ ਕਰਨ ਵਾਲੇ ਹੁੰਦੇ ਆ। ਫਿਰ ਸ਼ਾਂਤ ਰਸ ਜਿਹੜਾ ਸੁਣਦੇ ਆ ਬਿਲਕੁਲ ਹੀ ਸ਼ਾਂਤ ਹੋ ਜਾਣਾ, ਠੰਡ ਪੈ ਜਾਣੀ। ਤੇ ਇੱਕ ਵਿਪਰਤਾ ਰਸ ਹੁੰਦਾ ਸਾਧ ਸੰਗਤ ਜਿਹਦੇ ਵਿੱਚ ਕੋਈ ਅਰਥ ਵੀ ਨਹੀਂ ਨਿਕਲਦੇ, ਇਹ ਵੀ ਰਸਾਂ ਵਿੱਚ ਆ ਜਾਂਦਾ। ਕਿਸੇ ਨੂੰ ਭਾਵ ਉਹੋ ਜਿਹੀ ਗੱਲ ਸ਼ੁਰੂ ਕਰ ਲੈਣੀ ਜਿਹੜਾ ਮੂੰਹ ਮੱਥਾ ਨਾ ਬਣਨਾ, ਤੇ ਉਹਦਾ ਵੀ ਇੱਕ ਰਸ। ਫਿਰ ਬੰਦੇ ਸੌਂ ਹੀ ਜਾਂਦੇ ਵਿੱਚ ਕਥਾ 'ਚ। ਉਹੋ ਜਿਹਾ ਵੀ ਹਾਂਜੀ ਬਿਬਥਾ ਲੰਕਾਰ ਹੂੰ ਕੋ ਭੇਦ ਨਹਿ ਪਾਵਈ। ਕਹਿੰਦੇ ਮੈਨੂੰ ਕੋਈ ਚੰਗੀ ਤਰ੍ਹਾਂ ਇਹਨਾਂ ਦਾ ਪਿੰਗਲਾਂ ਦਾ ਕੋਈ ਮੈਨੂੰ ਚੰਗੀ ਤਰ੍ਹਾਂ ਭੇਤ ਵੀ ਨਹੀਂ ਆਉਂਦਾ ਜੀ। ਕੋ ਗੁਣ ਹੈ ਨਾ ਮੈਂ ਪਨਤ ਮਦ ਜਾਨੋ ਮਨ। ਕਹਿੰਦੇ ਇੱਕ ਗੱਲ ਜਾਣ ਲਵੋ, ਜਿਹੜਾ ਕੁਛ ਮੈਂ ਲਿਖਾ ਰਿਹਾ ਮੇਰੇ ਵਿੱਚ ਕੋਈ ਗੁਣ ਨਹੀਂ ਜੀ। ਗੁਨੀਅਨ ਹਾਸ ਜੋਗ ਅਟਪਟੀ ਜਾਵਈ। ਹਾਂ ਤੇ ਤਮਾਰੇ ਕਹਿੰਦੇ ਇੱਕ ਤਾਤੇ ਕਹੀ ਨਾ ਰੁਦਰ ਕਹਾਣੀ ਗ੍ਰੰਥ ਬਦਨ ਕੀ ਚਿੰਤ ਪਛਾਨੀ। ਤਾਂ ਤੇ ਕਥਾ ਥੋੜੀ ਹੀ ਭਾਸੀ ਨਿਰਖ ਭੂਲ ਕਬ ਕਰੋ ਨਾ ਹਾਸੀ। ਮਹਾਰਾਜ ਕਹਿੰਦੇ ਮੈਂ ਭਾਈ ਜਿਹੜੀ ਹੁਣ ਆ ਸਮਾਂ ਆਇਆ ਜਦੋਂ ਮਹਾਰਾਜ ਨੇ 12ਵਾਂ ਅਧਿਆਇ ਲਿਖਿਆ 10ਵੇਂ ਗ੍ਰੰਥ ਦਾ, ਜਿਹਦੇ ਵਿੱਚ ਜਲੰਧਰ ਦੇ ਅਵਤਾਰ ਦੀ ਕਥਾ ਲਿਖੀ ਮਹਾਰਾਜ ਨੇ, ਜਿਹੜੇ ਨਾਂ ਤੇ ਜਲੰਧਰ ਸ਼ਹਿਰ ਵਸਿਆ ਸਾਧ ਸੰਗਤ। ਤੇ ਕਿਸੇ ਨੇ ਕਿਹਾ ਵੀ ਸੀਗਾ, ਹੁਕਮ ਵੀ ਕੀਤਾ ਸੀਗਾ ਕਿਤੇ 24 ਅਵਤਾਰ ਦੀ ਕਥਾ ਸ਼ੁਰੂ ਹੋਵੇ। ਤੇ ਸਾਧ ਸੰਗਤ ਉਹ ਵੀ 24 ਅਵਤਾਰਾਂ ਜਿਹੜੀ ਮਹਾਰਾਜ ਨੇ ਕਥਾ ਲਿਖੀ, ਸਾਧ ਸੰਗਤ ਬਹੁਤ ਬਾਕਮਾਲ ਖੇਡ ਵਰਤਾਈ। ਤੇ ਇੱਥੇ ਫਿਰ ਮਹਾਰਾਜ ਕਹਿੰਦੇ ਭਾਈ ਮੈਂ ਜਿਹੜੀ ਆ ਵੀ ਤੁਹਾਡਾ ਗ੍ਰੰਥ ਨਾ ਵੱਧ ਜਾਵੇ, ਤੇ ਮੈਂ ਭਾਈ ਤਾਂ ਕਰਕੇ ਥੋੜਾ ਘੱਟ ਲਿਖਿਆ। ਮੇਰੀ ਇਸ ਗਲਤੀ ਨੂੰ ਦੇਖਦਿਆਂ, ਮੇਰੀ ਇਹਨੂੰ ਪਰਖਦਿਆਂ ਹੋਏ ਮੇਰੇ ਤੇ ਹੱਸਿਓ ਨਾ। ਤੇ ਇਧਰ ਕਵੀ ਜੀ ਦੇਖੋ ਕਿਵੇਂ ਦਾ ਜਦੋਂ ਪੜ੍ਹ ਰਿਹਾ ਸੀ ਤੇ ਇਹ 10ਵੇਂ ਪਾਤਸ਼ਾਹ ਦੇ ਬਚਨ ਵੀ ਮੂਹਰੇ ਆ ਰਹੇ ਸਨ ਅੱਖਾਂ ਮੂਹਰੇ। ਮੈਂ ਕਿਹਾ ਦੇਖੋ ਵੀ ਕਹਿੰਦੇ ਆ ਵੀ ਇਹਨਾਂ ਨੇ ਆਹ ਪੈਸੇ ਲੈ ਕੇ ਗਲਤ ਲਿਖਤੀ ਕਥਾ ਜਾਂ ਉਹ ਲਿਖ ਦਿੱਤੀ। ਮੈਂ ਕਿਹਾ ਵੀ ਪਿਓ ਵੀ ਉਹੀ ਗੱਲ ਕਹਿ ਰਿਹਾ ਤੇ ਕਵੀ ਸੰਤੋਖ ਸਿੰਘ ਉਹਨਾਂ ਦਾ ਪੁੱਤਰ ਵੀ ਉਹੀ ਗੱਲ ਕਹਿ ਰਹੇ। ਸ਼ਬਦ ਕਿਵੇਂ ਮਿਲ ਰਹੇ ਨੇ? ਜਦੋਂ ਸਾਧ ਸੰਗਤ ਜਿਹੜੇ ਜੀਵਨ ਵਿੱਚ ਰਸ ਲੈਣਾ ਨਾ, ਤੇ ਚੰਗੇ ਸ਼ਬਦਾਂ ਨਾਲ ਮੇਲ ਕਰ ਲਵੋ, ਰਸ ਬਹੁਤ ਬਣੂਗਾ। ਕਥਾ ਸੁਣੋ, ਸ਼ਬਦਾਂ ਨਾਲ ਮੇਲ ਕਰਨਾ ਸ਼ੁਰੂ ਕਰ ਲਓ। ਪਹਿਲੇ ਪਾਤਸ਼ਾਹ ਦੀ ਬਾਣੀ ਸੁਣੀ, ਉਧਰੋਂ ਕਿਤੇ 5ਵੇਂ ਪਾਤਸ਼ਾਹ ਦੇ ਸ਼ਬਦ ਆਉਣ, ਮਿਲਾ ਕੇ ਦੇਖੋ, ਬਹੁਤ ਰਸ ਬਣੂ। ਜਦੋਂ ਮਿਲਾਪ ਕਰਾਉਂਗੇ ਨਾ ਰਸ ਬਹੁਤ ਬਣਦਾ। ਪਰ ਜੇ ਉਹਦੇ ਵਿੱਚ ਨੁਕਸ ਕੱਢੋਗੇ ਤੇ ਬੰਦਾ ਬਸ ਜਾਂਦਾ। ਕਥਾ ਦੇ ਵਿੱਚ ਵੀ ਲਾ ਲਵੋ, ਕਥਾ ਨੇ ਸਾਧ ਸੰਗਤ ਮਾਰਨੇ ਹੁੰਦੇ ਤੀਰ। ਬਾਬਾ ਨਾਨਕ ਸਿੰਘ ਕਹਿੰਦੇ ਕਥਾ ਤੀਰ ਮਾਰਦੀ ਸਿੱਧੇ, ਸਾਰਿਆਂ ਦੇ ਚੁਭਣੇ ਵੀ ਚਾਹੀਦੇ। ਪਰ ਉਹ 'ਚ ਜੇ ਔਗਣ ਦੇ ਪੱਖ ਲੈਣ ਲੱਗ ਜਾਓ ਤੇ ਆਪਾਂ ਡਿੱਗ ਪੈਨੇ। ਹੁਣ ਕਵੀ ਜੀ ਨੇ ਉਹਦਾ ਵੀ ਭੇਦ ਖੋਲਣ ਅੱਗੇ ਜੀ। ਏਕ ਗੁਣ ਆ ਮੈਂ ਸੋ ਬਿਦਤ ਸ਼ਰੁਤ ਸੰਤ ਸੁਨੋ। ਕਹਿੰਦੇ ਭਾਈ ਸੰਤੋ ਸਾਧੂਓ ਜਿਹੜੇ ਕਥਾ ਸੁਣਨ ਵਾਲੇ ਹੋ, ਪਰ ਮੇਰੀ ਇਸ ਗੱਲ ਵਿੱਚ ਇੱਕ ਗੁਣ ਜ਼ਰੂਰ ਹੈਗਾ। ਪਰ ਕਵੀ ਜੀ ਕਿੰਨੇ ਪ੍ਰੇਮ ਤੇ ਨਿਮਰਤਾ ਵਾਲੇ ਨੇ, ਸਾਰੀ ਸੰਗਤ ਨੂੰ ਸੰਤ ਕਹਿ ਕੇ ਸੰਬੋਧਨ ਕਰ ਰਹੇ। ਤੇ ਕਈਆਂ ਨੇ ਕਥਾ ਸੁਣੋ ਤੇ ਉਹ ਐਂ ਲੱਗਦਾ ਜਿਵੇਂ ਡਾਂਗੋਂ ਸੁੱਟੇ ਹੋਏ ਫਿਰਦੇ। ਸਤਕਾਰ ਹੈ ਕਿ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਰੂਪ 'ਚ ਬੈਠੇ ਤੇ ਪੂਰੇ ਸਤਿਕਾਰਯੋਗ ਆ, ਨਮਸਕਾਰ ਹੈ। ਕਿਸੇ ਨੇ ਸਵਾਲ ਵੀ ਪੁੱਛਿਆ ਸੀ, ਕਹਿੰਦੇ ਜਦੋਂ ਕਥਾ ਦੀ ਸਮਾਪਤੀ ਕਰਦੇ ਹੋ ਤੇ ਤੁਸੀਂ ਸੰਗਤ ਦੇ ਚਰਨਾਂ ਦਾੜਾ ਤੇ ਮੱਥਾ ਲਾ ਕੇ ਮਾਫੀ ਮੰਗਦੇ, ਗੁਰੂ ਸਾਹਿਬ ਦਾ ਨਾਮ ਕਿਉਂ ਨਹੀਂ ਲੈਂਦੇ? ਮੈਂ ਕਿਹਾ ਸੰਗਤ ਨੇ ਦੇ ਦਿੱਤੀ ਤੇ ਮਾਰੇ ਤੋਂ ਆਪੇ ਇਹਨਾਂ ਨੇ ਜੋ ਖੜ ਕੇ ਮਾਫੀ ਮੰਗਣੀ ਹੈ ਤੇ ਮੇਰੀ ਆਪੇ ਹੋ ਜਾਣੀ। ਸ਼ਾਇਦ ਮੈਂ ਮਾਰੇ ਤੋਂ ਮੰਗਾ, ਕੋਈ ਗੌਣ ਕੋਈ ਹੈ ਨਹੀਂ ਗਏ ਤੇ ਮਾਫੀ, ਮੈਂ ਕਿਤੇ ਮਾਫੀ ਤੋਂ ਹੀਣਾ ਨਾ ਰਹਿ ਜਾਵਾਂ। ਇਸੇ ਕਰਕੇ ਸੰਗਤ ਦੇ ਚਰਨੀ ਪੈ ਜਾਈਦਾ। ਤੇ ਸੰਗਤ ਜਦੋਂ ਮਹਾਰਾਜ ਦੇ ਸਨਮੁਖ ਜਦੋਂ ਬੇਨਤੀ ਕਰਦੀ ਹੈ, ਸਾਰੀਆਂ ਭੁੱਲਾਂ ਗਲਤੀਆਂ ਨੇ ਮਾਫੀ ਮੰਗਦੀ ਹੈ ਤੇ ਨਾਲ ਮੇਰੀ ਮੰਗਵਾ ਦਿੰਦੀ। ਇਸ ਕਰਕੇ ਇੱਕ ਵਾਰੀ ਫੇਰ ਪੜੋ ਤੇ ਅੱਗੇ ਚੱਲੋ ਜੀ। ਏਕ ਗੁਣ ਆ ਮੈਂ ਸੋ ਬਿਦਤ ਸ਼ਰੁਤ ਸੰਤ ਸੁਨੋ। ਸਤਿਗੁਰੂ ਕੀਰਤ ਸੋ ਨਿਰਮਲ ਭਾਵਈ। ਪਰ ਜਿਹੜੀ ਮੈਂ ਕਹਿੰਦਾ ਕੀਰਤੀ ਮੇਰੇ ਤੋਂ ਕਰਾ ਰਹੇ ਨੇ ਗੁਰੂ ਸਾਹਿਬ, ਉਹਨੂੰ ਤੁਸੀਂ ਨਿਰਮਲ ਜਾਣੋ। ਉਹੀ ਇੱਕ ਸ੍ਰੇਸ਼ਟ ਗੁਣ ਆ। ਪਰ ਉਹ ਕਿਹਦੀ ਆ? ਉਹ ਮਹਾਰਾਜ ਦੀ ਆਪ ਦੀ ਕੀਰਤੀ ਆ ਜੀ। ਦੋਹਰਾ ਨੋਰਾ ਸੁਰ ਸਰ ਬਕਰਗਤ ਗੁਨੀ ਨਾ ਔਗੁਣ ਜਾਨ। ਤੇ ਕਹਿੰਦੇ ਬਈ ਦੇਖੋ ਜਿਵੇਂ ਕਹਿੰਦੇ ਗੰਗਾ ਵਗ ਰਹੀ ਹੈ। ਬੇਨਤੀ ਕੋਈ ਗੁਰਮੁਖ ਪਿਆਰਾ ਜਾਓ ਪ੍ਰੇਮ ਵਾਲਾ ਤੇ ਬੱਚਿਆਂ ਨੂੰ ਕਿਰਪਾ ਕਰਕੇ ਪਿੱਛੇ ਲੈ ਜਾਵੋ। ਪ੍ਰਸੰਗ ਬਹੁਤ ਲੰਮਾ, ਜੇ ਮਾੜੀ ਮੋਟੀ ਬੇਰਸੀ ਹੋਈ ਤੇ ਕਥਾ ਦੀ ਕੋਈ ਰਸ ਨਹੀਂ ਬਣਨਾ, ਬਿਲਕੁਲ ਫਿਰ ਸਮਾਪਤੀ ਕਰਨ ਵਾਲਾ ਕੰਮ ਬਣ ਜਾਣਾ। ਕੋਈ ਜਾਓ ਗੁਰਮੁਖ ਪਿਆਰਾ ਜਾ ਕੇ ਬੇਨਤੀ ਦੱਸਦੀ ਦੂਜੀ ਵਾਰ, ਕਥਾ ਬਹੁਤ ਰਸ ਵਾਲੀ ਹੈ। ਬਹੁਤ ਸ੍ਰੀ ਅੱਜ ਵੀ 10 ਔਖਰੀ ਤੁਹਾਨੂੰ ਦੱਸ ਰਿਹਾ ਸੀ, ਇਹਦੀ ਮੈਂ ਅੱਖਾਂ ਭਰ ਗਈਆਂ ਵੀ ਇਹ ਕਥਾ ਤਿਆਰ ਐਵੇਂ ਨਹੀਂ ਹੁੰਦੀ। ਮਹਾਰਾਜ ਬਹੁਤ ਤਰਸ ਕਰਦੇ ਆ ਤੇ ਉਹਦੇ ਵਾਸਤੇ ਸਰੀਰ ਨੂੰ ਤੰਗੀ ਬੜੀ ਆਉਂਦੀ। ਬੱਚੇ ਨੇ ਇੱਕ ਪੇਪਰ ਦੇਣਾ ਹੁੰਦਾ ਤੇ 100 ਨੂੰ ਅਰਦਾਸਾਂ ਕਰਨੀਆਂ ਪੈਂਦੀਆਂ। ਕਿੰਨਾ ਤਾਣ ਲੱਗਦਾ।
ਤੇ ਜੇ ਸੰਗਤ ਨੂੰ ਰਸ ਹੀ ਨਾ ਬਣਿਆ, ਆਪਦਾ ਹੀ ਨਾ ਰਸ ਬਣਿਆ ਕਥਾ ਦਾ, ਤੇ ਫਿਰ ਫਾਇਦਾ ਕੀ ਹੈ? ਜਿੰਨੇ ਚਿਰ ਨਹੀਂ ਸ਼ੀਸ਼ੇ ਦਾ ਕਮਰਾ ਬਣਦਾ, ਘੱਟ ਤੋਂ ਘੱਟ ਇੱਕ ਗੁਰਮੁਖ ਪਿਆਰਾ ਬੱਚਿਆਂ ਨੂੰ ਲੈ ਕੇ ਜਾਂ ਬਾਹਰ ਕੋਈ ਝੂਲੇ ਝਾਲੇ ਲਵਾ ਲਓ, ਉੱਥੇ ਬਿਠਾ ਲਿਆ ਕਰੋ ਬਿੰਦ ਬੱਚਿਆਂ ਨੂੰ, ਜਾਂ ਉੱਪਰ ਜਿੱਥੇ ਮਹਾਰਾਜ ਦਾ ਸੁਖਾਸਨ ਵਾਲਾ ਉੱਥੇ ਉੱਪਰ ਲੈ ਜਾ ਕਰੋ ਇੱਕ ਜਣਾ, ਕੋਈ ਵੀ ਗੁਰਮੁਖ ਪਿਆਰਾ ਲੈ ਕੇ ਜਾਇਆ ਕਰੋ। ਬੇਨਤੀ ਬਣਾਓ ਟਿਕਾ ਤੇ ਕਰੋ ਸਰਵਣ ਜੀ। ਦੋਹਰਾ ਨੋਰਾ ਸੁਰਸਰ ਬਕਰਗਤ, ਗੁਨੀ ਨਾ ਔਗੁਣ ਜਾਨ। ਤੇ ਕਹਿੰਦੇ ਕਿਵੇਂ? ਕਵੀ ਜੀ ਕਹਿੰਦੇ ਜਿਵੇਂ ਭਾਈ ਗੰਗਾ ਵਗ ਰਹੀ ਹੈ, ਤੇ ਗੰਗਾ ਜਦੋਂ ਵਗਦੀ ਹੈ ਤੇ ਨੁਕਸ ਕੱਢਣ ਵਾਲਾ ਇਹੀ ਕਹੀ ਜਾਂਦਾ ਵੀ ਕਦੇ ਖੱਬੇ ਨੂੰ ਜਾਂਦੀ, ਕਦੇ ਸੱਜੇ ਨੂੰ ਜਾਂਦੀ, ਟੇਢੀ ਬਿੰਗੀ ਚੱਲੀ ਜਾਂਦੀ ਹੈ, ਕਿਤੇ ਉੱਪਰ ਨੂੰ ਚੜ੍ਹ ਜੇ, ਕਿਤੇ ਨੀਵੀਂ ਹੋ ਜਾਂਦੀ ਹੈ, ਪੱਥਰਾਂ 'ਚ ਵੱਜਦੀ ਫਿਰਦੀ ਹੈ। ਕਹਿੰਦੇ ਉਹਨੂੰ ਸਿਰਫ ਤੇ ਸਿਰਫ ਔਗਣ ਦਿਸਦੇ ਨੇ। ਇਹ ਔਗਣ ਵਾਲੇ ਦੀ ਗੱਲ ਦੱਸੀ ਜੀ। ਗੁਨੀ ਨਾ ਔਗਣ ਜਾਨ। ਤੇ ਜਿਹੜੇ ਗੁਣ ਵਾਲੇ ਆ ਉਹਦੇ ਵਿੱਚ ਔਗਣ ਨਹੀਂ ਦੱਸਦੇ, ਉਹ ਕੀ ਦੇਖਦੇ ਨੇ? ਕਰੋ ਸਰਵਣ ਜੀ। ਸਾਦਰ ਸੋ ਤਹ ਮਹਿ ਸਦਾ ਕਰ। ਸਾਦਰ ਭਾਵ ਸਾਧ ਸੰਗਤ ਸਤਕਾਰ ਸਹਿਤ। ਹਾਂਜੀ। ਕਰਹਿ ਪਾਨ ਇਸ਼ਨਾਨ। ਕਹਿੰਦੇ ਉਹ ਸਿਰਫ ਇਹ ਜਾਣਦੇ ਆ ਸਤਕਾਰ ਦੇ ਨਾਲ ਇਸ਼ਨਾਨ ਕੀਤੇ ਆ, ਉਹਨਾਂ ਦੇ ਮਤ ਮੁਤਾਬਕ ਇਸ਼ਨਾਨ ਕੀਤੇ ਆ, ਸਾਡਾ ਭਲਾ ਹੋ ਜਾਊਗਾ, ਪਵਿੱਤਰਤਾ ਹੀ ਹੋ ਜਾਊਗੀ। ਤੇ ਔਗਣ ਲੱਭਣ ਵਾਲਾ ਕਹਿੰਦਾ ਸਰੋਵਰ ਵਿੱਚ ਮੱਛੀਆਂ ਨੇ, ਆ ਫਲਾਨਾ, ਕਈ ਤਰ੍ਹਾਂ ਦੇ ਔਗਣ ਦੱਸਦਾ। ਪਰ ਜਿਹੜਾ ਗੁਣੀ ਗੁਰਮੁਖ ਹੈ ਉਹਨੂੰ ਪਤਾ ਅੰਮ੍ਰਿਤਸਰ ਜਿਹੜੇ ਸਰੋਵਰ ਵਿੱਚ ਜਾ ਕੇ ਜਦੋਂ ਕੀਤੇ ਨਾ ਇਸ਼ਨਾਨ, ਤੇ ਕੀਤੇ ਬੇਅੰਤ ਪਾਪ ਕੱਟੇ ਜਾਣਗੇ। ਉਹਨੂੰ ਪਤਾ ਜਦੋਂ 84 ਪੌੜੀਆਂ ਤੇ ਬਹਿ ਕੇ 84 ਵਾਰ ਜਪਜੀ ਸਾਹਿਬ ਦਾ ਕੀਤਾ ਪਾਠ। ਦਾਸ ਇੱਕ ਦਿਨ ਇੱਕ ਵੀਡੀਓ ਛੋਟੀ ਜਿਹੀ ਭੇਜੀ ਕਿਸੇ ਨੇ ਗੁਰਮੁਖ ਪਿਆਰਿਆਂ ਨੇ, ਤੇ ਦੇਖਦੇ ਆ ਬੜਾ ਮਨ ਭਰਿਆ। ਮੈਂ ਕਿਹਾ ਕਮਾਲ ਕਰ ਦਿੱਤੀ। ਸਾਡੇ ਤਰਕਾਂ ਕਰਦੇ ਆ ਵੀ 84 ਪੌੜੀਆਂ ਤੇ ਬਹਿ ਕੇ 84 ਕੱਟੀ ਜਾਣੀ ਕਿ ਨਹੀਂ ਕੱਟੀ ਜਾਣੀ। ਮੈਂ ਕਿਹਾ ਗੋਰੇ ਕਹਿ ਰਹੇ ਬੈਠੇ, ਕੁੜੀਆਂ ਬੱਚੀਆਂ ਅਮਰੀਕਨ ਬੈਠੀਆਂ ਗੋਰੀਆਂ, ਉਹ ਵਡਿਆਈਆਂ ਕਰ ਰਹੀਆਂ ਗੁਰੂ ਸਾਹਿਬ ਦੀਆਂ, ਤੇ ਕੋਈ ਪੁੱਛ ਰਿਹਾ, ਉਹਨਾਂ ਦਾ ਇੰਟਰਵਿਊ ਲੈ ਰਿਹਾ ਉਹਨਾਂ ਨਾਲ ਦਾ ਕੋਈ। ਕਹਿੰਦੇ ਤੁਹਾਨੂੰ ਪੱਕਾ ਯਕੀਨ ਆ? ਉਹ ਕਹਿੰਦੇ ਸਾਨੂੰ ਇੰਨਾ ਪਤਾ ਵੀ ਸਾਡੇ ਗੁਰੂ ਸਾਹਿਬ ਨੇ ਆਖਿਆ 84 ਕੱਟੀ ਜਾਓ ਤੇ ਸਾਡੀ ਕੱਟੀ ਜਾਓ, ਤੇ ਸਾਡਾ ਵਿਸ਼ਵਾਸ ਨਹੀਂ ਵੱਜਦਾ। ਇਧਰ ਕੀ ਕਹਿੰਦੇ ਕਵੀ ਜੀ? ਕਹਿੰਦੇ ਜਿਹੜੇ ਸਤਕਾਰ ਦੇ ਨਾਲ, ਸਾਡੇ ਵਾਸਤੇ ਨਹੀਂ, ਅਸੀਂ ਨਹੀਂ ਗੰਗਾ ਜਾਣਾ ਮੁੜ ਕੇ ਪਤਾ ਲੱਗੇ ਕਦੇ ਤੁਸੀਂ ਪਹੁੰਚੇ ਫਿਰ ਉੱਥੇ, ਅਸੀਂ ਨਹੀਂ ਜਾਣਾ। ਕਿਸੇ ਦੀ ਉਦਾਹਰਨ ਦਿੱਤੀ ਹੈ ਕਵੀ ਜੀ ਨੇ, ਕੋਈ ਸਮਾਂ ਬਣਾ ਕੇ ਦੱਸਣਾ ਪੈਂਦਾ, ਕਿਸੇ ਦੀ ਉਦਾਹਰਨ ਦੇਣੀ ਪੈਣੀ। ਅੱਗੇ ਹੁਣ ਕਈ ਪ੍ਰਸੰਗ ਚੱਲਣੇ ਆ, ਤੇ ਉਹ ਵਿਚਾਰਾਂ ਘਰੇ ਵੀ ਕਰ ਰਹੇ ਸੀਗੇ। ਮੈਂ ਕਿਹਾ ਕਈ ਚੀਜ਼ਾਂ ਦੇਖ ਕੇ ਤੇ ਕਿਤੇ ਸਾਡੀਆਂ ਫੌਜਾਂ ਮਸਤਾਨੀਆਂ ਨਾ ਹੋ ਜਾਣ ਕਿਤੇ। ਆਹ ਮਹਾਰਾਜ ਦਾ ਵਿਆਹ ਪੁਰਬ ਗੁਰੂ ਨਾਨਕ ਪਾਤਸ਼ਾਹ, ਜੇ ਤੁਸੀਂ ਸੁਣੋ ਤੇ ਉਹ ਤੇ ਬੜੇ ਖੁਸ਼ੇ ਕਰਾਏ ਕਵੀ ਜੀ ਨੇ। ਪਰ ਉਹ ਉਦੋਂ ਸਮਾਂ ਹੁੰਦਾ ਸੀ, ਉਹ ਚੀਜ਼ਾਂ ਰੀਤ ਰਿਵਾਜ ਉਦੋਂ ਚੱਲਦੇ ਸਨ, ਹੁਣ ਨਹੀਂ। ਹੁਣ ਜਿਵੇਂ ਜਿਵੇਂ ਮਹਾਰਾਜ ਨੇ ਮਰਿਆਦਾ ਬਣਾਈ, ਆਪਾਂ ਉਹਨੂੰ ਫੋਲੋ ਕਰਨਾ, ਉਸ ਚੀਜ਼ ਦੇ ਪਿੱਛੇ ਤੁਰਨਾ। ਇੱਥੇ ਕੀ ਕਹਿੰਦੇ ਕਵੀ ਜੀ? ਕਹਿੰਦੇ ਜਿਹੜੇ ਸਤਿਕਾਰ ਕਰਦੇ ਨੇ ਗੰਗਾ ਦਾ, ਉਹ ਇਹ ਨਹੀਂ ਦੇਖਦੇ ਕਿ ਬਿੰਗੀ ਟੇਢੀ ਆਉਂਦੀ ਹੈ, ਉਹ ਇਸ਼ਨਾਨ ਕਰਕੇ ਤੇ ਆਪਦਾ ਭਲਾ ਕਰ ਲੈਂਦੇ ਨੇ ਜੀ। ਸ੍ਰੀ ਬਾਲਾ ਸੁੰਦਰਵਾਚ। ਤੇ ਮੈਨੂੰ ਇਹ ਵੀ ਲੱਗ ਰਿਹਾ ਕਿ ਕਵੀ ਜੀ ਇਹ ਵੀ ਕਹਿੰਦੇ ਆ ਵੀ ਜੇ ਤੁਸੀਂ ਇਹ ਨਾ ਬਾਹਲੇ ਪੜ੍ਹੇ ਲਿਖੇ ਗਿਆਨੀ ਬਣ ਕੇ, ਤੇ ਜੇ ਤੁਸੀਂ ਪਿੰਗਲ ਦੇ ਹਿਸਾਬ ਨਾਲ ਦੇਖੋਗੇ ਤੇ ਤੁਹਾਨੂੰ ਇਹ ਖੱਬੇ ਸੱਜੇ ਜਾਂਦੀ ਦਿਸੂਗੀ, ਤੇ ਤੁਹਾਨੂੰ ਰਸ ਵੀ ਨਹੀਂ ਮਿਲਣਾ। ਮੁਕਤੀ ਦਾ ਸਾਧ ਸੰਗਤ ਦੂਰ ਦੀ ਗੱਲ। ਆ ਪਿਛਲੇ ਦਿਨ ਹੀ ਆਪ ਜੀ ਨੇ ਸੁਣਿਆ ਨਾ, ਦਾਸ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਇਹ ਬੇਨਤੀ ਕਰਨੀ ਚਾਹੁੰਦਾ ਆਪ ਜੀ ਨੂੰ। ਆ ਪਿਛਲੇ ਦਿਨ ਹੀ ਆਪ ਜੀ ਨੇ ਦਿਹਾੜਾ ਮਨਾਇਆ। ਆ ਸੁਖਪ੍ਰੀਤ ਸਿੰਘ ਦਾ ਰਾਹ 'ਚ ਟੈਕਸ ਹੱਥ ਰੱਖ ਕੇ ਨਾਂ ਲਕੋ ਕੇ ਪੜ੍ਹਾਇਆ। ਮੈਂ ਕਿਹਾ ਪੜ੍ਹ ਪਈ ਹੁਣੀ ਟੈਕਸ ਆਏ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਕਹਿੰਦੇ ਅੱਗੇ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਦੱਸਿਆ ਸੀ ਅਭਿਆਸ ਚੱਲ ਰਿਹਾ। ਅੱਗੇ ਤਾਂ ਕਹਿੰਦੇ ਵੀ ਇਕੱਲਾ ਕਿਤੇ ਇੱਕ ਤਾਂ ਦੁੱਧ ਛਕ ਲੈਂਦਾ ਸੀ, ਕਹਿੰਦੇ ਹੁਣ ਉਦੋਂ ਦਾ 550 ਤੋਂ ਸਾਲੇ ਤੋਂ ਬਾਅਦ ਦੁੱਧ ਵੀ ਨਹੀਂ ਛਕਣ ਨੂੰ ਦਿਲ ਕਰਦਾ। ਕਈਆਂ ਨੂੰ ਬਹੁਤ ਰਸ ਮਿਲਿਆ। 550 ਸਾਲਾਂ ਮਨਾਇਆ, ਤੇ ਸ਼ਾਇਦ ਕਈਆਂ ਤਰਕਾ ਵੀ ਕੀਤੀਆਂ, ਫੁੱਲਾਂ ਦੀ ਵਰਖਾ ਕਰੀ ਜਾਂਦੇ। ਪਰ ਕਈ ਦਾਸ ਦੇਖ ਰਹੇ ਸੀਗੇ ਕਿੰਨੇ ਰਸ ਤੇ ਵਿਰਾਗ ਦੇ ਵਿੱਚ ਸੀ। ਕਈਆਂ ਦਾ ਕਈ ਦਿਨ ਅਗਲੇ ਦਿਨਾਂ ਤੱਕ ਵੀ ਮੈਸੇਜ ਆਉਂਦਾ ਰਿਹਾ ਵੀ ਇੰਨਾ ਰਸ ਬਣਿਆ ਹੋਇਆ। ਭਾਵ ਸਾਂਝ ਕੀਜੇ ਗੁਣਾ ਕੇਰੀ, ਗੁਣਾ ਦੀ ਸਾਂਝ ਕਰਨ ਵਾਲੇ ਆਪਾਂ ਸੁਭਾਅ ਬਣਾਈਏ, ਤੇ ਜੇ ਔਗਣਾ ਵਿੱਚ ਪੈ ਗਏ ਤੇ ਬਣਨਾ ਕੁਛ ਨਹੀਂ। ਇੱਥੇ ਕਵੀ ਜੀ ਨੇ ਲਾਇਆ, ਇੱਥੇ ਤਾਂ ਕਵੀ ਜੀ ਦੇ ਬੋਲ ਸਨ। ਅੱਗੇ ਕਿਵੇਂ ਕਿਵੇਂ ਭਾਈ ਬਾਲਾ ਸੰਧੂ ਜੀ, ਕਿਵੇਂ ਮਹਾਰਾਜ ਦਾ ਫਿਰ ਹੁਕਮ ਹੁੰਦਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਵੀ ਸੁਣਾਓ ਸਾਨੂੰ ਗੁਰੂ ਸਾਹਿਬ ਦੀ ਆਉਣ ਦੀ ਜਿਹੜੀ ਅਵਤਾਰ ਉਸਤਤ ਸੁਣਾਓ ਸਾਨੂੰ। ਕਿਵੇਂ ਕਿਵੇਂ ਮਹਾਰਾਜ ਦੇ ਚੇਣ ਚੱਕਰ ਸਨ ਉਸ ਸਮੇਂ, ਕਿਵੇਂ ਮਹਾਰਾਜ ਦੀ ਉਹ ਪੱਤਰੀ ਲਿਖਣ ਵਾਲਾ, ਤੇ ਨਾਲ ਦੂਜਾ ਉਹ ਵੀ ਦੱਸੋ ਸਾਨੂੰ ਵੀ ਗੁਰੂ ਸਾਹਿਬ ਦਾ ਨਾਂ ਕਿਵੇਂ ਰੱਖਿਆ ਗਿਆ। ਕਿਵੇਂ ਕਿਵੇਂ ਲੋਕਾਂ ਨੇ ਆ ਕੇ ਮਹਾਰਾਜ ਦੇ ਘਰ ਵਿੱਚ ਖੁਸ਼ੀ ਮਨਾਈ,
ਤੇ ਆਪ ਜੀ ਕਰ ਬਣਾਓ ਇਕਾਗਰਤਾ ਤੇ ਕਰੋ ਸਰਵਣ ਜੀ। ਚੌਪਈ ਕਹੇ ਬਾਲਾ ਸ੍ਰੀ ਅੰਗਦ ਸੁਨੀਏ। ਤੇ ਭਾਈ ਬਾਲਾ ਸੰਧੂ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮੇਰੀ ਨਿਮਰਤਾ ਸਹਿਤ ਬੇਨਤੀ ਇਤਿਹਾਸ ਦੀ ਸਰਵਣ ਕਰੋ ਜੀ। ਸ੍ਰੀ ਗੁਰ ਕਥਾ ਬਿਮਲ ਗੁਣ ਗੁਨੀਏ। ਤੇ ਮਹਾਰਾਜ ਇਹ ਜਿਹੜੀ ਮੈਂ ਆਪ ਜੀ ਨੂੰ ਸੁਣਾ ਰਿਹਾ ਨਿਰਮਲ ਕਥਾ ਮਹਾਰਾਜ, ਜਿਹਨੂੰ ਕੋਈ ਧੱਬਾ ਕੋਈ ਦਾਗ ਦੋਸ਼ ਨਹੀਂ ਲੱਗ ਸਕਦਾ ਜੀ। ਭਈ ਭੋਰ ਨਿਜ ਦਾਸ ਬੁਲਾਇਆ। ਜਦੋਂ ਸਮਾਂ ਬਣਿਆ ਤੇ ਦੱਸਿਆ ਮਹਾਰਾਜ, ਜਦੋਂ ਅੰਮ੍ਰਿਤ ਵੇਲਾ ਹੋਇਆ ਮਹਾਰਾਜ ਦਾ ਪ੍ਰਕਾਸ਼ ਹੋ ਚੁੱਕਿਆ ਸੀ। ਅੰਮ੍ਰਿਤ ਵੇਲਾ ਹੋਇਆ ਤੇ ਪਿਤਾ ਮਹਿਤਾ ਕਾਲੂ ਜੀ ਨੇ ਆਵਾਜ਼ ਦਿੱਤੀ। ਜੋ ਆਵਾਜ਼ ਦਿੱਤੀ ਤੇ ਜਿਹੜਾ ਆਪ ਦਾ ਨਿਜ ਦਾਸ ਭਾਵ ਜਿਹੜਾ ਨਿੱਜੀ ਦਾਸ ਉਹਨਾਂ ਨਾਲ ਰਹਿਣ ਵਾਲਾ ਸੀ। ਜਿਹੜੇ ਦੇਖੋ ਸਾਧ ਸੰਗਤ ਸਮਾਂ ਸੀ ਪੁਰਾਣਾ, ਪਰਿਵਾਰਾਂ ਵਿੱਚ ਸਰਦਾਰੀਆਂ ਹੁੰਦੀਆਂ ਸਨ, ਜਿਹੜੇ ਘਰ ਵਿੱਚ ਸੇਵਾਦਾਰ ਹੁੰਦੇ ਸਨ। ਅੱਜ ਵਾਂਗੂ ਨਹੀਂ ਹਫ਼ਤਾ ਕਿਤੇ ਨੌਕਰੀ ਕੀਤੀ ਤੇ 2 ਹਫ਼ਤੇ ਕਿਤੇ ਹੋਰ ਚਲੇ ਗਏ, 4 ਹਫ਼ਤੇ ਕਿਤੇ ਹੋਰ ਲਾ ਲਏ। ਖਾਨਦਾਨੀ ਲੋਕ ਹੁੰਦੇ ਸਨ। ਸਾਧ ਸੰਗਤ ਮੈਂ ਮਾਫੀ ਚਾਹੁੰਦਾ ਅਗਲੇ ਸ਼ਬਦਾਂ ਵਾਸਤੇ। ਜੇ ਕੋਈ ਗਰੀਬ ਗੁਰਬਾ ਵੀ ਹੁੰਦਾ ਸੀ, ਦੁਨਿਆਵੀ ਹਿਸਾਬ ਨਾਲ ਜੇ ਕੋਈ ਕਹਿ ਦਿੰਦਾ ਸੀ ਅਨੀਵੀਂ ਜਾਤ, ਉਹਨਾਂ ਵਿੱਚ ਵੀ ਖਾਨਦਾਨੀ ਹੁੰਦੀ ਸੀ। ਜਿਹੜੇ ਪਰਿਵਾਰ ਨੇ ਨਾਲ ਸਿੰਝੀ ਸਾਰੀ ਆਪਣੇ ਰਲ ਜਾਂਦੇ ਸਨ, ਸੀਰੀ ਸਾਂਝੀ, ਕਈ ਪੀੜ੍ਹੀਆਂ ਤੱਕ ਉਹ ਪਰਿਵਾਰ ਦੇ ਵਿੱਚ ਕੰਮ ਕਰਿਆ ਕਰਦੇ। ਅੱਜ ਵਾਂਗੂ ਨਹੀਂ ਕਿ ਅੱਜ ਪਹਿਲਾਂ ਕਿਤੇ ਤੇ ਫਸਲ ਵੱਢਣ ਦਾ ਟਾਈਮ ਆ ਤੇ ਛੱਡ ਕੇ ਕਿਤੇ ਹੋਰ ਪਹੁੰਚ ਗਏ। ਇੱਥੇ ਕੀ ਕਹਿੰਦੇ, ਇੱਕ ਵਾਰੀ ਕਰੋ ਸਰਵਣ ਜੀ। ਭਈ ਭੋਰ ਨਿਜ ਦਾਸ ਬੁਲਾਇਆ। ਤੇ ਸਾਧ ਸੰਗਤ ਆਪ ਜੀ ਨੇ ਸੁਣਿਆ ਸੀਗਾ ਕਿ ਤੁਲਸਾਂ ਦਾਸਣ ਸੀਗੀ। ਤੇ ਜਦੋਂ ਸਾਧ ਸੰਗਤ ਪਿਛਲੇ ਦਿਨ ਜਦੋਂ ਮਹਾਰਾਜ ਨੇ ਇਤਿਹਾਸ ਦੀ ਬਖਸ਼ਿਸ਼ ਕੀਤੀ ਤੇ ਬੜੀ ਸੁਣ ਕੇ ਬੜੀ ਖੁਸ਼ੀ ਹੋਈ। ਜਦੋਂ ਬੇਬੇ ਨਾਨਕੀ ਨੂੰ ਜੋ ਵਿਆਹਿਆ ਤੇ ਨਾਲ ਮੂਹਰੀ ਚ ਕਹਿੰਦੇ, ਹੁਣ ਕਈ ਪੁਰਾਣੇ ਬਜ਼ੁਰਗਾਂ ਨੂੰ ਪਤਾ ਮੂਹਰੀ ਕਹਿੰਦੇ ਸ਼ਬਦ, ਵੀ ਮੂਹਰੀ ਚ ਮੁੰਡਾ ਦੇਤਾ, ਮੂਹਰੀ ਚ ਕੁੜੀ ਦੇਤੀ, ਮੂਹਰੀ ਚ ਕੋਈ ਗੋਲਾ ਭੇਜ ਦੇਣਾ, ਕੋਈ ਕੰਮ ਵਾਲਾ ਭੇਜ ਦੇਣਾ। ਤੇ ਬੇਬੇ ਨੇ ਮੂਹਰੀ ਭਾਵ ਨਾਲ ਭੇਜਣਾ। ਜਦੋਂ ਬੇਬੇ ਦਾ ਵਿਆਹ ਕੀਤਾ ਬੇਬੇ ਨਾਨਕੀ ਦਾ, ਤੇ ਤੁਲਸਾਂ ਦਾਸਣ ਸਾਧ ਸੰਗਤ ਨਾਲ ਦਿੱਤੀ ਸੀ ਵੀ ਇਹ ਵੀ ਤੁਹਾਡੇ ਨਾਲ ਰਹੂਗੀ। ਹੁਣ ਇੱਥੇ ਕੀ ਕਹਿੰਦੇ, ਨਿਜ ਦਾਸ ਜਿਹੜਾ ਭਾਵ ਪਿਤਾ ਜੀ ਦੇ ਕੋਲ ਰਹਿਣ ਵਾਲਾ ਜੀ। ਦਿਜਬਰ ਸਦਨ ਜਾਹ ਤੂੰ ਧਾਇਆ। ਹਾਂ, ਦਿਜਬਰ ਸਾਧ ਸੰਗਤ ਦੇ ਇੱਕ ਪਹਿਲਾ ਅੱਖਰ ਆ ਗਿਆ ਤੇ ਦੱਸਿਆ ਬਾਹਮਣ ਨੂੰ ਭਾਈ ਜਾ ਕੇ ਉਹਨੂੰ ਬੁਲਾਓ, ਜੋਤਸ਼ੀ ਨੂੰ, ਹਾਂਜੀ ਪੰਡਤ ਨੂੰ ਜੀ। ਦੇਵਗ ਜੋ ਹਰਦਿਆਲ ਪ੍ਰਬੀਨਾ। ਤੇ ਜਿਹੜਾ ਸ੍ਰੇਸ਼ਟ ਆ ਜਿਹਦਾ ਨਾਮ ਹੈਗਾ ਹਰਦਿਆਲ ਹੈਗਾ ਸਾਧ ਸੰਗਤ, ਉਸ ਪੰਡਤ ਨੂੰ ਜਿਹੜਾ ਜੋਤਸ਼ੀ ਆ ਪਿਤਾ ਜੀ ਨੇ ਬਚਨ ਕੀਤਾ ਬੁਲਾ ਕੇ ਲਿਆਉਣਾ ਕਰੋ ਜੀ। ਆਨੋ ਤਾਹੇ ਬਿਲੰਬ ਬਹੀਨਾ। ਤੇ ਕਹਿੰਦੇ ਬਿਲੰਬ ਭਾਵ ਸਾਧ ਸੰਗਤ ਹੁੰਦਾ ਦੇਰੀ ਤੋਂ ਬਗੈਰ। ਨਹਿ ਬਿਲੰਬ ਪਾਪੰ, ਬਿਲੰਬ ਜਿਵੇਂ ਕਹਿੰਦੇ ਬਹੁਤ ਪਿਆਰੀ ਗੱਲ ਸੁਣਾਈ। ਬਿਲੰਬ ਹੁੰਦਾ ਭਾਵ ਦੇਰੀ, ਜਿਵੇਂ ਸਮਾਂ ਨਹੀਂ ਲੱਗਣ ਦੇਣਾ। ਨਹਿ ਬਿਲੰਬ ਧਰਮੰ, ਕਹਿੰਦੇ ਜਦੋਂ ਭਾਈ ਧਰਮ ਨਾਲ ਜੁੜਨਾ ਤੇ ਉਹਦੇ ਵਿੱਚ ਦੇਰੀ ਨਹੀਂ ਕਿਤੇ ਕਰਨੀ ਚਾਹੀਦੀ। ਤੇ ਫੇਰ ਕਹਿੰਦੇ ਕਿਹੜੇ ਜੇ ਕਰੀਏ, ਕਹਿੰਦੇ ਬਿਲੰਬ ਪਾਪਮ, ਕਹਿੰਦੇ ਜੇ ਤੁਸੀਂ ਪਾਪ ਕਰਨੇ ਨੇ ਨਾ ਉਹਦੇ ਵਿੱਚ ਦੇਰੀ ਲਾਓ, ਉਹਦੇ ਵਾਸਤੇ ਕਿਸੇ ਨਾਲ ਵਿਚਾਰ ਕਰ ਲਵੋ। ਤੇ ਇੱਥੇ ਕੀ ਕਹਿੰਦੇ, ਕਰੋ ਸਰਵਣ ਜੀ। ਆਨੋ ਤਾਹੇ ਬਿਲੰਬ ਬਹੀਨਾ। ਕਹਿੰਦੇ ਬਿਨਾਂ ਦੇਰੀ ਜਾ ਕੇ ਦੱਸੋ ਤੇ ਦੱਸ ਕੇ ਬੁਲਾ ਕੇ ਲਿਆਓ ਜੀ। ਸੁਨਤ ਦਾਸ ਬਿਜ ਸਦਨ ਸੋ ਜਾਈ। ਤੇ ਜਦੋਂ ਸਾਧ ਸੰਗਤ ਜਦੋਂ ਸੁਣਿਆ ਤੇ ਉਹ ਜਿਹੜਾ ਨਿੱਜੀ ਦਾਸ ਸੀ ਤੇ ਚੱਲ ਪਿਆ ਜੀ। ਦਰ ਪਰ ਤਿਸ਼ਟ ਗੁਹਾਰ ਸੁਣਾਈ। ਤੇ ਦਰਵਾਜ਼ੇ ਤੇ ਜਾ ਕੇ ਉੱਚੀ ਜਣ ਆਵਾਜ਼ ਦਿੱਤੀ, ਕਿਉਂ ਅੰਮ੍ਰਿਤ ਵੇਲੇ ਦਾ ਸਾਇਰੇ ਦਾ ਸਮਾਂ ਸੀ, ਹਲੇ ਮੂੰਹ ਹਨੇਰਾ ਸੀਗਾ। ਪਿਤਾ ਜੀ ਜਾ ਕੇ ਆਪ ਜੀ ਮੈਂ ਸਰਵਣ ਕੀਤਾ ਸੀ ਵੇਦਾਂ ਸ਼ਾਸਤਰਾਂ ਮੁਤਾਬਕ। ਪਿਤਾ ਜੀ ਜਾ ਕੇ ਨਦੀ ਤੇ ਇਸ਼ਨਾਨ ਕਰਕੇ ਆ ਗਏ ਸਨ। ਇਹ ਉਹ ਤੋਂ ਬਾਅਦ ਦਾ ਸਮਾਂ, ਹਲੇ ਦਿਨ ਚੜਿਆ ਨਹੀਂ। ਤੇ ਪਿਤਾ ਜੀ ਨੇ ਕਿਹਾ ਜਾ ਕੇ ਬੁਲਾ ਕੇ ਲਿਆਓ। ਤੇ ਕਹਿੰਦੇ ਖੜ ਕੇ ਉਸ ਦਾਸ ਗੋਲੇ ਨੇ ਜਾ ਕੇ ਉੱਚੀ ਜਣੇ ਦਰ ਦੇ ਵਿੱਚ ਬਾਹਰ ਖੜ ਕੇ ਅਤੇ ਆਵਾਜ਼ ਦਿੱਤੀ ਜੀ। ਚੌਪਈ ਸ਼ਰਤਵਾ ਬਚਨ ਬਿਪਰ ਹਰਦਿਆਲਾ। ਹਾਂ, ਬਿਪਰ ਵੀ ਸਾਧ ਸੰਗਤ ਜਿਹੜਾ ਹੁੰਦਾ ਪੰਡਤ ਹੁੰਦਾ। ਤੇ ਇਹ ਕੀ ਕਹਿੰਦੇ, ਕਹਿੰਦੇ ਉਹਨੇ ਜਦੋਂ ਬੋਲ ਸੁਣੇ ਪੰਡਤ ਹਰਦਿਆਲ ਨੇ ਜੀ। ਆਲੇ ਦਰ ਨਿਕਸਿਓ ਤਤਕਾਲਾ। ਆਲੇ ਦਰ ਭਾਵ ਘਰ ਦੇ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਕੇ ਆ ਗਿਆ ਜੀ। ਦਿਜਜੂ ਕਾਲੂ ਮੁਝੇ ਬਿਠਾਇਆ। ਕਹਿੰਦੇ ਦਿਜਜੂ ਭਾਵ ਇੱਥੇ ਦਲੈਂਕੜੇ ਬੁਲਾ ਕੇ ਤੇ ਕਿਹਨੂੰ ਕਹਿੰਦੇ ਨੇ, ਇਹ ਵੀ ਪੰਡਤ। ਹੁਣ ਸਾਧ ਸੰਗਤ ਦੇਖਦਿਆਂ ਤੀਜਾ ਚੌਥਾ ਨਾਂ ਆ ਗਿਆ। ਕਹਿੰਦੇ ਦਿਜਜੂ ਮੈਨੂੰ ਪਿਤਾ ਮਹਿਤਾ ਕਾਲੂ ਜੀ ਨੇ ਭੇਜਣਾ ਕੀਤਾ ਜੀ। ਚਲੋ ਆਪ ਤਤਕਾਲ ਬੁਲਾਇਆ। ਕਹਿੰਦੇ ਚਲੋ ਹੁਣੀ ਤੇ ਚੱਲੋ, ਤੁਹਾਨੂੰ ਹੁਣੀ ਬੁਲਾਇਆ ਜੀ ਪਿਤਾ ਜੀ ਨੇ ਜੀ। ਕਹੇ ਦਿਜ ਹਉ ਆਵੋ ਕਰ ਪੂਜਾ। ਤੁਹਾਨੂੰ ਹੁਣ ਅੱਗੇ ਜਿਹੜਾ ਸੀਗਾ ਸਾਧ ਸੰਗਤ ਜਿਹੜਾ ਦਿਜ, ਇੱਥੇ ਦੱਦੇ ਨੂੰ ਸਿਹਾਰੀ ਤੇ ਜੱਜਾ ਲਾ ਦਿੱਤਾ। ਦਿਜ ਭਾਵ ਪੰਡਤ। ਕਹਿੰਦੇ ਹੁਣ ਜਦੋਂ ਜਰਾ ਦਿੱਤੀ ਆਵਾਜ਼ ਤੇ ਕਹਿੰਦੇ ਵੀ ਹੁਣ ਮੈਂ ਹੁਣੀ ਨਹੀਂ ਆ ਸਕਦਾ। ਹੁਣ ਉਹਨੇ ਦੱਸਣੇ ਸਾਰੀ ਗੱਲ ਵੀ ਮੈਂ ਪੂਜਾ ਕਰਨਾ, ਹਲੇ ਪੂਜਾ ਕਰਕੇ ਆਊਂਗਾ ਵਿਹਲਾ ਹੋ ਕੇ।
ਤੇ ਸਾਡੇ ਵਰਗੇ ਹੋਣ ਤਾਂ ਪਤਾ ਵੀ ਮਾਇਆ ਮਿਲਣੀ ਤੇ ਭੱਜ ਹੀ ਲੈਣ। ਇੱਥੇ ਕੀ ਕਹਿੰਦੇ, ਇੱਕ ਵਾਰੀ ਫੇਰ ਕਰੋ ਸਰਵਣ ਜੀ। ਕਹੇ ਦਿਜ ਹੋ ਆਵੋ ਕਰ ਪੂਜਾ। ਤੇ ਉਹ ਕਹਿੰਦੇ ਮੈਂ ਹੁਣੀ ਨਹੀਂ, ਮੈਂ ਆਪਦੀ ਪਹਿਲਾਂ ਜਿਹੜੀ ਅੰਮ੍ਰਿਤ ਵੇਲੇ ਦੀ ਪੂਜਾ ਮੈਂ ਉਹ ਕਰਕੇ ਆਉਂਗਾ ਜੀ। ਬਹੁਰ ਕਰੋ ਨਹਿ ਕਾਰਜ ਦੂਜਾ। ਤੇ ਬਾਹਰ ਕਹਿੰਦੇ ਫੇਰ ਮੈਂ ਹੋਰ ਦੂਜਾ ਕੋਈ ਕਾਰਜ ਨਹੀਂ ਉਹਨਾਂ ਚਿਰ ਮੈਂ ਕਰਦਾ, ਪਹਿਲਾਂ ਮੈਂ ਜਦੋਂ ਇਹ ਪੂਜਾ ਕਰ ਲਈ ਤੇ ਤੁਹਾਡੇ ਕੋਲੇ ਆਉਂਗਾ ਜੀ। ਸੁਨ ਉੱਤਰ ਕੋਹ ਤਹਿ ਛਿਨ ਦਾਸਾ। ਤੇ ਸੁਣ ਕੇ ਸਾਧ ਸੰਗਤ ਜਿਹੜਾ ਦਾਸ ਭੇਜਿਆ ਸੀ ਪਿਤਾ ਮਹਿਤਾ ਕਾਲੂ ਜੀ ਨੇ, ਉਸੇ ਸਮੇਂ ਜੀ ਕਾਲੂ ਪਾਸ ਕਰੀ ਅਰਦਾਸਾ। ਤੇ ਪਿਤਾ ਜੀ ਕੋਲੇ ਪਹੁੰਚਿਆ, ਜਾ ਕੇ ਅਰਦਾਸ ਬੇਨਤੀ ਕੀਤੀ, ਦੱਸਣਾ ਕੀਤਾ ਕਿ ਮੈਂ ਜਿਵੇਂ ਜਿਵੇਂ ਉਹਨਾਂ ਨੂੰ ਬੇਨਤੀ ਕੀਤੀ ਆ, ਦੱਸਿਆ ਸਾਰਾ ਸਮਾਂ। ਘਰ ਵਿੱਚ ਪੁੱਤਰ ਦੀ ਦਾਤ ਹੋਈ ਹੈ ਪਿਤਾ ਮਹਿਤਾ ਕਾਲੂ ਜਿਹੜੇ ਪਟਵਾਰੀ ਨੇ, ਤੇ ਸਾਰਾ ਸਮਾਂ ਦੱਸ ਕੇ ਆਇਆ ਜੀ। ਘਟੀ ਪਾਂਚ ਲਓ ਅਰੁਣਾ ਕਰਕੇ। ਤੇ ਉਹ ਕਹਿੰਦੇ ਦੱਸਿਆ ਉਹਨੇ ਘੜੀ 5 ਲੋ ਅਰੁਣਾ ਕਰਕੇ, ਭਾਵ 5 ਘੜੀਆਂ 24 ਮਿੰਟ ਦਾ ਸਾਧ ਸੰਗਤ ਘੜੀ ਬਣਦੀ ਹੈ। ਤੇ ਕਹਿੰਦੇ 2 ਘੰਟੇ ਮੈਨੂੰ ਲੱਗਣਗੇ ਤਕਰੀਬਨ। ਕਹਿੰਦੇ 2 ਘੰਟੇ ਮੈਂ ਆਪਦੀ ਜਿਹੜੀ ਹੋਰ ਪੂਜਾ ਕਰਕੇ ਤੇ ਫੇਰ ਆਉਂਗਾ ਜੀ। ਆਇਓ ਦਵਿਜ ਸ਼ੁਭ ਸ਼ਗੁਨ ਵਿਚਰ ਕੇ। ਕਹਿੰਦੇ ਫੇਰ ਮੈਂ ਆਪਦੇ ਸ਼ੁਭ ਸ਼ਗਨ ਦੇਖ ਕੇ ਆਉਂਗਾ। ਸਾਧ ਸੰਗਤ ਸ਼ਗਨ ਕਈ ਤਰ੍ਹਾਂ ਦੇ ਹੁੰਦੇ ਆ। ਪੁਰਾਣੇ ਲੋਕ ਵਹਿਮ ਕਰਦੇ ਸਨ, ਖਾਲੀ ਟੋਕਰਾ ਮਿਲ ਗਿਆ ਤੇ ਕੰਮ ਨਹੀਂ ਬਣਨਾ, ਖਾਲੀ ਰੇਹੜੀ ਮਿਲ ਗਈ, ਗੱਡਾ ਮਿਲ ਗਿਆ ਤੇ ਭਾਵ ਕੰਮ ਨਹੀਂ ਬਣਨਾ। ਤੇ ਮਹਾਰਾਜ ਨੇ ਸਾਧ ਸੰਗਤ ਇਹਦੇ ਪ੍ਰਥਾਏ ਬਚਨ ਕਰ ਦਿੱਤੇ, ਸ਼ਗਨ ਅਪਸ਼ਗਨ ਤਿਸ ਕੋ ਲਾਗੇ ਪਾਰੇ। ਕਹਿੰਦੇ ਵੀ ਸ਼ਗਨ ਅਪਸ਼ਗਨ ਉਹਨੂੰ ਲੱਗਦੇ ਨੇ ਕਿ ਇਹਨਾਂ ਨੂੰ ਤੇ ਜਿਸ ਚੀਤ ਨਾ ਆਵੇ। ਕਹਿੰਦੇ ਜਿਹੜੇ ਚਿੱਤ ਵਿੱਚ ਹਿਰਦੇ ਵਿੱਚ ਵਾਹਿਗੁਰੂ ਆਵੇ ਨਾ, ਜਿਹੜੇ ਚਿੱਤ ਵਿੱਚ ਆ ਜਾਵੇ ਤੇ ਮਹਾਰਾਜ ਕਹਿੰਦੇ ਉਹਨੂੰ ਜੰਮ ਵੀ ਜੋ ਨਹੀਂ ਸਕਦੇ। ਕਰੀ ਫੇਰ ਪੜੋ ਜੀ। ਆਇਓ ਦਿਜ ਸ਼ੁਭ ਸ਼ਗੁਨ ਵਿਚਰ ਕੇ। ਕਹਿੰਦੇ ਸ਼ੁਭ ਸ਼ਗਨ ਵਿਚਰ ਕੇ, ਭਾਵ ਕਈ ਲੋਕਾਂ ਨੇ ਹੋਣਾ ਮਨ ਵਿੱਚ ਇਹ ਸਾਰੀਆਂ ਮਨਮਤ ਦੀਆਂ ਗੱਲਾਂ ਤਾਂ ਦੱਸ ਰਿਹਾ ਕਿ ਇਹ ਲੋਕ ਸਾਡੇ ਕਰਦੇ ਰਹੇ ਆ। ਪੱਠੇ ਲੱਗ ਜਾਣੇ, ਪੱਠਿਆਂ ਦਾ ਕੁਤਰਿਆਂ ਹੋਇਆਂ ਦਾ ਟੋਕਰਾ ਲੱਗ ਜਾਣਾ ਭਰਿਆ ਹੋਇਆ, ਤੇ ਕਹਿੰਦੇ ਚੰਗਾ ਹੋ ਗਿਆ ਬਈ ਸ਼ਗਨ ਹੋ ਗਿਆ, ਭਾਵ ਜਾਂਦੇ ਨੂੰ ਕੰਮ ਹੋ ਜਾਊਗਾ। ਪਰ ਇਹ ਸਾਰੀਆਂ ਮਨਮਤਾਂ ਨੇ। ਪੰਜਵੇਂ ਪਾਤਸ਼ਾਹ ਨੇ ਸ਼ਗਨ ਅਪਸ਼ਗਨ ਦੇ ਸ਼ਬਦ ਉਚਾਰ ਕੇ ਤੇ ਦੱਸ ਦਿੱਤਾ ਇਹ ਗੁਰਮੁਖਾਂ ਵਾਸਤੇ ਨਹੀਂ ਹੈਗਾ। ਸ਼ਗਨ ਅਪਸ਼ਗਨ ਤਿਸ ਕੋ ਲਾਗੈ ਜਿਸ ਚੀਤ ਨਾ ਆਵੇ। ਕਹਿੰਦੇ ਸ਼ਗਨ ਅਪਸ਼ਗਨ ਉਹਨੂੰ ਲੱਗਦੇ ਨੇ ਜਿਹੜੇ ਚਿੱਤ ਵਿੱਚ ਵਾਹਿਗੁਰੂ ਨਹੀਂ ਆਉਂਦਾ ਤੇ ਇਸ ਜੰਮ ਨੇੜ ਨਾ ਆਵੇ ਜੇ ਹਰ ਪ੍ਰਭ ਭਾਵੇ। ਕਹਿੰਦੇ ਜਿਹੜੇ ਹਰੀ ਨੂੰ ਭਾ ਜਾਣ, ਕਹਿੰਦੇ ਬਸ ਉਹਦੇ ਜੰਮ ਨੇੜੇ ਵੀ ਨਹੀਂ ਆ ਸਕਦਾ ਜੀ। ਕਾਲੂ ਕੋ ਸਸਤਵੈਨ ਸੁਨਾਇਓ ਪਿਖ ਉਸ਼ਾਹ ਕੋ ਉਰ ਹਲਸਾਇਓ। ਤੇ ਕਹਿੰਦੇ ਜਾ ਕੇ ਸਾਰਾ ਸਮਾਂ ਸੁਣਾਇਆ, ਬਹੁਤ ਦੱਸਿਆ ਵੀ ਖੁਸ਼ੀ ਤੇ ਉਹ ਖੇੜੇ ਵਾਲੇ ਹੁਣ ਅੱਗੇ ਖੋਲਣਗੇ ਹੋਰ ਜੀ। ਦੋਹਰਾ ਦਿਜਬਰ ਕੋ ਲੈ ਅਜਰ ਮਹਿ ਸਾਦਰ ਆਸਨ ਡਾਸ। ਪਿੱਛੋਂ ਪੜੋ ਹਾਂਜੀ। ਕਾਲੂ ਕੋ ਸਸਤਵੈਨ ਸੁਨਾਇਓ ਪਿਖ ਉਸ਼ਾਹ ਕੋ ਉਰ ਹਲਸਾਇਓ। ਇੱਕੋ ਵਾਰੀ ਬੰਦ ਕਰ ਦਿਓ, ਬਿਲਕੁਲ ਇੱਕੋ ਬੰਦ ਕਰੋ। ਕਈ ਸ਼ਬਦ ਜਦੋਂ ਫਿਰ ਸਮਾਂ ਵੀ ਤੇਜ਼ੀ ਨਾਲ ਪੜ੍ਹਨ ਵਾਲਾ, ਜਦ ਜ਼ਿਆਦਾ ਤੇਜ਼ੀ ਨਾਲ ਪੜ੍ਹਦੇ ਸੁਖਪ੍ਰੀਤ ਸਿੰਘ ਤੇ ਇੱਕੋ ਜ਼ਿਆਦਾ ਹੋਣ ਕਰਕੇ ਸਮਝ ਨਹੀਂ। ਦੁਬਾਰਾ ਇੱਕ ਵਾਰੀ ਪੜੋ ਜੀ। ਕਾਲੂ ਕੋ ਸਵਸਤਵੈਨ ਸੁਨਾਇਓ। ਜਦੋਂ ਸਾਧ ਸੰਗਤ 2 ਘੜੀਆਂ ਬੀਤ ਗਈਆਂ, 2 ਘੰਟੇ ਭਾਵ ਸਾਧ ਸੰਗਤ 5 ਘੜੀਆਂ ਤੋਂ ਬਾਅਦ ਜਦੋਂ ਫਿਰ ਆਇਆ ਪੰਡਤ ਆਇਆ ਘਰ ਵਿੱਚ ਤੇ ਆ ਕੇ ਪਿਤਾ ਕਾਲੂ ਜੀ ਨੂੰ ਆ ਕੇ ਪਹਿਲਾਂ ਸੀਸ ਦਿੱਤੀ ਜੀ। ਪਿਖ ਉਛਾਹ ਕੋ ਉਰ ਹਲਸਾਇਓ। ਤੇ ਦੇਖ ਕੇ ਪਹਿਲਾਂ ਜਿੱਥੇ ਆਸ਼ੀਰਵਾਦ ਦਿੱਤੀ ਹੈ ਤੇ ਫੇਰ ਜਿਵੇਂ ਆਪਾਂ ਵਧਾਈ ਦਿੰਨੇ ਆ, ਪ੍ਰਸੰਨਤਾ ਦਿੰਨੇ ਆ ਜੀ। ਦੋਹਰਾ ਦਿਜਬਰ ਕੋ ਲੈ ਅਜਰ ਮਹਿ ਸਾਦਰ ਆਸਨ ਡਾਸ। ਹਾਂਜੀ, ਇੱਥੇ ਅਜਰ ਸਾਧ ਸੰਗਤ ਵਿਹੜੇ ਦੀ ਗੱਲ ਕਰਦੇ। ਅਜਰ ਸਾਧ ਸੰਗਤ ਦੂਜਾ ਪੱਖ ਵੀ ਹੁੰਦਾ, ਬੁਢੇਪੇ ਨੂੰ ਵੀ ਕਹਿ ਦਿੰਦੇ, ਪਰ ਜਿਵੇਂ ਕੋਈ ਪ੍ਰਕਰਨ ਹੋਵੇ ਉਹਦੇ ਹਿਸਾਬ ਨਾਲ ਅਰਥ ਬਣਦੇ ਨੇ। ਤੇ ਇੱਥੇ ਕੀ ਕਹਿੰਦੇ ਨੇ, ਕਹਿੰਦੇ ਅਜਰ ਭਾਵ ਉੱਥੇ ਵਿਹੜੇ ਦੇ ਵਿੱਚ ਸੋਹਣਾ ਆਸਣ ਸਜਾਇਆ ਪੰਡਤ ਵਾਸਤੇ ਜੀ। ਬੈਠਾਇਓ ਬਹੁ ਭਾਉ ਕਰ। ਤੇ ਬਹੁਤ ਭਾਵਨਾ ਬਣਾ ਕੇ ਬੈਠਾ ਜੀ। ਆਪ ਬੈਸ ਤਿਸ ਪਾਸ। ਤੇ ਆਪ ਪਿਤਾ ਮਹਿਤਾ ਕਾਲੂ ਜੀ ਕੋਲੇ ਬਹਿ ਗਏ ਨੇ ਜੀ। ਚੌਪਈ ਕਹੇ ਕਾਲੂ ਸੁਨ ਸਰੋਨ ਦਿਜਿੰਦੂ ਦਇਓ ਸਦਨ ਮਮ ਤਾਤ ਗੋਬਿੰਦੂ ਮੁਝ ਪਰ ਨਿਜ ਅਨੁਕੰਪਾ ਧਾਰੋ। ਤੇ ਕਹਿੰਦੇ ਮੇਰੇ ਤੇ ਬੜੀ ਕਿਰਪਾ ਹੋਈ। ਕੀ ਕੀਤਾ? ਕਹਿੰਦੇ ਮੈਨੂੰ ਕਹਿੰਦੇ ਪਰਮਾਤਮਾ ਨੇ ਬੜੀ ਕਿਰਪਾ ਕੀਤੀ, ਮੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਹੁਣ ਪੁੱਤਰ ਦੀ ਦਾਤ ਹੋ ਗਈ ਹੈ। ਹੁਣ ਅੱਗੇ ਜਿਵੇਂ ਉਸ ਮਤ ਮੁਤਾਬਕ ਜਿਵੇਂ ਹਿੰਦੂ ਧਰਮ ਵਿੱਚ ਖੱਤਰੀ ਪਰਿਵਾਰ ਸੀਗਾ, ਜਿਵੇਂ ਉਸ ਧਰਮ ਨੂੰ ਜਿਵੇਂ ਵੇਦਾਂ ਸ਼ਾਸਤਰਾਂ ਨੂੰ ਜਿਵੇਂ ਫੋਲੋ ਕਰਦੇ ਸਨ, ਉਵੇਂ ਹੁਣ ਪ੍ਰਕਰਨ ਆਉਣਾ, ਸੁਣੀ ਜਾਣਾ, ਨਾਲ ਦੂਜਾ ਪੱਖ ਵੀ ਨਾਲ ਸਰਵਣ ਕਰਨਾ ਜੀ। ਫੇਰ ਪੜੋ ਜੀ। ਮੁਝ ਪਰ ਨਿਜ ਅਨੁਕੰਪਾ ਧਾਰੋ ਸੋਧ ਮਹੂਰਤ ਲਗਨ ਵਿਚਾਰੋ। ਤੇ ਕਹਿੰਦੇ ਸਾਨੂੰ ਕਿਰਪਾ ਕਰੋ ਸਾਡੇ ਤੇ, ਸਾਨੂੰ ਜਿਹੜਾ ਮਹੂਰਤ ਸੋਧ ਕੇ
ਭਾਵ ਸਾਨੂੰ ਚੰਗੀ ਤਰ੍ਹਾਂ ਦੱਸਣਾ ਕਰੋ ਜੀ। ਭੇਦ ਸ਼ੁਭਾ ਅਸ਼ੁਭ ਸਭ ਲਖ ਲੀਜੈ। ਕਹਿੰਦੇ ਸਾਨੂੰ ਦੱਸੋ ਸ਼ੁਭ ਤੇ ਅਸ਼ੁਭ ਬਾਰੇ ਵੀ ਦੱਸਣਾ ਕਰੋ ਕਿ ਮੰਗਲੀਕ ਆ, ਕਈ ਤਰ੍ਹਾਂ ਦੇ ਇਹੋ ਜਿਹੇ ਕੰਮ ਵੀ ਹੁੰਦੇ ਆ, ਟੇਵੇ ਰਲਾਉਂਦੇ ਆ, ਮੰਗਲੀਕ ਹੋਇਆ ਆ ਹੋਇਆ, ਇਹੋ ਜਿਹੇ ਕੰਮ ਕਰਦੇ। ਤੇ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਵੀ ਤੁਹਾਡੇ ਰਾਮਚੰਦਰ ਜੀ ਦਾ ਨਹੀਂ ਤੁਸੀਂ ਬਣਾਇਆ ਸੀਗਾ ਟੋਨੋ, ਤੇ ਮਾਤਾ ਸੀਤਾ ਦਾ ਨਹੀਂ ਤੁਸੀਂ ਬਣਾਇਆ ਸੀ ਜਿਹਨੂੰ ਤੁਸੀਂ ਮਾਤਾ ਕਹਿੰਦੇ ਹੋ ਭਾਈ। ਤੇ ਫਿਰ ਉਦੋਂ ਨਹੀਂ ਪਤਾ ਸੀ ਵੀ ਅਖੀਰ ਨੂੰ ਬਾਅਦ 'ਚ ਵੀ ਬਨਵਾਸ ਵੀ ਹੋਣਾ, ਤੇ ਬਾਅਦ 'ਚ ਸ਼ੱਕ ਵੀ ਪੈਣੀ ਆ, ਤੇ ਧਰਤੀ ਵਿੱਚ ਫੇਰ ਦੁਆਰਾ ਜਜ਼ਬ ਹੋਣਾ ਪੈਣਾ। ਇਹ ਸਾਧ ਸੰਗਤ ਮਨਮਤਾਂ ਨੇ, ਸੁਣੀ ਜਾਇਓ। ਇਹ ਨਾ ਹੋਵੇ ਕੋਈ ਇਹਦੇ ਵਿੱਚ ਕਈ ਚੀਜ਼ਾਂ ਦੱਸਣੀਆਂ, ਮੁੜ ਕੇ ਪਤਾ ਲੱਗੇ ਅਗਲੇ ਹਫ਼ਤੇ ਇੱਥੇ ਟੱਬਰ ਆਪਣਾ ਉੱਤੇ ਤੁਰਿਆ ਫਿਰਦਾ, ਮੁੜ ਕੇ ਹੱਥ ਦਿਖਾਉਂਦਾ, ਕਦੇ ਪਤਾ ਲੱਗੇ ਮੁੜ ਕੇ ਟੇਵੇ ਚੱਕੀ ਫਿਰਦੇ ਇੱਥੇ ਕਥਾ 'ਚ, ਕਹਿੰਦੇ ਇਹਦੀ ਵੀ ਅਰਥ ਕਰ ਦਿਓ। ਇਹ ਕੰਮ 'ਚ ਨਹੀਂ ਪੈਣਾ। ਇਹ ਸਾਰੀਆਂ ਮਨਮਤਾਂ ਨੇ, ਭਾਵ ਉਹਨਾਂ ਦੀ ਮੱਤ ਦੀ ਹੈ, ਉਹ ਕਰਨ ਜੇ ਕੋਈ ਮਰਜ਼ੀ ਕਰਨ। ਪਰ ਇਹ ਉਦੋਂ ਸਮਾਂ ਸੀਗਾ, ਹਲੇ ਮਰਿਆਦਾ ਲਾਗੂ ਨਹੀਂ ਹੋਈ ਸੀ। ਮਹਾਰਾਜ ਨੇ ਹਲੇ ਬਚਨ ਕਰਨੇ ਸ਼ੁਰੂ ਕਰਨੇ। ਮਹਾਰਾਜ ਨੇ ਤਾਂ ਪਹਿਲੀ ਵਾਰ ਜਦੋਂ ਜਨੇਊ ਪਾਉਣਾ, ਮਹਾਰਾਜ ਨੇ ਉਦੋਂ ਹੀ ਜਵਾਬ ਦੇ ਦੇਣਾ ਉਹਨਾਂ ਨੂੰ। ਮਹਾਰਾਜ ਨੇ ਕਹਿਣਾ ਮੇਰੇ ਅਸਲੀ ਜਨੇਊ ਪਾਓ। ਜਦੋਂ ਮਹਾਰਾਜ ਦੇ ਆਨੰਦ ਕਾਰਜ ਹੋਣੇ, ਉਦੋਂ ਮਹਾਰਾਜ ਨੇ ਕਹਿਣਾ ਵੀ ਅੱਗ ਦੇ ਦੁਆਲੇ ਨਹੀਂ ਕਰਨਾ। ਅਤੇ ਆਦਿਕ ਮਹਾਰਾਜ ਨੇ ਆ ਸਾਰਾ ਕੁਝ ਛੁਡਵਾਈ ਜਾਣਾ ਪਾਤਸ਼ਾਹ ਨੇ। ਜਿਹੜੇ ਆ ਕਰਦੇ ਕਰਮਕਾਂਡ ਕਿ ਮਰੇ ਤੋਂ ਬਾਅਦ, ਬਜ਼ੁਰਗਾਂ ਤੋਂ ਬਾਅਦ ਅੱਗੇ ਕਰਾਉਂਦੇ ਸਨ ਵੀ ਆਓ ਤੁਹਾਡਾ ਕਰਾ ਦਈਏ, ਹਵਨ ਕਰਵਾ ਦਈਏ, ਤੇ ਨਾਲ ਤੁਹਾਡਾ ਉਹ ਕਰਾਈਏ ਕਿ ਤੁਸੀਂ ਦਾਨ ਪੁੰਨ ਇੱਥੇ ਕਰੋਗੇ, ਤੇ ਜਿਹੜੇ ਤੁਹਾਡੇ ਮਰੇ ਹੋਏ ਬਜ਼ੁਰਗਾਂ ਨੂੰ ਉੱਥੇ ਮਿਲੂਗਾ। ਇਹ ਮਹਾਰਾਜ ਨੇ ਬਾਅਦ 'ਚ ਸਾਰੀਆਂ ਮਨਾਹੀਆਂ ਕੀਤੀਆਂ, ਉਹ ਤੋਂ ਪਹਿਲਾਂ ਦੀਆਂ ਗੱਲਾਂ ਨੇ। ਇਹ ਜਿਹੜੇ ਸਰਾਧ ਸਰੂਦਾਂ ਵਾਲੀਆਂ ਪਹਿਲਾਂ ਦੀਆਂ ਗੱਲਾਂ ਨੇ। ਇਹ ਹੁਣ ਇੱਥੇ ਸਾਰਾ ਪ੍ਰਕਰਨ ਆਊਗਾ। ਕਰੋ ਸਰਵਣ ਜੀ। ਭਵ ਪੱਤਰੀ ਇਸ ਕੀ ਲਿਖ ਦੀਜੈ। ਕਹਿੰਦੇ ਇਹਨਾਂ ਦੀ ਕਹਿੰਦੇ ਪਿਤਾ ਜੀ ਕਹਿ ਰਹੇ, ਪਿਤਾ ਮਹਿਤਾ ਕਾਲੂ ਜੀ, ਕਿ ਗੁਰੂ ਨਾਨਕ ਪਾਤਸ਼ਾਹ ਦੀ ਪੱਤਰੀ ਲਿਖੋ। ਹਲੇ ਨਾਂ ਨਹੀਂ ਰੱਖਿਆ, ਪਰ ਸਾਨੂੰ ਪਤਾ ਹੈਗਾ। ਪਰ ਇਤਿਹਾਸ ਉਤੋਂ ਪਿੱਛੇ ਦਾ, ਪਹਿਲਾਂ ਦਾ, ਉਤੋਂ ਪਹਿਲਾਂ ਦਾ ਇਤਿਹਾਸ ਵਾਲੇ ਮਹਾਰਾਜ ਦਾ ਨਾਂ ਨਹੀਂ ਹਲੇ ਆਇਆ ਜੀ। ਕੁੰਕਮ ਕਾਗਦ ਕਾਲੂ ਆਨੋ। ਕਹਿੰਦੇ ਲਿਆਓ ਕੇਸਰ ਲਿਆਓ, ਨਾਲੇ ਕਾਗਜ਼ ਲਿਆਓ, ਫਿਰ ਲਿਖੀਏ ਪੱਤਰੀ ਜੀ। ਗਣਪਤ ਪੂਜ ਗ੍ਰਹਿਣ ਸਨਮਾਨੋ। ਤੇ ਸਾਧ ਸੰਗ ਕਹਿੰਦੇ ਅਸੀਂ ਗਣਪਤੀ ਭਾਵ ਉਹਦੀ ਕਰੀਏ, ਆਪਣੇ ਗਣੇਸ਼ ਦੀ ਪੂਜਾ ਕਰਦੇ, ਪਹਿਲਾਂ ਉਹਦਾ ਮੰਗਲ ਕਰਦੇ ਨੇ, ਉਹਦਾ ਪੂਜ ਕੇ ਤੇ ਫੇਰ ਕਰਦੇ। ਤੇ ਮਹਾਰਾਜ 10ਵੇਂ ਪਾਤਸ਼ਾਹ ਨੇ 10ਵੇਂ ਗ੍ਰੰਥ 'ਚ ਕਹਿ ਦਿੱਤਾ, ਕੋਟ ਗਣੇਸ਼ ਕੇ ਹੱਥ ਲਿਖਿਓ, ਭਾਵੇਂ ਕਰੋੜਾਂ ਹੱਥ ਲੱਗੇ ਹੋਣ ਗਣੇਸ਼ ਦੇ, ਤੇ ਉਹ ਵੀ ਆਪਦੇ ਜਾਣੀ ਲਿਖੇ। ਪ੍ਰਮਾਤਮਾ ਦੀ ਵਡਿਆਈ ਤੇ ਲਿਖ ਨਹੀਂ ਸਕਦਾ। ਭਾਵੇਂ ਦੀ ਸਮੁੰਦਰ ਸਾਰਾ ਸ਼ਾਹੀ ਬਣ ਜਾਏ, ਬਨਸਪਤੀ ਕਲਮਾ ਬਣ ਜਾਣ, ਉਹ ਨਹੀਂ ਕਰ ਸਕਦਾ। ਇਹ ਉਹਨਾਂ ਦੀ ਮਤ ਮੁਤਾਬਕ ਆ ਜੀ। ਬਾਲਕ ਸ਼ਬਦ ਲੈ ਜੋ ਜਨਮਾ। ਤੇ ਪੁੱਛਿਆ ਵੀ ਜਦੋਂ ਜਨਮ ਹੋਇਆ ਸੀ ਤੇ ਬੱਚੇ ਦੇ ਮੂੰਹ 'ਚੋਂ ਕਿਹੜਾ ਸ਼ਬਦ ਨਿਕਲਿਆ ਸੀ, ਕਿਵੇਂ ਆਵਾਜ਼ ਨਿਕਲੀ ਸੀ ਜੀ। ਸੋ ਸ਼ਬਦ ਸੁਣਾਓ ਸਰਵਨਮਾ। ਤੇ ਮੈਨੂੰ ਵੀ ਮੇਰੇ ਕੰਨਾਂ ਵਿੱਚ ਆਵਾਜ਼ ਪਾਓ, ਕਿਵੇਂ ਉਹਨਾਂ ਨੇ ਆਵਾਜ਼ ਦਿੱਤੀ ਸੀ। ਇੱਕ ਸਾਧ ਸੰਗਤ ਦੇ ਵਿੱਚ ਹੋਰ ਹੁੰਦੇ ਆ, ਆਸ਼ੂ ਸ਼ਾਸਤਰ ਵਾਲੇ ਹੁੰਦੇ ਆ, ਉਹਨਾਂ ਨੇ ਪਹਿਲਾਂ ਦੱਸ ਦੇਣਾ ਵੀ ਘਰ ਦਾ ਮੂੰਹ ਇੱਧਰ ਨੂੰ ਹੋਣਾ ਚਾਹੀਦਾ, ਰਸੋਈ ਦਾ ਇੱਧਰ ਨੂੰ ਹੋਣਾ ਚਾਹੀਦਾ, ਟਾਇਲਟ ਦਾ ਇੱਧਰ ਨੂੰ ਹੋਣਾ ਚਾਹੀਦਾ। ਆ ਪਿਛਲੇ ਦਿਨ ਇੱਕ ਸੁਣਾਈ ਸੀ ਗੱਲ ਗੁਰਮੁਖਾਂ ਨੂੰ ਕਿ ਕੋਈ ਟਾਇਲਟ ਬੈਠਾ ਤੇ ਮੂੰਹ ਦੂਜੇ ਪਾਸੇ ਕਰਕੇ ਬੈਠਾ। ਕੀ ਗੱਲ ਬਈ? ਕਹਿੰਦੇ ਉਹ ਦੱਸਿਆ ਵੀ ਜੇ ਇੱਧਰ ਨੂੰ ਕਰਕੇ ਬੈਠੋਗੇ ਤੇ ਕਹਿੰਦੇ ਕੰਮ ਨਹੀਂ ਥੋੜਾ ਚੱਲਣਾ। ਬਹੁਤ ਪੁੱਠੇ ਪੁੱਠੇ ਇਹੋ ਜਿਹੇ ਕੰਮ ਕਰਾਉਂਦੇ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਉਹ ਸਾਡਾ ਇੱਕ ਚਾਚਾ, ਉਹ ਵੀ ਇਹੋ ਜਿਹੇ ਕੰਮ 'ਚ ਪੈ ਗਿਆ ਵਿੱਚ, ਤੇ ਉਹ ਵੀ ਥੋੜਾ ਐਂ ਪੁੱਛਣ ਪਾਛਣ ਸਾਨੂੰ ਆ ਗਿਆ ਪਿੰਡ। ਕਹਿੰਦੇ ਤੁਹਾਡਾ ਕਾਰੋਬਾਰ ਤਾਂ ਫੇਲ ਹੋਈ ਜਾਂਦਾ। ਉਹ ਇੱਕ ਅਸੀਂ ਬੁਲਾਇਆ ਸੀ, ਕਿਤਾਬ ਜੀ ਹੁੰਦੀ ਉਹਨਾਂ ਕੋਲ, ਦੇਖ ਕੇ ਕਹਿੰਦੇ ਤੁਹਾਡੀ ਰਸੋਈ ਦਾ ਮੂੰਹ ਇੱਧਰ ਨੂੰ ਕਰਨ ਵਾਲਾ। ਪਰ ਇੱਕ ਦਾਸ ਬੇਨਤੀ ਕਰੇ, ਤੇ ਜਦੋਂ ਰਸੋਈ ਦਾ ਮੂੰਹ ਨਾਨਕਸਰ ਵਾਲੇ ਪਾਸੇ ਜਿੱਦਣ ਹੋਇਆ ਸੀ ਨਾ, ਜਿੱਦਣ ਉਸੇ ਰਸੋਈ 'ਚ ਲੰਗਰ ਪੱਕ ਕੇ ਜਾਣ ਲੱਗਾ ਨਾਨਕਸਰ, ਤੇ ਉਹੀ ਘਾਟੇ ਮੁੜ ਕੇ ਵਾਧਿਆਂ ਵਿੱਚ ਆ ਗਏ ਸਨ। ਕਿਤੇ ਕਰਮਕਾਂਡ ਵਿੱਚ ਨਾ ਪੈ ਜਾਓ, ਬੇਨਤੀ ਦੱਸਦੀ, ਕਿਤੇ ਮਨ ਮੱਚੇ ਭੱਜਣ ਦੀ ਕਿਤੇ ਲੋੜ ਹੀ ਨਹੀਂ। ਗੁਰੂ ਕੋਲੇ ਆ ਜਾਓ, ਗੁਰੂ ਗ੍ਰੰਥ ਸਾਹਿਬ ਕੋਲੇ ਆ ਗਏ ਤੇ ਇਹ ਤੋਂ ਸਾਰੇ ਥੱਲੇ ਹੀ ਨੇ। ਕਿਤੇ ਜਾਣ ਦੇ ਅਸੀਂ ਬਹੁਤ ਕੁਝ ਕਰਕੇ ਦੇਖਿਆ। ਸਾਧ ਸੰਗਤ ਦਾ ਸੁਖਪ੍ਰੀਤ ਸਿੰਘ ਨਾਲ ਸੀਗਾ, ਆਪਣਾ ਗੁਰਪਿੰਦਰ ਸਿੰਘ ਬਾਜਵਾ ਸਾਹਿਬ, ਇਹ ਵੀ ਨਾਲ ਸੀ। ਪਰਸੋਂ ਚੌਥੇ ਨਾਲ ਸੀ, ਅਸੀਂ ਇਕੱਠੇ ਰੋਟਰੂਆ ਗਏ ਤੇ ਦੱਸਦਾ ਮਿੱਤਰ ਅਮਰੀਕਾ ਵਾਲਾ ਸੀ, ਗੱਲ ਕਰੀਏ ਆਪਸ ਵਿੱਚ ਫੋਨ ਤੇ। ਇਹਨਾਂ ਨੇ ਸੁਣੀਆਂ ਸਾਰੀਆਂ ਗੱਲਾਂ, ਤੇ ਉਹ ਮੈਨੂੰ ਫੋਨ ਤੇ ਕਹੇ ਵੀ ਐਂ ਕਰਕੇ ਮੈਨੂੰ ਬੜੀ ਗਿਲਟੀ ਮਹਿਸੂਸ ਹੁੰਦੀ ਜਦੋਂ ਆਪਾਂ ਇੱਕ ਵਾਰੀ ਪੰਡਤ ਕੋਲੇ ਚਲੇ ਗਏ ਹੱਥ ਦਿਖਾਉਣ, ਜੋ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ ਸੀ। ਮੈਂ ਕਿਹਾ ਵੀ ਉਦੋਂ ਪੁੱਠੇ ਸਾਰੇ ਕੰਮ ਕੀਤੇ। ਮੈਂ ਕਿਹਾ ਤੈਨੂੰ ਉਹ ਗਿਲਟੀ ਮਹਿਸੂਸ ਹੁੰਦੀ, ਮੈਂ ਕਿਹਾ ਮੈਨੂੰ ਇਹ ਆਉਂਦੀ ਵੀ ਉਦੋਂ ਆਪਾਂ ਗੁਰਸਿੱਖ ਕਿਉਂ ਨਹੀਂ ਸੀ। ਉਹ ਕੋਈ ਦਾੜੇ ਕੇਸਾਂ ਦੇ ਉੱਤੇ ਵਿਚਾਰ ਚੱਲ ਪਈ ਮੁੜ ਕੇ। ਭਾਵ ਜਦੋਂ ਕੋਈ ਕੀਤੀ ਗਲਤੀ ਫਿਰ ਪਤਾ ਲੱਗਦਾ ਬੰਦੇ ਨੂੰ। ਬੜਾ ਬੰਦਾ ਉਸ ਚੀਜ਼ ਨੂੰ ਘੁੱਟਦਾ ਰਹਿੰਦਾ। ਕਿਤੇ ਭੱਜਣ ਦੀ ਲੋੜ ਨਹੀਂ। ਸਾਰਿਆਂ ਨਾਲੋਂ ਸ੍ਰੇਸ਼ਟ ਹਵਨ ਇਹੀ ਹੈ, ਇੱਥੇ ਬਹਿ ਕੇ ਜੱਗ ਕਰੋ ਨਾਮ ਦਾ। ਬੈਠੋ 40-40, 50-50, 100-100, 200 ਤੋਂ 300 ਘੰਟਾ ਬੈਠੋ ਲਗਾਤਾਰ।
ਆ ਮਹਾਰਾਜ 550 ਸਾਲਾਂ ਮੈਂ ਆਇਆ, ਇਹ ਤੋਂ ਵੱਡਾ ਹੋਰ ਕਿਹੜਾ ਜੱਗ ਹੋਰ ਹੋਊਗਾ ਦੱਸੋ। ਜਿਹੜੇ ਜਿਹੜੇ ਹੱਥਾਂ 'ਚ ਫੁੱਲ ਮਹਾਰਾਜ ਦੇ ਚਰਨਾਂ 'ਚ ਡਿੱਗੇ ਹੋਣਗੇ, ਸੋਚੋ ਸਾਧ ਸੰਗਤ ਹਾਜ਼ਰੀ ਕਿੱਡੀ ਲੱਗੀ ਹੈ। ਮੈਂ ਤਾਂ ਹੈਰਾਨ ਹੋ ਗਿਆ ਸਾਧ ਸੰਗਤ ਆਪ ਜੀ ਨੇ ਮੈਸੇਜ ਪੜ੍ਹ ਕੇ ਵੀ ਕਿੰਨੇ ਕਿੰਨੇ ਆਪ ਜੀ ਨੇ ਉਸ ਰਾਤ ਨੂੰ ਕਿਹੜੇ ਕਿਹੜੇ ਆਨੰਦ ਮਾਣੇ। ਫਿਰ ਸੁੱਤਿਆਂ ਪਿਆ ਨੂੰ ਤੁਹਾਨੂੰ ਕੀ ਕੀ ਮਹਿਸੂਸ ਹੋਇਆ, ਬੇਅੰਤ ਤਰ੍ਹਾਂ ਦੇ ਉਹ ਤੁਹਾਡੇ ਮੈਸੇਜ। ਜੇ ਇੱਧਰ ਉੱਧਰ ਭੱਜਣਾ ਤਾਂ ਫੇਲ ਹੋਣ ਦੀ ਗੱਲ ਹੀ ਹੈ। ਕਿਉਂ ਮਾਨ ਕੀ ਟੇਕ ਬਿਰਤੀ ਸਾਹਿਬ ਜਾਣ ਦੇਵਨ ਕੋ ਏਕੇ ਭਗਵਾਨ। ਇੱਕ ਵਾਹਿਗੁਰੂ ਦੇਣ ਵਾਲਾ। ਸਾਰਿਆਂ ਨੂੰ ਫੇਰ ਪੜੋ ਜੀ। ਸੋ ਸ਼ਬਦ ਸੁਣਾਓ ਸ਼ਰਵਨ ਮਾਨ, ਮੇਰੇ ਕੰਨਾਂ ਵਿੱਚ ਉਹ ਬੋਲ ਸੁਣਾਓ ਜੀ। ਭਇਓ ਕਾਲ ਕਿਸ ਜਨਮ ਸੁਣਾਵੋ, ਤੇ ਇਹ ਵੀ ਦੱਸੋ ਕਿਹੜੇ ਕਾਲ ਕਿਹੜਾ ਸਮਾਂ ਸੀ ਜਦੋਂ ਉਹਨਾਂ ਦਾ ਜਨਮ ਹੋਇਆ ਜੀ। ਬੂਝੋ ਧਾਏ ਹਜੂਰ ਬੁਲਾਵੋ, ਜਾਓ ਜਾ ਕੇ ਕਹਿੰਦੇ ਬੁਲਾ ਕੇ ਲੈ ਕੇ ਆਓ ਜੀ। ਸ੍ਰੀ ਨਾਨਕ ਕੀ ਦੌਲਤ ਦਾਈ, ਕਹਿੰਦੇ ਕਿਹਨੂੰ ਬੁਲਾ ਕੇ ਲਿਆਓ, ਦੌਲਤਾਂ ਦਾਈ ਨੂੰ, ਜਿਹੜੀ ਮਿਡਵਾਈਫ ਸੀ ਮਹਾਰਾਜ ਦੀ। ਦੌਲਤਾਂ ਦਾਈ ਨੂੰ ਬੁਲਾ ਕੇ ਲੈ ਕੇ ਆਓ, ਪੁੱਛੋ ਤੋਂ ਕੀ ਸਮਾਂ ਸੀ ਤੇ ਕਿਵੇਂ ਉਹਨਾਂ ਦੀ ਆਵਾਜ਼ ਤੇ ਸਾਰੀ ਗੱਲਬਾਤ ਜੀ। ਸੋ ਕਾਲੂ ਤਤਕਾਲ ਬੁਲਾਈ, ਤੇ ਪਿਤਾ ਮਹਿਤਾ ਕਾਲੂ ਜੀ ਨੇ ਸੁਨੇਹਾ ਭੇਜ ਕੇ ਤੇ ਉਹਦੀ ਦੌਲਤਾਂ ਦਾਈ ਨੂੰ ਬੁਲਾ ਲਿਆ ਜੀ। ਪਠੇ ਦਾਸ ਸਭ ਸੌਜ ਮੰਗਾਈ, ਤੇ ਜਾ ਕੇ ਉਸੇ ਸਮੇਂ ਬੁਲਾਉਣਾ ਕੀਤਾ ਜੀ। ਜੋ ਜੋ ਦਿਜਬਰ ਦੀਨ ਰਜਾਈ, ਤੇ ਦਿਜਬਰ ਸਾਧ ਸੰਗਤ ਇੱਥੇ ਵੀ ਬਾਹਮਣ ਦਾ ਆ ਗਿਆ, ਪੰਡਤ ਦਾ ਆ ਗਿਆ, ਹੁਣ ਇੱਥੇ ਅਗਲਾ ਆ ਗਿਆ। ਤੇ ਕਵੀ ਜੀ ਕਹਿੰਦੇ ਮੈਨੂੰ ਤਾਂ ਅੱਖਰ ਹੀ ਨਹੀਂ ਆਉਂਦੇ ਬੋਲਣੇ, ਮੇਰੇ ਕੋਲ ਤਾਂ ਕੋਈ ਗਾਂ ਜੋੜ ਹੀ ਨਹੀਂ ਆਉਂਦਾ, ਤੇ ਜੋੜ ਦੇ ਨਾਲ ਗਾਂ ਤੋੜ ਲਾ ਕੇ ਫਿਰ ਜੋੜ ਨਹੀਂ ਆਉਂਦਾ। ਆਹ ਦੇਖ ਲਓ ਸਾਧ ਸੰਗਤ, ਆਹ ਨਾਮ ਹੀ ਤੁਰੇ ਆਉਂਦੇ ਦੇਖ ਲਓ। ਆਹ ਵੀ ਪੰਡਤ ਬਾਹਮਣ ਆ ਗਿਆ ਜੀ। ਫੇਰ ਪੜੋ ਜੀ। ਪਠੇ ਦਾਸ ਸਭ ਸੌਜ ਮੰਗਾਈ, ਜੋ ਜੋ ਦਿਜਬਰ ਦੀਨ ਰਜਾਈ, ਦੋਹਰਾ ਗ੍ਰਹਿ ਭਿਖੇਕ ਕੀ ਵਸਤ ਸਭ ਕਾਲੂ ਤਹ ਤੇ ਲਿਆਏ। ਤੇ ਕਹਿੰਦੇ ਉਹ ਗੋਲੇ ਨੂੰ ਭੇਜਿਆ, ਭੇਜ ਕੇ ਜਿਹੜਾ ਜਿਹੜਾ ਪੰਡਤ ਨੇ ਹੋਰ ਵੀ ਚੀਜ਼ਾਂ ਮੰਗਾਈਆਂ ਸਨ ਆਪਦੀ ਪੂਜਾ ਵਾਸਤੇ ਤੇ ਇਤਿਆਦਿਕ, ਜਿਵੇਂ ਕਾਗਜ਼ ਮੰਗਿਆ ਸੀ, ਕੇਸਰ ਮੰਗਿਆ ਸੀ, ਸਾਧ ਸੰਗਤ ਵਿੱਚ ਲੱਕੜਾਂ ਪਾਉਂਦੇ, ਦੇਸੀ ਘਿਓ ਪਾਉਂਦੇ, ਗਊ ਦਾ ਘਿਓ ਹੋਣਾ ਚਾਹੀਦਾ, ਤੇ ਲੱਕੜਾਂ ਸੁੱਕੀਆਂ ਘੜੀਆਂ ਹੋਣੀਆਂ ਚਾਹੀਦੀਆਂ। ਫਿਰ ਚਮਚਾ ਜਿਹਾ ਹੁੰਦਾ ਇਤਿਆਦਿਕ। ਦਾਸ ਨੂੰ ਤਾਂ ਥੋੜੇ ਥੋੜੇ ਸਲੋਕ ਵੀ ਯਾਦ ਸੀ, ਉਹ ਪੜ੍ਹ ਲਈਦੇ। ਉਹ ਤਾਂ ਗੌਰੀ ਨਵਾਂ ਸ਼ਵਾ ਘਰ ਹੀ ਕਰਦੇ ਰਹੇ ਪੁੱਠੇ ਦੇ ਕੰਮ। ਗੁਆਂਢੀਆਂ ਨੇ ਕਹਿਣਾ ਧੂਆਂ ਬੜਾ ਨਿਕਲਦਾ ਸੀ, ਕਹਿੰਦੇ ਵੀ ਰੋਟੀਆਂ ਲਾਉਨੇ ਤੇ ਪਕਾਈ ਘਰੇ ਹੋਰ ਜਾਣਾ। ਉਹ ਜਿਹੜੇ ਕੰਮ ਕੀਤੇ ਹੁਣ ਦੱਸਣੇ ਆ, ਹੁਣ ਜੇ ਨਹੀਂ ਦੱਸੀਏ ਤੇ ਫਿਰ ਮਾਰੇ ਸਲੋਤਰ ਵੀ ਫਿਰ ਮਾਰੇ ਕਹਿਣਾ ਕਥਾ ਤਾਂ ਕਰੀ ਜਾਣਾ, ਤੂੰ ਤਾਂ ਆਪ ਪੁੱਠੇ ਕੰਮ ਕੀਤੇ ਪਰ ਇਹ ਗੱਲ ਮੁੜਿਆ ਆਵੇ ਬੰਦਾ ਬਸ। ਉਦੋਂ ਆਨੰਦ ਬਣਦੇ ਜਦੋਂ ਪੜ੍ਹਦੇ ਨਾ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ। ਮਾਰੇ ਅਸੀਂ ਸਾਰੇ ਪਾਸੇ ਧੱਕੇ ਖਾਏ ਆ, ਤਸੱਲੀ ਸਾਰੀ ਹੋ ਗਈ। ਮਾਰੇ ਉਹੜਾ ਪਾਉਂਦੇ ਨੇ ਹੱਥ 'ਚ ਐਂ ਕਰਕੇ, ਉਹ ਵੀ ਬੜਾ ਛਕਿਆ। ਉਹ ਮਿੱਠਾ ਮਿੱਠਾ ਜਿਹਾ ਬਣਾਉਂਦੇ ਹੋ ਕੇ, ਚਰਨਾਵਤ ਜਿਹਾ ਕਹਿੰਦੇ ਹੁੰਦੇ ਉਹਨੂੰ। ਸਵਾਦ ਜਿਹਾ, ਬੜੀਆਂ ਖੁਸ਼ਬੂਆਂ ਚੰਦਨ ਜਿਹਾ ਵਿੱਚ ਕੇਸਰ ਪਾ ਕੇ। ਅਸੀਂ ਤਾਂ ਪਹਿਲਾਂ ਅੱਧਾ ਕਿਲੋ ਤਾਂ ਉਹੀ ਪੀ ਲੈਣਾ। ਉਹਨੇ ਕਹਿਣਾ ਵੀ ਹੋਰ ਵੀ ਕੁਛ ਕਰੋ, ਅਸੀਂ ਕਹਿਣਾ ਵੀ ਆਹ ਵੀ ਫੜਾ ਸਮਾਨ। ਉਹ ਜਿਹੜਾ ਉਹਨੇ ਸਮਾਨ ਸਮੂਨ ਜਿਹਾ ਲਿਆਉਣਾ, ਬਾਬਾ ਦਾ ਆਪ ਹੀ ਛਕ ਚੁੱਕ ਲੈਣਾ। ਪਰ ਇੱਧਰ ਮਾਰੇ ਘਰ ਵਿੱਚ ਇਹ ਹੈ, ਕਣਕਾ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਉੱਥੇ ਇੰਨਾ ਖਾ ਕੇ ਵੀ ਨਹੀਂ। ਇਸ ਘਰ ਵਿੱਚ ਇੱਕ ਦੇਖਦਾ ਨਿੱਕਾ ਜਿਹਾ ਕਣਕਾ ਹੀ ਕਰੇ ਡਿੱਗ ਪਏ ਅੰਦਰ, ਬਸ ਤ੍ਰਿਪਤ ਉਹਦਾ ਅੰਦਰਲਾ। ਸਾਧ ਸੰਗਤ ਉਹਨੂੰ ਜਾਣ ਦੀ ਕਿਤੇ ਲੋੜ ਹੀ ਨਹੀਂ। ਦੇਖਦੇ ਪ੍ਰਸੰਗ ਦੇ ਵਿੱਚ ਵੀ ਆਇਆ ਸੀਗਾ, ਤੇ ਹੁਣ ਪਤਾ ਨਹੀਂ ਕਥਾ ਅੱਗੇ ਭੱਜ ਘਟ ਰਹੀ ਹੈ, ਤੇ ਸੂਈ ਥੋੜੀ ਤੇਜ਼ ਚੱਲੀ ਜਾਂਦੀ, ਤੇ ਅੱਜ ਜਾਣਾ ਨਹੀਂ ਕਿਸੇ ਨੇ। ਹਾਂਜੀ ਕਰੋ ਸਰਵਣ ਜੀ। ਬਹਰੋ ਬੈਸਿਓ ਪਾਸ ਬਿਪ, ਬਦਨਹਿ ਬਚਨ ਅਲਾਏ। ਤੇ ਕੋਲੇ ਆ ਕੇ ਫਿਰ ਬੈਠ ਗਏ, ਤੇ ਫਿਰ ਅਗਲੇ ਬਚਨ ਕੀਤੇ ਨੇ ਜੀ। ਚੌਪਈ ਘਟੀ ਏਕ ਦੋ ਜਾਮ ਤ੍ਰਿਜਾਮਾ। ਤੇ ਸਾਧ ਸੰਗਤ ਸਮਾਂ ਦੱਸਿਆ ਰਾਤ ਦਾ, ਜਿਵੇਂ ਸਵੇਰ ਦੇ 6 ਤੋਂ ਲੈ ਕੇ ਸ਼ਾਮ ਦੇ 6 ਤੱਕ ਸਾਧ ਸੰਗਤ, ਤੇ ਉਦੋਂ ਤੱਕ 4 ਘੜੀਆਂ ਹੁੰਦੀਆਂ। ਫਿਰ ਸ਼ਾਮ ਦੇ 6 ਵਜੇ ਤੋਂ ਸਵੇਰ ਦੇ 6 ਵਜੇ ਤੱਕ ਸਾਧ ਸੰਗਤ, ਉਦੋਂ 4 ਘੜੀਆਂ ਹੁੰਦੀਆਂ। ਤੇ ਭਾਵ 3 ਘੰਟੇ ਨੇ ਇੱਕ ਘੜੀ ਹੁੰਦੀ ਹੈ। ਤੇ ਇੱਥੇ ਕੀ ਕਹਿੰਦੇ, ਇੱਕ ਵਾਰੀ ਫੇਰ ਸਾਰੇ ਪੜੋ ਜੀ। ਘਟੀ ਏਕ ਦੋ ਜਾਮ ਤ੍ਰਿਜਾਮਾ। ਹਾਂ, ਜਿਹੜੀ ਘੜੀ ਹੈ ਸਾਧ ਸੰਗਤ 1 ਤੇ 2 ਜਾਮ। ਸਾਧ ਸੰਗਤ ਜਾਮ ਭਾਵ 3 ਘੰਟਿਆਂ ਦੇ, 2 ਜਾਮ ਭਾਵ 3 ਤੇ 3 6, ਤੇ ਇਹਦਾ ਮਤਲਬ ਵੱਜ ਗਏ ਰਾਤ ਦੇ 12। ਤੇ ਇੱਕ ਜਿਹੜੀ ਸਾਧ ਸੰਗਤ ਘਟੀ ਆ ਗਈ, ਉਹ ਹੈਗੀ 24 ਮਿੰਟ ਦੀ ਸਾਧ ਸੰਗਤ, ਭਾਵ ਰਾਤ ਅੱਧੀ ਰਾਤ ਦੇ ਅੰਮ੍ਰਿਤ ਵੇਲੇ ਦੇ 12 ਵੱਜ ਕੇ ਤੇ ਤਕਰੀਬਨ 24 ਮਿੰਟ ਸੀ ਉਸ ਸਮੇਂ। ਅੱਧੀ ਰਾਤ ਦਾ ਸਮਾਂ ਸੀ। ਜਿਵੇਂ ਆਪ ਜੀ ਨੂੰ ਉਦੋਂ ਵੀ ਕਹਿੰਦਾ ਸੀ, ਦਾਸ ਬੇਨਤੀ ਕਰ ਰਿਹਾ ਸੀਗਾ, ਬਾਬਾ ਨਾਨਕ ਸਿੰਘ ਜਿਵੇਂ ਕਹਿੰਦੇ ਸੀਗੇ, ਪਤਾ ਨਹੀਂ ਹੁਣ ਉਹ ਸਾਧੂ ਦੀ ਕਿੱਡੀ ਖੇਡ ਆ, ਉਹਨੇ ਨਜ਼ਾਰੇ ਦੇ ਵਿੱਚ ਉਹ ਸਾਰਾ ਮਾਣ ਲਿਆ ਹੋਵੇ। ਬਾਬਾ ਨਾਨਕ ਸਿੰਘ ਕਹਿੰਦੇ ਪੂਰੇ 12:30 ਦਾ ਸਮਾਂ ਸੀ ਉਸ ਸਮੇਂ ਭਾਈ। ਤੇ ਇੱਥੇ ਕਹਿੰਦੇ 12 ਵੱਜ ਕੇ 24 ਮਿੰਟ ਜੀ। ਬਿਤੀ ਹੁਤੀ ਸਿਸ ਭਵ ਅਬਿਰਾਮਾ, ਕੌਣ ਸ਼ਬਦ ਲੈ ਉਪਜਿਓ ਬਾਲਕ। ਤੇ ਪੁੱਛਿਆ ਫਿਰ ਜਦੋਂ ਸਮਾਂ ਹੋਇਆ, ਜਦੋਂ ਜਨਮ ਲਿਆ,
ਤੇ ਗੁਰੂ ਨਾਨਕ ਪਾਤਸ਼ਾਹ ਨੇ ਮੁਖ ਚੋਂ ਕਿਹੜੇ ਬਚਨ ਕੀਤੇ ਸਨ ਦੱਸੋ ਜੀ। ਧਾਏ ਬਤਾਵੋ ਸੋ ਤਤਕਾਲਿਕ, ਤੇ ਹੁਣ ਹੀ ਦੱਸਣਾ ਕਰੋ ਛੇਤੀ ਦੇਣੇ ਜੀ। ਬੋਲੀ ਬਚਨ ਦੌਲਤਾਂ ਦਾਈ, ਤੇ ਦੌਲਤਾਂ ਦਾਈ ਨੇ ਸਾਧ ਸੰਗਤ ਬੋਲੇ ਨੇ ਜੀ। ਸੁਨੋ ਬ੍ਰਤਾਂਤ ਅਹੋ ਦਿਜਰਾਈ, ਦਿਜਰਾਈ ਕਹਿੰਦੇ ਵੀ ਤੁਸੀਂ ਜਿਹੜੇ ਹੈਗੇ ਆ ਸੁਣੋ ਕੀ ਕਿਹਾ ਉਹਨਾਂ ਨੇ, ਕਿਹੜੇ ਕਿਹੜੇ ਬੋਲੇ ਨੇ, ਕਰੋ ਸਰਵਣ ਜੀ। ਬਹੁ ਸਿਸ ਜਨਮੇ ਮਮ ਕਰ ਮਾਹੀ, ਕਹਿੰਦੇ ਬਹੁਤ ਮੇਰੇ ਹੱਥੀਂ ਬੱਚਿਆਂ ਨੇ ਜਨਮ ਲਿਆ ਜੀ। ਇਹ ਅਚਰਜ ਕਬ ਦੇਖਿਓ ਨਾਹੀ, ਪਰ ਮੈਂ ਇਹੋ ਜੀ ਅਚਰਜ ਮਤਲਬ ਇਹੋ ਜੀ ਹੈਰਾਨੀ ਕਰਨ ਵਾਲੀ ਖੇਡ ਨਹੀਂ ਦੇਖੀ ਜੀ। ਦੀਰਘ ਨਰ ਜਿਉ ਬਿਗਸ ਮਿਲੇ ਹੈ, ਕਹਿੰਦੇ ਜਿਵੇਂ ਦੀਰਘ ਭਾਵ ਕੋਈ ਬਹੁਤ ਵੱਡਾ ਪੁਰਸ਼ ਹੋਵੇ, ਸਿਆਣਾ ਪੁਰਸ਼ ਹੋਵੇ, ਜਿਵੇਂ ਕਿਸੇ ਨੂੰ ਮਿਲਦਾ, ਜਿਵੇਂ ਮੁਸਕਰਾ ਕੇ ਮਿਲਦਾ, ਉਹਦੇ ਕੋ ਹਾਵ ਭਾਵ ਹੁੰਦੇ ਆ 36 ਤੋਂ ਜ਼ਿਆਦਾ ਤਰ੍ਹਾਂ ਦੇ ਮੁਖ ਦੇ ਚਿੰਨ੍ਹ ਬਣਦੇ ਸਾਧ ਸੰਗਤ, ਜਿਹਦੇ ਨਾਲ ਤੁਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ, ਜਿਹਨੂੰ ਆਪਾਂ ਮੋਨੋ ਐਕਟਿੰਗ ਵੀ ਕਹਿੰਦੇ ਹਾਂ। ਸਿਰਫ ਮੂੰਹ ਦੇ ਨਾਲ ਹੀ ਮੂੰਹ ਦੇ ਲੱਛਣ ਬਣਾ ਕੇ, ਸਰੀਰ ਦੇ ਲੱਛਣ ਬਣਾ ਕੇ, ਹੱਥਾਂ ਦੇ ਲੱਛਣ ਬਣਾ ਕੇ ਇੱਕ ਦੂਜੇ ਨੂੰ ਆਪਾਂ ਗੱਲ ਬਿਨਾਂ ਬੋਲੇ ਦੱਸ ਸਕਦੇ। ਜਿਵੇਂ ਗੁੰਗੇ ਵੀ ਕਰਦੇ ਸਾਧ ਸੰਗਤ, ਜਿਵੇਂ ਉਂਗਲਾਂ ਦੀਆਂ ਇਕੱਠੀਆਂ ਕਰਕੇ ਅੰਗੂਠੇ ਤੇ ਅੰਗੂਠੇ ਨਾਲ ਦੀਆਂ 3 ਉਂਗਲਾਂ ਖੜੀਆਂ ਕਰਨੀਆਂ, ਦੱਸਣਾ ਵੀ ਬਹੁਤ ਚੰਗਾ। ਫਿਰ ਉਹਦੇ ਨਾਲ ਮੁੱਠੀ ਮੋੜ ਕੇ ਲਾਉਣੀ, ਉਹਦੇ ਵਿੱਚ ਨਾਲ ਦੀ ਅੰਗੂਠੇ ਨਾਲ ਦੀ ਉਂਗਲ ਬਾਹਰ ਕੱਢਣੀ, ਅਤੇ ਆਦਿ ਐਂ ਬਹੁਤ ਸਾਰਿਆਂ ਦੇ ਚਿੰਨ੍ਹ ਨੇ ਜਿਹਨਾਂ ਨਾਲ ਤੁਸੀਂ ਸਿਰ ਤੋਂ ਲੈ ਕੇ ਪੈਰ ਤੱਕ ਆਪਦੇ ਸਰੀਰ ਦਾ ਹਾਲ ਤੇ ਧਰਤੀ ਉੱਤੇ ਵਿਚਰਦੇ ਆ ਜਿਹੜੇ ਜਿਹੜੇ ਕੰਮਾਂ ਧੰਦੇ, ਜਿਹੜੀ ਸਮੱਸਿਆ, ਉਹ ਉਹਨਾਂ ਹੱਥਾਂ ਦੇ ਇਸ਼ਾਰਿਆਂ ਨੂੰ ਤੁਸੀਂ ਸਾਰੀ ਬੋਲੀ ਬੋਲ ਸਕਦੇ। ਤੇ ਉਹਦੇ ਬਾਰੇ ਹਾਂਜੀ, ਤਿਉ ਇਨ ਕੀਨੇ ਸ਼ਬਦ ਭਲੇ ਹੈ, ਕਿਉਂ ਇਹਨਾਂ ਨੇ ਸ਼ਬਦ ਕੀਤੇ ਆ, ਭਾਵ ਮੁਸਕਰਾਏ ਨੇ ਮੁਖ ਦੇ, ਇਹਨਾਂ ਨੇ ਚੇਣ ਚੱਕਰ ਜਿਵੇਂ ਸਿਆਣੇ ਗੁਰਮੁਖ ਕੋਈ ਸਿਆਣੀ ਵੱਡੀ ਉਮਰ ਵਾਲੇ ਜਿਵੇਂ ਕਰਨ ਜੀ। ਸ਼ੁਭ ਲੱਛਣ ਸ਼ੁਭ ਅੰਗਨ ਮਾਹੀ, ਕਹਿੰਦੇ ਇਹਨਾਂ ਦੇ ਸ਼ੁਭ ਲੱਛਣ ਨੇ ਤੇ ਸਾਰੇ ਸ਼ੁਭ ਜਿਹੜੇ ਗੁਣ ਨੇ ਇਹਨਾਂ ਦੇ ਸਾਰੇ ਅੰਗਾਂ ਦੇ ਵਿੱਚ, ਮੱਥੇ ਤੋਂ ਲੈ ਕੇ ਇਹਨਾਂ ਦੇ ਚਰਨਾਂ ਤੱਕ ਜੀ। ਆਨ ਨਰਨ ਜਿਉ ਨਰ ਇਹ ਨਾਹੀ, ਕਹਿੰਦੇ ਆਮ ਭਾਵ ਜਿਵੇਂ ਆਮ ਹੁੰਦੇ ਸਾਧ ਸੰਗਤ ਮਨੁੱਖ ਹੁੰਦੇ, ਜਿਵੇਂ ਆਮ ਮਨੁੱਖਾਂ ਵਰਗੇ ਨਹੀਂ, ਉਹਨਾਂ ਤੋਂ ਕੁਝ ਵੱਖਰੇ ਨੇ ਜੀ। ਦੋਹਰਾ ਸੁਨ ਦਿਜ ਬਰ ਸਭ ਬਚਨ ਕੋ, ਜੋਤਿਸ਼ ਕੀਨ ਵਿਚਾਰ, ਕਹਿੰਦੇ ਥੋੜੇ ਕੁਝ ਬਚਨ ਸੁਣੇ ਤੇ ਨਾਲ ਨਾਲ ਲਿਖਣ ਲੱਗਾ, ਫਿਰ ਉਹਦੀਆਂ ਕੁਝ ਵਿਚਾਰਾਂ ਕਰਦਾ। ਅੱਛਾ ਬਈ ਸਮਾਂ ਬਣਿਆ ਰਾਤ ਦਾ 12:24, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਨਾਲ ਨਾਲ ਲਿਖਣ ਲੱਗਿਆ। ਤੇ ਹੁਣ ਅੱਗੇ ਖੋਲੂ ਨਛੱਤਰਾਂ ਬਾਰੇ ਜੀ। ਸ਼ੁਭ ਨਛੱਤਰ ਸ਼ੁਭ ਕਾਲ ਮਹਿ, ਕਹਿੰਦੇ ਦੱਸਿਆ ਸ਼ੁਭ ਨਛੱਤਰ ਭਾਵ 27 ਦੇ 27 ਨਛੱਤਰ ਇਕੱਠੇ ਸਨ। ਤੇ ਸਾਧ ਸੰਗਤ ਸਿੱਖਾਂ ਦੇ ਵਿੱਚ ਕੋਈ ਵੀ ਨਹੀਂ ਇਹੋ ਜਿਹੀ ਗੱਲ। ਸਿੱਖਾਂ ਦੇ ਵਿੱਚ ਜਿਹੜਾ ਉਦਾਸ ਦਾ ਇੱਕ ਬੇਨਤੀ ਕਰਦਾ ਹੁੰਦਾ, ਇੱਕ ਓੰਕਾਰ ਤੋਂ 18 10 20 ਤੱਕ ਗੁਰਬਾਣੀ ਪੜ੍ਹੋ, ਗੁਰਬਾਣੀ ਤੇ ਭਰੋਸਾ ਰੱਖੋ, ਤੇ ਜੇ ਗੁਰਬਾਣੀ ਮੁਤਾਬਕ ਕਹਿੰਦੇ ਗੁਰਬਾਣੀ ਬਣੀ ਹੈ, ਗੁਰਬਾਣੀ ਮਤਲਬ ਜੀਵਨ ਰੱਖੋ, ਤੇ ਤੁਹਾਡੇ ਘਰ ਵਿੱਚ ਕਲੇਸ਼ ਨਹੀਂ ਪਊਗਾ, ਝਗੜਾ ਹੀ ਨਹੀਂ ਹੋਊਗਾ। ਤੇ ਬਾਹਮਣ ਕਹਿੰਦੇ ਪਹਿਲਾਂ ਇਉਂ ਕਰੋ, ਕੇਲੇ ਨਾਲ ਵਿਆਹ ਕਰ ਦਿਓ, ਇਹਦਾ ਤਲਾਕ ਹੋਣਾ ਬਈ। ਕੇਲੇ ਨਾਲ, ਬੱਕਰੇ ਨਾਲ, ਐਂ ਬੇਅੰਤ ਤਰ੍ਹਾਂ ਦੀਆਂ ਇਹੋ ਜਿਹੀਆਂ ਕਈ ਹਾਸ-ਹਾਸ ਗੱਲਾਂ ਦੱਸ ਵੀ ਨਹੀਂ ਸਕਦੇ ਸਾਧ ਸੰਗਤ। ਫਿਰ ਇਉਂ ਕਰਕੇ ਪਹਿਲਾਂ ਵਿਆਹ ਕਰ ਦਿੰਦੇ ਆ, ਤੇ ਫਿਰ ਕਿਹਨਾਂ ਦੇ ਕਰਦੇ, ਮੰਗਲੀਕਾਂ ਦੇ। ਜੇ 2 ਮੰਗਲੀਕ ਇਕੱਠੇ ਹੋਣ, ਅੱਛਾ ਫਿਰ ਇੱਕ ਗੱਲ ਹੋਰ ਵੀ ਹੁੰਦੀ ਸਾਧ ਸੰਗਤ, ਜੇ ਪੈਸੇ ਮੋਟੇ ਦੇ ਦਿਓ ਫਿਰ ਉਹ ਬਦਲ ਵੀ ਦਿੰਦੇ ਕੰਮ, ਫਿਰ ਦੂਜੇ ਸ਼ੁਭ ਲੱਛਣਾਂ ਵਾਲੇ ਵੀ ਕਰ ਦਿੰਦੇ। ਇੱਧਰ ਕਿਵੇਂ ਹਾਂਜੀ, ਸ਼ੁਭ ਥਿਤ ਪੁਨ ਸ਼ੁਭ ਵਾਰ, ਕਹਿੰਦੇ ਥਿਤ ਵੀ ਸ਼ੁਭ ਆ ਤੇ ਵਾਰ ਵੀ ਸ਼ੁਭ ਆ, ਤੇ 27 ਦੇ 27 ਜਿਹੜੇ ਨਛੱਤਰ ਹਾਜ਼ਰ ਨੇ ਜੀ। ਚੌਪਈ ਭਲੇ ਲਗਨ ਮਹਿ ਬਾਲਕ ਜਨਮਾ, ਕਹਿੰਦੇ ਬਹੁਤ ਚੰਗਾ ਸਮਾਂ ਸੀਗਾ, ਚੰਗਾ ਲੱਗਣ ਦਾ ਸਮਾਂ ਸੀਗਾ ਜਦੋਂ ਜਨਮ ਲਿਆ। ਹਾਂਜੀ ਬੇਦੁਖ ਵਿਚਾਰ ਕਰਤ ਬਹੁ ਮਨ ਮਾਹਿ, ਹਾਂਜੀ ਕਹਿੰਦੇ ਪੰਡਤ ਜਿਹੜਾ ਮਨ ਵਿੱਚ ਬਹੁਤ ਸਾਰੀਆਂ ਹੋਰ ਵਿਚਾਰਾਂ ਨਾਲ ਨਾਲ ਕਰੀ ਜਾ ਰਿਹਾ ਜੀ। ਇਹ ਸਿਸ ਹੈ ਅਵਤਾਰੀ ਕੋ, ਕਹਿੰਦੇ ਇਹ ਮੈਂ ਹੁਣ ਜਾਣ ਲਿਆ, ਜਿਹੜਾ ਇਹ ਬੱਚਾ ਆਇਆ ਧੰਨ ਗੁਰੂ ਨਾਨਕ ਪਾਤਸ਼ਾਹ ਬਾਰੇ ਬਚਨ ਸੋਚ ਰਿਹਾ ਤੇ ਲਿਖ ਰਿਹਾ। ਕਹਿੰਦੇ ਜਿਹੜਾ ਇਹ ਬੱਚਾ ਆਇਆ ਕੋਈ ਆਮ ਨਹੀਂ, ਇਹ ਅਵਤਾਰੀ ਪੁਰਸ਼ ਆ ਜੀ। ਵੱਡੇ ਭਾਗ ਕਾਲੂ ਕੇ ਹੋ, ਕਹਿੰਦੇ ਹੁਣ ਵੱਡੇ ਭਾਗ ਹੋ ਗਏ ਪਿਤਾ ਮਹਿਤਾ ਕਾਲੂ ਜੀ ਦੇ ਜੀ। ਕੈ ਬਿਦ ਵਿਸ਼ਨੂੰ ਕੇ ਸ਼ਿਵ ਭਵ ਲੀਨੋ, ਕਹਿੰਦੇ ਜਿਵੇਂ ਕਹਿੰਦੇ ਉਹ ਸੋਚ ਰਿਹਾ ਵੀ ਜਿਵੇਂ ਸ਼ਿਵ ਜੀ ਹੋਇਆ, ਵਿਸ਼ਨੂੰ ਹੋਇਆ, ਉਹਨਾਂ ਬਾਰੇ ਸੋਚ ਰਿਹਾ, ਬ੍ਰਹਮਾ ਬਾਰੇ। ਕਹਿੰਦੇ ਜਿਵੇਂ ਉਹਨਾਂ ਨੇ ਅਵਤਾਰ ਲਿਆ ਉਵੇਂ ਅਵਤਾਰ ਨੇ, ਪਰ ਉਹਨੂੰ ਇਹ ਨਹੀਂ ਪਤਾ ਇਹ ਉਹਨਾਂ ਅਵਤਾਰਾਂ ਨੂੰ ਬਣਾਉਣ ਵਾਲਾ ਜੀ। ਜਗਤ ਉਦਾਹਰਨ ਲੱਛਣ ਚੀਨੋ, ਕਹਿੰਦੇ ਜਿਹੜੇ ਇਹਨਾਂ ਦੇ ਲੱਛਣ ਨੇ ਜਗਤ ਦਾ ਉਧਾਰ ਕਰਨ ਵਾਲੇ ਨੇ, ਇਸ ਸੰਸਾਰ ਦਾ ਭਲਾ ਕਰਨ ਆਏ ਨੇ ਜੀ। ਆਤ ਪੱਤਰ ਇਸ ਸੀਸ ਝੁਲਾਰੇ, ਕਹਿੰਦੇ ਇਹਨਾਂ ਦੇ ਉੱਤੇ ਕਹਿੰਦੇ ਸੀਸ ਦੇ ਉੱਤੇ ਕੀ ਹੋਗਾ ਸਾਧ ਸੰਗਤ ਦੱਸਦੇ, ਛਤਰ ਝੂਲੂਗਾ ਜੀ। ਪੁਰਬੀ ਨਿਸਾ ਜਨਮ ਭਇਓ ਬਾਰੇ, ਕਹਿੰਦੇ ਜਿਹੜਾ ਇਹਨਾਂ ਦਾ ਜਨਮ ਹੋਇਆ ਪੂਰਨਮਾਸ਼ੀ ਵਾਲੀ ਰਾਤ ਨੂੰ ਹੋਇਆ, ਅੰਮ੍ਰਿਤ ਵੇਲੇ ਹੋਇਆ ਜੀ। ਚੱਕਰਵਰਤ ਹੋਵਹਿ ਭਵ ਮਾਹੀ, ਕਹਿੰਦੇ ਇਹ ਕਹਿੰਦੇ ਚੱਕਰਵਰਤੀ ਹੋਣਗੇ, ਕਹਿੰਦੇ ਸਾਰੇ ਸੰਸਾਰ ਵਿੱਚ ਜਾਣਗੇ ਜੀ। ਕਰਹਿ ਦਿਗ ਵਿਜੈ ਸੰਸੈ ਨਾਹੀ, ਕਹਿੰਦੇ ਇਹਨਾਂ ਦੀ ਜਿੱਤ ਹੋਊਗੀ, ਕੋਈ ਸ਼ੰਕੇ ਵਾਲੀ ਗੱਲ ਰਹਿਣ ਵੀ ਨਹੀਂ ਦੇਣਗੇ,
ਤੇ ਸ਼ੰਕਾ ਪੈਣ ਵੀ ਨਹੀਂ ਦੇਣਗੇ, ਤੇ ਸ਼ੰਕਾ ਪੈਣ ਵਾਲਿਆਂ ਤੇ ਵਿਜੈ ਵੀ ਪ੍ਰਾਪਤ ਕਰਨਗੇ, ਉਹਨਾਂ ਦੇ ਸ਼ੰਕਾ ਤੋਂ ਨਿਵਿਰਤ ਕਰ ਦੇਣਗੇ ਜੀ। ਦਰਸ਼ਨ ਕੀ ਉਰ ਲਾਲਸ ਕੀਨੀ। ਤੇ ਹੁਣ ਕਹਿੰਦੇ ਜਦੋਂ ਇਹ ਦੇਖ ਰਹੇ ਲਿਖ ਰਹੇ ਲੱਛਣਾਂ ਨੂੰ, ਤੇ ਵਿੱਚੇ ਮਨ ਦੇ ਵਿੱਚ ਲਾਲਸਾ ਹੋ ਗਈ ਵੀ ਕਿਤੇ ਸਮਾਂ ਬਣ ਜੇ ਤੇ ਮੈਨੂੰ ਦਰਸ਼ਨ ਹੀ ਹੋ ਜਾਣ ਪਾਤਸ਼ਾਹ ਦੇ। ਜਿਹੜੇ ਅਵਤਾਰੀ ਪੁਰਸ਼ ਨੇ ਜਨਮ ਲਿਆ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿੱਚ, ਤੇ ਪੰਡਤ ਸੋਚੀ ਜਾਂਦਾ ਵੀ ਜੇ ਮੈਨੂੰ ਦਰਸ਼ਨ ਹੋ ਜਾਣ ਤੇ ਮੇਰਾ ਕਿੰਨਾ ਪਾਰ ਤਾਰਾ ਹੋ ਜੇ। ਪੜੋ ਜੀ। ਦੇਹ ਸਫਲ ਆਪਣੀ ਦਿਜ ਚੀਨੀ। ਤੇ ਕਹਿੰਦਾ ਦਿਜ ਭਾਵ ਪੰਡਤ ਨੇ ਜਾਂਚ ਲਈ ਗੱਲ ਵੀ ਮੇਰੀ ਜਿਹੜੀ ਮੈਂ ਦਰਸ਼ਨ ਕਰੂੰਗਾ ਇਹਨਾਂ ਦੇ, ਤੇ ਮੇਰੀ ਦੇਹ ਜਿਹੜੀ ਸਫਲੀ ਹੋ ਜਾਊ ਗੁਰੂ ਸਾਹਿਬ ਦੇ ਦਰਸ਼ਨਾਂ ਨਾਲ ਜਿਵੇਂ ਹੁੰਦੀ ਹੈ ਜੀ। ਦੋਹਰਾ ਕਾਲੂ ਸੋ ਪੁਨ ਦਿਜ ਕਹੀ ਬਾਲਕ ਮੋਹੇ ਦਿਖਾਏ। ਤੇ ਕਹਿੰਦੇ ਫਿਰ ਕਹਿ ਦਿੱਤਾ ਪੰਡਤ ਨੇ, ਬੁਲਾਓ ਗੁਰੂ ਨਾਨਕ ਪਾਤਸ਼ਾਹ ਨੂੰ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ, ਮੈਨੂੰ ਮਿਲਾ ਦਵੋ ਜੀ। ਸੁਨ ਕਰ ਦਾਈ ਦੌਲਤਾਂ ਲੀਨੀ ਸਪਤ ਬੁਲਾਏ। ਤੇ ਕਹਿੰਦੇ ਜਦੋਂ ਕਿਹਾ ਦੌਲਤਾਂ ਦਾਈ ਜਾਓ ਜਾ ਕੇ ਆਪਦੀ ਮਾਤਾ ਜੀ ਕਹਿ ਕੇ ਤੇ ਲਿਆਓ ਬਾਲ ਨੂੰ ਉਰੇ ਲੈ ਕੇ ਆਓ ਗੁਰੂ ਨਾਨਕ ਪਾਤਸ਼ਾਹ ਨੂੰ ਜੀ। ਚੌਪਈ ਬਾਲਕ ਆਨ ਵਿਪਰ ਕੇ ਪਾਸਾ ਧਾਏ ਗਈ ਸੁਨ ਮਦ ਅਵਾਸਾ। ਤੇ ਕਹਿੰਦੇ ਪੰਡਤ ਦੇ ਕੋਲੇ ਬੱਚਾ ਲਿਆਉਣ ਵਾਸਤੇ ਤੇ ਕਹਿੰਦੇ ਤੁਰ ਕੇ ਨਹੀਂ ਗਈ। ਦੇਖੋ ਕਵੀ ਜੀ ਕਿਵੇਂ ਸਮਾਂ ਲਿਖਾਉਂਦੇ, ਬਾਲਾ ਸੰਧੂ ਜੀ ਭੋਰਾ ਬਰੀਕੀ ਨਾਲ ਨਿੱਕੀ ਨਿੱਕੀ ਗੱਲ ਲਿਖਾਉਂਦੇ। ਕਹਿੰਦੇ ਤੁਰ ਕੇ ਨਹੀਂ ਗਈ, ਚਾਅ ਚੜਿਆ ਸੀ ਪਾਤਸ਼ਾਹ ਦੇ ਆਉਣ, ਦਰਸ਼ਨ ਕੀਤੇ ਸਨ। ਤੇ ਕਹਿੰਦੇ ਫੇਰ ਕਹਿੰਦੇ ਕੀ ਹੁੰਦਾ, ਕਹਿੰਦੇ ਸਮਾਂ ਆਨੰਦਮਈ ਬਣਿਆ ਹੋਇਆ। ਤੇ ਕਹਿੰਦੇ ਦੌਲਤ ਦਾਈ ਤੁਰ ਕੇ ਨਹੀਂ ਭੱਜ ਕੇ ਜਾ ਰਹੀ ਹੈ ਜੀ। ਜਾਚਿਓ ਬਾਲਕ ਜਨਨ ਨ ਦੇਈ। ਤੇ ਜੇ ਸਾਧ ਸੰਗਤ ਜਿਵੇਂ ਪ੍ਰੇਮ ਦੇ ਨਾਲ ਪੜੋ ਨਾ, ਸਾਧ ਸੰਗਤ ਨਾਲ ਨਾਲ ਅਰਥ ਵਾਚੋ ਤੇ ਕਥਾ ਅੰਦਰ ਜਾਵੇ ਤੇ ਐਉਂ ਲੱਗਦਾ ਭੱਜੀ ਜਾਂਦੀ ਆ, ਗੁੱਤ ਵੀ ਹਿੱਲੀ ਜਾਂਦੀ ਆ, ਭੱਜੀ ਜਾਂਦੀ, ਚੁੰਨੀ ਵੀ ਠੀਕ ਕਰੀ ਜਾਂਦੀ ਆ, ਸਮਾਂ ਸਾਰਾ ਅੱਖਾਂ ਮੂਹਰੇ ਬਣੀ ਜਾਂਦਾ, ਕੱਚਾ ਜਿਹਾ ਵਿਹੜਾ। ਤੇ ਕਿਵੇਂ ਉਹ ਸਮਾਂ, ਤੇ ਜੇ ਕਿਤੇ ਸਮਾਂ ਬਣੇ ਤੇ ਨਨਕਾਣਾ ਸਾਹਿਬ ਕੇ ਦਰਸ਼ਨ ਹੋਏ ਹੋਣ ਮਹਾਰਾਜ ਦਾ, ਜਿੱਥੇ ਇਸ ਵੇਲੇ ਜਿੱਥੇ ਪ੍ਰਕਾਸ਼ ਹੋਇਆ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਸਾਧ ਸੰਗਤ। ਉਹ ਤੋਂ ਜਿਹੜੇ ਪਿਛਲੇ ਕਮਰੇ ਜਿੱਥੇ ਹੁਣ ਸੱਚਖੰਡ ਅਸਥਾਨ, ਉਹਦੇ ਬਿਲਕੁਲ ਸੱਜੇ ਪਾਸੇ ਸਾਧ ਸੰਗਤ ਜੰਡ ਹੈ ਜਿੱਥੇ ਲਛਮਣ ਸਿੰਘ ਧੀਰੋਵਾਲ ਨੂੰ ਜਿਉਂਦੇ ਨੂੰ ਸਾੜ ਦਿੱਤਾ ਸੀਗਾ, ਸ਼ਹੀਦ ਕਰ ਦਿੱਤਾ ਸੀ। ਉਹਦੇ ਨਾਲ ਹੁਣ ਇੱਕ ਹੋਰ ਕਮਰਾ ਆਪਣਾ, ਜੇ ਉੱਥੇ ਗਏ ਹੋਵੋ ਤੇ ਵੜਦੇ ਨੂੰ ਪਹਿਲਾਂ ਖੂਹੀ ਦਿੰਦੀ ਹੈ ਮਹਾਰਾਜ ਦੇ ਘਰ ਦੀ, ਜਿੱਥੋਂ ਜਲ ਛਕਿਆ ਕਰਦੇ, ਤੇ ਅੱਖਾਂ ਮੂਹਰੇ ਸਮਾਂ ਦੱਸਦਾ। ਦਾਸ ਨੂੰ ਇਉਂ ਲੱਗ ਰਿਹਾ ਵੀ ਉੱਥੋਂ ਭੱਜੇ ਜਾ ਰਹੀ ਹੈ ਦੌਲਤਾਂ ਦਾਈ, ਤੇ ਜਿਹੜਾ ਮੂਹਰਲਾ ਵਿਹੜਾ ਉੱਥੇ ਬੈਠੇ ਆ ਪਿਤਾ ਜੀ, ਤੇ ਪਿੱਛੋਂ ਬੁਲਾਉਣ ਗਈ ਆ ਜੀ। ਫਿਰ ਪੜੋ ਜੀ। ਜਾਚਿਓ ਬਾਲਕ ਜਨਨ ਨ ਦੇਈ। ਤੇ ਕਹਿੰਦੇ ਜਦੋਂ ਜਾ ਕੇ ਦੱਸਿਆ ਵੀ ਮੰਗਾਇਆ ਹੈਗਾ ਤੇ ਬੱਚਾ ਤੁਸੀਂ ਬੱਚੇ ਨੂੰ ਦਵੋ, ਤੇ ਮਾਂ ਕਹਿੰਦੀ ਅੱਗੋਂ ਮਾਤਾ ਤ੍ਰਿਪਤਾ ਕਹਿੰਦੀ ਮੈਂ ਦੇਣਾ ਨਹੀਂ ਜੀ। ਜਿਉ ਕਿਰਪਨ ਧਨ ਪ੍ਰੀਤ ਰਖੇਈ। ਕਹਿੰਦੇ ਕਿਰਪਨ ਹੁੰਦਾ ਜਿਵੇਂ ਸਾਧ ਸੰਗਤ ਕੋਈ ਬਹੁਤ ਕੰਜੂਸ ਹੋਵੇ ਤੇ ਉਹ ਤੋਂ ਕੋਈ ਪੈਸੇ ਮੰਗ ਲਏ, ਉਹ ਦਿੰਦਾ ਨਹੀਂ ਸਾਧ ਸੰਗਤ। ਕਹਿੰਦੇ ਮਾਂ ਕਹਿੰਦੇ ਉਵੇਂ, ਕਹਿੰਦੇ ਇੱਕ ਉਦਾਹਰਨ ਦਿੱਤੀ ਆ, ਮਾਂ ਕੋਈ ਕੰਜੂਸ ਨਹੀਂ, ਏਡੇ ਦਾਤੇ ਦੀ ਮਾਂ ਹੋਵੇ ਸਾਧ ਸੰਗਤ, ਕੋਈ ਛੋਟੀ ਮੋਟੀ ਨਹੀਂ, ਬਹੁਤ ਸ਼ਕਤੀਆਂ ਦੀ ਉਹ ਵੀ ਮਾਲਕ, ਕੋਈ ਆਮ ਕੁੱਖ ਨਹੀਂ, ਬਹੁਤ ਵੱਡੀ ਬਖਸ਼ਿਸ਼ ਆ ਸਾਧ ਸੰਗਤ। ਤੇ ਕਹਿੰਦੇ ਉਦਾਹਰਨ ਦਿੱਤੀ ਹੈ, ਕਹਿੰਦੇ ਜਿਵੇਂ ਕੋਈ ਕੰਜੂਸ ਬੰਦਾ ਹੋਵੇ ਮਾਇਆ ਨਾ ਦੇਵੇ, ਤੇ ਕਹਿੰਦੇ ਮਾਤਾ ਉਵੇਂ ਉਹ ਬਾਲ ਗੁਰੂ ਨਾਨਕ ਨੂੰ ਨਹੀਂ ਦੇ ਰਹੀ ਜੀ। ਕਹੈ ਸਰਦ ਰੁੱਤ ਸਰਦੀ ਲੱਗ ਹੈ। ਕਹਿੰਦੇ ਸਰਦ ਰੁੱਤ ਆ, ਸਿਆਲਾਂ ਦੇ ਦਿਨ ਨੇ, ਤੇ ਕਹਿੰਦੇ ਠੰਡ ਲੱਗ ਜੂਗੀ। ਤੇ ਮੈਂ ਇੱਕ ਮਾਫੀ ਚਾਹੁੰਦਾ ਦਾਸ ਸਾਧ ਸੰਗਤ, ਆ ਦੇਖੋ ਪੰਕਤੀ ਆਪ ਜੀ ਦਰਸ਼ਨ ਵੀ ਕੀਤੀ, ਪੜ੍ਹੀ ਵੀ ਆ। ਇੱਕਦਮ ਮਹਾਰਾਜ ਨੇ ਹੁਣੇ ਇੱਕਦਮ ਭਾਈ ਮਨ ਦੇ ਵਿੱਚ ਵੀ ਕਈ ਜਿਹੜੇ ਆ 2 ਸਾਲ ਦੇ ਕੋਰਸ ਵਾਲੇ ਕਹਿੰਦੇ ਮਹਾਰਾਜ ਦਾ ਜਿਹੜਾ ਪ੍ਰਕਾਸ਼ ਅਪ੍ਰੈਲ 'ਚ ਹੋਇਆ ਸੀ, ਮਾਰਚ ਅਪ੍ਰੈਲ 'ਚ, ਤੇ ਪੁੱਛਣ ਵਾਲਾ ਹੋਵੇ ਵੀ ਤੁਹਾਡਾ ਉੱਥੇ ਕਿਹੜੇ ਤੁਹਾਡੇ ਸਿਆਲ ਦੇ ਦਿਨ ਹੁੰਦੇ, ਇੱਥੇ ਆ ਲਿਖ ਦਿੱਤਾ। ਤੇ ਇਹ ਉਹ ਲਿਖਦੇ ਜਿਹੜੇ ਮਹਾਰਾਜ ਦੇ ਨਾਲ ਰਹਿਣ ਵਾਲੇ ਭਾਈ ਬਾਲਾ ਸੰਧੂ ਜੀ, ਕਹਿੰਦੇ ਮਾਤਾ ਜੀ ਨੇ ਕਿਹਾ ਸਿਆਲਾਂ ਦੇ ਦਿਨ ਨੇ, ਬੱਚੇ ਨੂੰ ਠੰਡ ਲੱਗ ਸਕਦੀ, ਉਹ ਦੱਸਣਗੇ ਜੀ। ਮ੍ਰਿਦੁਲ ਬਾਲ ਬਾਹਰ ਕਸ ਮੰਗ ਹੈ। ਤੇ ਹੁਣ ਜਾਣ ਲੈਣਾ ਵੀ ਵਿਸਾਖੀ ਵਾਲਾ ਜਿਹੜਾ ਦਿਨ ਹੈ ਉਦੋਂ ਮਹਾਰਾਜ ਦਾ ਪ੍ਰਕਾਸ਼ ਨਹੀਂ, ਇਹ ਕਦੋਂ ਹੋਇਆ ਸੀ, ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ। ਇਹ ਗੱਲ ਪੱਕੀ ਬੰਨ ਲੈਣੀ ਹੈ ਜੀ। ਫੇਰ ਪੜੋ ਜੀ। ਮ੍ਰਿਦੁਲ ਬਾਲ ਬਾਹਰ ਕਸ ਮੰਗ ਹੈ। ਕਹਿੰਦੇ ਭਾਈ ਮ੍ਰਿਦੁਲ ਭਾਵ ਬਹੁਤ ਕੋਮਲ ਸਰੀਰ ਵਾਲੇ, ਇਹਨਾਂ ਨੂੰ ਬਾਹਰ ਲੈ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਜੀ। ਬਹੁਰ ਵੀ ਦੁੱਖ ਹੈ ਬਾਰੰਬਾਰਾ। ਤੇ ਬਾਰ-ਬਾਰ ਜਦੋਂ ਬੇਨਤੀਆਂ ਕਰੀ ਜਾਂਦੇ ਨੇ ਜੀ। ਜਾਚਿਓ ਦਇਓ ਤਾਤ ਅਤ ਪਿਆਰਾ। ਤੇ ਕਹਿੰਦੇ ਜਦੋਂ ਬਾਰ-ਬਾਰ ਬੇਨਤੀਆਂ ਕਰੀ ਜਾਂਦੇ, ਨਹੀਂ ਜੀ ਤੂੰ ਬੇਨਤੀ ਆ ਤੁਸੀਂ ਦਵੋ, ਬਾਹਰ ਕੋਈ ਡੀਕ ਰਿਹਾ, ਲੈ ਕੇ ਜਾਣਾ ਬੱਚੇ ਨੂੰ, ਬਾਰ-ਬਾਰ ਕਹਿਣ ਦੇ ਫੇਰ ਮਾਤਾ ਜੀ ਨੇ ਬੱਚੇ ਨੂੰ ਬਾਲ ਗੁਰੂ ਨਾਨਕ ਨੂੰ ਦਿੱਤਾ ਜੀ। ਲੇਕਰ ਦੌਲਤ ਬਾਹਰ ਆਈ। ਤੇ ਜਦੋਂ ਲੈ ਕੇ ਬਾਹਰ ਆਏ ਨੇ ਜੀ, ਆਨਨ ਆਰਨ ਜਾਤ ਸੁਹਾਈ। ਤੇ ਕਹਿੰਦੇ ਫੇਰ
ਕਹਿੰਦੇ ਜਦੋਂ ਲੈ ਕੇ ਆਏ ਨੇ ਤੇ ਕੀ ਸਮਾਂ ਬਣਿਆ, ਬਹੁਤ ਇਕਾਗਰਤਾ ਨਾਲ ਕਰੋ ਸਰਵਣ ਜੀ। ਫੇਰ ਪੜੋ ਜੀ। ਆਨਨ ਆਰਨ ਜਾਤ ਸੁਹਾਈ। ਤੇ ਕਹਿੰਦੇ ਦੇਖਿਆ, ਕਹਿੰਦੇ ਮੁਖੜਾ ਜਿਹੜਾ ਹੈਗਾ ਕਹਿੰਦੇ ਕਿਵੇਂ ਆ, ਕਮਲ ਵਾਂਗੂ ਖਿੜਿਆ ਹੋਇਆ ਪਾਤਸ਼ਾਹ ਦਾ ਜੀ। ਲਗ ਤਨ ਜੋਤ ਵਿਸਾਲ ਬਿਰਾਜ ਹੈ। ਤੇ ਕਹਿੰਦੇ ਦੇਖ ਕੇ ਪੰਡਤ ਸਮਝ ਗਿਆ ਸਰੀਰ ਛੋਟਾ ਪਰ ਬਹੁਤ ਵੱਡੀ ਜੋਤ ਵਿਰਾਜੀ ਹੋਈ ਹੈ ਜੀ। ਜਿਉ ਬਟ ਅਖੈ ਰੂਪ ਲਗ ਸਾਜ ਹੈ। ਦੋਹਰਾ ਦਿਜਵਰ ਆਤਮਤਵਾਨ ਮਨ ਸਰਬ ਲਿੰਗ ਪਹਿਚਾਨ। ਹਾਂ, ਵੱਟ ਭਾਸ਼ਾ ਸੰਗਤ ਇੱਕ ਹਿੰਦੂ ਧਰਮ ਦਾ ਵਿਸ਼ਵਾਸ ਆ। ਕਵੀ ਜੀ ਨੇ ਉੱਥੇ ਅਲੰਕਾਰ ਲਾ ਕੇ ਦੱਸਣਾ ਕੀਤਾ। ਇਲਾਹਾਬਾਦ ਦੇ ਵਿੱਚ ਸਾਧ ਸੰਗਤ ਇੱਕ ਪ੍ਰਯਾਗ ਰਾਗ ਦੇ ਉੱਪਰ ਇੱਕ ਛੋਟਾ ਜਿਹਾ ਬੌਣਾ ਜਿਹਾ ਇਹਨਾਂ ਦਾ ਭਰੋਟੇ ਦਾ ਦਰਖਤ ਖੜਾ ਸਾਧ ਸੰਗਤ, ਜਿਹਦੇ ਬਾਰੇ ਉਹਨਾਂ ਦਾ ਵਿਸ਼ਵਾਸ ਆ ਕਿ ਉਹ ਕਹਿੰਦੇ ਪਰਲੋ ਵੀ ਆ ਜਾਊਗੀ, ਮਹਾਪਰਲੋ ਵੀ ਆ ਜਾਊਗੀ, ਇਹ ਦਰਖਤ ਪੱਟਿਆ ਨਹੀਂ ਜਾਊਗਾ। ਤੇ ਕਹਿੰਦੇ ਇੱਥੇ ਕਵੀ ਜੀ ਅਲੰਕਾਰ ਲਾਉਂਦੇ ਨੇ, ਕਹਿੰਦੇ ਕਿਵੇਂ, ਕਹਿੰਦੇ ਜਦੋਂ ਪੰਡਤ ਨੇ ਦੇਖਿਆ ਤੇ ਜਾਣ ਲਿਆ ਭਵਨ ਦੀ ਕੋਮਲ ਸਰੀਰ ਆ, ਛੋਟਾ ਜਿਹਾ ਸਰੀਰ ਆ ਤੇ ਜੋਤ ਬਹੁਤ ਵੱਡੀ ਆ, ਤੇ ਜਾਣ ਲਿਆ ਇਹ ਉਹ ਦਰਖਤ ਵਰਗੇ ਉਦਾਹਰਨ ਦਿੰਦੇ ਨੇ ਜਿਵੇਂ ਹਿੰਦੂ ਧਰਮ ਦਾ ਵਿਸ਼ਵਾਸ ਹੈ ਜਿਹੜਾ ਪੱਟਿਆ ਨਹੀਂ ਜਾ ਸਕਦਾ। ਇਲਾਹਾਬਾਦ ਜੀ। ਦੋਹਰਾ ਦਿਜਵਰ ਅਤ ਮਤਵਾਨ ਮਨ। ਤੇ ਕਹਿੰਦੇ ਬਹੁਤ ਮਸਤੀ ਵਿੱਚ ਆ ਗਿਆ ਪੰਡਤ ਦੇਖ ਕੇ ਜੀ। ਸਰਬ ਲਿੰਗ ਪਹਿਚਾਨ। ਤੇ ਸਾਰੇ ਅੰਗਾਂ ਨੂੰ ਪਛਾਣ ਗਿਆ ਜੀ। ਹੇਰਤ ਉਰ ਹਰਖਤ ਸਰਸ ਠਾਡਾ ਭਇਓ ਸੁਜਾਨ। ਤੇ ਕਹਿੰਦੇ ਖੜਾ ਹੀ ਰਿਹਾ ਸਾਧ ਸੰਗ ਦੇਖ ਕੇ, ਬੜਾ ਸਿਆਣਾ ਦੇਖ ਰਿਹਾ, ਚੰਗੇ ਗੁਣਾਂ ਨੂੰ ਪਰਖ ਰਿਹਾ ਜੀ। ਚੌਪਈ ਪੁਲਕਿਓ ਪਰਮ ਪ੍ਰੇਮ ਮਹਿ ਮਨੁਆ। ਹਾਂ, ਪੁਲਕਿਓ ਹੁੰਦਾ ਸਾਧ ਸੰਗਤ ਜਿਵੇਂ ਕੋਈ ਖੇਡ ਵਰਤੇ ਤੇ ਨਾਲ ਜਿਵੇਂ ਆਪਾਂ ਮਹਾਰਾਜ ਬਾਣੀ ਪੜ੍ਹਦੇ ਹਾਂ ਗੁਰਮੁਖਾਂ ਨੂੰ ਆਪਾਂ ਧੁਰਤ ਨਹੀਂ ਲੈਂਦੇ ਦੇਖਿਆ, ਮੋਰੀ ਰੁਣ ਝੁਣ ਲਾਇਆ। ਕਹਿੰਦੇ ਜਦੋਂ ਦਰਸ਼ਨ ਕੀਤੇ ਨੇ ਮਹਾਰਾਜ ਜਿਸ ਮਿਲੇ ਮਨ ਹੋਤ ਆਨੰਦਾ ਸੋ ਸਤਿਗੁਰ ਕਹੀਏ। ਕਹਿੰਦੇ ਜਦੋਂ ਮਹਾਰਾਜ ਦਰਸ਼ਨ ਕੀਤੇ ਤੇ ਪੰਡਤ ਦੇ ਸਾਧ ਸੰਗਤ ਮਨ ਨੂੰ ਬੜਾ ਆਨੰਦ ਆਇਆ ਤੇ ਪੁਲਕਿਓ ਭਾਵ ਉਹਨੂੰ ਧੁਰਤਰੀ ਆਈ, ਉਹਦੇ ਅੰਦਰ ਇੱਕਦਮ ਖੇੜਾ ਆਇਆ। ਫੇਰ ਪੜੋ ਜੀ। ਪੁਲਕਿਓ ਪਰਮ ਪ੍ਰੇਮ ਮਹਿ ਮਨੁਆ। ਤੇ ਕਹਿੰਦੇ ਇੱਕਦਮ ਉਹ ਧੁਰਤਰੀ ਆਈ, ਉਹਨੂੰ ਦਰਸ਼ਨ ਕਰਕੇ ਮਹਾਰਾਜ ਦੇ ਤੇ ਹਿਰਦਾ ਪ੍ਰੇਮ ਵਿੱਚ ਭਰ ਗਿਆ ਜੀ। ਬੰਦਨ ਕਰ ਜਾਣਿਓ ਨਿਜ ਧਨੁਆ। ਤੇ ਬਸ ਜਾਣ ਗਿਆ ਵੀ ਇਹੀ ਸਾਰਿਆਂ ਸ੍ਰੇਸ਼ਟ ਨੇ। ਤੇ ਕਹਿੰਦੇ ਨਾਲ ਹੀ ਪਹਿਲਾਂ ਉਹਨੇ ਪੰਡਤ ਨੇ ਨਮਸਕਾਰ ਕੀਤੀ ਗੁਰੂ ਨਾਨਕ ਪਾਤਸ਼ਾਹ ਦੇ ਉਹਨੇ ਚਰਨਾਂ ਤੇ ਜੀ। ਜਿਉ ਜਨ ਇਸ਼ਟ ਦੇਵ ਕੋ ਦੇਖੀ। ਜਿਵੇਂ ਕੋਈ ਕਿਸੇ ਨੂੰ ਆਪਦਾ ਰੱਬ ਮੰਨੇ ਜਿਵੇਂ ਉਹਨੂੰ ਦੇਖਦਾ, ਤੇ ਕਹਿੰਦੇ ਪੰਡਤ ਨੇ ਮਹਾਰਾਜ ਨੂੰ ਉਵੇਂ ਤੱਕਣਾ ਕੀਤਾ ਜੀ। ਤਿਉ ਉਰ ਮਹਿ ਭਾ ਮੋਦ ਵਿਸੇਖੀ। ਬਹੁਤ ਹਿਰਦੇ ਵਿੱਚ ਪ੍ਰਸੰਨਤਾ ਲਿਆਂਦੀ ਮਹਾਰਾਜ ਦਰਸ਼ਨ ਕਰਕੇ ਜੀ। ਸਭ ਅੰਗਨ ਕੇ ਸੁੰਦਰ ਲੱਛਣ। ਤੇ ਸਾਰੇ ਅੰਗਾਂ ਦੇ ਸ਼ੁਭ ਲੱਛਣ ਜਿਹੜੇ ਦੇਖੇ ਨੇ ਜੀ, ਕਰੋ ਦਰਸ਼ਨ ਜੀ। ਲੱਗਿਓ ਬਿਲੋਕਨ ਵਿਪਰ ਵਿਚਛਣ। ਹਾਂ, ਹੁਣ ਵਿਪਰ ਭਾਵ ਪੰਡਤ ਹੁਣ ਕੱਲੇ ਕੱਲੇ ਅੰਗਾਂ ਨੂੰ ਹੁਣ ਦੇਖਦਾ ਮਹਾਰਾਜ ਦੇ ਜੀ। ਅਰੁਣ ਚਰਨ ਬਰ ਮ੍ਰਿਦੁਲ ਸੁਹਾਵੈ। ਜੋ ਦੇਖੇ ਮਹਾਰਾਜ ਦੇ ਚਰਨ ਥੱਲੋਂ ਜਦੋਂ ਕੱਪੜਾ ਪਰੇ ਕੀਤਾ ਤੇ ਐ ਸਾਧ ਸੰਗਤ ਲਾਲ ਲਾਲ ਚਰਨ ਸਨ ਜਿਵੇਂ ਕਮਲ ਹੋਣ ਜੀ, ਪੰਖੜੀਆਂ ਜੀ। ਜਿਮ ਦਲ ਕੋਕ ਨੰਦਨ ਦੁੱਤ ਪਾਵੈ। ਜਿਵੇਂ ਕਮਲ ਦੇ ਕਹਿੰਦੇ ਸਾਧ ਸੰਗਤ ਖੂੰਜੇ ਤੋਂ ਥੱਲਿਓਂ ਭਰ ਕੇ ਲਾਲੀ ਨਾਲ ਜਿਵੇਂ ਭਰੇ ਹੁੰਦੇ ਉਵੇਂ ਭਰੇ ਨੇ ਪੰਖੜੀਆਂ ਵਾਂਗੂ ਜੀ। ਉਜ ਆਜਾਨ ਕੰਧ ਸ਼ੁਭ ਉੱਚੇ। ਕਹਿੰਦੇ ਕੰਧੇ ਜਿਹੜੇ ਉੱਚੇ ਨੇ ਤੇ ਕਹਿੰਦੇ ਬਾਹਾਂ ਅਜਾਨ ਭਾਵ ਇੰਨੀਆਂ ਲੰਮੀਆਂ ਨੇ ਕਿ ਪਾਤਸ਼ਾਹ ਦੇ ਗੋਡਿਆਂ ਤੋਂ ਥੱਲੇ ਆਉਂਦੀਆਂ ਨੇ। ਲੰਮੀਆਂ ਬਾਹਾਂ ਸਾਧ ਸੰਗਤ ਨਿਸ਼ਾਨੀਆਂ ਹੁੰਦੀਆਂ, ਬਹੁਤ ਤਰ੍ਹਾਂ ਦੀਆਂ ਗੁਣ ਹੁੰਦੇ ਨੇ। ਜਿਵੇਂ ਆ ਦਾਸ ਦੱਸ ਰਹੇ ਸੌਖੀ ਸੋਨ ਘਰੇ ਵੀ ਮਾਫੀ ਚਾਹੁੰਦਾ ਦਾਸ, ਕਈ ਤਰ੍ਹਾਂ ਦੀਆਂ ਗੱਲਾਂ ਦੱਸਣੀਆਂ ਪੈਂਦੀਆਂ। ਮਾਫੀ ਚਾਹੁੰਦਾ ਇਹ ਕਈ ਤਰ੍ਹਾਂ ਦੇ ਗੁਣ ਹੁੰਦੇ ਸਾਧ ਦੱਸਦੇ ਨੇ। ਜਿਵੇਂ ਗੂਠਾ ਲੰਬਾ ਹੋਵੇ, ਸੱਜੇ ਪੈਰ ਦਾ ਉਂਗਲ ਛੋਟੀ ਹੋਵੇ ਤੇ ਬੰਦੇ ਦਾ ਪ੍ਰਭਾਵ ਰਹਿੰਦਾ ਘਰ ਵਿੱਚ ਪਰਿਵਾਰ ਤੇ ਖੱਬੇ ਪੈਰ ਦਾ ਗੂਠੇ ਨਾਲ ਦੀ ਉਂਗਲ ਲੰਬੀ ਹੋਵੇ ਤੇ ਕਹਿੰਦੇ ਬੀਬੀ ਸਿਆਣੀ ਹੁੰਦੀ ਘਰ ਵਿੱਚ। ਇਹ ਐ ਕਈ ਤਰ੍ਹਾਂ ਦੇ ਬੇਅੰਤ ਤਰ੍ਹਾਂ ਦੇ ਗੁਣ ਹੁੰਦੇ ਸਾਧ। ਅੱਖਾਂ ਵਿੱਚ ਤਿਣ ਹੋਣਾ ਤੇ ਸਾਧ ਸੰਗਤ ਉਹ ਭਾਵ ਬੜਾ ਸ੍ਰੇਸ਼ਟ ਬੰਦਾ, ਪਦਮ ਹੋਣਾ, ਦੰਦਾਂ 'ਚ ਬਿੱਥ ਹੋਣੀ ਅਤੇ ਆਦਿਕ ਬਹੁਤ ਸਾਰੇ ਬੇਅੰਤ ਗੁਣ ਨੇ ਸਾਧ ਸੰਗਤ, ਜਿਹਦੇ ਕਰਕੇ ਪਰਖ ਹੁੰਦੀ ਹੈ। ਉਹ ਸਰੀਰ ਦੇ ਗੁਣਾਂ ਦਾ ਪਤਾ ਲੱਗਦਾ, ਬੈਠਣ ਉੱਠਣ ਦਾ ਪਤਾ ਲੱਗਦਾ। ਦੱਸ ਰਿਹਾ ਸੀਗਾ ਬਾਹਾਂ 'ਚ ਬਾਹਾਂ ਪਾ ਕੇ ਜਿਹੜੇ ਬਹਿੰਦੇ ਆ ਇੱਕ ਤੇ ਉਹ ਬੈਠਣਾ ਪਤਾ ਲੱਗ ਜਾਂਦਾ ਵੀ ਸ੍ਰੇਸ਼ਟ ਇਹਦੇ ਸ਼ੇਰ ਵਰਗੇ ਗੁਣ ਨੇ। ਜਦੋਂ ਬੱਬਰ ਸ਼ੇਰ ਨੂੰ ਦੇਖੋ ਤੇ ਉਹ ਪੈਰ ਦੇ ਉੱਪਰ ਪੈਰ ਘੁਮਾ ਕੇ ਰੱਖੂਗਾ। ਜੇ ਰਾਜੇ ਮਹਾਰਾਜ ਨੇ ਦੇਖੋ ਭਾਵ ਉਹ ਚੰਗੇ ਖਾਨਦਾਨ ਦਾ, ਬਹੁਤ ਸ੍ਰੇਸ਼ਟ ਗੁਣ ਨੇ। ਹੱਥਾਂ ਨੂੰ ਲਮਕਾਉਣਾ, ਹੱਥਾਂ ਨੇ ਉਂਗਲਾਂ ਭਾਂਦੇ ਰਹਿਣਾ ਤੇ ਆਦਿਕ ਇਹ ਪਤਾ ਲੱਗ ਜਾਂਦਾ ਛੋਟੀ ਗਿਣਤੀ ਦੇ ਵਿੱਚ ਭਾਵ ਨੀਵੀਂ ਸੋਚ ਵਿੱਚ ਤੇ ਆਦਿਕ ਬਹੁਤ ਸਾਰੇ ਬੇਅੰਤ ਲੱਛਣ ਨੇ ਸਾਧ ਸੰਗਤ ਪਿਛਲੇ ਦਿਨੀ ਸਿੰਘਾਂ ਨੂੰ ਲਿਖਵਾਏ ਵੀ ਸਨ, ਜਿੱਤੋਂ ਬੰਦੇ ਦਾ ਪਤਾ ਲੱਗ ਜਾਂਦਾ ਵੀ ਕਿਹੋ ਜਿਹੀ ਰਹਿਣੀ ਬਹਿਣੀ ਕਹਿਣੀ ਕਥਨੀ ਕਿਹੋ ਜਿਹੀ, ਉਹਦੀ ਸੋਚ ਵਿਚਾਰ ਕਿਹੋ ਜਿਹੀ, ਦਸਤਾਰ ਤੋਂ ਕੱਪੜਿਆਂ ਤੋਂ ਉਹਦੀ ਜੁੱਤੀ ਤੋਂ ਦੱਸ ਰਿਹਾ ਸੀਗਾ। ਤੇ ਜਿਹੜਾ ਮਤਲਬ ਖਾਣੇ ਪੀਣੇ ਤੋਂ ਪਾਣੀ ਦੇ ਵਿੱਚ ਗਲਾਸ ਪੀਣਾ ਤੇ ਉਹਦੇ ਵਿੱਚ ਥੋੜਾ ਪਾਣੀ ਵੱਜਣਾ, ਚੰਗੇ ਖਾਨਦਾਨ ਦੇ ਪਰਿਵਾਰ ਦੇ ਦੀ ਗੱਲ ਹੈ। ਪੁੱਛਿਆ ਜੀ ਉਹ ਕਿਵੇਂ? ਮੈਂ ਕਿਹਾ ਮੂੰਹ ਨਹੀਂ ਤਾਂ ਨਹੀਂ ਬਹੁਤਾ ਚੱਕਦੇ, ਉਹ ਭਾਵ ਐ ਸਹਿਜ ਵਿੱਚ ਰਹਿੰਦੇ ਆ।
ਕਹਿੰਦੇ ਆ ਕਮਾਲ ਦੀ ਗੱਲ ਹੈ। ਫਿਰ ਬਹੁਤ ਸਾਰੇ ਗੁਣ ਲਿਖਵਾਏ ਅੱਜ ਵੀ, ਤੇ ਉਹਨਾਂ ਗੁਣਾਂ ਤੋਂ ਪਤਾ ਲੱਗਦਾ ਵੀ ਕਿਹੜੇ ਸ੍ਰੇਸ਼ਟ ਗੁਣ, ਕਿਹੜੀ ਗਿਣਤੀ ਦਾ। ਜਿਵੇਂ ਆਪ ਜੀ ਨੇ ਪਿਛਲੇ ਦਿਨ ਹੀ ਸੁਣਿਆ ਸੀਗਾ ਕਿ ਮਹਾਰਾਜ ਨੇ ਆਉਣ ਤੋਂ ਪਹਿਲਾਂ ਦੇਖਿਆ ਸੀ ਕਿਹੜੀ ਕੁੱਲ ਨੂੰ ਕਲੰਕ ਨਹੀਂ ਲੱਗਿਆ ਹੋਇਆ, ਤੇ ਦੇਖਿਆ ਜੀ ਬੇਦੀਆਂ ਦੀ ਕੁੱਲ। ਐਂ ਸਾਧ ਸੰਗਤ ਬੜਾ ਕੁਛ ਹੁੰਦਾ ਹੈ, ਜਿਹੜਾ ਮਤਲਬ ਪਰਖਾਂ ਹੁੰਦੀਆਂ, ਜਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ। ਅੱਜ ਕੱਲ੍ਹ ਗਧਾ ਘੋੜਾ ਮਿਕਸ ਹੋਇਆ ਪਿਆ, ਪਤਾ ਲੱਗਦਾ ਕੋਈ ਕਿਸੇ ਨੂੰ ਨਹੀਂ। ਤੇ ਹੁਣ ਆਹ ਦੇਖ ਲਓ ਜਿਹੜੇ ਅਕਰਚੈਂਟੀ ਵਾਲੇ ਕਰਦੇ ਫਿਰਦੇ ਆ, ਤੇ ਬਣਾਉਣਗੇ ਕਿਹੋ ਜਿਹੇ ਲੋਕ ਇਹ, ਮਰਜ਼ੀ ਨਾਲ ਵਿਆਹ ਕਰਾਉਣਗੇ ਤੇ ਬਣਨਾ ਕੀ ਇਹਨਾਂ ਦੇ। ਕਿੱਥੋਂ ਖਾਨਦਾਨੀ ਦੇ ਚੰਗੀਆਂ ਕੁੱਲਾਂ ਅੱਗੇ ਚੰਗੀ ਬਰੀਡ ਕਿੱਥੋਂ ਬਣਨੀ, ਕਿੱਥੋਂ ਉਹਨਾਂ ਵਿੱਚ ਚੰਗੇ ਯੋਧੇ ਬਣਨਗੇ। ਸਿਰਫ ਜ਼ੁਲਮ ਕਰਨ ਵਾਲੇ ਉਹੀ ਬਣਨਗੇ। ਪਤਾ ਹੀ ਆਪਾਂ ਨੂੰ, ਹੁਣ ਮੈਂ ਨਾਂ ਕੀ ਲੈਣਾ, ਜਿਹੜੇ ਆ ਦੋ ਮਿਕਸ ਹੋ ਜਾਂਦੇ ਤਾਂ ਸਾਧ ਸੰਗਤ ਪਤਾ ਹੀ ਆਪਾਂ ਨੂੰ। ਤੇ ਉਹਦੀ ਸੋਚ ਦੇ ਇੱਥੇ ਗੋਰੇ ਵੀ ਮੰਨਦੇ ਉਸ ਗੱਲ ਨੂੰ ਵੀ ਉਹ ਬੰਦਾ ਬੜਾ ਖਤਰਨਾਕ, ਮੌਰੀ ਪੂਰਾ ਮੌਰੀ ਰਹੇ, ਗੋਰਾ ਪੂਰਾ ਗੋਰਾ ਰਹੇ, ਫਿਰ ਵੀ ਕੁਛ ਠੀਕ ਰਹਿੰਦੇ। ਭਾਵੇਂ ਕਈ ਤਰ੍ਹਾਂ ਦੇ ਸਾਧ ਸੰਗਤ ਗੌੜਾਂ ਉਗਣ ਹੁੰਦੇ ਨੇ। ਇਹ ਸਾਡੇ ਪਰਿਵਾਰਾਂ ਪਿੱਛੇ ਸਾਰੇ ਪਰਿਵਾਰਾਂ 'ਚ ਦੱਸੇ ਜਾਂਦੇ ਸਨ ਵੀ ਕਿਵੇਂ ਕਿਵੇਂ ਰਹਿਣੀ ਬਹਿਣੀ, ਕਹਿਣੀ ਕਥਨੀ ਕਿਹੋ ਜਿਹੀ ਰੱਖਣੀ। ਉਹੋ ਜਿਹੇ ਕੁਛ ਲੱਛਣਾਂ ਦੀਆਂ, ਹੱਥਾਂ ਦੀਆਂ ਗੱਲਾਂ ਕਰਦੇ ਆ। ਹੱਥ ਕਿਵੇਂ ਲੰਬੇ ਹੋਣੇ ਚਾਹੀਦੇ ਆ, ਤਲੀ ਕਿਵੇਂ ਹੋਣੀ ਚਾਹੀਦੀ ਹੈ, ਮੁੱਖ ਕਿਵੇਂ ਹੋਣਾ ਚਾਹੀਦਾ, ਦੰਦਵੀੜ ਕਿਵੇਂ ਹੋਣੀ ਚਾਹੀਦੀ ਹੈ, ਤੋਂ ਲੈ ਕੇ ਸਾਧ ਸੰਗਤ ਇਹ ਸਾਰੇ ਮੋਟੇ ਬੁੱਲ ਹੋਣੇ ਅਤੇ ਆਦਿਕ ਬਹੁਤ ਸਾਰੇ ਗੁਣ ਨੇ। ਅੱਗੇ ਦੱਸਣਾ ਭਰਵੱਟੇ ਵਿੱਚੋਂ ਕੇਸ ਮਿਲਣੇ, ਭਾਵ ਬਹੁਤ ਮਿੱਤਰਤਾਈ ਵਾਲਾ, ਬਹੁਤ ਤੁਰਨ ਫਿਰਨ ਵਾਲਾ ਹੁੰਦਾ ਬੰਦਾ, ਤੇ ਆਦਿਕ ਬਹੁਤ ਸਾਰੇ ਗੁਣ ਹੁੰਦੇ ਸਾਧ ਸੰਗਤ। ਅੱਗੇ ਹੁਣ ਦੱਸਣਾ ਕਰੋ ਸਰਵਣ ਜੀ। ਕਰਜ ਅਰਨ ਜਿਉ ਨਗ ਹੋਏ ਸੂਚੇ। ਕਹਿੰਦੇ ਜਿਹੜੇ ਚਰਨ ਨੇ ਤੇ ਕਮਲ ਸਰੀਖੇ ਨੇ, ਤੇ ਜਿਹੜੇ ਉਹਨਾਂ ਉੱਤੇ ਨਹੁੰ ਨੇ ਉਹਨਾਂ ਬਾਰੇ ਦੱਸਦੇ ਨੇ। ਕਹਿੰਦੇ ਕਿਵੇਂ ਨੇ, ਜਿਵੇਂ ਉੱਤੇ ਸੁੱਚੇ ਮੋਤੀ ਜੜੇ ਹੋਣ ਜੀ। ਕਰ ਸਾਖਾ ਇੱਕ ਸਾਰ ਵਿਸਾਲਾ। ਤੇ ਕਹਿੰਦੇ ਜਿਹੜੇ ਹੱਥਾਂ ਦੀਆਂ ਉਂਗਲਾਂ ਸਾਧ ਸੰਗਤ ਉਹ ਵੀ ਲੰਮੀਆਂ ਨੇ, ਹੱਥ ਵੀ ਵੱਡੇ ਨੇ ਪਾਤਸ਼ਾਹ ਦੇ, ਤੇ ਉਹਦੇ ਨਾਲ ਉਂਗਲਾਂ ਸਾਧ ਸੰਗਤ ਬਹੁਤ ਵਿਸਾਲ, ਸਾਧ ਸੰਗਤ ਲੰਮੀਆਂ ਨੇ ਸਾਧ ਸੰਗਤ ਜੀ। ਔਰ ਆਯੁਤ ਸ਼ੋਭਿਤ ਸ਼ਬਸ਼ਾਲਾ। ਤੇ ਉਹਦੇ ਨਾਲ ਹੋਰ ਵੀ ਗੱਲ ਹੁੰਦੀ ਸਾਧ ਸੰਗਤ, ਗੂਠਾ ਬਹੁਤ ਮੋਟਾ ਹੋਵੇ, ਮੱਤ ਮੋਟੀ ਹੁੰਦੀ ਆ। ਗੂਠਾ ਬਹੁਤ ਮੋਟਾ ਹੋਵੇ ਤੇ ਉਹ ਸਿੰਘ ਫਸਾਉਣ ਵਾਲਾ ਹੁੰਦਾ, ਗੂਠਾ ਬਹੁਤ ਮੋਟਾ ਹੋਵੇ ਤੇ ਉਹ ਕਿਸੇ ਵੀ ਗੱਲ ਕਰਕੇ ਤੇ ਮੁੱਕਰਨ ਵਾਲਾ ਹੁੰਦਾ। ਗੂਠਾ ਮੋਟਾ ਹੋਵੇ, ਨਹੁੰ ਛੋਟਾ ਹੋਵੇ, ਤੇ ਸਾਧ ਸੰਗਤ ਹੋਰ ਵੀ ਕਈ ਔਗਣ ਨੇ ਜਿਹੜੇ ਦੱਸ ਵੀ ਨਹੀਂ ਸਕਦੇ ਜੀ। ਔਰ ਆਯੁਤ ਸ਼ੋਭਿਤ ਸ਼ਬਸ਼ਾਲਾ। ਤੇ ਸਾਧ ਸੰਗਤ ਦੱਸਦੇ ਨੇ ਮਹਾਰਾਜ ਦੀ ਛਾਤੀ। ਸਾਧ ਸੰਗਤ ਕਹਿੰਦੇ ਜਿਹੜੀ ਮਹਾਰਾਜ ਦੀ ਬਹੁਤ ਸੋਭਨੀ ਤੇ ਸੋਹਣੀ ਚੌੜੀ ਛਾਤੀ ਹੈ ਜੀ। ਦਾਹਨ ਕਰ ਮਹਿ ਚਮਰ ਬਨਾਵਾ। ਤੇ ਕਹਿੰਦੇ ਮਹਾਰਾਜ ਦੇ ਸਾਧ ਸੰਗਤ ਸੱਜੇ ਹੱਥ ਵਿੱਚ ਨਿਸ਼ਾਨ ਬਣ ਰਿਹਾ ਇੱਕ। ਜਿਹੜੇ ਸਾਧ ਸੰਗਤ ਜਿਵੇਂ ਬਹੁਤ ਤਰ੍ਹਾਂ ਨਿਸ਼ਾਨ ਹੁੰਦੇ ਹੱਥਾਂ ਵਿੱਚ। ਪਿਛਲੇ ਦਿਨ ਸਿੰਘਾਂ ਨੂੰ ਨੋਟ ਕਰਾਉਂਦਾ, ਮੈਂ ਕਿਹਾ ਚੱਕਰ 'ਚ ਨਾ ਪੈ ਜਿਓ। ਫਿਰ ਦੱਸਿਆ ਵੀ ਆਹ ਹੁੰਦਾ, ਆਹ ਪੈਸਿਆਂ ਦਾ ਹੁੰਦਾ, ਆਹ ਹੁੰਦਾ, ਆਹ ਪੜ੍ਹਾਈ ਵਿੱਦਿਆ ਦਾ, ਕਈ ਤਰ੍ਹਾਂ ਦੀ ਮਨਮਤਾਂ ਨੇ ਇਹ, ਪਰ ਦੱਸਣੀਆਂ ਚਾਹੀਦੀਆਂ ਕਿਉਂ ਸਿੰਘਾਂ ਨੇ ਆਉਣ ਵਾਲੇ ਦਿਨਾਂ 'ਚ ਕਥਾ ਕਰਨੀ ਹੈ। ਕਥਾ ਕਰਨ ਵਾਲੇ ਹਰੇਕ ਤਰ੍ਹਾਂ ਦੇ ਗੁਣ ਔਗਣ ਬਾਰੇ ਪਤਾ ਹੋਣਾ ਚਾਹੀਦਾ ਵੀ ਉਹ ਸੋਚ ਰਹਿਣੀ ਬਹਿਣੀ। ਆਪਾਂ ਦੇਖ ਕੇ ਨਹੀਂ ਕਹਿੰਦੇ ਆਹ 2 ਸਾਲ ਕੋਰਸ ਵਾਲੇ ਲੱਗਦਾ ਬੰਦਾ ਮੂਹਰੋਂ, ਪੱਗ ਤੋਂ ਉਹਦੇ 50 ਤੋਂ ਸਾਰੀ ਤੋਂ ਪਤਾ ਲੱਗ ਜਾਂਦਾ, ਦਿੱਖ ਤੋਂ। ਫਿਰ ਕਈਆਂ ਦਿੱਖ ਤੋਂ ਪਤਾ ਲੱਗ ਜਾਂਦਾ ਵੀ ਇਹ ਭਾਈ ਸਾਧੂਆਂ ਦੀ ਸੰਗਤ ਕਰਨ ਵਾਲਾ। ਕਈਆਂ ਦਮਾਲੇ ਦੇਖ ਕੇ ਪਤਾ ਲੱਗਦਾ ਵੀ ਫੌਜਾਂ 'ਚੋਂ ਆਇਆ ਵੀ ਉਹ ਤਾਂ ਨਿਹੰਗ ਸਿੰਘ ਫੌਜਾਂ 'ਚ ਰਹਿਣ ਵਾਲਾ। ਭਾਵ ਉਹਦੀ ਹਰੇਕ ਦਿੱਖ ਦੇ ਵਿੱਚੋਂ ਪਤਾ ਲੱਗਦਾ। ਤੇ ਇੱਥੇ ਕੀ ਕਹਿੰਦੇ, ਇੱਕ ਵਾਰੀ ਫੇਰ ਕਰੋ ਸਰਵਣ ਜੀ। ਦਾਹਨ ਕਰ ਮਹਿ ਚਮਰ ਬਨਾਵਾ। ਤੇ ਕਹਿੰਦੇ ਸੱਜੇ ਹੱਥ ਵਿੱਚ ਜਿਹੜਾ ਨਿਸ਼ਾਨ ਬਣਿਆ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਸੀਸ ਦੇ ਉੱਤੇ ਚੌਰ ਢੁੱਲੂਗੀ ਜੀ। ਛਤਰ ਬਾਮ ਮਹਿ ਰੁਚਰ ਸੁਹਾਵਾ। ਤੇ ਕਹਿੰਦੇ ਜਿਹੜਾ ਹੈਗਾ ਸਾਧ ਸੰਗਤ ਜਿਹੜਾ ਖੱਬਾ ਹੈਗਾ ਜਿਹੜਾ ਹੱਥ, ਉਹਦੇ ਵਿੱਚ ਨਿਸ਼ਾਨੀ ਆਉਂਦੀ ਹੈ ਕਿ ਮਹਾਰਾਜ ਦੇ ਸੀਸ ਦੇ ਉੱਤੇ ਛਤਰ ਵੀ ਝੂਲੂਗਾ ਜੀ। ਕੋਮਲ ਗੋਲ ਕਪੋਲ ਸੁਹਾਵਨ। ਤੇ ਕਹਿੰਦੇ ਬਹੁਤ ਸੋਹਣੇ ਗੋਲ ਗੋਲ ਪਾਤਸ਼ਾਹ ਦੇ ਹੱਥ ਨੇ ਜੀ। ਕੋਮਲ ਗੋਲ ਕਪੋਲ ਸੁਹਾਵਨ। ਹਾਂ, ਗੋਲ ਕਪੋਲ ਸੁਹਾਵਨ। ਚਲੋ ਇੱਕੋ ਵਧਾ ਦਿੰਦੇ, ਫਿਰ ਆਈ ਹੁੰਦਾ, ਫਿਰ ਹੱਥਾਂ ਤੋਂ ਪੈਰਾਂ ਤੱਕ ਜਾ ਪਹੁੰਚਦਾ। ਮੈਨੂੰ ਲੱਗਾ ਕਿਤੇ ਆਪਾਂ ਹੱਥਾਂ ਤੱਕ ਆ ਪਹੁੰਚੇ। ਬੇਨਤੀ ਇੱਕ ਵਾਰੀ ਫੇਰ ਪੜੋ ਜੀ। ਕੋਮਲ ਗੋਲ ਕਪੋਲ ਸੁਹਾਵਨ। ਕਹਿੰਦੇ ਮਹਾਰਾਜ ਦੀਆਂ ਬਹੁਤ ਸੁੰਦਰ ਗੋਲ ਗੱਲਾਂ ਨੇ ਪਾਸ। ਇਹਦੇ ਵਿੱਚ ਵੀ ਸੁੰਦਰਤਾ ਦੀ ਗੱਲਾਂ 'ਚ ਟੋਏ ਪੈਣੇ, ਟੋਡੀ ਜੇ ਪੈਣੇ, ਤੇ ਭਾਵ ਇਹ ਹੁੰਦਾ ਵੀ ਸੱਸ ਦੀ ਪਿਆਰੀ। ਐਂ ਇਤਿਆਦਿਕ ਬਹੁਤ ਸਾਰੇ ਗੁਣ ਔਗਣ ਨੇ। ਇਹ ਬਹੁਤ ਸਾਰੇ ਭੇਤ ਨੇ ਪੁਰਾਣੇ ਬਜ਼ੁਰਗਾਂ ਦੇ ਜਿਹੜੇ ਲਿਖੇ ਹੋਏ ਨੇ ਜੀ। ਉਨਤ ਨਾਸਕਾ ਮੋਦ ਵਢਾਵਨ। ਉਨਤ ਨਾਸਕਾ ਮੋਦ ਵਢਾਵਨ। ਹੁਣ ਦੇਖੋ, ਹੁਣ ਵਧੀਆ ਸੁਣਨ ਲੱਗਾ, ਥੋੜਾ ਕੋਸ਼ਿਸ਼ ਕਰੋ ਮੂੰਹ ਥੋੜਾ ਪਿੱਛੇ ਰੱਖੋ ਮਾਈਕ ਤੋਂ, ਕਿਉਂ ਜੋ ਬਹੁਤ ਨੇੜੇ ਲੈ ਜਾਂਦੇ ਤੇ ਆਵਾਜ਼ ਬਹੁਤ ਘੁੰਮ ਕੇ ਆਉਣ ਲੱਗ ਜਾਂਦੀ, ਸਮਝ ਨਹੀਂ ਆਉਂਦੀ। ਤੇ ਇੱਕ ਕੀ ਕਹਿੰਦੇ ਜਿਹੜਾ ਮਹਾਰਾਜ ਦਾ ਜਿਹੜਾ ਨਾਕਾ ਕਹਿੰਦੇ ਲੰਮਾ, ਤੇ ਕਹਿੰਦੇ ਬਹੁਤ ਸੁੰਦਰ ਸੋਭਨੀਕਾ ਜੀ। ਅਰਦੰ ਚੰਦਰਾਕਾਰ ਲਿਲਾਰੰ। ਤੇ ਕਹਿੰਦੇ ਜਿਹੜਾ ਮੱਥਾ ਹੈਗਾ, ਤੇ ਕਹਿੰਦੇ ਉਹ ਜਿਵੇਂ ਕਹਿੰਦੇ ਅੱਧਾ ਚੰਦਰਮਾ ਹੋਵੇ ਸਾਧ ਸੰਗਤ, ਉਵੇਂ ਕਹਿੰਦੇ ਮਹਾਰਾਜ ਦਾ ਮੱਥਾ ਚਮਕ ਰਿਹਾ ਸਾਧ ਸੰਗਤ। ਮੱਥੇ ਦੇ ਕੇਸ ਬਹੁਤ ਪਿੱਛੇ ਨੂੰ ਹੋਣੇ, ਚੌੜਾ ਮੱਥਾ ਹੋਣਾ, ਚੰਗੇ ਭਾਗਾਂ ਦੀ ਨਿਸ਼ਾਨੀਆਂ ਸਾਧ ਸੰਗਤ। ਭਾਵ ਇੱਕ ਚੀਰ ਪੈਂਦਾ ਸਾਧ ਸੰਗਤ ਮੱਥੇ ਵਿੱਚ, ਭਾਵ ਪੜਪੀਆਂ ਥੋੜਾ ਉਹ ਪਿੱਛੇ ਉਧਰੋਂ ਜਾ ਕੇ ਕੇਸ ਤਾਂ ਨੂੰ ਚੜੇ ਹੋਣ,
ਤੇ ਵਿਚਾਲੋਂ ਥੋੜੇ ਮੂਹਰ ਨੂੰ ਹੋਣ, ਮੱਥਾ ਚੌੜਾ ਹੋਵੇ ਤੇ ਸਾਹ ਚੰਗੇ ਭਾਗਾਂ ਵਾਲਾ। ਬਹੁਤ ਕੇਸ ਮੱਥੇ ਤੇ ਆਉਣ, ਛੋਟਾ ਮੱਥਾ ਹੋਵੇ ਤੇ ਐਂ ਕਰਕੇ ਇਤਿਆਦਿਕ ਕਈ ਤਰ੍ਹਾਂ ਦੇ ਗੁਣ ਔਗਣ ਲਿਖਦੇ ਨੇ ਜੀ। ਧਨ ਪ੍ਰਕੁਟੀ ਸੁਕਰਚੰ ਬਿਨ ਬਾਰੰ। ਆਹ ਦੇਖ ਲਓ, ਪੜ੍ਹਨਾ ਹੀ ਔਖਾ। ਤੇ ਹੁਣ ਉਹਨਾਂ ਨੇ ਜਿਹੜੇ ਵਿਚਾਰੇ ਨਿੰਦਿਆ ਕਰਨ ਵਾਲੇ ਤੇ ਹੁਣ ਜਿਹੜੇ ਪੜ੍ਹਨ ਵਾਲੇ ਗੁਰਮੁਖਾਂ ਨੂੰ ਔਖਾ ਲੱਗਦਾ ਤੇ ਉਹਨਾਂ ਨੇ ਕੀ ਕਰਨਾ। ਕਹਿੰਦੇ ਇੱਥੇ ਹੁਣ ਗੱਲ ਕਰਦੇ ਤ੍ਰਿਕੁਟੀ ਦੀ, ਪ੍ਰਵੱਟਿਆਂ ਦੀ ਗੱਲ ਕਰਦੇ ਨੇ। ਕਹਿੰਦੇ ਜਿਹੜੇ ਪ੍ਰਵੱਟੇ ਨੇ ਤੇ ਕਹਿੰਦੇ ਤ੍ਰਿਕੁਟੀ ਵਾਲੀ ਜਗ੍ਹਾ ਖਾਲੀ ਆ, ਭਾਵ ਕੇਸ ਜੁੜੇ ਨਹੀਂ। ਸੁੰਦਰਤਾ ਦੀ ਗੱਲ ਦੱਸੀ ਹੋਈ ਆ। ਜਿਵੇਂ ਇੱਕ ਦਿਨ ਇੱਕ ਬੀਬੀ ਅੰਮ੍ਰਿਤ ਛਕਣਾ ਸੀਗਾ ਤੇ ਉਹ ਕਰਾਏ ਆਈ ਲੇਜ਼ਰ ਲੂਜ਼ਰ ਜਾ। ਮੈਂ ਕਿਹਾ ਇਹਦਾ ਮੂੰਹ ਤਾਂ ਪਹਿਲਾਂ ਹੋਰ ਤਰ੍ਹਾਂ ਲੱਗਾ, ਆਹ ਹੁਣ ਹੋਰ ਹੀ ਤਰ੍ਹਾਂ ਲੱਗਦਾ ਹੈਗਾ। ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਕੰਮ ਨਿਬੇੜਿਆ, ਇੱਥੇ ਵਿਚਾਲੋਂ ਟੋਏ ਟਾਏ ਜਾਂ ਖਾਲੀ ਜਿਹਾ ਕਰਾਈ। ਤੇ ਮੈਂ ਕਿਹਾ ਦਾਤ ਜਿੰਨੀ ਮਰਜ਼ੀ ਲੈ ਲਓ, ਛੱਤਰ ਹੀ ਪੈਣੇ ਗਾਂਹ ਜਾਂਦੇ ਰਸ ਬਣਨਾ ਹੀ ਨਹੀਂ। 4 ਦਿਨ ਕਕਾਰ ਪੈ ਜਾਣਗੇ, ਰਸ ਨਹੀਂ ਬਣਨਾ। ਸਾਧ ਸੰਗਤ ਜਦੋਂ ਕਿਤੇ ਵੀ ਤੁਸੀਂ ਮਨ 'ਚ ਧਾਰ ਲਿਆ ਬੀਬੀਆਂ ਨੇ ਤੇ ਸਿੰਘਾਂ ਨੇ ਵੀ ਖਾਸ ਕਰਕੇ, ਜਦੋਂ ਧਾਰ ਲਿਆ ਮੇਰੇ ਕੇਸ ਐਂ ਲੱਗਦੇ ਜਾਂ ਦਾੜਾ ਚਿੱਟਾ ਹੋ ਗਿਆ ਜਾਂ ਐਂ ਹੋ ਗਿਆ, ਮੈਨੂੰ ਪਿਛਲੇ ਦਿਨ ਕੋਈ ਫੋਨ ਕਰੀ ਜਾਵੇ ਬਾਰ-ਬਾਰ, ਕਿਤੇ ਵੌਇਸ ਮੈਸ ਪਾਵੇ, ਭਾਵੇਂ ਸੁਣ ਕੇ ਗੁੱਸਾ ਹੀ ਮੰਨੇ ਗੱਲ ਦਾ, ਫਿਰ ਮੈਨੂੰ ਫੋਨ ਕਰੀ ਜਾਵੇ ਬਾਰ-ਬਾਰ। ਕਹਿੰਦੇ ਜੀ ਮੈਂ ਦਾੜਾ ਥੋੜਾ ਰੰਗ ਲਵਾਂ। ਮੈਂ ਕਿਹਾ ਰੰਗ ਲਾ, ਛੱਤਰ ਪੁੱਤਰਾ ਤੇਰੇ ਪੂਰੇ ਪੈਣੇ ਆ। ਨਹੀਂ ਰਿਸ਼ਤਾ ਆਉਂਦਾ ਨਾ ਹੋਵੇ, ਇਹਨਾਂ ਤੋਂ ਛੜਾ ਹੀ ਚੰਗਾ। ਮੈਂ ਕਿਹਾ ਕਿਤੇ ਵੀ ਜੀਵਨ ਵਿੱਚ ਸਾਧ ਸੰਗਤ ਕਿਸੇ ਕਰਕੇ ਵੀ ਜੀਵਨ ਦੇ ਵਿੱਚ ਢਿਲਾਈ ਨਹੀਂ ਲਿਆਉਣੀ। ਤੁਸੀਂ ਗੁਰੂ ਨੂੰ ਪਿਆਰੇ ਲੱਗਣੇ ਚਾਹੀਦੇ ਹੋ ਤੇ ਮਹਾਰਾਜ ਨੂੰ ਰਹਿਤ ਪਿਆਰੀ ਹੈ। ਬਸ ਤੁਸੀਂ ਗਰੀਬ ਹੋ, ਦੁਨਿਆਵੀ ਹਿਸਾਬ ਨਾਲ ਕੋਈ ਤੁਹਾਨੂੰ ਨੀਵੀਂ ਜਾਤ ਦਾ ਕਹਿ ਰਿਹਾ, ਪਰ ਮਹਾਰਾਜ ਨੂੰ ਚੰਗੇ ਲੱਗਦੇ ਹੋ ਜੇ ਪੂਰੀ ਸਾਦਗੀ ਦੇ ਵਿੱਚ ਹੋ। ਪਰ ਉਹ ਸਾਦਗੀ ਨਹੀਂ ਕਿ ਹੈਗੇ ਅੰਮ੍ਰਿਤਧਾਰੀ ਤੇ ਪੂਰੇ ਚੱਬ ਵੀ ਪੂਰੇ ਕੱਢੇ ਹੋਏ, ਦੂਜੇ ਲੁੱਟ ਵੀ। ਸਾਦਾ ਹੋਣਾ ਚਾਹੀਦਾ ਗੁਰਸਿੱਖ ਹਮੇਸ਼ਾ। ਜਿੰਨੀ ਸਾਦਗੀ, ਸਾਦੇ ਕੱਪੜੇ, ਸਾਦਾ ਖਾਣਾ ਦਾਣਾ, ਉਹਦੇ ਵਿੱਚ ਬੜੀਆਂ ਵੱਡੀਆਂ ਖੇਡਾਂ ਨੇ। ਕਰੋ ਸਰਵਣ ਫੇਰ ਜੀ। ਸੁਨ ਕਾਲੂ ਸੁਤ ਤੋਹੇ ਵਿਚਛਨ। ਤੇ ਦੱਸੇ ਨੇ ਸ਼ੁਭ ਲੱਛਣ ਨੇ ਜੀ। ਇਸ ਮਹਿ ਲਖੀਅਤ ਬਾਤ ਸੋ ਲੱਛਣ। ਕਰ ਤਰਵਾ ਤਹ ਊਰਦ ਆਈ। ਧਨ ਬਹੁ ਆਏ ਰਖੇ ਢਿਗ ਨਾਹੀ। ਤੇ ਸਾਧ ਸੰਗਤ ਹੁਣ ਹੱਥਾਂ ਦੇ ਦੱਸਿਆ ਇੱਕ ਗੱਲ। ਕਹਿੰਦੇ ਕੀ ਕਹਿੰਦੇ ਨੇ? ਕਹਿੰਦੇ ਜਿਹੜੇ ਇਹਨਾਂ ਦੇ ਹੱਥਾਂ ਦੇ ਗੁਣ ਦੱਸਿਆ ਮਹਾਰਾਜ ਦੇ। ਕਹਿੰਦੇ ਵੀ ਜਿਹੜੀ ਹੱਥ ਦੀ ਤਲੀ ਆ ਆਪਣੇ ਆਮ ਤੌਰ ਤੇ ਡੂੰਘੀ ਹੁੰਦੀ ਹੈ। ਹੁਣ ਐਂ ਨਾ ਹੋਵੇ ਕਿਤੇ ਕਥਾ ਦੇ ਵਿੱਚ ਐਂ ਦੇਖੀ ਜਾਵੇ ਕਿਵੇਂ ਹੈਗਾ, ਪਤਾ ਲੱਗੇ ਘਰੇ ਜਾਂਦੇ ਹੁਣ ਐਂ ਲੱਭੋਂ ਵੀ ਛੇੜਨ ਸ਼ੀਸ਼ੇ ਮੂਰੇ ਪਹੁੰਚੀਏ ਤੇ ਸਾਰੇ ਗੁਣ ਦੇਖ ਲਈਏ ਪਹਿਲਾਂ। ਭਾਵ ਕਈਆਂ ਦੇ ਚੰਦ ਬਣਦਾ ਸਾਧ ਸੰਗਤ ਹੱਥਾਂ ਵਿੱਚ। ਬਹੁਤ ਤਰ੍ਹਾਂ ਦੇ ਬੜੇ ਤਰ੍ਹਾਂ ਦੇ ਲੱਛਣ ਹੁੰਦੇ ਸਾਧ ਸੰਗਤ, ਜਿਹੜੀਆਂ ਕਈ ਜਾਰੇ ਦਾ ਵਾਰ-ਵਾਰ ਅੰਦਰੋਂ ਛੱਲ ਜੀ ਵੱਜਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਦੱਸਣੀਆਂ ਚਾਹੁੰਦਾ, ਪਰ ਹੁਣ ਬਹੁਤ ਦੂਰ ਦੂਰ ਤੱਕ ਕਥਾ ਜਾਣੇ, ਅਗਲੇ ਕਹਿਣਾ ਆਹ ਕਿਹੜੀਆਂ ਵਿੱਚ ਗੱਲਾਂ ਸੁਣਾਈ ਜਾਂਦੇ। ਪਰ ਪਤਾ ਹੋਣਾ ਚਾਹੀਦਾ। ਜਿਵੇਂ ਸਾਧ ਸੰਗਤ ਹੱਥਾਂ ਵਿੱਚ ਡੂੰਘ ਪੈਣਾ ਤੇ ਸਮਝ ਲੈਣਾ ਵੀ ਬੜਾ ਸੂਮ ਜਿਹਾ ਬੰਦਾ ਤੇ ਪੈਸੇ ਸਾਂਭਣ ਵਾਲਾ ਬੰਦਾ। ਸਾਰੇ ਜਿਹੜੇ ਮਾਇਆ ਪਿੱਛੇ ਰਹਿਣ ਵਾਲਾ, ਮਾਇਆ ਪਿੱਛੇ ਭੱਜ ਨੱਠ ਕਰਨ ਵਾਲਾ। ਤੇ ਲੱਛਣ ਦੱਸ ਰਿਹਾ ਪੰਡਤ। ਕੀ ਕਹਿ ਰਿਹਾ? ਕਰੀ ਫੇਰ ਦੋਨੇ ਪੰਕਤੀਆਂ ਪੜੋ। ਕਰੋ ਸਰਵਣ ਜੀ। ਕਰ ਤਰਵਾ ਤਹ ਊਰਦ ਆਈ। ਊਰਦ ਆਈ ਭਾਵ ਜਿਹੜੇ ਮਹਾਰਾਜ ਦੀ ਤਲੀ ਆ, ਹੱਥ ਦੀ ਤਲੀਆਂ, ਜਿੱਥੇ ਦੱਸਦੇ ਇੱਕ ਪਾਸੇ ਚੌਰ ਸਾਹਿਬ ਸੱਜੇ ਪਾਸੇ ਦਿੰਦਾ, ਛਤਰ ਦਿਸ ਰਿਹਾ ਖੱਬੇ ਪਾਸੇ। ਕਹਿੰਦੇ ਜਿਹੜੀਆਂ ਮਹਾਰਾਜ ਦੀਆਂ ਤਲੀਆਂ ਨੇ ਡੂੰਘੀਆਂ ਨਹੀਂ, ਉੱਪਰ ਨੂੰ ਉੱਭੜਵੀਆਂ ਨੇ। ਭਾਵ ਗੋਲ ਗੋਲ ਪੋਲੇ ਪੋਲੇ ਹੱਥ ਨੇ ਤੇ ਜਿਹੜੀਆਂ ਤਲੀਆਂ ਉੱਚੀਆਂ ਹੋਣ ਕਰਕੇ ਤੇ ਫਿਰ ਕੀ ਹੋਊਗਾ ਜੀ? ਧਨ ਬਹੁ ਆਏ ਰਖੇ ਢਿਗ ਨਾਹੀ। ਕਹਿੰਦੇ ਪੈਸੇ ਤਾਂ ਬਹੁਤ ਆਉਣਗੇ ਇਹਨਾਂ ਕੋਲੇ, ਪਰ ਰੱਖਣੇ ਨਹੀਂ ਇਹਨਾਂ ਕੋਲੇ। ਬਸ ਜਿਹੜਾ ਘਰ ਦਾ ਸਮਾਨ ਉਹ ਵੀ ਬਾਹਰ ਦੇ ਆਉਣਗੇ ਜੀ। ਪੜਿਓ ਸਮੁੰਦਰਿਕ ਮੈਂ ਬਹੁ ਸੋਧਾ। ਤੇ ਇਹ ਹੁਣ ਕਹਿ ਰਿਹਾ ਪੰਡਤ, ਮੈਂ ਸਮੁੰਦਰਿਖੀ ਨੂੰ ਪੜਿਆ ਤੇ ਉੱਥੇ ਇਹ ਸਾਰੇ ਗੱਲਾਂ ਦੱਸੀਆਂ ਨੇ ਜੀ। ਸ਼ੁਭ ਗੁਣ ਸਭ ਇਸ ਮਹਿ ਕਹਿ ਪ੍ਰੋਧਾ। ਕਹਿੰਦੇ ਜਿਵੇਂ ਸਮੁੰਦਰਿਖੀ ਨੇ ਦੱਸਿਆ ਤੇ ਉਵੇਂ ਇਹ ਸਾਰੇ ਗੁਣ ਇਹਨਾਂ ਵਿੱਚ ਨੇ ਜੀ। ਮਹਿਮਾ ਅਮਿਤ ਮਨਹਿ ਮਹਿਮਾਨੀ। ਕਹਿੰਦੇ ਮੈਂ ਹੁਣ ਜਾਣ ਲਿਆ ਜਿਹੜੀ ਇਹਨਾਂ ਦੀ ਜਿਹੜੀ ਆ ਵਡਿਆਈ ਆ ਉਹ ਗਿਣਤੀ ਤੋਂ ਪਰੇ ਆ ਸਾਧ ਸੰਗਤ। ਇਹ ਨਹੀਂ ਕਿ ਹਰੇਕ ਚੀਜ਼ ਨੂੰ ਆਪਾਂ ਨਕਾਰੀ ਜਾਈਏ, ਕੁਛ ਗੁਣ ਵੀ ਹੁੰਦੇ, ਪਰ ਸਿੱਖ ਨੇ ਵਹਿਮ ਵੀ ਨਹੀਂ ਕਰਨਾ। ਇਹ ਨਾ ਪਤਾ ਲੱਗੇ ਵੀ ਕੱਲ ਨੂੰ ਉੱਥੇ ਪਹੁੰਚੇ ਹੁਣ ਡਾਕਟਰ ਕੋਲੇ, ਆਪਣੇ ਡੈਂਟਿਸਟ ਕੋਲੇ, ਤੇ ਕਹੋ ਦੰਦਾਂ 'ਚ ਬੈਥੀ ਪਾ ਦੇ ਭੋਰਾ ਭਾਈ ਚੰਗੇ ਬਣਦੀ ਹੈ। ਇਹੋ ਜਿਹੇ ਕੰਮ ਨਹੀਂ ਕਰਨੇ। ਇਹ ਸ਼ੁਭ ਗੁਣਾਂ ਦੇ ਲੱਛਣ ਜਿਹੜੇ ਬਹੁਤ ਪਰਖਣ ਵਾਲਿਆਂ ਨੇ ਕੀਤੇ ਨੇ, ਬੰਦੇ ਦੀ ਪਰਖ ਕੀਤੀ ਹੈ। ਜਿਵੇਂ ਜਿਵੇਂ ਜੀ ਹੈ ਅਵਤਾਰ ਸਤ ਚਿਤ ਜਾਨੀ। ਕਹਿੰਦੇ ਮੈਂ ਹੁਣ ਜਾਣ ਲਿਆ, ਸਾਰੇ ਲੱਛਣਾਂ ਤੋਂ ਦੇਖ ਲਿਆ, ਇਹ ਇਹਨਾਂ ਦੀ ਵਡਿਆਈ ਕਹਿਣ ਤੋਂ ਪਰੇ ਆ ਤੇ ਇਹ ਅਵਤਾਰੀ ਪੁਰਸ਼ ਨੇ ਜੀ। ਦਿਜ ਦਰਸਾਏ ਧਾਏ ਢਿਗ ਮਾਤਾ। ਦੀਨੋ ਜਾਏ ਸੋ ਸੁੰਦਰ ਤਾਤਾ। ਕਹਿੰਦੇ ਜਾ ਕੇ ਜਦੋਂ ਸਾਰੇ ਲੱਛਣ ਦੇਖ ਲਏ ਨੇ ਤੇ ਕਹਿੰਦੇ ਕੀ ਕੀਤਾ ਫਿਰ? ਜਿਹੜੀ ਦਾਈ ਸੀਗੀ ਸਾਧ ਸੰਗਤ ਲੈ ਕੇ ਦਾਈ ਤੇ ਛੇਤੀ ਦਿਨੇ ਬਾਲ ਗੁਰੂ ਨਾਨਕ ਨੂੰ
ਲੈ ਕੇ ਤੇ ਮਾਤਾ ਜੀ ਕੋਲੇ ਪਹੁੰਚ ਗਏ ਨੇ ਜੀ। ਚੌਪਈ ਨੰਦੀ ਮੁਖੰ ਸ਼ਰਾਧ ਕਰਵਾਇਓ। ਤੇ ਕਹਿੰਦੇ ਖੁਸ਼ੀ ਨਾਲ ਹੁਣ ਤੁਸੀਂ ਸਾਧ ਕਰਵਾਓ, ਜਿਹੜੇ ਸ਼ਰਾਧ ਕਰਵਾਓ ਜੀ। ਬੇਦਨ ਬਿਦ ਜਿਉ ਵਿਪਰ ਬਤਾਇਓ। ਜਿਵੇਂ ਵੇਦਾਂ ਵਿੱਚ ਦੱਸਿਆ ਪੰਡਤਾਂ ਨੇ ਉਵੇਂ ਕਰਾਉਣਾ ਕਰੋ ਜੀ। ਕਾਲੂ ਕਹੈ ਨਾਮ ਸਿਸ ਰੱਖੋ। ਤੇ ਪਿਤਾ ਕਾਲੂ ਜੀ ਕਹਿੰਦੇ ਹੁਣ ਨਾਂ ਵੀ ਰੱਖ ਦੇਵੋ, ਹੁਣ ਤੁਸੀਂ ਆਏ ਹੋ, ਪਰ ਇੱਕ ਦਾਸ ਬੇਨਤੀ ਕਰ ਦੇਵੇ, ਕੋਈ ਵੀ ਗੁਰਮੁਖ ਪਿਆਰਾ ਬੰਦਗੀ ਵਾਲਾ ਹੋ ਸਕਦਾ, ਬਹੁਤ ਅੱਗੇ ਤੱਕ ਪਹੁੰਚਿਆ ਹੋ ਸਕਦਾ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲਾ ਵੀ ਹੋ ਸਕਦਾ, ਪਰ ਇੱਕ ਦਾਸ ਦੀ ਬੇਨਤੀ ਬਹੁਤ ਪ੍ਰੇਮ ਨਾਲ ਸੁਣਿਓ, ਕਿ ਕਈ ਵਾਰ ਦਾਸ ਨੇ ਦੇਖਿਆ ਤੁਸੀਂ ਜਮੇ ਦੂਜੇ ਪਾਸੇ ਜਾ ਪਹੁੰਚਦੇ ਹੋ। ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਤੋਂ ਬਗੈਰ ਕਿਸੇ ਤੋਂ ਨਾਂ ਨਹੀਂ ਬੱਚਿਆ ਧਰਾਉਣਾ। ਗੁਰੂ ਸਾਹਿਬ ਤੋਂ ਮਹਾਰਾਜ ਦਾ ਓਟ ਆਸਰਾ ਲੈਣਾ। ਗੁਰੂ ਸਾਹਿਬ ਦੀ ਓਟ ਲਵਾਂਗੇ ਤੇ ਖੇਡ ਵੱਡੀ। ਪਹਿਲਾ ਅੱਖਰ ਮਹਾਰਾਜ ਨੇ ਦੇਣਾ, ਫਿਰ ਜਾ ਕੇ ਗੁਰਮੁਖਾਂ ਨੂੰ, ਸਾਧੂਆਂ ਕੋਲੇ ਜਾਂ ਜਿਹੜੇ ਘਰ ਦੇ ਸਿਆਣੇ ਬਜ਼ੁਰਗ ਨੇ ਉਹਨਾਂ ਕੋਲੇ ਬੈਠ ਕੇ ਨਾਂ ਦੀ ਵਿਚਾਰ ਕਰੋ। ਤੇ ਨਾਂ ਵੀ ਉਹ ਰੱਖਣਾ ਜਿਹਨਾਂ ਚੰਗੇ ਗੁਣ ਬੱਚੇ ਦੇ ਪ੍ਰਗਟ ਹੋਣ, ਚੰਗੇ ਗੁਣਾਂ ਦੀ ਉੱਤੇ ਪਰਖ ਹੋ ਸਕੇ, ਉਹਦੇ ਨਾਲ ਜਦੋਂ ਉਹ ਨਾਂ ਲਵੋ ਤੁਸੀਂ, ਤੇ ਉਹਦੇ ਨਾਲ ਤੁਹਾਡੀ ਪਰਮਾਤਮਾ ਦੇ ਘਰ ਵਿੱਚ ਹਾਜ਼ਰੀ ਲੱਗੇ। ਇਹ ਗੁਣਾਂ ਦੀ ਨਾਲ ਵਿਚਾਰ ਕਰਨੀ ਚਾਹੀਦੀ ਹੈ। ਕਈਆਂ ਨੇ ਨਾਂ ਹੀ ਇਹੋ ਜਿਹੇ ਕਸੂਤੇ ਲੈ ਰੱਖੇ ਨੇ, ਪਹਿਲਾਂ ਲੈਂਦਿਆਂ ਬੜਾ ਔਖਾ ਲੱਗਦਾ, ਤੇ ਸਾਧ ਸੰਗਤ ਫਲ ਵੀ ਹੈ ਨਹੀਂ ਉਹ ਜਿਹੇ ਨਾਂ ਲੈਣ ਦਾ। ਅਸੀਂ ਤਾਂ ਮਨਮੁਖ ਸੀਗੇ, ਉਹ ਜਿਹੇ ਨਹੀਂ ਖਿਆਲ ਕੀਤੇ, ਪਰ ਆਪ ਜੀ ਸਾਰੇ ਗੁਰਮੁਖ ਹੋ, ਜ਼ਰੂਰ ਖਿਆਲ ਕਰੋ। ਬੱਚਿਆਂ ਦਾ ਜਦੋਂ ਵੀ ਕੋਈ ਨਾਂ ਰੱਖਣਾ ਤੇ ਇਹ ਰੱਖੋ ਕਿ ਉਹ ਨਾਂ ਲਵੋ ਤੇ ਤੁਹਾਡਾ ਧਿਆਨ ਮਹਾਰਾਜ ਕੋਲੇ ਚਲੇ ਜਾਵੇ, ਤੁਹਾਨੂੰ ਚੜੀਆਂ ਵੀ ਹੋਣ, ਨਾਂ ਇਹੋ ਜਿਹਾ ਪਿਆਰਾ ਹੋਵੇ, ਲੈਣ ਚ ਤੁਹਾਡਾ ਅੰਦਰਲਾ ਠਰ ਜਾਵੇ। ਫੇਰ ਪੜੋ ਜੀ। ਕਾਲੂ ਕਹੈ ਨਾਮ ਸਿਸ ਰੱਖੋ। ਤੇ ਪਿਤਾ ਕਾਲੂ ਜੀ ਕਹਿੰਦੇ ਬੱਚੇ ਦਾ ਨਾਂ ਰੱਖਣਾ ਕਰੋ ਜੀ। ਬਰਨ ਸੋਧ ਸ਼ੁੱਧ ਮੁਝ ਸੋ ਭਾਖੋ। ਤੇ ਕਹਿੰਦੇ ਚੰਗੀ ਤਰ੍ਹਾਂ ਸੋਧ ਕੇ ਚੰਗੇ ਸ੍ਰੇਸ਼ਟ ਸ਼ਬਦ ਲੱਭਦਿਆਂ ਹੋਏ ਰੱਖੋ ਜੀ। ਸੁਨ ਕਾਲੂ ਇਸ ਨਾਮ ਅਪਾਰਾ। ਕਹਿੰਦੇ ਦੱਸੋ, ਕਹਿੰਦੇ ਕੀ ਕਹਿੰਦੇ ਸੁਣੋ ਭਾਈ, ਇਹਦਾ ਤਾਂ ਨਾਂ ਹੀ ਪਹਿਲਾਂ ਹੀ ਬਹੁਤ ਵੱਡਾ ਜੀ। ਹਉ ਰਾਖੋ ਕਰ ਸੋਧ ਵਿਚਾਰਾ। ਕਹਿੰਦੇ ਮੈਂ ਬੜੇ ਸੋਧ ਕੇ ਰੱਖੂੰਗਾ, ਵੈਸੇ ਇਹਨਾਂ ਦਾ ਨਾਂ ਬਿਨਾਂ ਰੱਖਿਆ ਹੀ ਬਹੁਤ ਵੱਡਾ ਨਾਮ ਹੋਊਗਾ ਜੀ। ਆਪ ਨਿਜ ਕੁਲ ਕੀ ਕੀਜੈ ਹੈ ਚਾਲੀ। ਕਹਿੰਦੇ ਹੁਣ ਆਪਦੀ ਜਿਹੜੀ ਕੁਲ ਦੀ ਚਾਲ ਆ, ਜਿਵੇਂ ਖੱਤਰੀਆਂ ਦੀ ਜਿਹੜੀ ਚਾਲ ਆ, ਉਹ ਤੁਸੀਂ ਕਰੋ ਜੀ। ਜੋ ਜਾਚੈ ਤੇ ਭੇਜ ਨਾ ਖਾਲੀ। ਕਹਿੰਦੇ ਜੇ ਕੋਈ ਮੰਗਣ ਵਾਲਾ ਆਵੇ, ਖਿਆਲ ਰੱਖਿਓ, ਇਹ ਖੱਤਰੀ ਪਰਿਵਾਰਾਂ ਵਿੱਚ ਦਾਨ ਪਾਉਣ ਦਾ ਸਮਾਂ ਹੁੰਦਾ ਸੀ, ਬਹੁਤ ਦਾਨ ਕਰਦੇ ਸਨ। ਕਹਿੰਦੇ ਕੱਲ ਉਹੀ ਰੱਖਿਓ ਖਿਆਲ ਵਿੱਚ, ਜਿਵੇਂ ਖੱਤਰੀ ਪਰਿਵਾਰਾਂ ਵਿੱਚ ਜਿਹੜੀ ਰਹੀ ਹੈ, ਰਵੀਤ ਰਹੀ ਹੈ, ਰਿਵਾਜ ਰਿਹਾ ਕਿ ਕੋਈ ਆਵੇ ਤੇ ਕਿਸੇ ਨੂੰ ਆਏ ਨੂੰ ਖਾਲੀ ਨਹੀਂ ਮੋੜਨਾ ਜੀ, ਮੰਗਤੇ ਨੂੰ ਜੀ। ਦੋਹਰਾ ਇਹ ਬਿਦ ਕਹਿ ਦਿਜ ਬਰ ਗਇਓ, ਜੋਤਿਸ਼ ਕਰਤ ਵਿਚਾਰ। ਤੇ ਕਹਿੰਦੇ ਇਹ ਕਹਿ ਕੇ ਪੰਡਤ ਚਲੇ ਗਿਆ, ਜੋਤਸ਼ੀ ਜਿਹੜਾ ਸੀ ਵਿਚਾਰਾਂ ਕਰਦਾ ਜਾ ਰਿਹਾ ਮਨ ਵਿੱਚ ਜੀ। ਦਰ ਪਰ ਤੋਰਨ ਸੁੰਦਰੰ ਬੰਦਤ ਹਰਖ ਅਪਾਰ। ਤੇ ਸਾਧ ਸੰਗਤ ਹੁਣ ਇੱਕ ਗੱਲ ਕਹੀ ਹੈ, ਤੇ ਇਹ ਵੀ ਆਪ ਜੀ ਪ੍ਰੇਮ ਦੇ ਨਾਲ ਸਰਵਣ ਕਰੋ। ਇੱਥੇ ਜਦੋਂ ਆਪਣੇ ਸਮਾਂ ਹੁੰਦਾ ਸੀ, ਪਿੰਡ ਵਿੱਚ ਬੱਚੇ ਨੇ ਪੁੱਤਰ ਨੇ ਜਨਮ ਲੈਣਾ, ਬੱਚੇ ਨੇ ਜਨਮ ਲੈਣਾ ਤੇ ਸਿਹਰੇ ਬੰਨ੍ਹਦੇ ਸਨ। ਤੇ ਇੱਥੇ ਹੁਣ ਦੱਸਿਆ ਵੀ ਸਿਹਰੇ ਬੰਨੋ, ਪਾਪ ਉਹਦੇ ਸਾਧ ਸੰਗਤ ਚੰਗੇ ਗੁਣ ਵੀ ਸੁਣ ਲਵੋ। ਨਿੰਮ ਦੇ ਪੱਤੇ ਬੰਨ੍ਹਦੇ ਸਨ ਸਾਧ ਸੰਗਤ, ਜਿਹਦੇ ਨਾਲ ਨਿੰਮ ਦੇ ਪੱਤੇ ਤੇ ਸਾਧ ਸੰਗਤ ਵਿੱਚ ਜਮੈਣ ਪਾ ਕੇ ਉਬਾਲ ਕੇ ਤੇ ਇਸ਼ਨਾਨ ਕਰਨ ਦੇ ਨਾਲ ਐਂਟੀਵਾਇਰਸ ਹੋ ਜਾਂਦਾ। ਭਾਵ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ, ਉਹਨਾਂ ਕਿੰਨੇ ਰੋਗ ਕੱਟੇ ਜਾਂਦੇ। ਕੋਈ ਜ਼ਖਮ ਹੋਵੇ, ਨਿੰਮ ਦਾ ਪਾਣੀ ਉਬਾਲ ਕੇ, ਨਿੰਮ ਦੇ ਪੱਤੇ ਸਾਧ ਸੰਗਤ ਉਹਦੇ ਉਬਾਲ ਕੇ, ਤੇ ਜੇ ਉਹ ਸਰੀਰ ਤੇ ਲਾਏ ਜਾਣ ਉੱਥੇ, ਤੇ ਸਾਧ ਸੰਗਤ ਭਰਿਆ ਫੋੜਾ ਫਿਸ ਜਾਂਦਾ। ਤੇ ਸਾਧ ਸੰਗਤ ਸਮਾਂ ਹੁੰਦਾ ਜਦੋਂ ਬੱਚੇ ਨੇ ਜਨਮ ਲੈਣਾ, ਤੇ ਉੱਥੇ ਜਿੱਥੇ ਨਿੰਮ ਦੇ ਪੱਤੇ ਬੰਨਣੇ, ਨਿੰਮ ਦੀਆਂ ਜਿਹੜੀਆਂ ਉਹ ਟਾਹਣੀਆਂ ਕੁਛ ਉੱਥੇ ਬੱਚੇ ਤੇ ਮਾਂ ਦੇ ਕੋਲੇ ਰੱਖਣੀਆਂ, ਕੋਲੇ ਸੀਖਾਂ ਦੀ ਡੱਬੀ ਰੱਖਣੀ। ਸਾਧ ਹੁਣ ਸੁਣ ਕੇ ਹੈਰਾਨ ਹੋਏ, ਸੀਖਾਂ ਦੀ ਡੱਬੀ ਵੀ ਕਿਉਂ? ਸਾਧ ਸੰਗਤ ਆਪ ਜੀ ਨੇ ਖਿਆਲ ਕੀਤਾ ਹੋਊ, ਜਿਹੜਾ ਜ਼ਿਮੀਂਦਾਰਾ ਕਰਦੇ ਆਏ ਪਿੰਡਾਂ ਵਿੱਚ, ਜਿਨ੍ਹਾਂ ਨੇ ਕਣਕ ਬਹੁਤ ਸਾਂਭੀ ਹੈ, ਹੁਣ ਵੀ ਆਪ ਜੀ ਦੇਖਦੇ ਹੋ ਸਿੱਖਾਂ ਦੀਆਂ ਵਿੱਚ ਜਿਹੜੇ ਤੀਲਾਂ ਹੁੰਦੀਆਂ ਮਾਚਿਸ ਦੀਆਂ, ਉਹ ਸਿੱਟ ਦਿੰਦੇ ਆ, ਕਿਉਂ? ਪਟਾਸ ਹੁੰਦਾ, ਪਟਾਸ ਦੇ ਨਾਲ ਨਾ ਚੂਹਾ ਪੈਂਦਾ ਉੱਥੇ, ਤੇ ਨਾ ਹੀ ਜਿਹੜੇ ਸਾਧ ਸੰਗਤ ਛੋਟੇ ਛੋਟੇ ਕੀੜੇ ਜਿਹੜੇ ਫੰਗਸ ਬਣਾਉਂਦੇ ਉਹ ਵੀ ਨਹੀਂ ਪੈਂਦੇ ਉਹਦੇ ਨਾਲ। ਐਂ ਬੇਅੰਤ ਤਰ੍ਹਾਂ ਦੇ ਗੁਣ ਹੁੰਦੇ। ਹੁਣ ਸਾਨੂੰ ਪਤਾ ਹੀ ਨਹੀਂ, ਸਾਰੀ ਗੱਲਾਂ ਨੂੰ ਮਨਮਤ ਕਹੀ ਜਾਂਦੇ। ਫਿਰ ਕੋਲੇ ਜਿੰਦਾ ਰੱਖਣਾ ਸਾਧ ਸੰਗਤ, ਭਾਵ ਲੋਹਾ ਰੱਖਣਾ ਕੋਲੇ, ਉਹਦੇ ਬੇਅੰਤ ਗੁਣ ਨੇ। ਤੇ ਕੋਲੇ ਸਾਧ ਸੰਗਤ ਲੋਹਾ ਰੱਖਿਆ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਮਾੜੀਆਂ ਕਈ ਚੀਜ਼ਾਂ ਨਹੀਂ ਵਰਤਦੀਆਂ। ਫਿਰ ਕੋਲੇ ਜਲ ਰੱਖਣਾ ਗੜਬੀ ਵਿੱਚ ਪਾ ਕੇ, ਇਤਿਆਦਿਕ ਐਂ ਬੇਅੰਤ ਤਰ੍ਹਾਂ ਦੀਆਂ ਉਸ ਸਮੇਂ ਕਰਾਉਂਦੇ ਸਨ। ਤੇ ਇਹ ਜਿਹੜੀਆਂ ਹੁਣ ਹੌਲੀ ਹੌਲੀ ਸਾਧ ਸੰਗਤ ਅਸੀਂ ਨਿੰਦਦੇ ਤੇ ਸਾਰੇ ਛੱਡ ਦਿੱਤੇ। ਤੇ ਇਹ ਹੁਣ ਛੱਡਦੇ ਆ, ਤੇ ਕਈ ਹੁਣ ਜਮੇ ਦੂਜੇ ਪਾਸੇ ਨੂੰ ਆ ਗਏ। ਭਾਵ ਇਹ ਠੀਕ ਆ, ਉਦੋਂ ਦੇ ਰਿਵਾਜ ਸਨ। ਉਸ ਸਮੇਂ ਦਾ ਸਮਾਂ ਦੱਸਿਆ ਵੀ ਜਦੋਂ ਨਿੰਮ ਦੇ ਪੱਤੇ ਬੰਨਣੇ, ਤੇ ਭਾਵ ਪਤਾ ਲੱਗ ਜਾਣਾ ਘਰ ਵਿੱਚ ਬੱਚਾ ਹੋਇਆ, ਤੇ ਉਹ ਸਮਾਂ ਹੁੰਦਾ ਸੀ ਵੀ ਇੰਨੇ ਦਿਨ ਭਾਈ ਕਿਸੇ ਨੇ ਇਸ ਪਰਿਵਾਰ ਦੇ ਜਾਣਾ ਨਹੀਂ। ਤੇ ਹੁਣ ਅਗਲੇ ਕਈਆਂ ਨੇ ਪੁੱਛਣਾ ਵੀ ਕਿਉਂ ਨਹੀਂ ਜਾਣਾ, ਮਨਮਤ ਹੈ? ਨਹੀਂ, ਪ੍ਰਸੂਤਾ ਸਮਾਂ, ਭਾਵ
ਬਈ ਬੱਚੇ ਨੂੰ ਤੁਸੀਂ ਕੋਈ ਵੀ ਕਿਸੇ ਨੂੰ ਕੋਈ ਜ਼ੁਕਾਮ ਹੋਇਆ, ਖੰਘ ਹੋਈ ਹੈ, ਕਿਸੇ ਨੂੰ ਬਿਮਾਰੀ ਲੱਗੀ ਹੈ, ਬੱਚੇ ਦੇ ਨੇੜੇ ਜਾਊਗਾ ਰੋਗ ਲੱਗ ਸਕਦਾ। ਉਹ ਦੇਖ ਕੇ ਲੰਮਾ ਸਮਾਂ ਲੱਗਿਆ ਰਹਿੰਦਾ ਤੇ ਕੋਈ ਉਸ ਪਰਿਵਾਰ ਦੇ ਕੋਲੇ ਨਾ ਜਾਂਦਾ। ਵੱਡੇ ਸਿਆਣਿਆਂ ਨੂੰ ਬਾਹਰੋਂ ਬਾਹਰ ਮਿਲ ਕੇ ਸ਼ਗਨ ਦੇ ਕੇ ਕਈ ਐਂ ਮੁੜ ਜਾ ਕਰਦੇ ਜਿਹੜੇ ਬਿਮਾਰ ਠਮਾਰ ਹੁੰਦੇ। ਇਹ ਇਉਂ ਕਰਕੇ ਇਤਿਹਾਦਕ ਕਈ ਤਰ੍ਹਾਂ ਦੇ ਲੋਕਾਂ ਕੋਲ ਗੁਣ ਸਨ। ਇਹ ਜਿਹੜੀਆਂ ਚੀਜ਼ਾਂ ਵਰਤਦੇ ਇਹਦੇ ਕਰਕੇ ਬਿਮਾਰੀਆਂ ਤੋਂ ਵੀ ਬਚੇ ਹੋਏ ਸਨ। ਤੇ ਹੁਣ ਸਾਡੇ ਤੇ ਜਦੋਂ ਨਹੀਂ ਖਿਆਲ ਰੱਖਦੇ ਤੇ ਫਿਰ ਉਹ ਖੇਡ ਵੀ ਉਹੋ ਜਿਹੀ ਵਰਤਦੀ ਆ ਜੀ। ਚੌਪਈ ਆਵਹਿ ਦਰ ਬਹੁ ਜਾਚਕ ਜਾਚੈ ਹੈ। ਕਹਿੰਦੇ ਬਹੁਤ ਕਹਿੰਦੇ ਮੰਗਣ ਵਾਲੇ ਹੁਣ ਪਤਾ ਲੱਗ ਗਿਆ। ਤੇ ਸਾਧ ਸੰਗਤ ਅੱਜ ਤਾਂ ਆਪਾਂ ਕਹਿ ਦਈਏ ਜਿਹੜੇ ਮੰਗਤਿਆਂ ਨੂੰ ਗਾਂ ਦੀ ਗਾਂ ਫੋਨ ਵੱਜ ਜਾਂਦਾ ਹੋ, ਉਦੋਂ ਕਿਹੜਾ ਪਤਾ ਲੱਗਦਾ, ਕਿਵੇਂ ਪਤਾ ਲੱਗ ਜਾਂਦਾ ਸੀ? ਇਹ ਸਾਧ ਸੰਗਤ ਮਾਰੇ ਕਿਉਂ ਖੇਡ ਵਰਤ ਜਾਂਦੀ। ਕਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਕਿਸੇ ਦੇ ਘਰੇ ਵੀ ਵਿਆਹ ਧਰਿਆ? ਇਹ ਸਾਧ ਸੰਗਤ ਸਮਾਂ ਹੀ ਬਣ ਜਾਂਦਾ। ਗਿਲਜਾਂ ਹੋਈਆਂ ਇਹ ਪੰਛੀ, ਉਹਨਾਂ ਦੀ ਆਖੀ ਉਸ ਚੀਜ਼ ਦੇ ਉੱਪਰ ਰਹਿੰਦੀ ਹੈ। ਤੇ ਉਹ ਉਵੇਂ ਕਿਵੇਂ ਕਹਿੰਦੇ ਨੇ, ਕਹਿੰਦੇ ਜਿਹੜੇ ਮੰਗਤਿਆਂ ਨੂੰ ਕਹਿੰਦੇ ਇੱਕ ਨੂੰ ਪਤਾ ਲੱਗ ਗਿਆ ਵੀ ਗਏ ਸੀ, ਵੀ ਭਾਈ ਉਹਨਾਂ ਦੇ ਬੇਦੀਆਂ ਦੇ ਬਹੁਤ ਭਾਈ ਉੱਤੇ ਕਿਰਪਾ ਹੋਈ, ਪੁੱਤਰ ਦੀ ਦਾਤ ਹੋਈ, ਸਭ ਦੀਆਂ ਝੋਲੀਆਂ ਭਰ ਰਿਹਾ ਧਨ ਦੇ ਨਾਲ, ਅੰਨ ਦੇ ਨਾਲ ਤੇ ਵਸਤਰ ਦੇ ਨਾਲ, ਸਾਰੀਆਂ ਚੀਜ਼ਾਂ ਦੇ ਰਿਹਾ। ਕਹਿੰਦੇ ਗਾਂ ਦੀ ਗਾਂ ਦੱਸਦੇ ਆ ਤੇ ਕਹਿੰਦੇ ਮੰਗਤਿਆਂ ਦੀਆਂ ਗਾਹਾਂ ਬਾਹਰ ਭੀੜਾਂ ਲੱਗੀਆਂ ਜੀ। ਤਾਲਨ ਪੂਰ ਕਲੀਵ ਸੋ ਨਾਚੈ ਹੈ। ਤੇ ਕਹਿੰਦੇ ਇੱਕ ਘਰੇ ਨੱਚਣ ਵਾਲੇ ਵੀ ਆ ਗਏ। ਕਹਿੰਦੇ ਉਹ ਵੀ ਆ ਕੇ ਬੜੀਆਂ ਤਾੜੀਆਂ ਵਜਾਉਂਦੇ ਤੇ ਨੱਚਦੇ, ਜਿਹੜੇ ਨਚਾਰ ਹੁੰਦੇ ਜੀ। ਢੋਲਕ ਟਲਕਾ ਘੁੰਗਰੂ ਤਾਲੀ। ਕਹਿੰਦੇ ਪੂਰੇ ਤਾੜੀਆਂ ਮਾਰਦੇ ਆ, ਘੁੰਗਰੂ ਬੰਨੇ ਨੇ ਨਾਲ ਤਾੜੀਆਂ ਵਜਾਉਂਦੇ ਆ। ਪਰ ਇੱਕ ਦਾ ਬੇਨਤੀ ਕਰੇ, ਇਹ ਉਦੋਂ ਦਾ ਸਮਾਂ ਸੀ ਸਾਧ ਸੰਗਤ। ਆ ਪਿਛਲੇ ਦਿਨ ਜਦੋਂ ਗਏ ਧੀ ਦਾ ਵਿਆਹ ਕੀਤਾ ਤੇ ਆ ਕੇ ਆਏ ਆ ਕੇ ਲੱਗੇ ਨੱਚਣ, ਬਾਹਰ ਗਾਉਣ ਲੱਗੇ। ਤੇ ਦਾਸ ਨੇ ਆ ਕੇ ਬੇਨਤੀ ਹੈ, ਭਾਈ ਅੰਦਰ ਬੈਠੋ, ਤੁਸੀਂ ਜਿਹੜੀ ਮਾਇਆ ਕੋਈ ਕੱਪੜਾ ਲੈਣਾ ਲੈ ਲਵੋ, ਭਾਈ ਨੱਚਣਾ ਨਹੀਂ ਗਾਉਣਾ ਨਹੀਂ। ਭਾਈ ਗੁਰਸਿੱਖ ਆ ਤੇ ਜੇ ਇਹ ਗਾਉਣ ਵਜਾਉਣ ਸੁਣਦੇ ਆ ਤੇ ਇਹਦਾ ਭਾਈ ਲੇਖਾ ਬਣ ਜਾਂਦਾ। ਕਿਉਂ ਮਹਾਰਾਜ ਦਾ ਬਚਨ ਵੀ ਹੈ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਧੁਨ ਗਾਵਤ, ਬੋਲਤ ਬੋਲਤ ਅਜਾਏ। ਭਾਵ ਇਹ ਬੋਲਦਿਆਂ ਬੋਲਦਿਆਂ ਜਿਹੜਾ ਜੀਵਨ ਅਜਾਇਆ ਚਲਿਆ ਜਾਂਦਾ ਤੇ ਲੇਖਾ ਬਣ ਜਾਂਦਾ। ਤੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਤੋਂ ਬਚਣਾ। ਤੇ ਜਦੋਂ ਪ੍ਰੇਮ ਨਾਲ ਪ੍ਰੇਰਿਆ ਉਹਨਾਂ ਨੂੰ ਤੇ ਦੇਖਦਿਆਂ ਸਾਧ ਸੰਗਤ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ 'ਚ ਗਾਉਣ ਲੱਗੇ। ਇੰਨੇ ਪਿਆਰੇ ਸ਼ਬਦ ਗਾਏ ਸਾਧ ਸੰਗਤ, ਉਹਨਾਂ ਮਰਾਸੀਆਂ ਤੇ ਨਜ਼ਾਰਾ ਹੀ ਬੰਨ ਦਿੱਤਾ। ਬਹੁਤ ਆਨੰਦ ਵੱਜਿਆ। ਤੇ ਭਾਵ ਜੇ ਅਸੀਂ ਸਾਰੇ ਜਾਣੇ ਉਹਨਾਂ ਨੂੰ ਪ੍ਰੇਰੀਏ, ਉਹਨਾਂ ਦਾ ਵੀ ਭਲਾ ਹੋਊਗਾ ਤੇ ਸਾਡਾ ਤਾਂ ਹੋਣਾ ਹੀ ਹੋਣਾ। ਕੋਈ ਸਾਡੇ ਘਰੇ ਕੋਈ ਆ ਕੇ ਗੁਰੂ ਨਾਨਕ ਪਾਤਸ਼ਾਹ ਕੋਈ ਵਡਿਆਈ ਸੁਣਾ ਕੇ ਗਿਆ ਦਰਵਾਜ਼ੇ ਵਿੱਚ, ਤੇ ਉਹਦੇ ਵਿੱਚ ਕੋਈ ਤੁਸੀਂ ਆਪਨੇ ਕੱਪੜਾ ਵਸਤਰ ਦਿੱਤਾ ਉਹਨੂੰ। ਕੋਸ਼ਿਸ਼ ਕਰਨੀ ਹੈ ਕਿ ਧਨ ਨਹੀਂ ਦੇਣਾ। ਜੇ ਉਹਨਾਂ ਨੇ ਕੋਈ ਨਸ਼ਾ ਕਰ ਲਿਆ ਤਾਂ ਤੁਹਾਡਾ ਲੇਖਾ ਬਣ ਜਾਣਾ। ਵਸਤਰ ਦੇ ਦਿਓ, ਕੋਈ ਉਹੋ ਜਿਹੀ ਚੀਜ਼ ਦੇ ਦੇਵੋ ਕਿ ਉਹ ਪਰਿਵਾਰ ਦੇ ਕੰਮ ਆਵੇ। ਫੇਰ ਪੜੋ ਜੀ। ਢੋਲਕ ਟਲਕਾ ਘੁੰਗਰੂ ਤਾਲੀ। ਹਾਂ, ਪੈਰ ਹਲਾਇਨ ਫੇਰ ਸਿਰ, ਉੱਡ ਉੱਡ ਰਾਵੇ ਝਾਟੇ ਪਾਵੇ। ਤੇ ਕਹਿੰਦੇ ਕੀ ਸਮਾਂ ਬਣਿਆ? ਕਹਿੰਦੇ ਮਹਾਰਾਜ ਨੇ ਪਹਿਲਾਂ ਹੀ ਵਰਜ ਦਿੱਤਾ। ਕਹਿੰਦੇ ਵੇਖੇ ਲੋਕ ਹੱਸੇ ਕਰ ਜਾਏ। ਕਹਿੰਦੇ ਕਈ ਕਰਦੇ, ਕਹਿੰਦੇ ਨੱਚਦੇ ਨੇ ਤੇ ਨੱਚਦੇ ਟੱਪਦੇ ਨੇ ਤੇ ਪੈਰਾਂ ਨਾਲ ਮਿੱਟੀ ਕਹਿੰਦੇ ਉਡਾ ਕੇ ਕਹਿੰਦੇ ਉੱਡ ਉੱਡ ਰਾਵੇ ਝਾਟੇ ਪਾਵੇ। ਕਹਿੰਦੇ ਪੈਰਾਂ ਨਾਲ ਖੇ ਉਡਾ ਕੇ ਤੇ ਆਪਦੇ ਸਿਰ ਵਿੱਚ ਹੀ ਪਾਉਂਦੇ ਰਹਿੰਦੇ। ਭਾਵ ਇਹਨਾਂ ਸਾਰੀਆਂ ਚੀਜ਼ਾਂ ਸਾਨੂੰ ਮਹਾਰਾਜ ਨੇ ਵਰਜਿਆ ਜੀ। ਤਾਲ ਮਿਲਾਵਹਿ ਲੇਹ ਭਵਾਲੀ। ਤੇ ਕਹਿੰਦੇ ਭਵਾਟੀਆਂ ਲੈਂਦੇ ਨੇ, ਭਾਵ ਚੱਕਰ ਮਾਰਦੇ ਨੇ ਤੇ ਉੱਚੀ ਉੱਚੀ ਗਾਉਂਦੇ ਨੇ ਜੀ। ਗਾਵਹਿ ਗੀਤ ਮਧੁਰ ਧੁਨ ਧਾਰੀ। ਤੇ ਬਹੁਤ ਕਹਿੰਦੇ ਧੁਨ ਲਾ ਕੇ ਤੇ ਗਾਉਂਦੇ ਨੇ ਜੀ। ਦੇ ਸੁਹਾਤੀ ਸੁੰਦਰ ਗਾਰੀ। ਤੇ ਕਹਿੰਦੇ ਸੁਹਾਤੀ ਸੁੰਦਰ ਗਾਰੀ। ਗਾਰੀ ਸਾਧ ਸੰਗਤ ਹੁੰਦਾ ਸੀਗਾ ਗਾਲੀ। ਇੱਕ ਦਾ ਗਾਰੀ ਦਾ ਮਤਲਬ ਹੁੰਦਾ ਗਾਲ। ਗਾਰੀ ਇਹ ਸੁੰਦਰ ਗਾਰੀ ਭਾਵ ਕਿਹੜੇ ਹੈਗੇ ਆ? ਜਿਹਨੂੰ ਆਪਾਂ ਸਿੱਠਣੀਆਂ ਕਹਿੰਦੇ ਆ। ਕਹਿੰਦੇ ਪੁਰਾਣੇ ਬਜ਼ੁਰਗ ਕਹਿੰਦੇ ਸੀਗੇ, ਕਹਿੰਦੇ ਵੀ ਲੜਦਿਆਂ ਦੇ ਮਿਹਣੇ ਤੇ ਗਾਉਂਦਿਆਂ ਦੀਆਂ ਸਿੱਠਣੀਆਂ ਹੁੰਦੀਆਂ। ਅਗਲਾ ਗਾਉਂਦੇ ਕਹਿੰਦੇ ਭਾਈ ਇਹਨਾਂ ਦੇ ਘਰੇ ਰੋਟੀ ਮੁੱਕੀ ਆ, ਬੇਅੰਤਰਾਂ ਨੇ ਮਿਹਣੇ ਦੇ ਦੇਣੇ ਬਹਾਨੇ ਨਾਲ। ਇਹ ਭਾਈ ਕਿਉਂ ਦੋ ਮੇਲ ਬਣ ਜਾਣੇ ਨਾਨਕੇ ਤੇ ਦਾਦਕਿਆਂ ਵਾਲੇ। ਬੜਾ ਕੁਝ ਚੱਲਦਾ ਹੁੰਦਾ ਸਾਧ ਸੰਗਤ। ਉਹ ਸਮਾਂ ਸੀ, ਪ੍ਰੇਮ ਸੀਗਾ। ਅੱਜ ਕੱਲ੍ਹ ਤੁਸੀਂ ਕਿਸੇ ਨੂੰ ਕੋਈ ਕਹਿ ਕੇ ਦੇਖ ਲਓ ਤੇ ਕਹਾਣੀ ਕਿਤੇ ਪਹੁੰਚ ਜਾਂਦੀ। ਤੇ ਜਿਵੇਂ ਮੈਂ ਇੱਕ ਥੋੜੀ ਸੁਣਾ ਕੇ ਚੱਲੇ ਅੱਗੇ, ਤੇ ਕੋਈ ਬੀਬੀ ਸੀ ਵਿਚਾਰੀ ਕੰਮ ਕਰਦੀ ਸੀ, ਰਲੀ ਸੀ ਕਿਸੇ ਨਾਲ। ਤੇ ਕਹਿੰਦੇ ਸਰਦਾਰ ਨੇ ਮੈਨੂੰ ਦਿਓ ਛੁੱਟੀਆਂ, ਤੇ ਕਹਿੰਦੇ ਅਸੀਂ ਨਾਨਕਾ ਮੇਲ ਲੈ ਕੇ ਜਾਣਾ ਤੇ ਮੈਂ ਮਾੜੀਆਂ ਬੋਲੀਆਂ ਤਿਆਰ ਕਰਨੀਆਂ। ਤੇ ਉਹ ਬੀਬੀ ਗਾਂ ਥੋੜੀ ਉਹੋ ਜਿਹੀ ਸੀ। ਕਹਿੰਦੇ ਫਿਕਰ ਨਾ ਕਰ, ਤੇਰੀ ਬੋਲੀਆਂ ਮੈਂ ਇਕੱਠੀਆਂ ਤਿਆਰ ਕਰ ਦੂੰ। ਕਹਿੰਦੇ ਕਿਵੇਂ? ਕਹਿੰਦੇ ਕੋਈ ਨਾ ਕੰਮ ਕਰੀ ਚੱਲ, ਅਖੀਰ ਦੇ ਦਿਨ ਤੈਨੂੰ ਦੇ ਦੂੰ ਬੋਲੀਆਂ ਇਕੱਠੀਆਂ ਕਰਕੇ। ਤੇ ਸਾਧ ਸੰਗ ਫਿਰ ਬਣ ਗਿਆ ਸਮਾਂ। ਤੇ ਜਦੋਂ ਫਿਰ ਅਖੀਰਲਾ ਦਿਨ ਆਇਆ, ਕਹਿੰਦੇ ਸਰਦਾਰ ਨਹੀਂ ਅਸੀਂ ਜਾਣਾ ਕੰਮ ਤੇ, ਕੰਮ ਤੋਂ ਹੁਣ ਜਾਣਾ ਵਿਆਹ, ਤੇ ਵੀ ਸਾਡੀਆਂ ਬੋਲੀਆਂ ਕਹਿੰਦੇ ਤਿਆਰ ਕੀਤੀਆਂ ਪਈਆਂ ਤੇਰੀਆਂ। ਤੇ ਸਾਧ ਸੰਗ ਕੁੱਜਾ ਦੇ ਦਿੱਤਾ ਕੱਪੜੇ ਦੇ ਨਾਲ ਉੱਤੇ ਬੰਨ੍ਹ ਕੇ, ਤੇ ਨਾਲ ਉੱਤੇ ਸਾਧ ਸੰਗ ਆਟਾ ਲਾਇਆ ਹੋਇਆ। ਕਹਿੰਦੀ ਇਉਂ ਕਰੀ ਜਦੋਂ ਚਲੀ ਗਈ ਨਾ ਜਾ ਕੇ ਤੇ ਕੱਲੀ ਖੋਲ ਕੇ ਛੱਡੀ ਚੱਲੀ ਅੰਦਰ ਵੜ ਕੇ ਕਮਰੇ 'ਚ। ਕਹਿੰਦੀ ਠੀਕ ਆ ਜੀ, ਪਹਿਲਾਂ ਨਾ ਖੋਲ ਨਹੀਂ ਕਦੇ। ਕਹਿੰਦੀ ਨਹੀਂ ਕੋਈ ਨਾ, ਮੈਂ ਖਿਆਲ ਰੱਖੂੰਗੀ। ਬਸ ਫਿਰ ਚਲੀ ਗਈ ਸਾਧ ਸੰਗਤ। ਇਹੋ ਜਿਹਾ ਸਮਾਂ ਸੀ। ਦੱਸਦਾ ਵੀ ਕਿਵੇਂ ਲੋਕ ਹਾਸ ਰਸ ਕਿਵੇਂ ਕਰਦੇ ਸਨ। ਅੱਜ ਜਿਹੜਾ ਪਿਆਰ ਮੁੱਕਦਾ ਜਾ ਰਿਹਾ। ਇਹ ਨਹੀਂ ਵੀ ਤੁਹਾਨੂੰ ਕਹਿ ਰਹੇ ਗਾਉਣ ਵਜਾਉਣ ਕਰੋ, ਪਰ ਪ੍ਰੇਮ ਬਹੁਤ ਜ਼ਿਆਦਾ ਜ਼ਰੂਰੀ ਹੈ।
ਇਹ ਨਹੀਂ ਅਸੀਂ ਗੁਰਮੁਖ ਬਣ ਗਏ ਤੇ ਮੂੰਹ ਆਏ ਕੀਤਾ ਜਿਵੇਂ ਆਲੂਆਂ 'ਚ ਘਾਟਾ ਪਿਆ। ਖੁਸ਼ ਰਹਿਣਾ ਚਾਹੀਦਾ, ਥੋੜੀ ਵਜ੍ਹਾ ਕਰਤਾ ਮਤਲਬ ਪ੍ਰੇਮ ਨਾਲ ਵਰਤਣਾ ਚਾਹੀਦਾ। ਦਾਸ ਤਾਂ ਕਈ ਵਾਰ ਕਹਿੰਦਾ ਵੀ ਤੁਹਾਡੇ ਨੂੰ ਤਾਂ ਕਈ ਵਾਰ ਮਨਮੁਖ ਬੰਦੇ ਚੰਗੇ ਆ, ਪ੍ਰੇਮ ਨਾਲ ਬੁਲਾਉਂਦੇ ਤਾਂ ਹੈਗੇ। ਕਈਆਂ ਨੇ ਮਾਰੇ ਨਾ ਮੂੰਹ ਆਏ ਫਤਿਹ ਤੋਂ ਵੀ ਆਏ ਵਾਂਝੇ ਹੋਏ ਪਏ। ਖੁਸ਼ ਹੋ ਕੇ ਨੀਵੇਂ ਹੋ ਕੇ ਬੁਲਾਉਣਾ, ਪ੍ਰੇਮ ਕਰਨਾ, ਸਾਧ ਸੰਗਤ ਦੇ ਗੁਰਮੁਖਾਂ ਦੇ ਗੁਣ ਸਨ, ਪਰ ਰਹਿ ਗਏ ਹਲੇ ਮਨਮੁਖਾਂ ਕੋਲੇ ਹਲੇ ਰਹਿ ਗਏ ਨੇ। ਪੁਰਾਣੇ ਬਜ਼ੁਰਗਾਂ ਵਿੱਚ ਸਾਧ ਸੰਗਤ ਪਿਆਰ ਹੁੰਦਾ ਸੀ। ਚਲੀ ਗਈ ਬੀਬੀ, ਨਾਨਕਾ ਮੇਲ ਕਰ ਲਿਆ ਤਿਆਰ, ਮਾਰਫੜ ਸਾਧ ਨਹੀਂ ਬਣ ਗਏ। ਤੇ ਜਦੋਂ ਬਣ ਗਏ ਤੇ ਆਪ ਵੜ ਕੇ ਕਮਰੇ 'ਚ ਕਹਿੰਦੇ ਚੰਗਾ ਭੈਣੋ ਮੈਂ ਕਹਿੰਦੇ ਅੰਦਰੋਂ ਬੋਲੀ ਛੱਡੂ ਤੇ ਤੁਸੀਂ ਚੱਕੀ ਚੱਲਿਓ ਬਾਹਰੋਂ ਕੰਮ। ਕਹਿੰਦੇ ਠੀਕ ਹੈ, ਬਾਹਰਲੀ ਤਿਆਰ ਕਰ ਲਈਆਂ। ਤੇ ਜਦੋਂ ਖੋਲਿਆ ਮੂੰਹ ਤੇ ਉਹਦੇ ਵਿੱਚ ਸੀਗੇ ਭਰਿੰਡ, ਤੇ ਨਾਲ ਹੀ ਲਾਦਾ ਨਹੀਂ ਭੈਣੋ ਤੋੜ ਤੁੰਬਲੀ। ਤੇ ਬਾਹਰਲੇ ਨੇ ਕਿਹੜਾ ਸੁਣਨਾ ਸੀ ਕਿਤੇ, ਬਾਹਰਲੇ ਚੱਕ ਲਿਆ ਕੰਮ, ਤੋੜ ਤੁੰਬਲੀ ਨਹੀਂ ਤੋੜ ਤੁੰਬਲੀ। ਬਾਵਾ ਚਿਰ ਲੱਗੀਆਂ ਰਹੀਆਂ, ਅੱਧਾ ਘੰਟਾ ਹੋ ਗਿਆ। ਫੇਰ ਕਹਿਣ ਭੈਣੋ ਹੁਣ ਬਣੀਆਂ ਇੱਕ ਸਾਰ ਜੋੜੀਆਂ, ਫੇਰ ਚੱਕ ਦਿਆ ਕਰਨ ਕੰਮ। ਫੇਰ ਨਾ ਸਾਹ ਆਵੇ, ਕਹਿੰਦੇ ਅੱਧਾ ਪੌਣਾ ਘੰਟਾ ਹੋ ਗਿਆ, ਅੰਦਰੋਂ ਬਾਅਦ 'ਚ ਕੋਈ ਬੋਲੀ ਨਹੀਂ ਪਈ, ਇੱਕ ਹੀ ਗੱਲ ਹੀ ਆਈ ਤੋੜ ਤੁੰਬਲੀ। ਜਦੋਂ ਦਰਵਾਜ਼ਾ ਭੰਨ ਕੇ ਦੇਖਿਆ ਤਾਂ ਸਜਾਈ ਪਈ ਵਿਚਾਰੀ, ਭੂੰਡਾਂ ਨੇ ਖਾ ਲਈ ਵਿਚਾਰੀ। ਇਹੋ ਜਿਹਾ ਸਮਾਂ ਹੁੰਦਾ, ਪਰ ਫੇਰ ਵੀ ਬਹੁਤ ਪਿਆਰ ਹੁੰਦਾ ਲੋਕਾਂ 'ਚ। ਪਰ ਅੱਜ ਸਾਧ ਸੰਗਤ ਪਿਆਰ ਰਿਹਾ ਨਹੀਂ ਲੋਕਾਂ ਵਿੱਚ, ਲੋਕ ਖੁਸ਼ਕ ਹੋ ਚੁੱਕੇ ਨੇ, ਮੱਤ ਵੱਜੀ ਪਈ ਹੈ। ਤੇ ਇਹ ਚੀਜ਼ਾਂ ਸਾਧ ਸੰਗਤ ਸਮਾਂ ਹੁੰਦਾ ਸੀ, ਭਾਵ ਸਿੱਠਣੀਆਂ ਦਿੰਦੀਆਂ ਬੀਬੀਆਂ ਨੇ, ਬਹੁਤ ਕੁਛ ਕਹਿ ਦੇਣਾ ਵੀ ਭਾਈ ਉਹ ਗਿਆ ਬਾਜ਼ਾਰ ਗਿਆ ਤੇ ਕਹਿੰਦੇ ਨਾਲ ਕੱਪੜੇ ਲੈਣ ਲੱਗ ਗਿਆ ਤੇ ਬਿੱਲ ਬਣ ਗਿਆ ਜ਼ਿਆਦਾ, ਤੇ ਭਾਈ ਆਪਦੀ ਫਿਰ ਘਰ ਵਾਲੀ ਨੂੰ ਗਹਿਣੇ ਰੱਖਿਆ। ਪਰ ਲੋਕ ਗੁੱਸਾ ਨਹੀਂ ਮੰਨਦੇ ਸਨ। ਹੁਣ ਕਿਸੇ ਨੂੰ ਕਹਿ ਕੇ ਦੇਖ ਲਓ, ਆਹ ਦੇਖ ਲਓ, ਫਿਰ ਹੁਣ ਹੀ ਫੋਨ 'ਤੇ ਧਨੇਸੜੀ ਦਿੰਦੀਆਂ ਆ, ਲੱਤ ਜਿਹਨੇ ਲੰਮੇ ਫਿਰ ਟੈਕਸ ਦੇਖੋ ਆਉਂਦੇ। ਫਿਰ ਉਹ ਜਦੋਂ ਵਰਡ ਨਹੀਂ ਕਹਿੰਦੇ ਹੁਣ ਵਰਡ ਮੁੱਕ ਗਏ ਤਾਂ ਅੱਗੇ ਨਹੀਂ ਤੁਸੀਂ ਲਿਖ ਸਕਦੇ, ਉਦੋਂ ਹਟਦੀਆਂ ਬੀਬੀਆਂ। ਫਿਰ ਇਹ ਬੇਨਤੀ ਆ, ਪ੍ਰੇਮ ਰੱਖੋ ਜ਼ਰੂਰ, ਪ੍ਰੇਮ ਹੋਣਾ ਚਾਹੀਦਾ ਗੁਰਮੁਖਾਂ 'ਚ। ਤੇ ਜਿਹੜੇ ਪੰਥ ਦੇ ਦੋਖੀ ਜੇ ਗੁੱਸਾ ਕੱਢਣਾ ਆਪਾਂ ਨੂੰ ਉਹਨਾਂ ਦੇ ਕੱਢਣਾ ਚਾਹੀਦਾ, ਆਪਸ ਵਿੱਚ ਨਹੀਂ ਕਰਨਾ ਚਾਹੀਦਾ। ਪੜੋ ਜੀ, ਸਭੈ ਸ਼ਰੀਕਨ ਮਿਲ ਕਰ ਆਈ। ਸਾਰੇ ਸ਼ਰੀਕ ਸਾਧ ਸੰਗਤ ਪ੍ਰੇਮ ਵਿੱਚ ਪੁੱਤ ਹੋਇਆ ਤੇ ਚਾਅ ਦੇ ਨਾਲ ਖੁਸ਼ੀ ਨਾਲ ਸਾਰੇ ਸ਼ਰੀਕਾ ਮਿਲ ਕੇ ਆਇਆ ਜੀ। ਭੂਖਨ ਬਸਨ ਧਰੇ ਸ਼ਬ ਸ਼ਾਈ। ਤੇ ਬਹੁਤ ਸੋਹਣੇ ਸੋਹਣੇ ਗਹਿਣੇ ਪਾਏ ਨੇ, ਸੋਭਨੀਕ ਲੱਗਦੀਆਂ ਬੀਬੀਆਂ ਜੀ। ਗਜਗਾ ਮਨ ਕੈ ਖੰਜਨ ਨੈਣੀ। ਤੇ ਕਹਿੰਦੇ ਆਏ ਹਾਥੀ ਮੂੰਹ ਝੂਲਦੀਆਂ ਆਉਂਦੀਆਂ, ਕਹਿੰਦੇ ਸੋਹਣੇ ਨੈਣ ਨੇਤਰਾਂ ਵਾਲੀਆਂ ਨੇ ਜੀ। ਨਾਗਰ ਗੀਤ ਗਾਏ ਪਿਕ ਬੈਨੀ। ਕਹਿੰਦੇ ਕਿਵੇਂ ਕਹਿੰਦੇ ਪਿਕ ਭਾਵ ਕਹਿੰਦੇ ਕੋਇਲ ਵਰਗੀਆਂ ਆਵਾਜ਼ਾਂ ਨੇ, ਤਿੱਖੀਆਂ ਤਿੱਖੀਆਂ ਆਵਾਜ਼ਾਂ 'ਚ ਗਾਉਂਦੀਆਂ ਨੇ ਜੀ। ਬਰਨ ਪਟ ਪਹਿਰ ਨਵੀਨਾ। ਤੇ ਕਹਿੰਦੇ ਬਹੁਤ ਸੋਹਣੇ ਸੋਹਣੇ ਪਤਲੇ ਕਹਿੰਦੇ ਕੱਪੜੇ ਪਾਏ ਨੇ, ਜਿਹੜੇ ਸਿਲਕ ਵਾਲੇ, ਜਿਵੇਂ ਆਪਾਂ ਪੱਟ ਵਾਲੇ ਲਾ ਲਈਏ, ਜਿਵੇਂ ਲਾ ਲਈਏ ਜਿਹੜੇ ਤੇ ਕਢਾਈ ਵਾਲੇ ਹੁੰਦੇ ਉਵੇਂ ਪੱਟ ਵਾਲੇ ਮਹਿੰਗੇ ਕੱਪੜੇ ਜੀ। ਕੱਟ ਜਨਸ਼ੀਨ ਉਰੋਜਨ ਪੀਨਾ। ਅਲੰਕਾਰ ਨਗ ਕੰਚਨ ਪੀਨੇ। ਹਾਂਜੀ, ਜਿਹੜੇ ਸਰੀਰ ਨਾਲ ਕਸੇ ਵੀ ਨੇ ਤੇ ਸਰੀਰ ਪਤਲੇ ਵੀ ਨੇ, ਨਾਲ ਇਹ ਵੀ ਦੱਸਦੇ ਨੇ ਜੀ। ਹਾਂਜੀ, ਕਵੀ ਜੀ ਅਲੰਕਾਰ ਲਾਉਂਦੇ ਨੇ ਜੀ। ਕਰਨਪੂਰ ਪਰ ਬਰ ਬੇਸਰ ਕੀਨੇ। ਚੰਦਰ ਘੰਟਕਾ ਅੰਗਦ ਕੰਗਨ। ਕਹਿੰਦੇ ਬਹੁਤ ਕੰਗਣ ਪਾਏ ਨੇ ਸਾਧ ਸੰਗਤ, ਜਿਹੜੇ 2 ਉਂਗਲਾਂ ਜਾਂ ਅੰਗੂਠੇ ਜਿਹਨੇ ਕਹਿ ਦਈਏ ਚੌੜੇ ਹੁੰਦੇ। ਸਾਧ ਸੰਗਤ ਇੱਕ ਚੂੜੀ ਹੁੰਦੀ ਹੈ ਪਤਲੀ ਜੀ, ਤੇ ਇਹ ਚੌੜੇ ਕੰਗਣ ਹੁੰਦੇ ਸਾਧ ਸੰਗਤ ਮੋਟੇ। ਤੇ ਇਹ ਜਿਹੜੇ ਮੋਟੇ ਕੰਗਣ ਪਾਏ ਨੇ ਵਿੱਚ ਇੰਨੇ ਪਾਏ ਨੇ, ਕਹਿੰਦੇ ਜਦੋਂ ਬੀਬੀਆਂ ਨੱਚ ਰਹੀਆਂ ਬਾਹਾਂ ਚੱਕਦੀਆਂ ਤੇ ਛਣਕਦੇ ਨੇ ਜੀ। ਸ਼ਬਦ ਕਰਹਿ ਜੇ ਪਹਿਰੇ ਅੰਗਨ। ਜਿੰਨੇ ਪਾਏ ਨੇ ਉਹ ਸ਼ਬਦ ਵਿੱਚੋਂ ਆਵਾਜ਼ ਝਣਕਾਰ ਦੀ ਪੈਦਾ ਕਰਦੇ ਨੇ ਜੀ। ਚੌਪਈ ਭਈ ਭੌਨ ਮਹਿ ਭਾਰੀ ਭੀਰਾ। ਤੇ ਭੌਨ ਸਾਧ ਸੰਗਤ ਘਰ ਵਿੱਚ ਬਹੁਤ ਭੀੜ ਭਰ ਗਈ ਜੀ। ਭੀ ਉਛਾਹ ਕੀ ਧੁਨੀ ਗੰਭੀਰਾ। ਬਹੁਤ ਉਤਸ਼ਾਹ ਵਿੱਚ ਪ੍ਰੇਮ ਵਿੱਚ ਗਾਉਂਦੇ ਆ ਸਾਰੇ ਜਾਣੇ ਜੀ। ਕਪਟ ਬੇਸ ਜਹ ਦੇਵ ਬਧੂਟੀ। ਤੇ ਕਹਿੰਦੇ ਜਿਹੜੇ ਦੇਵ ਬਧੂਟੀ ਭਾਵ ਜਿਹੜੀਆਂ ਪਰੀਆਂ ਨੇ ਸਾਧ ਸੰਗਤ ਦੇਵਤਿਆਂ ਦੀਆਂ ਘਰ ਵਾਲੀਆਂ, ਕਹਿੰਦੇ ਉਹ ਵੀ ਭੇਸ ਬਦਲ ਕੇ ਤੇ ਇਸ ਪਰਿਵਾਰ ਜਿੱਥੇ ਬੀਬੀਆਂ ਆਈਆਂ ਨੇ, ਬੇਦੀਆਂ ਨਹੀਂ ਕੁਲ ਦੀਆਂ ਖੱਤਰੀਆਂ ਬੀਬੀਆਂ ਜਿਹੜੀਆਂ ਆਈਆਂ ਨੇ, ਉਹਨਾਂ ਦੇ ਵਿੱਚ ਰਲ ਕੇ ਉਹ ਵੀ ਵਿੱਚ ਆ ਕੇ ਤੇ ਖੁਸ਼ੀ ਮਨਾਉਂਦੀਆਂ, ਮਹਾਰਾਜ ਦੀ ਵਡਿਆਈ 'ਚ ਗਾਉਂਦੀਆਂ ਨੇ ਜੀ। ਗਾਵਹਿ ਮਾਨੋ ਜਗਤ ਸੁਖ ਲੂਟੀ। ਕਹਿੰਦੇ ਇਉਂ ਗਾਉਂਦੀਆਂ ਨੇ ਜਿਵੇਂ ਸਾਰੇ ਜਗਤ ਦਾ ਸੁੱਖ ਲੁੱਟਣਾ ਹੋਵੇ ਜੀ। ਕਾਲੂ ਆਲੇ ਮੰਗਲ ਸਾਜੇ। ਕਹਿੰਦੇ ਕਾਲੂ ਆਲੇ ਮੰਗਲ ਸਾਜੇ, ਭਾਵ ਮਹਾਰਾਜ ਦੇ ਘਰ ਵਿੱਚ ਸਾਰੇ ਮੰਗਲ ਗਾਉ ਰਹੇ ਨੇ, ਵਡਿਆਈ ਦੇ ਗੀਤ ਜੀ। ਦਰ ਪਰ ਲਗ ਨਿਸ਼ਾਨ ਸ਼ੁਭ ਬਾਜੇ। ਕਹਿੰਦੇ ਛੋਟੇ ਛੋਟੇ ਦਰਵਾਜ਼ੇ ਤੇ ਕਹਿੰਦੇ ਨਿੱਕੇ ਨਿੱਕੇ ਨਗਾਰੇ ਵੱਜ ਰਹੇ ਨੇ ਜੀ। ਹਾਂਜੀ, ਭੇਰੀਆਂ ਵੀ ਜਿਹਨੂੰ ਕਹਿ ਦਿੰਦੇ ਜੀ। ਢਾਡੀ ਭਾਟ ਜੋ ਮੰਗਣ ਹਾਰੇ। ਤੇ ਢਾਡੀ ਵੀ ਆ ਗਏ ਸਾਧ ਸੰਗਤ, ਉਹ ਵੀ ਭਾਟੜੇ ਉਹ ਵੀ ਆ ਗਏ ਗਾਉਣ ਵਾਲੇ ਜੀ। ਪਾਏ ਦਰਬ ਕੋ ਗੁਣਨ ਉਚਾਰੇ। ਕਹਿੰਦੇ ਪੈਸੇ ਮਿਲੀ ਜਾਂਦੇ ਤੇ ਹੋਰ ਵਧਾਈ ਜਾਂਦੇ, ਮਰਾਸੀਆਂ ਵਾਂਗੂ। ਜਿਵੇਂ ਕਹਿੰਦੇ ਆ ਗਿਆ, ਕਹਿੰਦੇ ਦੇਤਾ, ਕਹਿੰਦੇ ਆ ਮੁੰਡੇ ਦੇ ਮਾਮਾ ਕਹਿੰਦੇ ਦਿੱਤਾ 100 ਦਾ ਨੋਟ, ਕਹਿੰਦੇ ਕਿੱਥੇ, ਕਹਿੰਦੇ ਹਲੇ ਕਾਚੀ ਖੁਰਕਦਾ, ਜਿਵੇਂ ਇਤਿਆਦਕ ਉਹ ਲਾਉਂਦੇ ਸਨ। ਹੁਣ ਹੈ ਹੀ ਨਹੀਂ, ਉਹ ਸਾਰੇ ਉਹ ਮੁੱਕ ਗਏ। ਸਾਧ ਸੰਗਤ ਸਮਾਂ ਹੁੰਦਾ ਸੀਗਾ, ਇਹ ਸਾਰੇ ਆਇਆ ਕਰਦੇ, ਉਹ ਬੜਾ ਇੱਕ ਸਮਾਂ ਹੁੰਦਾ ਸੀ ਪ੍ਰੇਮ ਵਾਲਾ। ਇਹ ਇਉਂ ਨਾ ਸੋਚ ਲਓ ਕਿਤੇ ਕਹੀ ਜਾਂਦੇ ਤੇ ਮੁੜ ਕੇ ਪਤਾ ਲੱਗੇ ਉਸੇ ਕਹਿੰਦੇ ਪਹਿਲਾਂ ਨੇ ਕਹਿੰਦੇ ਵਿਆਹ ਐਂ ਕਰਨਾ ਤੇ ਹੁਣ ਤੁਸੀਂ ਜਮੇ ਮੰਗਾਈ ਜਾਂਦੇ।
ਇਹ ਭਾਵ ਉਹ ਸਮੇਂ ਬਾਰੇ ਦੱਸ ਰਿਹਾ। ਦੱਸ ਫਿਰ ਉਹ ਸਮਾਂ ਅਲੰਕਾਰ ਲਾਉਣਾ ਪੈਂਦਾ, ਸਮਾਂ ਬਣਾਉਣਾ ਪੈਂਦਾ ਜੀ। ਨਰ ਨਾਰੀ ਬਹੁ ਦੇਤ ਵਧਾਈ। ਤੇ ਭਾਵ ਜਿਹੜੇ ਪੁਰਸ਼ ਤੇ ਇਸਤਰੀਆਂ ਬਹੁਤ ਆ ਕੇ ਪਿਤਾ ਕਾਲੂ ਮਹਿਤਾ ਕਾਲੂ ਜੀ ਨੂੰ ਵਧਾਈਆਂ ਦਿੰਦੇ ਨੇ ਜੀ ਵਿਹੜੇ ਵਿੱਚ ਜੀ। ਦਰ ਪਰ ਭੀੜ ਭਰੀ ਅਧਿਕਾਈ। ਬਹੁਤ ਭੀੜ ਭਰੀ ਪਈ ਹੈ ਜੀ। ਦੇਨੋ ਉਚਿਤ ਲਖਿਓ ਜੋ ਜੈਸਾ। ਜਿਹੜਾ ਜਿਹੇ ਜਾਂਦਾ ਉਹਨੂੰ ਉਸ ਮੁਤਾਬਕ ਉਹਨੂੰ ਕੋਈ ਕੱਪੜਾ, ਕੋਈ ਅੰਨ ਦਾਣਾ, ਉਹਨੂੰ ਕੋਈ ਮਾਇਆ ਇਤਿਆਦਿਕ ਵਸਤਰ ਜੀ। ਦੇਤ ਭਇਓ ਕਾਲੂ ਤਿੰਨ ਤੈਸਾ। ਉਹਨੂੰ ਉਹ ਜਿਹੀ ਉਸੇ ਸਮੇਂ ਸਮਾਨ ਦੇ ਦਿੰਦੇ ਨੇ ਜੀ। ਦੋਹਰਾ ਕਾਲੂ ਤਬ ਸਭ ਵਿਦ ਕਰੀ ਜੋ ਬੇਦੀ ਕੁਲ ਰੀਤ। ਕਹਿੰਦੇ ਉਸ ਸਮੇਂ ਸਾਰੇ ਉਹ ਕਾਰਜ ਕੀਤੇ ਜਿਹੜੇ ਬੇਦੀਆਂ ਦੀ ਕੁਲ ਵਿੱਚ ਚੱਲਦੇ ਸਨ ਜੀ। ਜਿਵੇਂ ਆਪ ਜੀ ਨੇ ਉਦੋਂ ਸੁਣਿਆ ਸੀਗਾ, ਸਣੇ ਵਸਤਰ ਜਿਵੇਂ ਇਸ਼ਨਾਨ ਕਰਨ ਨਦੀ ਤੇ ਗਏ ਸਨ ਜੀ। ਨਰ ਨਾਰੀ ਕੀਰਤ ਕਰਤ ਪੁਰ ਮਹਿ ਪਰਮ ਪੁਨੀਤ। ਤੇ ਕਹਿੰਦੇ ਬਹੁਤ ਜਿਹੜੇ ਆ ਕੇ ਜਿਹੜੇ ਨਰ ਨਾਰੀਆਂ ਜਿਹੜੀਆਂ ਮਹਾਰਾਜ ਦੀ ਕੀਰਤੀਆਂ ਵਡਿਆਈਆਂ ਕਰ ਰਹੇ ਨੇ ਜੀ। ਚੌਪਈ ਬਹੁਤ ਨਾੜ ਕੇ ਸੁਤ ਜਨਮਾਹੀ। ਕਹਿੰਦੇ ਇਉਂ ਆ, ਕਹਿੰਦੇ ਜਿਵੇਂ ਦੱਸਿਆ ਸਮਾਂ ਦੱਸ ਰਹੇ ਨੇ, ਕਹਿੰਦੇ ਇਹੋ ਜੀ ਗੱਲ ਨਹੀਂ ਵੀ ਕੋਈ ਉੱਥੇ ਅਮੀਰ ਨਹੀਂ। ਕਹਿੰਦੇ ਬਹੁਤ ਵੱਡੇ ਤੋਂ ਵੱਡੇ ਅਮੀਰ ਵੀ ਉੱਥੇ ਰਹੇ, ਆਪਣੇ ਨਨਕਾਣਾ ਸਾਹਿਬ, ਤਲਵੰਡੀ। ਤੇ ਕਹਿੰਦੇ ਬਹੁਤ ਤੋਂ ਅਮੀਰ ਵੀ ਰਹੇ ਆ, ਤੇ ਅਮੀਰਾਂ ਤੋਂ ਅਮੀਰਾਂ ਦੇ ਘਰੇ ਬੱਚੇ ਵੀ ਹੋਏ ਨੇ ਜੀ। ਅਸ ਉਤਸ਼ਵ ਕੀਨੋ ਕਿਸ ਨਾਹੀ। ਪਰ ਜਿਹੜਾ ਆ ਉਤਸ਼ਾਹ ਜਿਹੜਾ ਇੱਥੇ ਦੇਖਿਆ, ਜਿਹੜਾ ਇੰਨਾ ਦਾਨ ਪੁੰਨ ਹੋਇਆ, ਕਿਸੇ ਦੇ ਘਰੇ ਆਇਓ ਦੇਖਿਆ ਨਹੀਂ ਜੀ। ਕਹੈ ਪਰਸਪਰ ਮਿਲ ਨਰ ਨਾਰੀ। ਸਾਰੇ ਲੋਕ ਆਪਸ ਵਿੱਚ ਇਹ ਗੱਲਾਂ ਕਰਦੇ ਨੇ। ਪਿਤਾ ਮਹਿਤਾ ਕਾਲੂ ਜੀ ਨੇ ਕਮਾਲ ਕਰ ਦਿੱਤੀ ਦਾਨ ਪੁੰਨ ਦੀ। ਜਿਹੜਾ ਆਇਆ ਹਰੇਕ ਨੂੰ ਝੋਲੀ ਵਿੱਚ ਕੋਈ ਵਸਤਰ, ਕਿਸੇ ਨੂੰ ਕੋਈ ਗਹਿਣਾ, ਕੋਈ ਧਨ ਇਤਿਆਦਿਕ ਦਿੰਦੇ ਨੇ ਜੀ। ਜਨਮਿਓ ਸੁਤ ਕੋ ਕਰਮ ਉਜਾਰੀ। ਕਹਿੰਦੇ ਉਹ ਆ ਗਏ ਨੇ ਜਿਹੜੇ ਸਾਰਿਆਂ ਦੇ ਕਰਮ ਉਜਾਗਰ ਕਰਨ ਵਾਲੇ ਨੇ ਜੀ। ਖਸ਼ਟੀ ਕੀਨ ਭਲੇ ਕੁਲ ਚਾਲੀ। ਤੇ ਕਹਿੰਦੇ ਖਸ਼ਟੀ ਹੁੰਦੀ ਹੈ ਸਾਧ ਸੰਗਤ ਜਿਹੜੇ 6 ਦਿਨਾਂ ਬਾਅਦ ਕਰਨੇ, ਜਿਹਨੂੰ ਆਪਾਂ ਛਿਟੀ ਕਹਿੰਦੇ ਆ। ਤੇ ਸਾਧ ਸੰਗਤ ਛਿਟੀ ਕਰਦੇ ਸੀਗੇ ਜਦੋਂ ਆਪਣੇ ਘਰਾਂਦਿਆਂ ਨੂੰ ਬੁਲਾਉਣੇ। ਫਿਰ ਉਹਦੇ ਵਿੱਚ ਜਿੱਥੇ ਨੂਣ ਵਾਲੀਆਂ ਚੀਜ਼ਾਂ, ਕਈ ਤਰ੍ਹਾਂ ਦੇ ਬੇਅੰਤ ਤਰ੍ਹਾਂ ਦੇ ਪਦਾਰਥ ਬਣਾਇਆ ਕਰਦੇ ਸਾਧ ਸੰਗਤ। ਜਦੋਂ ਬੇਅੰਤ ਤਰ੍ਹਾਂ ਦੇ ਸਾਧ ਸੰਗਤ ਪਦਾਰਥ ਬਣਾਇਆ ਕਰਦੇ ਤੇ ਉਹ ਸਾਧ ਸੰਗਤ ਫਿਰ ਛਕਾਇਆ ਕਰਨਾ। ਛਕਾਉਣ ਦੇ ਨਾਲ ਸਾਧ ਸੰਗਤ ਉਹਨੂੰ ਛਿਟੀ ਕਹਿ ਦਿੰਦੇ ਆ। ਜਿਵੇਂ ਛਿਟੀ ਸਾਧ ਸੰਗਤ ਚਾਲਾਂ ਵਿੱਚ ਵੀ ਖੇਡਦੇ ਆ। ਜਿਵੇਂ ਚਾਲ ਸਾਧ ਸੰਗਤ ਵਿਆਹ ਤੋਂ ਅਗਲੇ ਦਿਨ ਉਹਨਾਂ ਛਿਟੀ ਖੇਲਣੀ। ਤੇ ਐਂ ਸਾਧ ਸੰਗਤ ਸਮਾਂ ਬਣਿਆ ਜਦੋਂ ਮਹਾਰਾਜ ਇੱਥੇ ਖਿਆਲੇ ਕਲਾਂ ਮਹਾਰਾਜ ਪਹੁੰਚੇ। ਇੱਥੇ ਆਪਣੇ ਮਾਨਸਾ ਦੇ ਕੋਲ, ਤਹਿਸੀਲ ਮਾਨਸਾ ਪੈਂਦਾ, ਖਿਆਲਾ ਨਗਰ ਪੈਂਦਾ, ਖਿਆਲਾ ਕਲਾਂ। ਤੇ ਜਦੋਂ ਉੱਥੇ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਆਉਂਦੇ ਨੇ ਤੇ ਮਹਾਰਾਜ ਨੇ ਆਖਿਆ, ਭਾਈ ਚਲੋ ਸਾਨੂੰ ਛਕਾਓ ਦੁੱਧ ਬਈ। ਤੇ ਚਾਲਾਂ ਨੇ ਸਾਧ ਸੰਗਤ ਉਸ ਸਮੇਂ ਜਵਾਬ ਦੇ ਦਿੱਤਾ ਸੀ ਦੁੱਧ ਛਕਾਉਣ ਤੋਂ ਮਹਾਰਾਜ ਨੂੰ। ਤੇ ਮਹਾਰਾਜ ਨੇ ਕਹਿ ਦਿੱਤਾ, ਉਹ ਤੋਂ ਪਹਿਲਾਂ ਬਚਨ ਹੋ ਗਏ ਸੀਗੇ, ਮਾਨ ਮਿੱਤ ਨਹੀਂ ਤੇ ਚਾਲ ਸਿੱਖ ਨਹੀਂ। ਤੇ ਜਦੋਂ ਮਹਾਰਾਜ ਨੇ ਬਚਨ ਕਰ ਦਿੱਤਾ ਤੇ ਉਸ ਸਮੇਂ ਜਿਹੜੀਆਂ ਲੜਕੀਆਂ ਸਨ ਚਾਲਾਂ ਦੀਆਂ, ਤੇ ਉਹਨਾਂ ਨੇ ਆ ਕੇ ਫਿਰ ਬਹੁਤ ਕੀਤੀ ਬੇਨਤੀ ਵੀ ਪਾਤਸ਼ਾਹ ਸਾਡਾ ਕੀ ਕਸੂਰ ਹੈ, ਜੇ ਇੱਕ ਨੇ ਜਵਾਬ ਦਿੱਤਾ ਤੇ ਸਾਨੂੰ ਬਖਸ਼ ਲਓ, ਧੀਆਂ ਨੂੰ ਤਾਂ ਬਖਸ਼ ਲਵੋ, ਜੇ ਪੁੱਤਰਾਂ ਨੇ ਗਲਤੀ ਕੀਤੀ ਹੈ। ਤੇ ਮਹਾਰਾਜ ਨੇ ਸਾਧ ਸੰਗਤ ਉਹ ਉਸ ਸਮੇਂ ਬਚਨ ਕੀਤਾ ਸੀਗਾ, ਜਾਓ ਧੀਓ, ਤੁਹਾਡੇ ਹਰੇਕ ਧੀ ਨੂੰ ਇੱਕ ਪੁੱਤਰ ਦਿੱਤਾ। ਅੱਜ ਵੀ ਚਾਲਾਂ ਵਿੱਚ ਐਂ ਹੁੰਦਾ, ਚਾਲ ਹਰੇਕ ਪਰਿਵਾਰ ਦੇ ਘਰ ਜਿਹੜੀ ਧੀ ਚਾਲਕ ਪਰਿਵਾਰ ਦੀ ਹੋਵੇ, ਹਰੇਕ ਦੇ ਘਰ ਵਿੱਚ ਇੱਕ ਪੁੱਤਰ ਹੁੰਦਾ ਹੀ ਹੁੰਦਾ। ਚਾਲਾਂ ਦੀਆਂ ਧੀਆਂ ਜੇ ਕਿਸੇ ਢਾਲੀਆਂ ਵਾਲਾ 'ਚ ਵਿਆਹੀਆਂ ਗਈਆਂ, ਗਿੱਲਾਂ 'ਚ ਜਾਂ ਕਿਤੇ ਵਿਆਹੀਆਂ ਜਾਂਦੀਆਂ ਨੇ, ਉਹਨਾਂ ਨੇ ਮਹਾਰਾਜ ਦੇ ਵਰ ਮੁਤਾਬਕ ਇੱਕ ਪੁੱਤ ਮਿਲਦਾ। ਤੇ ਮਹਾਰਾਜ ਦੇ ਇਹ ਵੀ ਬਚਨ ਆ ਵੀ ਤੁਸੀਂ ਜਿਹੜੇ ਘਰੇ ਵੀ ਜਾਓਗੇ, ਤੁਹਾਡੇ ਘਰੇ ਕਦੇ ਅੰਨ ਤੇ ਧਨ ਦਾ ਕਦੇ ਟੋਟਾ ਨਹੀਂ ਆਉਣ ਦੇਵਾਂਗੇ। ਦਾਸ ਨੇ ਫਿਰ ਕਈ ਪਰਿਵਾਰਾਂ ਨੂੰ ਪੁੱਛਿਆ ਵੀ, ਜਾਣਕਾਰੀ ਵੀ ਲਈ, ਕਈਆਂ ਪਿੱਛੇ ਖੋਜ ਵੀ ਕੀਤੀ ਪਿਛਲੇ ਦਿਨਾਂ 'ਚ, ਤੇ ਦੱਸਿਆ ਵਾਕਈ ਕਹਿੰਦੇ ਹੁੰਦਾ ਵੀ ਆਈ ਆ। ਇਹ ਆਓ ਭਾਵ ਉਹ ਵੀ ਛਿਟੀ ਭਾਵ ਉਹ ਸੋਟੀ ਵਾਲੀ ਖੇਡਦੇ ਆ। ਇਹ ਛਿਟੀ ਭਾਵ ਜਿਹੜੇ 6ਵੇਂ ਦਿਨ ਬੱਚੇ ਦੇ ਜਨਮ ਤੋਂ ਬਾਅਦ ਉਹ ਜਿਹੜਾ ਪਰਿਵਾਰ ਘਰਾਂ ਦਿਆਂ ਨੇ ਰਲ ਕੇ, ਠੋਲੇ ਦਿਆਂ ਨੇ ਰਲ ਕੇ ਠੋਲਾ ਹੁੰਦਾ ਇੱਕ, ਉਹ ਆਪ ਬਹੁਤ ਹੋਰ ਨਿੱਜੀ ਘਰਾਂ ਦੇ ਹੁੰਦੇ ਬਿਲਕੁਲ, ਜਿਹਦੇ ਵਿੱਚ ਖੂਨ ਵਾਲੇ ਹੁੰਦੇ ਆ। ਤੇ ਖੂਨ ਵਾਲਿਆਂ ਤੋਂ ਜਿਹੜੇ ਅਗਲੇ ਗਾਂ ਉਹਨਾਂ ਵੱਡੇ ਬਜ਼ੁਰਗਾਂ ਵਿੱਚ ਚਾਚੇ ਤਾਏ ਹੁੰਦੇ ਆ, ਤੇ ਉਹ ਠੋਲਿਆਂ ਵਾਲਿਆਂ 'ਚ ਆ ਜਾਂਦੇ। ਤੇ ਉਹ ਸਾਰੇ ਰਲ ਕੇ ਫਿਰ ਛਿਟੀ ਮਨਾਉਂਦੇ। ਜਿਵੇਂ ਜੀ ਪਾਏ ਸੂਪ ਮਹਿ ਬਰਖਤ ਸਾਲੀ। ਤੇ ਉਹ ਸਮੇਂ ਲਿਆ ਕੇ ਫਿਰ ਚੋਲਾ ਪਵਾਇਆ ਜੀ। ਅਸ਼ਟ ਜੋਗਨੀ ਕੀਏ ਅਬ ਖੇਕਾ ਕੁਸ਼ਲ ਮੰਗ ਸੁਤ ਕੀ ਸਿਰ ਟੇਕਾ। ਤੇ ਸਾਧ ਸੰਗਤ ਇੱਕ ਅਸ਼ਟ ਜੋਗਨੀਆਂ ਹੁੰਦੀਆਂ, ਫਿਰ ਉਹਨੂੰ ਵੀ ਮਨਾਇਆ ਉਸ ਦਿਨ। ਤੇ ਆਹ ਸਾਧ ਸੰਗਤ ਬਾਕੀ ਵੀ ਜਿਹੜੇ ਸੀਗੇ, ਜਿਹੜੇ ਸਾਧ ਸੰਗਤ ਪੁੱਤਰ ਹੋਣ ਦੇ ਉੱਤੇ ਦਿਨ ਤਿਉਹਾਰ ਮਨਾਉਂਦੇ ਮਨਮਤ ਵਾਲੇ, ਉਹ ਵੀ ਫਿਰ ਕੀਤੇ ਜੀ। ਤਰੋਦਸ ਦਇਓ ਸਹਿ ਸੰਖਿਆ ਕੀਨੀ। ਜਦੋਂ ਸਾਧ ਸੰਗਤ 13 ਦਿਨ ਜਦੋਂ ਹੋ ਗਏ, ਜਿਸ ਦਿਨ ਜੀ ਆਇਓ ਦਿਜ ਕਾਲੂ ਸੁਧ ਦੀਨੀ। ਤੇ ਸਾਧ ਸੰਗਤ ਫਿਰ ਪੁੱਤਰ ਦਾ ਨਾਮ ਰੱਖਣਾ ਸੀਗਾ। ਤੇ ਅੱਜ ਫਿਰ ਸਾਧ ਸੰਗਤ ਪੰਡਤ ਆ ਗਿਆ ਜਦੋਂ 13ਵਾਂ ਦਿਨ ਹੋ ਗਿਆ ਜੀ। ਸਿਸ ਕੋ ਨਾਨਕ ਨਾਮ ਤਰੀਜੈ। ਬਸ ਅਨੁਸਾਰ ਦੱਸ ਦਿੱਤਾ ਕਿ ਪਾਤਸ਼ਾਹ
ਸਤਿ ਸ੍ਰੀ ਅਕਾਲ। ਤੇ ਸਾਧ ਸੰਗਤ ਫਿਰ ਦੱਸਿਆ ਕਿ ਤੁਸੀਂ ਕਿਉਂ ਨਾਂ ਤਾਂ ਧੁਰੋਂ ਹੀ ਲਿਖਿਆ ਸੀ ਸਾਧ ਸੰਗਤ, ਇਹ ਕਿਤੇ ਅੱਜ ਦੀ ਥੋੜੀ, ਇਹ ਧੁਰੋਂ ਦਰਗਾਹੋਂ ਖੇਡਾਂ ਵਰਤੀਆਂ ਹੋਈਆਂ ਸਨ। ਇਹ ਆਏ ਸਾਧ ਸੰਗਤ ਇੱਕ ਭਵਿੱਖਤ ਪ੍ਰਾਣ ਆਉਂਦਾ ਸਾਧ ਸੰਗਤ, ਉਹਦੇ ਵਿੱਚ ਤਕਰੀਬਨ 1000 ਸਾਲ ਤੋਂ ਪਹਿਲਾਂ ਲਿਖਿਆ ਸੀ ਮਹਾਰਾਜ ਦੇ ਆਉਣ ਦਾ, ਤੇ ਉਹਦੇ ਵਿੱਚ ਸਾਰਾ ਦੱਸਿਆ ਸੀ ਮਹਾਰਾਜ ਆਉਣਗੇ, ਖੁਦ ਰੱਬ ਆਉਣਗੇ, ਤੇ ਸਾਧ ਸੰਗਤ ਸਾਰਾ ਉਹਦੇ ਵਿੱਚ ਪਹਿਲਾਂ ਹੀ ਵਰਣਨ ਹੋਇਆ ਸੀ। ਤੇ ਉਵੇਂ ਹਾਂਜੀ ਨਾਮ ਫੇਰ ਪੜੋ ਜੀ। ਸਿਸ ਕੋ ਨਾਨਕ ਨਾਮ ਧਰੀਜੈ, ਕਹਿੰਦੇ ਜਿਹਨਾਂ 9 ਬੱਚੇ ਨਾ ਨਾਨਕ ਰੱਖੋ, ਨੰਨੇ ਕੰਨਾ ਨੰਨਾ ਕੱਕਾ ਜੀ। ਇਸ ਕੀ ਸਰਬਰ ਕੋ ਨਾ ਜਨੀਜੈ, ਕਹਿੰਦੇ ਇਹਨੂੰ ਬਹੁਤ ਸ੍ਰੇਸ਼ਟ ਕਰਕੇ ਜਾਣੋ ਜੀ। ਚੌਪਈ ਪੰਡਤ ਕਹੇ ਸੋ ਪਵਾਇਓ ਚੋਲਾ, ਤੇ ਕਹਿ ਕੇ ਫਿਰ ਅਰਦਾਸ ਕਰਕੇ ਤੇ ਚੋਲਾ ਉਹਨਾਂ ਜਿਵੇਂ ਪਾਉਂਦੇ ਨੇ ਜੀ। ਤਬ ਕਾਲੂ ਮੁਖ ਤੇ ਬਚ ਬੋਲਾ, ਤੇ ਹੁਣ ਪਿਤਾ ਕਾਲੂ ਮਹਿਤਾ ਕਾਲੂ ਜੀ ਨੇ ਬਚਨ ਕੀਤੇ ਨੇ ਜੀ। ਰਲ ਮਿਲ ਨਾਮ ਸੋ ਤੁਰਕਨ ਹਿੰਦੂ, ਕਹਿੰਦੇ ਤੁਸੀਂ ਆ ਨਾਂ ਕਹੇ ਜਾ ਰੱਖ ਦਿੱਤਾ ਨਾਨਕ, ਕਹਿੰਦੇ ਇਹਦਾ ਰਲਿਆ ਮਿਲਿਆ ਜਾਂ ਨਾਂ, ਇਹ ਕਹਿੰਦੇ ਅੱਧਾ ਨਾਂ ਕਹਿੰਦੇ ਲੱਗਦਾ ਮੁਸਲਮਾਨਾਂ ਦਾ, ਤੇ ਅੱਧਾ ਨਾਂ ਸੁਣਨ ਨੂੰ ਲੱਗਦਾ ਜਿਵੇਂ ਹਿੰਦੂਆਂ ਦਾ ਹੋਵੇ। ਤੇ ਜਦੋਂ ਪਿਤਾ ਜੀ ਨੇ ਕਿਹਾ ਤੇ ਅੱਗੇ ਹੁਣ ਜਵਾਬ ਕਰਨਾ ਹੋਣਾ ਜੀ। ਨਹਿ ਰਾਖਵ ਇਹ ਨਾਮ ਦੇ ਜਿੰਦੂ, ਕਹਿੰਦੇ ਦਜਿੰਦੂ ਭਾਵ ਇਹ ਵੀ ਪੰਡਤ ਹੋ ਗਿਆ। ਕਹਿੰਦੇ ਪੰਡਤ ਜੀ ਇਹੋ ਜਿਹਾ ਨਾਂ ਨਾ ਤੁਸੀਂ ਰੱਖੋ, ਨਾਨਕ ਨਾ ਰੱਖੋ ਨਾਂ, ਕੋਈ ਨਾਂ ਕਹੇ ਜਾ ਰੱਖਣਾ ਉਹ ਸੁਣੋ ਜੀ। ਅਵਰ ਨਾਮ ਕੋ ਸੋਧ ਧਰੀਜੈ, ਕਹਿੰਦੇ ਇਹੋ ਜਿਹਾ ਨਾਂ ਕਹਿੰਦੇ ਸੋਧ ਕੇ ਰੱਖੋ, ਕੋਈ ਚੰਗਾ ਨਾਂ ਰੱਖੋ ਜੀ। ਹਿਰਦੈ ਸ਼ੁਭ ਅਸ਼ੁਭ ਭੇਵ ਲਖੀਜੈ, ਕਹਿੰਦੇ ਜੇ ਤੂੰ ਸ਼ੁਭ ਤੇ ਅਸ਼ੁਭ ਦਾ ਭੇਦ ਆ ਜਾਵੇ ਜੀ। ਜੋ ਖੱਤਰੀ ਕੇ ਕੁਲ ਭਲ ਲਾਗੈ, ਕਹਿੰਦੇ ਜਿਹੜੇ ਕਹਿੰਦੇ ਭਲਾ ਲੱਗੇ ਖੱਤਰੀਆਂ ਦੀ ਕੁੱਲ ਵਿੱਚ, ਜਿਹੜੇ ਖੱਤਰੀਆਂ ਦੇ ਕੁੱਲ ਦੇ ਜਿਹੇ ਜੇ ਬਾਕੀ ਨਾਂ ਨੇ ਉਹੋ ਜਿਹਾ ਕੁਛ ਨਾਂ ਰੱਖੋ ਜਿਹਦੇ ਨਾਲ ਪਤਾ ਲੱਗੇ ਵੀ ਇਹ ਖੱਤਰੀਆਂ ਦਾ ਪੁੱਤਰ। ਤੇ ਉਹ ਹੁਣ ਪਿਤਾ ਜੀ ਬਚਨ ਕਰ ਰਹੇ ਨੇ, ਤੇ ਅੱਗੇ ਪੰਡਤ ਜਿਹੜਾ ਆ ਕੇ ਹੁਣ ਕਰੂ ਅੱਗੇ ਬੇਨਤੀ ਜੀ। ਧਰੋ ਨਾਮ ਅਸ ਵਿਪਰ ਸੁਭਾਗੈ, ਦੋਹਰਾ ਪੂਰਬ ਰਾਖੈ ਨਾਮ ਜੇ ਪਛ ਹਿੰਦੂਆਂ ਜੋਏ। ਤੇ ਉਹਨੇ ਦੱਸਿਆ ਵੀ ਜਿਹੜਾ ਨਾਂ ਰੱਖਿਆ ਵੀ ਅਨੁਕੂਲ ਜਿਹੜਾ ਰੱਖਣਾ ਪੰਡਤ ਨੂੰ ਜਿਵੇਂ ਪ੍ਰੇਰਿਆ, ਤੇ ਉਵੇਂ ਹੁਣ ਅੱਗੇ ਜਿਹੜੇ ਦੱਸਣਗੇ ਪਿਤਾ ਜੀ ਦੋਹਰਾ। ਸੋ ਤੁਮ ਹਿਰਦੈ ਵਿਚਾਰ ਪੂਰਬ ਰੱਖੈ ਨਾਮ ਜੇ ਪਛ ਹਿੰਦੂਆਂ ਜੋਏ। ਕਹਿੰਦੇ ਜਿਵੇਂ ਪਿੱਛੇ ਅਸੀਂ ਨਾਂ ਰੱਖਿਆ ਜਿਵੇਂ ਪੂਰੇ ਹਿੰਦੂਆਂ ਵਾਲੇ ਨਾਂ ਨੇ, ਉਹੋ ਜੇ ਕੋਈ ਤੁਸੀਂ ਸਾਡੇ ਨਾਂ ਰੱਖੋ ਜੀ। ਸੋ ਤੁਮ ਹਿਰਦੈ ਵਿਚਾਰ ਕੈ ਕਹੋ ਨਾ ਤਰਕੈ ਕੋਏ। ਕਹਿੰਦੇ ਹੁਣ ਕੋਈ ਬਦਲ ਕੇ ਦੱਸੋ ਕੋਈ ਨਾਂ ਜਿਹੜਾ ਦੇਖਣ ਨੂੰ ਸੁਣਨ ਨੂੰ ਪੂਰਾ ਹਿੰਦੂਆਂ ਵਰਗਾ ਲੱਗੇ ਜੀ। ਚੌਪਈ ਸੁਨਿਓ ਸ਼ਰੋਨ ਦਿਨ ਦਿਜ ਬਚਨ ਉਚਾਰਾ, ਯਹ ਤੁਮਰੋ ਸੁਤ ਵੱਡ ਅਵਤਾਰਾ। ਕਹਿੰਦੇ ਜਦੋਂ ਸੁਣਿਆ ਤੇ ਕਹਿੰਦੇ ਉਸ ਪੰਡਤ ਨੇ ਹੱਥ ਜੋੜ ਕੇ ਕੀਤੀ ਬੇਨਤੀ, ਜਿਹੜਾ ਕਹਿੰਦੇ ਤੁਹਾਡਾ ਪੁੱਤਰ ਆ ਇਹ ਬਹੁਤ ਵੱਡਾ ਅਵਤਾਰ ਆ ਜੀ। ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ। ਹਾਂ ਬੇਨਤੀ ਹੈ ਬਹੁਤ ਧਿਆਨ ਨਾਲ ਆਪ ਜੀ ਨੇ ਗ੍ਰੰਥ ਦੇ ਦਰਸ਼ਨ ਵੀ ਕਰਨੇ ਆ, ਤੇ ਦਾਸ ਚਾਹੁੰਦਾ ਜੇ ਹੌਲੀ ਹੌਲੀ ਅੰਦਰੋਂ ਅੰਦਰੋਂ ਪੜ੍ਹ ਸਕੋ ਤੇ ਖੁਸ਼ੀ ਬੜੀ ਮਿਲਣੀ ਮਹਾਰਾਜ ਦੀ। ਦਾਸ ਚਾਹੁੰਦਾ ਯਾਦ ਹੋ ਜਾਵੇ, ਬੜੇ ਪਿਆਰੇ ਬਚਨ ਲਿਖੇ ਨੇ, ਤੇ ਦਾਸ ਚਾਹੁੰਦੇ ਕਿ ਸਾਰੇ ਪੜੋ ਰਲ ਕੇ ਜੀ। ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ। ਕਹਿੰਦੇ ਜਿਹੜੇ ਹਰੀ ਦੇ ਪਹਿਲਾ ਅਵਤਾਰ ਹੋਏ ਨੇ ਕਿਹੜੇ ਕਿਹੜੇ ਹੋਏ ਆ? ਰਾਮ ਤੇ ਕ੍ਰਿਸ਼ਨ ਜੀ। ਪੂਜਤ ਹਿੰਦ ਨ ਮੰਨਹਿ ਤੁਰਕਾ। ਕਹਿੰਦੇ ਉਹਨਾਂ ਨੂੰ ਸਿਰਫ ਤੇ ਸਿਰਫ ਹਿੰਦੂ ਮੰਨਦੇ ਸੀ, ਤੁਰਕ ਨਹੀਂ ਮੰਨਦੇ ਸਨ ਉਹਨਾਂ ਨੂੰ ਜੀ। ਇਹ ਸਿਸ ਕੋ ਮੰਨਹਿਗੇ ਦੋ। ਕਹਿੰਦੇ ਇਹਨਾਂ ਨੂੰ ਦੋਨੇ ਮੰਨਣਗੇ, ਹਿੰਦੂ ਵੀ ਮੰਨਣਗੇ, ਇਹਨਾਂ ਨੂੰ ਮੁਸਲਮਾਨ ਵੀ ਮੰਨਣਗੇ ਜੀ। ਹਿੰਦ ਤੁਰਕ ਸਿੱਖ ਹੋਏ ਸਭ ਕੋ। ਕਹਿੰਦੇ ਹਿੰਦੂ ਤੋਂ ਲੈ ਕੇ ਤੁਰਕਾਂ ਤੱਕ ਸਾਰੇ ਇਹਨਾਂ ਦੇ ਸਿੱਖ ਬਣਨਗੇ ਜੀ। ਇਸਕੇ ਚਰਨ ਪੋਤ ਕੀ ਨਿਆਈ। ਕਹਿੰਦੇ ਇਹਨਾਂ ਦੇ ਜਿਹੜੇ ਚਰਨ ਨੇ ਪੋਤ ਭਾਵ ਜਹਾਜ਼ ਦੇ ਨਿਆਈ ਨੇ ਜੀ। ਪਾਰ ਪਰਹਿ ਪਰਮਾਰਥ ਪਾਈ। ਕਹਿੰਦੇ ਜਿਹੜੇ ਇਹਨਾਂ ਚਰਨਾਂ 'ਚ ਪੈਣਗੇ ਤੇ ਕਹਿੰਦੇ ਭਵਜਲ ਸਾਗਰ ਤੋਂ ਲੰਘ ਜਾਣਗੇ, ਪਰਮਾਰਥ ਦੇ ਰਾਹ ਪੈ ਜਾਣਗੇ ਜੀ। ਸੰਗਤ ਕਰਹਿ ਤਰਹਿ ਭਵ ਸਾਗਰ। ਕਹਿੰਦੇ ਜਿਹੜੇ ਇਹਨਾਂ ਦੀ ਸੰਗਤ ਕਰਨਗੇ ਭਵਜਲ ਸਾਗਰ ਤੋਂ ਤਰ ਜਾਣਗੇ ਜੀ। ਸਕਲ ਜਗਤ ਮਹਿ ਹੋਏ ਉਜਾਗਰ। ਉਜਾਗਰ ਭਾਵ ਸਾਰੇ ਸੰਸਾਰ 'ਚ ਇਹਨਾਂ ਨੇ ਪ੍ਰਗਟ ਹੋਣਾ ਆਉਣ ਵਾਲੇ ਦਿਨਾਂ 'ਚ ਜੀ। ਬਹੁਤ ਨਰਨ ਕੋ ਕਰਹਿ ਉਧਾਰਾ। ਕਹਿੰਦੇ ਬਹੁਤ ਜੀਆਂ ਦਾ ਇਹ ਉਧਾਰ ਕਰਨਗੇ ਜੀ। ਨਾਮ ਭਗਤ ਦੇ ਦਾਨ ਉਦਾਰਾ। ਕਹਿੰਦੇ ਇਹ ਨਾਮ ਦਾਨ ਭਗਤੀ ਦਾ ਦਾਨ ਦੇਣਗੇ ਲੋਕਾਂ ਨੂੰ ਜੀ। ਦੋਹਰਾ ਵਣ ਤ੍ਰਿਣ ਭੂਮ ਆਕਾਸ਼ ਮਹਿ। ਕਹਿੰਦੇ ਵਣਾਂ ਦੇ ਵਿੱਚ ਤ੍ਰਿਣ ਭਾਵ ਘਾਹ ਦੇ ਵਿੱਚ, ਭੂਮੀ ਵਿੱਚ, ਆਕਾਸ਼ ਦੇ ਵਿੱਚ ਜੀ। ਹੋਏ ਅਦਿਕ ਪ੍ਰਤਾਪ। ਮਹਿ ਹਾਂਜੀ ਮਹਿ ਹੋਏ ਅਦਿਕ ਪ੍ਰਤਾਪ। ਤੇ ਕਹਿੰਦੇ ਬਹੁਤ ਇਹਨਾਂ ਦਾ ਪ੍ਰਤਾਪ ਹੋਊਗਾ ਜੀ। ਪਰਮ ਪੁਰਾਤਨ ਪੁਰਖ ਪਰ ਮਾਨਵ ਕਰਹਿ ਹੈ ਜਾਪ। ਕਹਿੰਦੇ ਸ੍ਰੇਸ਼ਟ ਤੋਂ ਸ੍ਰੇਸ਼ਟ ਜਿਹੜੇ ਪੁਰਖ ਵੀ ਨੇ, ਜਿਹੜੇ ਪੁਰਾਤਨ ਨੇ ਉਹ ਇਹਨਾਂ ਦਾ ਜਾਪ ਕਰਨਗੇ ਜੀ। ਚੌਪਈ ਗੋ ਗਿਰ ਸਾਗਰ ਮਾਰਗ ਦੇਈ। ਗੋ ਭਾਵ ਧਰਤੀ ਤੇ, ਗਿਰ ਭਾਵ ਪਹਾੜ ਤੇ, ਸਾਗਰ ਵਿੱਚ ਹਾਂਜੀ ਮਾਰਗ ਦੇਈ। ਕਹਿੰਦੇ ਇਹਨਾਂ ਨੂੰ ਕਹਿੰਦੇ ਕੌਣ ਕੌਣ? ਇਹਨਾਂ ਨੂੰ ਧਰਤੀਆਂ,
ਇਹਨਾਂ ਨੂੰ ਸਾਧ ਸੰਗਤ ਦੱਸਿਆ ਪਹਾੜ ਤੇ ਸਾਗਰ ਇਹਨਾਂ ਨੂੰ ਰਾਹ ਛੱਡ ਦਿਆ ਕਰਨਗੇ ਜੀ। ਨਿਸ ਬਾਸੁਰ ਆਇਸ ਮਹਸੇਈ, ਕਹਿੰਦੇ ਦਿਨ ਤੇ ਰਾਤ ਇਹਨਾਂ ਦੀ ਆਗਿਆ ਵਿੱਚ ਚੱਲਣਗੇ, ਜਿਵੇਂ ਚਾਹਣਗੇ ਦਿਨ ਉੱਡਾ ਵੱਡਾ ਕਰ ਦਿਆ ਕਰਨਗੇ, ਛੋਟਾ ਰਾਤ ਵੱਡੀ ਕਰ ਦੇਣ, ਛੋਟੀ ਕਰ ਦੇਣ। ਇਹਨਾਂ ਦੇ ਹੁਕਮ ਵਿੱਚ ਦਿਨ ਤੇ ਰਾਤ, ਚੰਦਰਮਾ ਤੇ ਸੂਰਜ ਇਹਨਾਂ ਦੇ ਹੁਕਮ ਵਿੱਚ ਰਹੂਗਾ ਜੀ। ਕਰ ਵਿਚਾਰ ਔਰ ਨਾਨਕ ਨਾਮਾ, ਕਹਿੰਦੇ ਇਸ ਕਰਕੇ ਵਿਚਾਰ ਕੇ ਇਹਨਾਂ ਦਾ ਜਿਹੜਾ ਨਾਂ ਆ ਨਾਨਕ ਰੱਖਿਆ ਗਿਆ ਜੀ। ਜਾਂ ਤੇ ਮੈਂ ਰਾਖਿਓ ਅਬਿਰਾਮਾ, ਇਸੇ ਕਰਕੇ ਇਹਨਾਂ ਦਾ ਜਿਹੜਾ ਉਹ ਸ੍ਰੇਸ਼ਟ ਨਾਮ ਜਿਹੜਾ ਰੱਖਿਆ ਗਿਆ। ਹਾਂਜੀ, ਹਿੰਦੂ ਤੁਰਕ ਜਪਹਿਗੇ ਦੋ, ਇਹਨਾਂ ਨੂੰ ਹਿੰਦੂ ਤੇ ਤੁਰਕ ਜਿਹੜੇ ਦੋਨੇ ਜਪਣਗੇ। ਇਸੇ ਕਰਕੇ ਇਹਨਾਂ ਦਾ ਇੰਨਾ ਸੁੰਦਰ ਅਬਰਾਮ ਭਾਵ ਸੁੰਦਰ ਨਾਮ ਰੱਖਿਆ ਜੀ। ਸਮਿਲ ਨਾਮ ਇਹ ਜਨ ਹੋ ਸੋਊ, ਭਵ ਪੱਤਰੀ ਮਹਿ ਇਹ ਸ਼ੁਭ ਬਾਤਾ। ਕਹਿੰਦੇ ਇਉਂ ਕਰਕੇ ਜਿਹੜੇ ਪੱਤਰੀ ਵਿੱਚ ਵੀ ਸਾਧ ਸੰਗਤ ਦੱਸਿਆ ਵੀ ਉਹ ਜਿਹੜਾ ਪ੍ਰਗਟ ਆ, ਕਹਿੰਦੇ ਕਿਵੇਂ, ਕਹਿੰਦੇ ਇਹ ਸੁੰਦਰ ਜਿਹੜੀ ਬਾਤ ਕਿਹੜੀ ਕਿਹੜੀ ਕਰੋ ਅੱਗੇ ਸਰਵਣ ਜੀ। ਜੋ ਹੇਰੀ ਸੋ ਭਾਖੀ ਖਿਆਤਾ, ਜਿਵੇਂ ਜਿਵੇਂ ਮੈਂ ਦੇਖੀ ਉਵੇਂ ਉਵੇਂ ਤੁਹਾਨੂੰ ਦੱਸ ਰਿਹਾ ਜੀ। ਕਾਲੂ ਕੂਰ ਨਾ ਲਖੀਏ ਕੋਊ, ਕਹਿੰਦੇ ਇਸ ਗੱਲ ਨੂੰ ਝੂਠੀ ਨਾ ਜਾਣ, ਮੈਂ ਜਿਹੜੀ ਗੱਲ ਕਹਿ ਰਿਹਾ ਸੱਚੀ ਆ ਜੀ। ਪਿਤਾ ਕਾਲੋਂ ਬੇਨਤੀ ਕਰ ਰਿਹਾ ਹੈ ਪੰਡਤ ਜੀ, ਕਹੀ ਸਾਚ ਨਿਸ਼ਚੈ ਹੋਏ ਜੋ, ਜਿਹੜੀ ਗੱਲ ਸੱਚ ਆ ਉਵੇਂ ਆਏ ਨਿਸ਼ਚਾ ਜਾਣੋ ਜੀ। ਨਾਨਕ ਨਾਮੇ ਅਰਥ ਤਹਿ ਸੁਨੀਏ, ਕਹਿੰਦੇ ਹੁਣ ਮੇਰੇ ਤੋਂ ਨਾਨਕ ਨਾਂ ਦੇ ਅਰਥ ਸੁਣ ਲਵੋ ਜੀ। ਪਰਮ ਬਰਨ ਬਰ ਉਰ ਮਹਿ ਗੁਨੀਏ, ਕਹਿੰਦੇ ਜਿਹੜੇ ਹਰੇਕ ਚੀਜ਼ ਦੇ ਵਿੱਚ ਪੂਰੇ ਹੋਣਗੇ, ਜਿਹੜੇ ਸ੍ਰੇਸ਼ਟ ਹੋਣਗੇ ਜੀ, ਵਰਾਂ ਦੇ ਵਿੱਚ ਪੂਰੇ ਹੋਣਗੇ ਜੀ। ਕਬਿਤ ਪ੍ਰਾਕ ਜੋ ਨਕਾਰ ਨਾ ਪੁਮਾਨ ਆ ਵਿਧਾਨ ਜਾਨ। ਹਾਂਜੀ, ਜਿਹੜਾ ਪਹਿਲਾ ਸਾਧ ਸੰਗਤ ਨੰਨਾ ਆ ਗਿਆ ਉਹਨੂੰ ਤੁਸੀਂ ਨਰ ਕਰਕੇ ਜਾਣੋ, ਜਿਵੇਂ ਪੁਰਸ਼ ਕਹਿੰਦੇ, ਜਿਵੇਂ ਸਰੀਰ ਕਿਸੇ ਦਾ ਹੋਵੇ ਪੁਰਸ਼ ਦਾ ਜੀ। ਤਾਹੂ ਤੇ ਆਕਾਰ ਲੈ ਅਨਕ ਪੁੰਨ ਤੀਨ ਹੈ, ਤੇ ਉਹਦੇ ਕਰਕੇ ਨੰਨੇ ਦੇ ਨਾਲ ਕੰਨਾ ਤੇ ਫੇਰ ਨੰਨਾ, ਉਹਨੂੰ ਭਾਵ ਸਾਧ ਸੰਗਤ ਜਿਹੜਾ ਕੰਨਾ ਉਹਨੂੰ ਐੜਾ ਬਣਾ ਲਵੋ ਤੇ ਨਾਲ ਨੰਨਾ ਫਿਰ ਅਨ ਕਰ ਲਵੋ ਜੀ। ਜਿਹੜਾ ਨਹੀਂ ਜੀ ਦੂਸਰੇ ਨਕਾਰ ਤੇ ਨਕਾਰ ਕੈ ਆਕਾਰ ਕਰ, ਤੇ ਦੂਜੇ ਤੋਂ ਜਿਹੜਾ ਫਿਰ ਸਾਧ ਸੰਗਤ ਜਿਹੜਾ ਫਿਰ ਨੰਨਾ ਫਿਰ ਮੁਕਤਾ ਹੋ ਗਿਆ। ਜੇ ਹਲੰਤ ਲੱਗਿਆ ਤੇ ਫਿਰ ਐੜਾ ਨਹੀਂ ਬਣ ਸਕਦਾ। ਸਾਧ ਸੰਗਤ ਜਿੱਥੇ ਹਲੰਤ ਨਾ ਲੱਗਿਆ ਹੋਵੇ ਫਿਰ ਉੱਥੇ ਐੜਾ ਬਣ ਜਾਂਦਾ, ਤੇ ਉੱਥੇ ਜਿਹੜਾ ਨੰਨਾ ਮੁਕਤਾ ਤੇ ਉਹਨੂੰ ਐੜਾ ਕਰਕੇ ਤੇ ਅਖੀਰਲੇ ਕੱਕੇ ਨੂੰ ਫਿਰ ਅੱਕ ਭਾਵ ਹਾਂਜੀ ਜਿਹੜੇ ਅੱਖਣ ਤੋਂ ਰਹਿਤ ਹੋਣਗੇ ਜੀ। ਫੇਰ ਪੜੋ ਹਾਂਜੀ, ਦੂਸਰੇ ਨਕਾਰ ਤੇ ਨਕਾਰ, ਦੂਸਰੇ ਨਕਾਰ ਤੇ ਨਕਾਰ ਕੈ ਆਕਾਰ ਕਰ। ਕਹਿੰਦੇ ਇਹ ਜੇ ਹੋਣਗੇ ਆਕਾਰ ਧਾਰ ਕੇ ਆਏ ਆ, ਪਰ ਨਿਰਾਕਾਰ ਵੀ ਹੋਣਗੇ, ਨਿਰਾਕਾਰ ਨੇ ਆਕਾਰ ਵੀ ਧਾਰਿਆ ਤੇ ਨਾ ਅੱਕ ਭਾਵ ਇਹ ਅੱਕਣ ਤੋਂ ਰਹਿਤ ਹੋਣਗੇ, ਕਿਤੇ ਅੱਕਣਗੇ ਨਹੀਂ ਜੀ। ਭਇਓ ਅਨ ਅੱਕ ਚਾਰ ਬਰਨ ਸੁਕੀਨ ਹੈ, ਅੱਕ ਨਾਮ ਦੁਖ ਕੋ ਬਿਦਤ ਹੈ ਜਗਤ ਮਦ। ਕਹਿੰਦੇ ਜਿਹੜਾ ਅੱਕ ਆ ਭਾਵ ਸਾਧ ਸੰਗਤ, ਕਹਿੰਦੇ ਉਹ ਕੀ ਹੁੰਦਾ? ਸਾਧ ਸੰਗਤ ਬੇਅੰਤ ਤਰ੍ਹਾਂ ਦੇ ਜਿਹੜੇ ਪ੍ਰਗਟ ਦੁੱਖ ਕਰਦਾ, ਜਿਵੇਂ ਉਹਦੇ ਪਰਥਾਏ ਦੱਸਣਗੇ। ਹਾਂਜੀ, ਅੱਕ ਨਾਮ ਦੁਖ ਕੋ ਬਿਦਤ ਹੈ ਜਗਤ ਮਦ। ਤੇ ਜਿਹੜੇ ਅੱਕ ਕਹਿੰਦੇ ਜਿਹੜੇ ਦੁੱਖਾਂ ਨੂੰ ਕੱਟ ਦੇਣ ਵਾਲਾ ਜੀ। ਜਾਂ ਨਰ ਕੋ ਦੁਖ ਨਹੀਂ, ਜਾਂ ਨਰ ਕੋ ਨਹੀਂ ਦੁਖ ਸਦਾ ਸੁਖ ਲੀਨ ਹੈ। ਕਹਿੰਦੇ ਜਿਵੇਂ ਕਿਸੇ ਨਰ ਨੂੰ ਕਹਿੰਦੇ ਦੁੱਖ ਨਾ ਆਵੇ, ਉਹਦੇ ਵਾਸਤੇ ਅੱਕ ਭਾਵ ਉਹਨੂੰ ਕਿਤੇ ਦੁੱਖ ਤੋਂ ਰਹਿਤ ਹੋਣਗੇ। ਇਹਦੇ ਚੌਥੇ ਅਰਥ ਜੀ, ਐਸੋ ਇਹ ਨਾਨਕ ਕੇ ਨਾਮ ਕੋ ਅਰਥ ਚੀਨ। ਤੇ ਇਉਂ ਕਰਕੇ ਇਹਨਾਂ ਦੇ ਜਿਹੜੇ ਅਰਥ ਨੇ, ਹਾਂਜੀ ਇਉਂ ਕਰਕੇ ਸਾਧ ਸੰਗਤ ਭਾਈ ਨੰਦ ਲਾਲ ਜੀ ਨੇ ਵਡਿਆਈ ਕੀਤੀ ਹੈ। ਤੇ ਉਹਨਾਂ ਨੇ ਬਹੁਤ ਕੁਝ ਬਚਨ ਦੇ ਵਿੱਚ ਕਿਹਾ। ਨੰਨੇ ਤੋਂ ਨਿਆਤ ਤੇ ਦੂਜੇ ਨੰਨੇ ਤੋਂ ਨਿਯਤ ਵੰਡਣ ਵਾਲੇ, ਉਹ ਕਹਿੰਦੇ ਇੱਥੇ ਵੀ ਨਿਆਤਾਂ ਵੰਡਣ ਵਾਲੇ ਆ, ਬਖਸ਼ਿਸ਼ਾਂ ਦੇਣ ਵਾਲੇ ਆ, ਤੇ ਉੱਥੇ ਵੀ ਵੰਡਣ ਵਾਲੇ। ਇਉਂ ਕਰਕੇ ਉਹਨਾਂ ਨੇ ਵੀ ਬੇਅੰਤ ਅਰਥ ਕੀਤੇ ਨੇ, ਤੇ ਉਹਨਾਂ ਦੇ ਬੇਅੰਤ ਬਚਨ ਆਉਂਦੇ ਤੇ ਇਤਿਆਦਿਕ ਹੋਰ ਬਹੁਤ ਆ। ਸਮਾਂ ਭੱਜਿਆ ਜਾਂਦਾ ਤੇ ਉਹ ਸੰਖੇਪ ਵਿੱਚ ਕਰਕੇ ਅੱਗੇ ਜੀ। ਸਤ ਚਿਦਾਨੰਦ ਨਿਤ ਭਗਤ ਅਧੀਨ ਹੈ, ਤੇ ਕਹਿੰਦੇ ਭਾਵ ਕਹਿੰਦੇ ਭਗਤੀ ਦੇ ਅਧੀਨ। ਹਾਂਜੀ, ਸਤ ਚਿਦਾਨੰਦ ਨਿਤ ਭਗਤ ਅਧੀਨ ਹੈ। ਸਤ ਚਿਤ ਭਾਵ ਸਤ ਤੇ ਚੇਤਨ ਆਨੰਦ ਸਹਿਤ, ਭਾਵ ਇਹ ਆਨੰਦ ਸਹਿਤ ਜੀ। ਦੋਹਰਾ ਪਰਮ ਹਰਖ ਕਾਲੂ ਕਰਤ ਸੁਨ ਦਿਜ ਬਰਕੇ ਬੈਨ। ਜਦੋਂ ਕਹਿੰਦੇ ਬਚਨ ਸੁਣੇ ਪੰਡਤ ਦੇ ਤੇ ਮਨ ਵਿੱਚ ਬਹੁਤ ਪਰਮ ਹਰਖ ਪਾ, ਬਹੁਤ ਜ਼ਿਆਦਾ ਖੁਸ਼ੀ ਕੀਤੀ ਜੀ। ਸਾਦਰ ਦੀਨ ਉਪਾਏ ਨੰ ਗਇਓ ਬਹੁਰ ਨਿਜ ਐਨ। ਤੇ ਜਦੋਂ ਦੇ ਦਿੱਤਾ ਸਮਾਨ ਕੁਝ ਜਿਹੜੇ ਆਏ ਨੂੰ, ਜਦੋਂ ਆ ਸਾਰੇ ਜਦੋਂ ਨੇ ਬੋਲੇ ਨੇ ਨਾਂ ਰੱਖਿਆ, ਤੇ ਕੁਝ ਕਹਿੰਦੇ ਤੋਹਫੇ ਭਾਵ ਮਾਇਆ ਤੇ ਆਦਿਕ ਦੇ ਕੇ ਤੇ ਪੰਡਤ ਨੂੰ ਫਿਰ ਜਦੋਂ ਦਿੱਤੇ ਨੇ। ਹਾਂਜੀ, ਚੌਪਈ ਜਾਵਤ ਦਿਜਬਰ ਹਿਰਦੈ ਵਿਚਾਰਤ। ਜਦੋਂ ਕਹਿੰਦੇ ਜਦੋਂ ਦਿੱਤੇ ਤੇ ਪੰਡਤ ਘਰ ਨੂੰ ਜਾਣ ਲੱਗਾ ਜੀ। ਗਟੀ ਗਿਣਤ ਹੋਵਤ ਅਤ ਆਰਤ। ਤੇ ਬਸ ਸਾਧ ਸੰਗ ਸਮਾਪਤੀ ਹੋਣ ਵਾਲੀ, ਬਸ ਮੈਨੂੰ ਲੱਗਦਾ ਕਿੰਨਾ ਰਹਿ ਗਏ, ਥੋੜਾ ਰਹਿ ਗਿਆ ਬਸ, ਹੈ ਥੋੜੇ ਰਹਿ ਗਏ, ਬਸ ਥੋੜਾ ਰਹਿ ਗਿਆ। ਹਾਂਜੀ, ਸਮਾਪਤੀ ਹੋਣ ਵਾਲੀ ਬਸ 2-4 ਮਿੰਟ ਚ, 5 ਮਿੰਟ ਦੇ ਵਿੱਚ ਜੀ। ਦੇਹ ਬ੍ਰਿਧ ਭੀ ਬੈਸ ਬਿਹਾਵਾ, ਜਾਂ ਤੇ ਭਇਓ ਮੁਝ ਮਨ ਪਛਤਾਵਾ। ਤੇ ਕਹਿੰਦੇ ਹੁਣ ਉਹ ਸੋਚ ਰਿਹਾ ਉਹਦੇ ਮਨ ਵਿੱਚ, ਸਾਧ ਸੰਗਤ ਨੇ ਹੁਣ ਗਿਣਤੀਆਂ ਗਿਣਨੀਆਂ। ਕੀ ਗਿਣਤੀਆਂ ਗਿਣਨੀਆਂ ਪੰਡਤ ਨੇ? ਵੀ ਮੇਰੀ ਉਮਰ ਵੀ ਸਿਆਣੀ ਹੋਈ ਜਾਂਦੀ ਹੈ,
ਤੇ ਇਹਨਾਂ ਨੇ ਹੁਣ ਵੱਡੇ ਹੋਣਾ ਦਿਨਾਂ ਦੇ ਵਿੱਚ ਇਹਨਾਂ ਨੇ ਬਹੁਤ ਕੌਤਕ ਵਰਤਾਉਣੇ ਆ। ਇਹ ਕਹੇ ਜੇ ਬਚਨ ਕਰਨਗੇ, ਮੈਂ ਇਹਨਾਂ ਦੇ ਕੋਈ ਬਚਨ ਸੁਣ ਲਵਾਂ, ਮੈਂ ਇਹਨਾਂ ਦੇ ਕੌਤਕ ਦੇਖਾਂ, ਉਹਦੇ ਪ੍ਰਥਾਏ ਹੁਣ ਅਗਲੀਆਂ ਪੰਕਤੀਆਂ ਦੀ। ਹਾਂਜੀ, ਨਹਿ ਦੇਖਵ ਮੈਂ ਇਹ ਪ੍ਰਤਾਪੂ, ਮੈਂ ਇਹਨਾਂ ਦਾ ਪ੍ਰਤਾਪ ਨਹੀਂ ਸ਼ਾਇਦ ਦੇਖ ਪਾਉਂਗਾ ਕਿ ਉਮਰ ਸਿਆਣੀ ਸੀ ਉਹਨਾਂ ਦੀ ਜੀ। ਭੂਰ ਬਿਸੂਰਤ ਪੰਡਤ ਆਪੂ, ਭੂਰ ਬਸੂਰਤ ਭਾਵ ਆਪਦੇ ਮਨ ਵਿੱਚ ਬਹੁਤ ਝੂਰਦਾ ਜਾ ਰਿਹਾ ਜੀ। ਕਉ ਲਗ ਮੈਂ ਜੀਵੋ ਜਗ ਮਾਹੀ, ਪਤਾ ਨਹੀਂ ਮੈਂ ਕਦੋਂ ਤੱਕ ਸੰਸਾਰ ਵਿੱਚ ਜਿਉਂਦੇ ਰਹਿਣਾ ਜੀ। ਪੂਰਨ ਭਾਗ ਹੈ ਕਿ ਮਮ ਨਾਹੀ, ਪਤਾ ਨਹੀਂ ਮੇਰੇ ਪੂਰੇ ਭਾਗ ਹੈਗੇ ਕਿ ਨਹੀਂ ਹੈਗੇ ਕਿ ਨਿਭਾਗਾ ਦੇ ਰਹਿ ਜਾਵਾਂ ਜੀ। ਸਿਸਤਾ ਤਜ ਆਵਹਿ ਤਰੁਨਾਹੀ, ਕਹਿੰਦੇ ਆ ਭਾਵ ਸਿਸਤਾ ਹੁੰਦੇ ਸਾਧ ਸੰਗਤ ਬਾਲਪਣ, ਤੇ ਬਹੁਤ ਛੇਤੀ ਇਹਨਾਂ ਨੇ ਬਾਲਪਣ ਤਜਦਿਆਂ ਜਵਾਨੀ ਵਿੱਚ ਆ ਜਾਣਾ ਜੀ। ਉਦਰ ਹੈ ਨਰ ਬਹੁ ਸੰਗਤ ਪਾਹੀ, ਕਹਿੰਦੇ ਇਹਨਾਂ ਜਿਹੜੇ ਇਹਨਾਂ ਸੰਗਤ ਕਰਨਗੇ ਉਹਨਾਂ ਦਾ ਉਧਾਰ ਹੋ ਜਾਊਗਾ ਜੀ। ਬਿਨੈ ਕਰੋ ਮੈਂ ਕਰਹਿ ਉਧਾਰਾ, ਉਦੋਂ ਜੇ ਵੱਡੇ ਹੋ ਗਏ ਉਦੋਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਮੇਰਾ ਉਧਾਰ ਕਰ ਦਵੋ ਜੀ। ਭਵ ਬੰਧਨ ਤੇ ਹੋਏ ਛੁਟਕਾਰਾ, ਜਿਨ੍ਹਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਦੇ ਨਾਲ ਜੀ ਦਾ ਛੁਟਕਾਰਾ ਹੋ ਜਾਂਦਾ, ਮੁਕਤੀ ਮਿਲ ਜਾਂਦੀ ਹੈ ਜੀ। ਦੋਹਰਾ ਅੰਤਰ ਜਾਮੀ ਜਾਨਹੀ, ਮਮ ਉਰ ਕੀਜੇ ਬਾਲ, ਕਹਿੰਦੇ ਬਾਹਰ ਇੱਕ ਗੱਲ ਹੈ, ਜੇ ਪਾਉਂਦੀ ਬਾਲ ਵੀ ਨੇ, ਪਰ ਮੇਰੀ ਜੇ ਮੈਂ ਇੱਥੋਂ ਬੇਨਤੀ ਕਰ ਰਿਹਾ, ਮੇਰੀ ਹੁਣ ਵੀ ਬੇਨਤੀ ਸੁਣ ਰਿਹਾ, ਮਨ ਵਿੱਚ ਸਮਝ ਗਿਆ ਜੀ। ਲੀਲਾ ਕਸ਼ਕ ਦਿਖਾਏ ਮੁਝ, ਦੇਹੋ ਉਪਦੇਸ਼ ਦਿਆਲ, ਕਹਿੰਦੇ ਮੈਨੂੰ ਵੀ ਕੋਈ ਆਪਦੀ ਖੇਡ ਦਿਖਾਓ ਤੇ ਮੇਰੇ ਤੇ ਦਿਆਲ ਹੋਵੋ ਜੀ। ਚੌਪਈ ਸਹਿਤ ਗਿਆਨ ਕੇ ਬੋਲਹਿ ਜਬ ਲੋ, ਰੱਖੋ ਇਹ ਸਰੀਰ ਮਮ ਤਬ ਲੋ, ਜਦੋਂ ਕਹਿੰਦੇ ਇਹ ਬਚਨ ਕਰਨਗੇ, ਜਦੋਂ ਗਿਆਨ ਦੇ ਉਪਦੇਸ਼ ਕਰਨਗੇ ਤੇ ਕਿਰਪਾ ਕਰਕੇ ਮੈਨੂੰ ਵੀ ਉਦੋਂ ਤੱਕ ਰੱਖ ਲਵੋ ਜੀ। ਕਰਤ ਮਨੋਰਥ ਗਇਓ ਨਿਕੇਤਾ, ਜਪਤ ਨਾਮ ਅਪਵਰਗ ਹੈ ਹੇਤਾ, ਤੇ ਸਾਧ ਸੰਗਤ ਆਇਆ ਮਨੋਰਥ ਮਨ ਵਿੱਚ ਇੱਛਾ ਧਾਰਦਾ ਹੋਇਆ ਤੇ ਆਪਦੇ ਘਰ ਜਾ ਪਹੁੰਚਿਆ ਜੀ। ਤਹਿ ਪਛਾਤੈ ਬੀਤਿਓ ਕਾਲਾ, ਜੋ ਉਸ ਸਮੇਂ ਤੋਂ ਬਾਅਦ ਸਮਾਂ ਹੋਰ ਬਤੀਤ ਹੋਇਆ ਜਦੋਂ ਜੀ। ਸਨੇ ਸਨੇ ਤਨ ਹੋਤ ਬਿਸਾਲਾ, ਦੇਖਦਿਆਂ ਗੁਰੂ ਨਾਨਕ ਪਾਤਸ਼ਾਹ ਸਰੀਰ ਵੱਡਾ ਹੋਣ ਲੱਗਾ, ਜਿਵੇਂ ਆਪ ਜੀ ਨੇ ਸੁਣਿਆ ਸੀ ਦੂਜੇ ਚੰਦ ਮੰਗੂ। ਦਿਨੋਂ ਦਿਨ ਮਹਾਰਾਜ ਦਾ ਬਹੁਤ ਦਿਨਾਂ ਦੇ ਵਿੱਚ ਬਹੁਤ ਛੇਤੀ ਸਰੀਰ ਜਵਾਨ ਹੋ ਗਿਆ ਜੀ। ਜਹ ਬਿਦ ਹਿਰਦੇ ਗਿਆਨ ਮਮੋਖੂ, ਨਿਤ ਪ੍ਰਤ ਵਦਤ ਦ્વੈਤ ਹੱਥ ਦੋਖੂ, ਕਹਿੰਦੇ ਇਹ ਇਹਨਾਂ ਦੇ ਦਰਸ਼ਨ ਇਹੋ ਜਿਹੇ ਨੇ ਜਿਨ੍ਹਾਂ ਦੇ ਦਰਸ਼ਨਾਂ ਨਾਲ ਗਿਆਨ ਪ੍ਰਗਟ ਹੋ ਜਾਂਦਾ ਤੇ ਦ્વੈਤ ਜਿਹਨਾਂ ਦੋ ਚਿੱਤੀ ਖਤਮ ਹੋ ਜਾਂਦੀ। ਇਹੋ ਜਿਹੇ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਨੇ, ਇਹੋ ਜਿਹੀ ਅਵਤਾਰ ਦੀ ਉਸਤਤ ਆਪ ਜੀ ਨੇ ਸਰਵਣ ਕੀਤੀ ਤੇ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਤੇ ਸਮਾਂ ਵੀ ਕਾਫੀ ਉੱਪਰ ਹੋ ਗਿਆ। ਥੋੜਾ ਖਿੱਚ ਕੇ ਵੀ ਕਰਨਾ ਪਏਗਾ ਤੇ ਕਈ ਸਾਖੀਆਂ ਵੀ ਇਸ ਕਰਕੇ ਰਹਿ ਗਈਆਂ ਕਿ ਸਮਾਂ ਬਹੁਤ ਉੱਪਰ ਜਾ ਰਿਹਾ ਸੀ ਭੱਜਿਆ। ਤੇ ਵਿਚਾਰ ਕਰਦਿਆਂ ਦੌਰਾਨ ਜਿਹੜੀਆਂ ਕਈ ਤਰ੍ਹਾਂ ਦੇ ਉਦਾਹਰਨਾਂ ਦੇਣੀਆਂ ਪੈਂਦੀਆਂ, ਕਿਤੇ ਬੇਨਤੀ ਖਿਆਲ ਰੱਖਿਓ ਆਪ ਜੀ ਉਧਰ ਨੂੰ ਨਹੀਂ ਜਾਣਾ। ਸਾਰਿਆਂ ਨੂੰ ਸ੍ਰੇਸ਼ਟ ਗੁਰੂ ਸਾਹਿਬ ਨੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਆਓ। ਕੋਈ ਮਨ ਦਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਕੇ ਹੁਕਮਨਾਮਾ ਲਵੋ, ਦੇਗ ਤਿਆਰ ਕਰਾਓ। ਮਹਾਰਾਜ ਉਹਦੀ ਸਿੱਖ ਦੀ ਬੌੜੀ ਕਰਦੇ ਆ। ਜੀਵਨ ਵਿੱਚ ਕਿਸੇ ਵੀ ਕਰਮ ਕਾਂਡ ਨੂੰ ਨਹੀਂ ਜਾਣਨਾ ਮੇਰੇ ਫਲਾਣੇ ਮੱਥੇ ਲੱਗ ਗਿਆ ਬਿੱਲੀ। ਅੱਜ ਮੈਂ ਇੱਕ ਦਿਨ ਕੋਈ ਸੁਣਾਉਂਦਾ ਸਿੰਘ ਬੜਾ ਹਸਾਇਆ ਉਹਨੇ, ਕਹਿੰਦਾ ਸਾਡਾ ਜਿਹੜੀ ਮੈਂ ਗੱਡੀ ਚਲਾਉਂਦਾ ਸੀ ਬਾਊ ਸੀਗਾ, ਉਹ ਕਹਿੰਦਾ ਬਾਹਲਾ ਵਹਿਮੀ ਸੀ। ਕਹਿੰਦਾ ਕਿ ਬਿੱਲੀ ਲੰਘ ਜਾਣੀ, ਉਹਨੇ ਕਹਿੰਦਾ ਹੁਣੀ ਗੱਡੀ ਰੋਕ, ਚਿੱਚਰੀ ਰੋਕ ਬਈ, ਸੋਚ ਗੱਡੀ ਬੰਦ ਕਰ, ਚਾਬੀ ਕੱਢ ਬਈ, ਹੁਣ ਛੇਣੇ ਬਾਹਰ ਨਿਕਲ, ਪੈਰ 'ਚ ਜੁੱਤੀ ਲਾ। ਕਹਿੰਦੇ ਹੁਣ ਛੇਣੇ ਹੱਥ ਧਵਾ, ਘੁੱਟ ਮੂੰਹ 'ਚ ਪਾਣੀ ਪਾ ਕੇ ਕੋਲਾ ਕਰਨਾ, ਘੁੱਟ ਨੰਗਾਉਣੀ, ਕੋਈ ਮਿੱਠਾ ਪਿਆ ਮੂੰਹ 'ਚ ਪਾ ਦੇ ਮਿੱਠਾ ਪਏ, ਹੁਣ ਚੱਲੀਏ। ਕਹਿੰਦੇ ਜਾਨਣ ਪਾਉ ਨਿਗਾਹ ਕਿ ਨਾ ਮਿਲੇ ਅਗਲੇ ਨੂੰ। ਪਰ ਵਹਿਮ ਕਈਆਂ ਨੂੰ ਸਾਧ ਸੰਗਤ ਪੈ ਜਾਂਦਾ, ਪਰ ਜਿਹੜਾ ਗੁਰਬਾਣੀ ਪੜ੍ਹਨ ਵਾਲਾ ਉਹਦੇ ਵਾਸਤੇ ਕੋਈ ਵਹਿਮ ਨਹੀਂ। ਸਾਧ ਸੰਗਤ ਉਹ ਤੇ ਕੋਈ ਚੀਜ਼ ਹਾਵੀ ਨਹੀਂ ਹੁੰਦੀ। ਗੁਰਸਿੱਖਾਂ ਦੇ ਉੱਤੇ ਜਦੋਂ ਗੁਰੂ ਸਾਹਿਬ ਦਾ ਮਿਹਰ ਦਾ ਹੱਥ ਹੁੰਦਾ ਤੇ ਦਾਸ ਦੁਆਰਾ ਫੇਰ ਸਾਰੀ ਸੰਗਤ ਦੇ ਚਰਨਾਂ ਨੂੰ ਦਾੜਾ ਤੇ ਮੱਥਾ ਲਾ ਕੇ ਦਾਸ ਸਾਰੀ ਸੰਗਤ ਤੋਂ ਮਾਫੀ ਮੰਗਦਾ। ਵਿਚਾਰ ਕਰਦਿਆਂ ਤੋਂ ਇੱਕ ਨੇ ਬੇਅੰਤ ਭੁੱਲਾਂ ਗਲਤੀਆਂ ਅਰਥਾਂ ਦੇ ਅਨਰਥ ਵੀ ਹੋਏ ਆ। ਪਿੰਗਲ ਪੜ੍ਹਨੇ ਪੜ੍ਹ ਲਵੋ, ਪਰ ਬੇਨਤੀ ਇੰਨੀ ਜ਼ਰੂਰ ਖਿਆਲ ਰੱਖੋ ਫਿਰ ਮਨ ਨੂੰ ਨੀਵੇਂ ਰੱਖਣਾ। ਫਿਰ ਇਹ ਨਹੀਂ ਪਿੰਗਲਾਂ ਨੂੰ ਆਪਾਂ ਗੁਰਬਾਣੀ ਦੇ ਉੱਤੇ ਤੇ ਇਤਿਹਾਸਕ ਗ੍ਰੰਥਾਂ ਉੱਪਰ ਜੋੜ ਕੇ ਦੇਖਣ ਲੱਗ ਜਾਣਾ ਵੀ ਬਣਦਾ ਕਿ ਨਹੀਂ, ਐਸ ਬਣਦੀ ਕਿ ਨਹੀਂ, ਆਈ ਬਣਦੀ ਕਿ ਨਹੀਂ ਬਣਦੀ। ਜੇ ਉਹਨਾਂ ਚੱਕਰਾਂ ਵਿੱਚ ਪੈ ਗਏ ਸਾਧ ਸੰਗਤ ਬਹੁਤ ਬੇਰਸੀ ਹੋ ਜਾਂਦੀ ਹੈ। ਫਿਰ ਉਹ ਜਿਹੜਾ ਗਿਆਨ ਮਹਾਰਾਜ ਦੇ ਉੱਪਰ ਜਾਣ ਲੱਗ ਜਾਂਦਾ ਆਪਦੇ ਜਾਣੀ, ਤੇ ਅਖੀਰ ਨੂੰ ਬੰਦਾ ਡਿੱਗ ਕੇ ਬਹਿ ਜਾਂਦਾ। ਅਸੀਂ ਡਿੱਗਦੇ ਦੇਖਿਆ ਬੰਦਿਆਂ ਨੂੰ ਇਹ ਪੜ੍ਹਨ ਤੋਂ ਬਾਅਦ। ਚੰਗੇ ਦਾ ਕੰਮ ਹਿੱਲ ਜਾਂਦਾ ਸਾਧ ਸੰਗਤ, ਕਿਉਂ ਉਦੋਂ ਫਿਰ ਉਹ ਜਿਹੜਾ ਗਿਆਨ ਆਇਆ ਹੁੰਦਾ ਤੇ ਉਹ ਪਿੰਗਲਾਂ ਨੂੰ, ਪਿੰਗਲ ਰਿਸ਼ੀ ਦੇ ਜਿਹੜੇ ਉਹਦੇ ਦਿੱਤੇ ਗਿਆਨ ਨੂੰ ਵੱਡਾ ਸਮਝ ਕੇ ਮਹਾਰਾਜ ਦੀ ਖੇਡ ਨੂੰ ਛੋਟਾ ਸਮਝਦਾ ਹੋਇਆ ਬੰਦਾ ਡਿੱਗ ਪੈਂਦਾ। ਮੈਨੂੰ ਪਤਾ ਕਈਆਂ ਨੇ ਪੜ੍ਹ ਕੇ ਤੇ ਕੋਸ਼ਿਸ਼ ਕਰਨੀ ਸਿੱਖ ਲਈਏ, ਪਰ ਜ਼ਰੂਰ ਖਿਆਲ ਰੱਖੋ ਜਦੋਂ ਕਦੇ ਮਨ ਵਿੱਚ ਮਹਾਰਾਜ ਦੀ ਬਾਣੀ ਦੇ ਉੱਤੇ ਜੋੜ ਲਾਉਣ ਲੱਗ ਜਾਓ ਨਾ ਪਿੰਗਲਾਂ ਮੁਤਾਬਕ, ਤੇ ਸੋਚ ਲਓ ਵੀ ਅਸੀਂ ਅੱਜ ਫੇਲ ਹੋ ਚੁੱਕੇ। ਕਿਤੇ ਇਹ ਉਹ ਸਿਰਫ ਸਿੱਖਣੇ ਆ ਕਿ ਤੁਸੀਂ ਕੱਲ ਨੂੰ ਕੋਈ ਮਹਾਰਾਜ ਦੇ ਪਿਆਰ ਵਿੱਚ ਕੋਈ ਦੋਹਰੇ ਲਿਖਣੇ ਆ, ਕੋਈ ਛੰਦ ਸਵਈਏ ਲਿਖਣੇ ਆ, ਉਹਦੇ ਵਾਸਤੇ ਵਰਤੋ। ਪਰ ਕਿਤੇ ਵੀ ਉਹਨਾਂ ਨੂੰ ਪਿੰਗਲਾਂ ਨੂੰ ਮਹਾਰਾਜ ਦੇ ਉੱਪਰ ਲਿਆ ਕੇ ਪਰਖਣ ਦੀ ਕੋਸ਼ਿਸ਼ ਨਾ ਕਰਿਓ, ਤੇ ਨਹੀਂ ਤਾਂ ਫਿਰ ਬੜੀ ਮਾਰ ਪੈਂਦੀ ਹੈ। ਬੰਦਾ ਸਿੱਖੀ ਤੋਂ ਅਸੀਂ ਹੀਣੇ ਹੁੰਦੇ ਦੇਖਿਆ,
ਪਿੰਗਲ ਸਿੱਖਣ ਤੋਂ ਬਾਅਦ ਮੈਂ ਇਹ ਵੀ ਮਾਫੀ ਮੰਗਦਾ ਕਹਿ ਰਿਹਾ ਦਾਸ, ਪੇਸ਼ੀਆਂ ਕਰਾਉਣ ਵਾਲੇ ਦੇਖਿਆ, ਕਕਾਰ ਲੈਂਦੇ ਵੀ ਦੇਖੇ ਦਾਸ ਨੇ। ਕਿਉਂ? ਜਦੋਂ ਮਹਾਰਾਜ ਨਿੰਦਿਆ ਕੀਤੀ ਤੇ ਗਾਂ ਬਚਣਾ ਕੀ ਆ ਸਾਧ ਸੰਗਤ? ਕਿੱਥੇ ਮੁੱਖ 'ਚ ਅੰਮ੍ਰਿਤ ਚਾਉਣਾ, ਕਿੱਥੇ ਮਹਾਰਾਜ ਦਰਸ਼ਨ, ਕੁਝ ਵੀ ਨਹੀਂ ਹੁੰਦਾ। ਫਿਰ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਣਾ। ਤੇ ਹੋਰ ਵੀ ਜਿਹੜੇ ਵਿਚਾਲੇ ਜਿਹੜੀਆਂ ਉਦਾਹਰਨਾਂ ਆਈਆਂ, ਪਹਿਲਾਂ ਮਨ ਬਹੁਤ ਸੀਗਾ ਵੀ ਚਲੋ ਭਾਵੇਂ ਰਹਿਣ ਦੇਗੇ, ਫਿਰ ਸੀਗਾ ਵੀ ਨਹੀਂ ਸੁਣਾਉਣੀ ਵੀ ਚਾਹੀਦੀ ਹੈ, ਪਤਾ ਵੀ ਲੱਗਣਾ ਚਾਹੀਦਾ। ਕੋਈ ਗੁਰਮੁਖ ਪਿਆਰੇ ਬਹੁਤ ਨੌਜਵਾਨ ਕਥਾ ਵੀ ਸਿੱਖਦੇ, ਉਹਨਾਂ ਨੂੰ ਬਹੁਤ ਚੰਗੀ ਮਾੜੀ ਤਰ੍ਹਾਂ ਦੀ ਨੌਲੇਜ ਵੀ ਆਉਣੀ ਚਾਹੀਦੀ ਹੈ। ਤੇ ਇਹ ਜ਼ਰੂਰੀ ਸੀ। ਹੁਣ ਐਤਵਾਰ ਨੂੰ ਜਿਹੜਾ ਆਪਾਂ ਅੱਗੇ ਆਪ ਜੀ ਨੇ ਸਰਵਣ ਕੀਤਾ ਸੀਗਾ, ਬਾਲ ਲੀਲਾ ਦਾ ਜਿਹੜਾ ਚੱਲ ਰਿਹਾ ਸੀਗਾ, ਕਿ ਜਦੋਂ ਜਾ ਕੇ ਗੁਰੂ ਨਾਨਕ ਪਾਤਸ਼ਾਹ ਸਾਰਾ ਸਮਾਨ ਬਾਹਰ ਹੀ ਘਰ ਦਾ ਦੇ ਆਉਂਦੇ ਸੀ, ਲੋਕਾਂ ਨੂੰ ਵੰਡਿਆ ਆਉਂਦੇ ਸਨ। ਫਿਰ ਕਿਵੇਂ ਮਾਤਾ ਜੀ ਨੇ ਸੋਟੀ ਚੱਕੀ ਸੀ, ਕਿਵੇਂ ਮਹਾਰਾਜ ਨੇਤਰਾਂ ਜਲ ਆਇਆ, ਫਿਰ ਮਾਤਾ ਜੀ ਨੇ ਕਿਵੇਂ ਉਹਨਾਂ ਨੂੰ ਪਿਆਰ ਕੀਤਾ, ਉਹ ਸਾਰਾ ਪ੍ਰਕਰਨ ਜਿਹੜਾ ਐਤਵਾਰ ਨੂੰ ਫਿਰ ਹੋਊਗਾ ਅੱਗੇ। ਤੇ ਉਹ ਤੋਂ ਬਾਅਦ ਫਿਰ ਅਗਲੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਚੱਲ ਪਊਗੀ। ਤੇ ਇਸ ਵਿਚਾਰ ਦੌਰਾਨ ਦਾਸ ਤੋਂ ਇੱਕ ਨੇ ਬੇਅੰਤ ਭੁੱਲਾਂ ਗਲਤੀਆਂ ਹੋਈਆਂ। ਦਾਸ ਸਾਰੀ ਸੰਗਤ ਦੇ ਚਰਨਾਂ ਦਾੜਾ ਤੇ ਮੱਥਾ ਲਾ ਕੇ ਮਾਫੀ ਮੰਗਦਾ। ਜਿਹੜੀਆਂ ਚੰਗੀਆਂ ਸਨ ਗੁਰੂ ਸਾਹਿਬ ਦੀਆਂ, ਜ਼ਰੂਰ ਆਪਦੇ ਜੀਵਨ ਵਿੱਚ ਲਿਆਉਣੀਆਂ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।